ਸੋ ਸਵਾਲ ਪੰਜਾਬ ਦਾ ਅੱਜ ਇਹ ਖੜਾ ਹੋ ਰਿਹਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਜੇ ਸਵਾਲ ਖੜਾ ਹੋ ਰਿਹਾ ਹੈ, ਆਪਣੀ ਪੁਲਿਸ ਯਾਨੀ ਪੰਜਾਬ ਪੁਲਿਸ ਕੀ ਕਰ ਰਹੀ ਹੈ। ਪੰਜਾਬ ਪੁਲਿਸ ਇਸ ਕਰਕੇ ਸਵਾਲ ਖੜਾ ਹੋ ਰਿਹਾ ਹੈ ਕਿਉਂਕਿ ਦਿੱਲੀ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਦੀ ਹੈ। ਦਿੱਲੀ ਪੁਲਿਸ ਦੇ ਵੱਲੋਂ ਕਿਹਾ ਜਾਂਦਾ ਕਿ 3 ਮੋਡਿਊਲ ਦਿਖਾਈ ਦਿੱਤੇ, यानी 3 ਵੱਖਰੇ ਮੋਡਿਊਲਸ ਨੇ। ਤਿੰਨੋਂ ਵੱਖਰੇ ਮੋਡਿਊਲਸ ਜਿਹੜੇ ਆ ਉਹਨਾਂ ਦੀ ਲਿੰਕੇਜ ਜਿਹੜੀ ਹੈਗੀ ਹੈ ਗੋਲਡੀ ਬਰਾੜ ਦੇ ਨਾਲ ਦਿਖਾਈ ਦਿੰਦੀ ਹੈ। ਗੋਲਡੀ ਬਰਾੜ ਜਿਹੜਾ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਮਾਸਟਰਮਾइंड ਹੈ, ਫੋਰਨ ਦੇ ਵਿੱਚ ਬੈਠਾ ਹੋਇਆ, ਉਸ ਦੀ ਲਿੰਕੇਜ ਦਿੱਲੀ ਪੁਲਿਸ ਦੱਸਦੀ ਹੈ। ਸਮਝਣਾ ਜਿਹੜਾ ਹੈਗਾ ਬਹੁਤ ਲਾਜ਼ਮੀ ਹੈ ਕਿ ਆਖਿਰ ਹੋ ਕੀ ਰਿਹਾ। ਖਾਸ ਤੌਰ ਤੇ ਮਹਿਮਾਨ ਜੁੜ ਗਏ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਜਗਤਾਰ ਸਿੰਘੜਾ ਸਾਹਿਬ ਆਮ ਆਦਮੀ ਪਾਰਟੀ ਤੋਂ, ਰਜਿੰਦਰ ਦੀਪਾ ਜੀ ਸ਼੍ਰੋਮਣੀ ਅਕਾਲੀ ਦਲ ਤੋਂ, ਕਮਲਦੀਪ ਸਿੰਘ ਸੋਈ ਸਾਹਿਬ ਭਾਰਤੀ ਜਨਤਾ ਪਾਰਟੀ ਤੋਂ, वेद भूषण साहब एक्स DCP दिल्ली तो बहुत बहुत स्वागत है जी सारिਆਂ ਦਾ। सो सवाल संघेड़ा साहब ਤੁਹਾਡੇ ਤੋਂ ਹੀ ਅੱਜ ਪਹਿਲਾ ਕਿ ਪੰਜਾਬ ਦੇ ਵਿੱਚ ਕਾਰਾ ਹੁੰਦਾ ਯਾਨੀ ਇਹ ਕਤਲ ਹੁੰਦਾ ਤੇ ਇਸ ਕਤਲ ਤੋਂ ਬਾਅਦ ਦੱਸਿਆ ਜਾਂਦਾ ਕਿ 6 ਸ਼ੂਟਰ ਸੀਗੇ ਜੋ ਦਿਖਾਈ ਦਿੱਤੇ, ਜੋ ਫਾਇਰ ਕਰ ਰਹੇ ਸੀਗੇ। CCTV 'ਚ ਇਮੇजेस ਕੈਦ ਹੁੰਦੀਆਂ ਤੇ ਉਸ ਤੋਂ ਬਾਅਦ ਜਦੋਂ ਹੁਣ ਉਹਨਾਂ ਨੂੰ ਪਕੜਿਆ ਜਾਂਦਾ ਇੱਕ ਦਿਨ ਬਾਅਦ ਯਾਨੀ कुछ घंटिया बाद जो पकड़िया जाता है तो दिल्ली तो पुलिस आती है पंजाब च तो उन्होंने फड़ के लै जाती है तो दिल्ली च जाके प्रेस कॉन्फ्रेंस करती है। की समझिए अपनी पुलिस कित्थे है? ਇਹਦੇ ਚ ਆਪਣੀ ਪੁਲਿਸ ਕਿੱਥੇ ਆ? ਪੁਲਿਸ ਜਾਂਚ ਵਿੱਚ ਜੁਟੀ ਹੋਈ ਸੀਗੀ, ਇਮੀਡੀਏਟਲੀ ਸਾਈਟ ਤੇ ਪਹੁੰਚ ਗਏ ਆ ਤੇ ਜੋ ਕੁਝ ਲੜਿੰਦਾ ਸੀਗਾ ਉਹ ਕਰਨਾ ਸੀਗਾ। ਪੁਲਿਸ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੀ ਹੈ ਜੀ। ਜੇ ਉਹ ਹਰਿਆਣੇ ਤੋਂ ਸੀਗੇ ਪੁਲਿਸ ਨੇ ਆਇਡੈਂਟੀਫਾਈ ਤੇ ਕਰ ਲਿਆ ਸੀ ਪਹਿਲੇ ਅਰੈਸਟ ਕਰਨ ਤੋਂ, ਔਰ ਸਾਰੇ ਜਿਹੜੇ ਸੀਗੇ ਆਪਣਾ ਹਮਲਾਵਰ ਜਿੰਨੇ ਵੀ ਸੀਗੇ ਸਾਰਿਆਂ ਦੀ ਆਇਡੈਂਟੀਫਿਕੇਸ਼ਨ ਹੋ ਗਈ ਸੀਗੀ ਪਹਿਲਾਂ। ਹੁਣ ਉਹਦੇ ਵਿੱਚ ਫੋਟੋਆਂ ਤੋਂ ਜਾਂ ਇਨਫੋਰਮੇਸ਼ਨ ਸ਼ੇਅਰਿੰਗ ਤੋਂ ਜੇ ਕੋਈ ਵਿਅਕਤੀ ਪਹਿਲਾਂ ਵੀ ਕਿਸੇ ਹੋਰ ਜਿਹੜਾ ਦੋਸ਼ੀ ਸੀਗਾ ਉਹਨਾਂ ਹੋਰ ਕਿਸੇ ਕੇਸ ਵੀ ਲੜੀ, ਦਿੱਲੀ ਪੁਲਿਸ ਨੇ ਡਾਇਰੈਕਟ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ। ਆਈ ਡੋਂਟ ਥਿੰਕ देयर इज एनीथिंग ਰੋਂਗ। ਰਾਈਟ ਸਿੰਘੜਾ ਸਾਹਿਬ, ਠੀਕ ਹੈ। ਇਦਾਂ ਹੋਇਆ ਬਾਹਰਲੇ ਸੂਬਿਆਂ 'ਚ ਵੀ ਪੰਜਾਬ ਪੁਲਿਸ ਦੀ ਨਿਸ਼ਾਨਦੇਹੀ ਤੇ ਕਰੋੜਾਂ ਰੁਪਏ ਦੀ ਹੈਰੋਇਨ ਫੜੀ ਗਈ ਆ, ਡਰੱਗਸ ਫੜੀਆਂ ਗਈਆਂ ਆ। ਨਹੀਂ ਸਿੰਘੜਾ ਸਾਹਿਬ ਤੁਹਾਡੀ ਗੱਲ ਠੀਕ ਹੈ, ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਜਾਣਾ, ਤੁਹਾਡੀ ਗੱਲ ਨੂੰ ਹੀ ਕੰਟੀਨਿਊ ਕਰਦਾ। ਮੈਂ ਆਈ ਟੇਕ ਅ ਪੁਆਇੰਟ ਫਾਰਵਰਡ। ਸਵਾਲ ਇਹ ਹੈ, ਖੜਿਆਲ ਸਾਹਿਬ ਵੀ ਜੁੜ ਕੇ ਨੇ, ਬਹੁਤ ਬਹੁਤ ਸਵਾਗਤ ਹੈ ਖੜਿਆਲ ਸਾਹਿਬ। ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਹੈ, ਬਿਲਕੁਲ ਠੀਕ ਹੈ, ਤੁਸੀਂ ਵਾਜਿਬ ਕਿਹਾ ਹੁੰਦੀ ਹੈ, ਠੀਕ ਹੈ, ਤੁਸੀਂ ਵੀ ਕੀਤੀ ਹੋਣੀ। 6 ਸ਼ੂਟਰ ਆਇਡੈਂਟੀਫਾਈ ਹੋਏ, ਉਹਨਾਂ ਦੇ ਨਾਮ, ਉਹਨਾਂ ਦੇ ਚਿਹਰੇ ਤੁਸੀਂ ਬਾਕੀ ਸੂਬਿਆਂ ਦੀ ਪੁਲਿਸ ਨੂੰ ਪੂਰਾ ਜਿਹੜਾ ਆਪਣਾ ਨੈਟਵਰਕ ਹੈਗਾ ਪੁਲਿਸਿੰਗ ਦਾ ਉਹਨਾਂ ਦੇ ਵਿੱਚ ਦੇ ਦਿੱਤਾ। ਜੇ ਉਹ ਪੰਜਾਬ ਦੇ ਵਿੱਚ ਹੀ ਲੋਕੇਟ ਹੋਏ ਸੀਗੇ ਤਾਂ ਇਹ ਆਪਣੀ ਪੁਲਿਸ ਹੀ ਜਾ ਕੇ ਫੜ ਸਕਦੀ ਸੀਗੀ, ਦਿੱਲੀ ਪੁਲਿਸ ਦੱਸ ਸਕਦੀ ਸੀ ਕਿ ਤੁਸੀਂ ਫੜ ਲਓ ਉੱਥੇ ਹੈਗੇ ਆ। ਰਾਦਰ ਦਿੱਲੀ ਪੁਲਿਸ ਨੇ ਕਸ਼ਟ ਬਹੁਤ ਕੀਤਾ, ਦਿੱਲੀ ਤੋਂ ਟਰੈਵਲ ਕੀਤਾ, ਪੰਜਾਬ 'ਚ ਆਏ, ਉਹਨਾਂ ਦੇ ਘਰ ਗਈ, ਆਪ ਹੀ ਜਾ ਕੇ ਫਿਰ ਉਹਨਾਂ ਨੂੰ ਪਕੜਿਆ। ਇਹ ਦੇਖੋ ਇਹ ਏਜੰਸੀਆਂ ਦਾ ਮਾਮਲਾ ਆ, ਮੈਨੂੰ ਨਹੀਂ ਪਤਾ ਹੁਣ ਵੀ ਇਹਦੇ ਬਾਰੇ ਮੈਂ ਨਹੀਂ ਦਖਲ ਦੇ ਸਕਦਾ ਜਾਂ ਨਾ ਹੀ ਮੈਂ ਇਹਦੇ ਬਾਰੇ ਕੋਈ ਟਿੱਪਣੀ ਕਰ ਸਕਦਾ ਹਾਲ ਦੀ ਘੜੀ, ਕਿਉਂਕਿ ਇਹ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਆ। ਕੋਈ ਉਹਦਾ ਅੰਦਰ ਜਿਹੜੀ ਇਨਫੋਰਮੇਸ਼ਨ ਏਜੰਸੀਜ਼ ਹੈਗੀਆਂ, ਦੂਸਰੀਆਂ ਸੂਈਆ ਏਜੰਸੀਆਂ ਹੈਗੀਆਂ ਆ, ਉਹਨਾਂ ਨੇ ਦੇਖਣਾ ਹੈ ਤਾਂ ਕੀ ਕਰਨਾ, ਕੀ ਦੋਨਾਂ ਸੂਬਿਆਂ ਦੀ ਸਰਕਾਰ ਨੇ ਦੇਖਣਾ ਜਾਂ ਦਿੱਲੀ ਪੁਲਿਸ ਜਿਹੜੀ ਕੇਂਦਰ ਥੱਲੇ ਆ ਉਹਨਾਂ ਨੇ ਦੇਖਣਾ ਆ। ਠੀਕ ਹੈ, ਤੇ ਇਹ ਹੁਣ ਮੈਨੂੰ ਨਹੀਂ ਪਤਾ ਵੀ ਹੋਰ ਕਿਹੜੀ ਏਜੰਸੀ ਦੀ ਇਨਫੋਰਮੇਸ਼ਨ ਸੀਗੀ, ਕੀ ਇਸ ਚੀਜ਼ ਦੇ ਰੀਜ਼ਨ ਹੈ। ਤੇ ਆਈ ਡੋਂਟ ਫਾਈਂਡ ਐਨੀਥਿੰਗ ਰੋਂਗ ਜੇ ਉਹਨਾਂ ਨੇ ਨਹੀਂ ਵੀ ਦੱਸਿਆ। ਗੱਲ ਤਾਂ ਆਪਣਾ ਪਰਪਸ ਉਹ ਜਿਹੜਾ ਹਮਲਾ ਹੋਇਆ ਆ ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰਨਾ ਤੇ ਇਸ ਸਾਰੇ ਗੈਂਗਸਟਰਵਾਦ ਤੇ ਇਹ ਕਤਲੋਗਾਰਤ ਤੇ ਇਹਨਾਂ ਚੀਜ਼ਾਂ ਤੇ ਕਾਬੂ ਪਾਉਣ ਦਾ ਬੇਸਿਕਲੀ ਤਾਂ ਮਾਮਲਾ ਹੈਗਾ। ਠੀਕ ਹੈ, ਵੇਦ ਭੂਸ਼ਣ ਜੀ ਨੂੰ ਕੁਝ ਨਹੀਂ ਕਹਿ ਸਕਦਾ, ਕੋਈ ਪੁਲਿਸ ਦੀ ਨੁਕਤਾਚੀਨੀ ਨਹੀਂ, ਕੋਈ ਕਿਸੇ ਏਜੰਸੀ ਦੀ ਨੁਕਤਾਚੀਨੀ ਨਹੀਂ, ਨਹੀਂ ਕਿਸੇ ਦੀ ਨੁਕਤਾਚੀਨੀ ਨਹੀਂ, ਵੱਧ ਰਹੇ ਆ ਨੁਕਤਾਚੀਨੀ ਨਹੀਂ। ਜਿਹੜੇ ਸਵਾਲ ਹੈ ਆਪਾਂ ਸਵਾਲਾਂ ਦੇ ਜਵਾਬ ਦੇ ਲਈ ਸਾਰੇ ਬੈਠੇ ਆ, ਆਪਾਂ ਚਰਚਾ ਕਰ ਰਹੇ ਹਾਂ, ਹੈਲਦੀ ਡਿਸਕਸ਼ਨ ਕਰ ਰਹੇ ਹਾਂ। ਜਿਹੜੇ ਸਵਾਲ ਨੇ ਉਹ ਅਨਆਨਸਰਡ ਨਹੀਂ ਰਹਿਣੇ ਚਾਹੀਦੇ, ਉਹਨਾਂ ਦਾ ਆਨਸਰ ਆਉਣਾ ਚਾਹੀਦਾ। ਤੁਸੀਂ ਦੇ ਰਹੇ ਹੋ, ਬਹੁਤ ਚੰਗੀ ਗੱਲ ਹੈ। ਵੇਦ ਭੂਸ਼ਣ ਸਾਹਿਬ ਨਾਲ ਆਪਣੇ ਨੇ ਐਕਸ DCP ਨੇ ਦਿੱਲੀ ਪੁਲਿਸ ਦੇ, ਇਹਨਾਂ ਤੋਂ ਵੀ ਮੈਂ ਪੁੱਛ ਲਾਂਗਾ। ਇਸ ਤੋਂ ਪਹਿਲਾਂ ਪੋਲੀਟੀਕਲ ਤੁਹਾਡੇ ਜਿਹੜੇ ਕਾਊਂਟਰ ਪਾਰਟਸ ਨੇ ਉਹਨਾਂ ਤੋਂ ਇੱਕ ਵਾਰ ਸਵਾਲ ਲੈ ਲਾਂ। ਦੀਪਾ ਜੀ ਦੇਖੋ, ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਪੰਜਾਬ ਪੁਲਿਸ ਪੂਰੀ ਫੇਲ ਹੋਈ ਹੈ। ਇਹ ਜਿੰਨੇ ਵੀ ਐਡੇ ਇਸ ਲੈਵਲ ਦੀ ਵਾਰਦਾਤਾਂ ਹੋਈਆਂ ਹਮੇਸ਼ਾ ਹੀ ਪੰਜਾਬ ਪੁਲਿਸ ਜਿਹੜੀ ਮੌਜੂਦਾ CM ਸਾਹਿਬ ਜਿੰਦੇ ਜਾਂ ਹੋਮ ਮਿਨਿਸਟਰ ਵੀ ਹੈ ਉਹ ਫੇਲ ਹੋਈ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਵੀ ਜਿੰਨਾ ਉਹ ਕ੍ਰੈਕ ਕੀਤਾ ਉਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਹੀ ਕ੍ਰੈਕ ਕੀਤਾ। ਜਿਹੜੇ ਉਹ 3 ਪਹਿਲਾਂ ਜਿਹੜੇ ਕਾਤਲ ਸੀ ਉਹ ਫੜੇ ਗਏ, ਉਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਫੜੇ ਗਏ। ਉਸ ਤੋਂ ਬਾਅਦ ਜਿਹੜਾ ਕੰਮ ਚੱਲਿਆ ਉਹ ਜਾ ਕੇ ਪੰਜਾਬ ਪੁਲਿਸ ਦੇ ਕੁਝ ਥੋੜੇ ਬਹੁਤ ਉਹਦੇ 'ਚ ਕੀਤਾ। ਇਹ ਹੁਣ ਦੂਸਰਾ ਮਾਮਲਾ ਸਿੱਧਾ ਇਹੋ ਜਿਹਾ ਆ ਗਿਆ ਕਿ ਇੱਕ ਦਿਨ ਦੇ ਵਿੱਚ ਦਿੱਲੀ ਪੁਲਿਸ ਪੰਜਾਬ ਦੇ ਵਿੱਚ ਆਉਂਦੀ ਹੈ, ਉਹਨਾਂ ਨੂੰ ਫੜਦੀ ਹੈ ਔਰ ਇਹਨਾਂ ਨੂੰ ਬਾਅਦ 'ਚ ਪਤਾ ਲੱਗਦਾ ਕਿ ਆ ਕੁਝ ਹੋ ਗਿਆ। ਬਿਲਕੁਲ ਇਹਦੇ 'ਚ ਕੋਈ ਦੋ ਰਾਇਆ ਨਹੀਂ ਕਿ ਪੂਰੀ ਕੰਪਲੀਟ ਫੇਲਰ ਹੈ ਸਾਡੀ ਪੰਜਾਬ ਪੁਲਿਸ ਦਾ। ਲਾਅ ਐਂਡ ਆਰਡਰ ਪੂਰਾ ਫੇਲ ਹੈ ਇਸ ਵੇਲੇ।
ਕੁਝ ਵੀ ਇੰਟੈਲੀਜੈਂਸ ਤਾਂ ਬਿਲਕੁਲ ਹੀ ਫੇਲਿਅਰ ਹੈ। ਇਹਦੇ 'ਚ ਦੇਖੋ ਮੰਨਣਾ ਪੈਣਾ ਹੈ, ਮੰਨੀਏ ਨਾ ਮੰਨੀਏ, ਇਹ ਨਹੀਂ ਕਿ ਅਸੀਂ ਵਿਰੋਧੀ ਧਿਰਾਂ, ਅਸੀਂ ਚਾਹਾਂਗੇ ਸਾਡੀ ਜਿੱਥੇ ਸਪੋਰਟ ਚਾਹੀਦੀ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਹੋ ਗਿਆ, ਔਰ ਜਿਨ੍ਹਾਂ ਨੇ 1980 ਵੇਲੇ ਦਾ ਬਹੁਤਾ ਵਕਤ ਨਹੀਂ ਹੋਇਆ ਉਹ ਵਕਤ ਵੇਖਿਆ, ਅੱਜ ਉਸੇ ਤਰ੍ਹਾਂ ਦੀ ਯਾਦਾਂ ਸਤਾਨ ਲੱਗ ਪਈਆਂ ਕਿ ਸ਼ਾਇਦ ਇਹੋ ਜਿਹੇ ਹਾਲਾਤ ਉਦੋਂ ਹੋਏ ਸੀ, ਔਰ ਉਸ ਤੋਂ ਬਾਅਦ ਵਿਗੜਦੇ ਕਿੰਨੇ ਸਾਲ ਲੰਬਾ ਪੰਜਾਬ ਨੇ ਸੰਤਾਪ ਹੋ ਗਿਆ, ਹਜੇ ਤੱਕ ਵੀ ਉਹਦੇ ਨਿਸ਼ਾਨ ਬਾਕੀ ਹੈ। ਤੋ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਇਹ ਸਰਕਾਰ ਨੂੰ ਚਾਹੀਦਾ, ਆਮ ਆਦਮੀ ਪਾਰਟੀ ਨੂੰ, ਫਿਰਦੇ ਗੁਜਰਾਤ ਜਾਓ ਗੁਜਰਾਤ, ਪਰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣਿਆ, ਪਹਿਲੀ ਡਿਊਟੀ ਤੁਹਾਡੀ ਪੰਜਾਬ ਦੀ ਹੈ। ਬਹੁਤ ਗੱਲਾਂ ਕਰਦੇ ਆ, ਸਾਡਾ ਕੰਮ ਬੋਲਦਾ, ਇੰਨੇ ਇਸ਼ਤਿਹਾਰ ਲਾ ਰਹੇ ਹੋ, ਇੰਨੇ ਬੋਰਡ ਲਾ ਰਹੇ ਹੋ, ਕੰਮ ਤਾਂ ਪੰਜਾਬ ਦੇ ਲੋਕ ਵੇਖੀ ਜਾਂਦੇ ਆ ਜਿਹੜਾ ਕੰਮ ਬੋਲਦਾ। ਜਿਹੜਾ ਤੁਹਾਡਾ ਪ੍ਰਾਈਮ ਡਿਊਟੀ ਹੈ ਉਹਨੂੰ ਛੱਡੀ ਫਿਰਦੇ ਹੋ, ਦੂਜੇ ਪਾਸੇ ਫਿਰਦੇ ਹੋ। ਠੀਕ ਹੈ ਸੰਘੇੜਾ ਸਾਹਿਬ, ਟੂ ਰਿਸਪੌਂਡ। ਸੰਘੇੜਾ ਸਾਹਿਬ ਇੱਕ ਇੱਕ ਸਾਰੇ ਦੇਖੋ ਸਵਾਲ ਦੇ ਗੌਰਵ ਜਵਾਬ ਜੀ, ਤੁਹਾਡੇ ਕੋਲ ਮੈਂ ਦੀਪਾ ਜੀ ਦੀ ਮੈਂ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ। ਜਿੱਥੇ ਵੀ ਇਲੈਕਸ਼ਨ ਹੈ ਉੱਥੇ ਸਾਰੇ ਸਿਆਸੀ ਆਗੂ ਜਾਂਦੇ ਆ, ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ 'ਚ ਜਿਹੜਾ ਕੋਈ ਕੰਮ ਸਫਰ ਕਰ ਰਿਹਾ ਜਾਂ ਕਿਸ ਤਰ੍ਹਾਂ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦੀ ਸ਼ਨਾਖਤ ਕਰਨੀ ਤੇ ਉਹਨਾਂ ਨੂੰ ਅਰੈਸਟ ਕਰਨਾ ਤੇ ਉਹਨਾਂ ਨੂੰ ਸਜ਼ਾਵਾਂ ਦਿਵਾਉਣੀਆਂ ਤੇ ਓਵਰਆਲ ਜਿਹੜਾ ਗੈਂਗਸਟਰਵਾਦ ਪਿਛਲੇ 20 ਸਾਲ ਦੇ ਵਿੱਚ 15 ਸਾਲ ਦੇ ਵਿੱਚ ਜਿਹਨੇ ਜੜ੍ਹਾਂ ਜਮਾਈਆਂ ਆਪਣੀਆਂ ਵਿਦੇਸ਼ਾਂ ਤੱਕ ਤੇ ਸਾਰੇ ਅੰਤਰੀ ਰਾਜਾਂ ਤੱਕ, ਉਹਨਾਂ ਤੇ ਕਾਬੂ ਕਰਨਾ, ਉਹਦੇ ਵਿੱਚ ਸਫੀਸ਼ੀਐਂਟ ਪ੍ਰੋਗਰੈਸ ਹੋਈ ਹੈ। 6 ਹੀ ਦੋਸ਼ੀਆਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ, ਉਹਨਾਂ ਚੋਂ 3 ਫੜੇ ਜਾ ਚੁੱਕੇ ਆ। ਆਪਾਂ ਇਹਨੂੰ ਟਵਿਸਟ ਕਰਕੇ ਪੁਲਿਸ ਵਰਸਸ ਪੁਲਿਸ ਕਰੀਏ। ਪਹਿਲੀ ਗੱਲ ਤਾਂ ਮੈਂ ਦੀਪਾ ਜੀ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਆ, ਇਹਨਾਂ ਨੂੰ ਪਤਾ ਹੀ ਹੋਣਾ ਚਾਹੀਦਾ ਆ ਕਿ ਜਿਹੜੇ ਇਹ ਸਾਰੇ ਸੀ ਨਾ ਵਿੱਚੋਂ, ਔਰ ਯੂਪੀ ਦੇ ਵੀ ਆ, ਇਹ ਜਿਹੜਾ ਗੈਂਗਸਟਰ ਦੇ ਜਿਹੜਾ ਮੋਡਿਊਲ ਬਣਿਆ ਹੋਇਆ, ਇਹਦੇ ਵਿੱਚ ਜਿਹੜੇ ਬਣੇ ਹੋਏ ਆ ਇਹਨਾਂ ਦੇ ਮੈਂਬਰ ਹਰਿਆਣਾ ਤੋਂ ਵੀ ਆ, ਯੂਪੀ ਤੋਂ ਵੀ ਆ, ਨਾਰਥ ਇੰਡੀਆ ਚੋਂ ਵੱਖ-ਵੱਖ ਥਾਵਾਂ ਨੂੰ ਬਿਲੋਂਗ ਕਰਦੇ ਆ, ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰਿੰਗ ਕਰਦੇ ਆ, ਔਰ ਫੋਰਨ 'ਚ ਬੈਠੇ ਬੰਦੇ ਇਹਨਾਂ ਨੂੰ ਮੈਨੇਜ ਕਰ ਰਹੇ ਆ। ਇਹ ਵੀ ਆਪਣੇ ਸਾਹਮਣੇ ਬਾਰ-ਬਾਰ ਦੂਜੀਆਂ ਵਾਰਦਾਤਾਂ ਵਿੱਚ ਵੀ ਆਇਆ, ਔਰ ਪੁਲਿਸ ਵੀ ਇਨਫੋਰਮੇਸ਼ਨ ਸ਼ੇਅਰ ਕਰਦੀ ਆ, ਇੰਟੈਲੀਜੈਂਸ ਏਜੰਸੀਜ਼ ਵੀ ਇਨਫੋਰਮੇਸ਼ਨ ਸ਼ੇਅਰ ਕਰਦੀਆਂ। NIA ਪੰਜਾਬ ਜਾ ਕੇ ਛਾਪਾ ਮਾਰਦੀ ਹੈ, ਕੇਂਦਰੀ ਏਜੰਸੀਆਂ ਮਾਰ ਸਕਦੀ ਹੈ। ਸੋ ਆਪਾਂ ਇਹਨੂੰ ਦੇਖੀਏ ਸੰਘੇੜਾ ਸਾਹਿਬ, ਮਸਲਾ ਕਿੱਥੋਂ ਤੱਕ ਸੰਘੇੜਾ ਸਾਹਿਬ ਮਸਲਾ ਇਹ ਹੈ ਕਿ ਬਾਕੀ ਛਾਪਾ ਇਹ ਮਾਰਦੀਆਂ ਸੈਂਟਰਲ ਏਜੰਸੀਜ਼, ਪਰ ਇੱਥੇ ਦਿੱਲੀ ਪੁਲਿਸ ਜਿਹੜੀ ਹੈ ਕਿ ਉਹ ਸੈਂਟਰਲ ਨਹੀਂ ਨਾ ਹੈਗੀ, ਸੈਂਟਰ ਦੇ ਅਧੀਨ ਜ਼ਰੂਰ ਹੈ, ਪਰ ਉਹ ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਦਿੱਲੀ ਦੀ ਹੈ, ਉਹ ਮਾਰਦੀ ਹੈ ਛਾਪੇ ਤੇ ਬੰਦੇ ਫੜ ਲੈਂਦੀ, ਤਾਂ ਕਰਕੇ ਸਵਾਲ ਚੁੱਕਿਆ ਫੋਕਸ ਰੱਖੀਏ। ਜਿਹੜੀ ਚੀਜ਼ ਜ਼ਿਆਦਾ ਗੰਭੀਰ ਆ ਆਪਾਂ ਉਹ ਤੇ ਫੋਕਸ ਰੱਖੀਏ। ਉਸੇ ਤੇ ਹੈ ਕਿਉਂਕਿ ਇਹਨਾਂ ਨੇ ਸਵਾਲ ਚੁੱਕੇ, ਤਾਂ ਤੁਹਾਡੇ ਤੋਂ ਮੈਂ ਪੂਰਾ ਆਨਸਰ ਲੈ ਰਿਹਾ, ਪੂਰਾ ਟਾਈਮ ਦੇ ਰਿਹਾ। ਤੁਹਾਡੀ ਗੱਲ ਠੀਕ ਹੈ ਸੋਈ ਸਾਹਿਬ। ਮੈਂ ਗੌਰਵ ਜੀ ਮੈਂ ਉਹ ਨਹੀਂ ਕਹਿ ਰਿਹਾ, ਮੈਂ ਕਹਿੰਦਾ ਉਸ ਪਾਸੇ ਨਾ ਜਾਈਏ, ਕਿੱਦਾਂ ਫੜੇ ਜਾ ਰਹੇ ਆ। ਫੋਕਸ ਤਾਂ ਇਹ ਹੈ ਨਾ ਕਿ ਇਹ ਚੀਜ਼ ਦੀ ਰੋਕਥਾਮ ਹੋਵੇ। ਬਿਲਕੁਲ ਫੋਕਸ ਇਹੀ ਹੈ, ਤੁਸੀਂ ਬਿਲਕੁਲ ਵਾਜਿਬ ਕਿਹਾ, ਫੋਕਸ ਇਹੀ ਹੈ, ਰੋਕਣਾ ਹੈ ਆਪਣੇ ਪੰਜਾਬ ਨੂੰ, ਆਪਾਂ ਅੱਗੇ ਲੈ ਕੇ ਜਾਣਾ। ਸਵਾਲ ਸਿਰਫ ਇੰਨਾ ਹੀ ਹੈ। ਸੋਈ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਵੇਦ ਭੂਸ਼ਣ ਜੀ ਕੋਲ ਜਾਵਾਂ, ਖੜਿਆਲ ਸਾਹਿਬ ਚਲੋ ਆ ਗਏ, ਇੱਕ ਵਾਰ ਲੈ ਕੇ ਸਾਰੇ ਫਿਰ ਜਾਊਂਗਾ ਉਹਨਾਂ ਕੋਲੋਂ। ਦਿੱਲੀ ਪੁਲਿਸ ਦੇ ਬਾਰੇ ਜਿਵੇਂ ਹੁਣੇ ਸੰਘੇੜਾ ਸਾਹਿਬ ਨੇ ਕਿਹਾ ਕਿ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਹੈ, ਠੀਕ ਹੈ ਹੁੰਦੀ ਹੈ। ਦਿੱਲੀ ਪੁਲਿਸ ਨੇ ਇਨਫੋਰਮੇਸ਼ਨ ਫਿਰ ਸ਼ੇਅਰ ਕੀਤੀ ਨਹੀਂ ਜਾਂ ਕਰਦੀ ਨਹੀਂ, ਜਾਂ ਆਪਣੇ ਕੰਮ ਤੇ ਹੀ ਯਕੀਨ ਕਰਦੀ ਹੈ ਕਿ ਸ਼ੇਅਰ ਕਰਤੀ ਕਿਤੇ ਭੱਜ ਨਾ ਜਾਣ, ਜਾਂ ਪੁਰਾਣਾ ਐਕਸਪੀਰੀਅੰਸ ਜਿਹੜਾ ਸੀਗਾ ਉਹ ਖੱਟਾ ਸੀਗਾ ਤੇ ਅਸੀਂ ਇਸ ਕਰਕੇ ਆਪ ਹੀ ਜਾ ਕੇ ਫੜ ਲਈਏ। ਗੌਰਵ ਜੀ, ਜਦੋਂ ਕਿਸੇ ਘਰ ਦਾ ਮੁਖੀ ਘਰ 'ਚ ਨਹੀਂ ਨਾ ਹੁੰਦਾ ਤੇ ਉਹ ਘਰ ਜਿਹੜਾ ਨਾ ਉਥਲ ਪੁਥਲ ਮਚੀ ਹੁੰਦੀ ਹੈ ਤੇ ਖਰਾਬ ਹੋਇਆ ਹੁੰਦਾ ਹੈ। ਹੁਣ ਸਾਡੇ ਮੁਖੀ ਜਿਹੜੇ ਨੇ, ਮੁੱਖ ਮੰਤਰੀ ਸਾਹਿਬ, ਉਹ ਹੋਮ ਮਿਨਿਸਟਰ ਵੀ ਨੇ, ਤੇ ਜਦੋਂ ਹੋਮ ਮਿਨਿਸਟਰ ਸਾਹਿਬ ਘਰ ਹੈ ਨਹੀਂ ਤੇ ਜਿਹੜੀ ਗਵਰਨੈਂਸ ਹੈ ਉਹਦੀ ਲੈਕਿੰਗ ਤੇ ਨਜ਼ਰ ਆਣੀ ਹੀ ਚਾਹੀਦੀ ਸੀਗੀ ਤੇ ਨਜ਼ਰ ਆ ਰਹੀ ਹੈ, ਕਿਉਂਕਿ ਉਹਨਾਂ ਨੂੰ ਗੁਜਰਾਤ ਜਾਂ ਹਿਮਾਚਲ ਤੋਂ ਮੌਕਾ ਨਹੀਂ ਮਿਲ ਰਿਹਾ ਕਿ ਪੰਜਾਬ ਵੱਲ ਨੂੰ ਧਿਆਨ ਦੇਣ। ਇਸ ਕਰਕੇ ਦੂਸਰੇ ਪਾਸੇ ਦੇਖੋ, ਪੰਜਾਬ ਪੁਲਿਸ ਬਹੁਤ ਕਾਮਯਾਬ ਤੇ ਵਧੀਆ ਪੁਲਿਸ ਫੋਰਸ ਮੰਨੀ ਜਾਂਦੀ ਹੈ ਤੇ ਅਜੇ ਵੀ ਹੈਗੀ ਹੈ। ਮੈਨੂੰ ਲੱਗਦਾ ਹੈ ਕਿ ਕੈਪੇਬਲ ਪੁਲਿਸ ਫੋਰਸ ਹੈ, ਲੇਕਿਨ ਜਿਹੜੀ ਚੇਨ ਆਫ ਗਵਰਨੈਂਸ ਹੈ ਨਾ ਜੀ, ਉਹ ਕਿਤੇ ਨਾ ਕਿਤੇ 2-3 ਇਨਸੀਡੈਂਟਸ ਇਦਾਂ ਦੇ ਹੋਏ ਨੇ ਜਿੱਥੋਂ ਲੱਗਦਾ ਹੈ ਕਿ ਉਹ ਹੈ ਨਹੀਂ। ਇੱਕ ਸਿੱਧੂ ਮੂਸੇਵਾਲੇ ਉਹਨਾਂ ਦਾ ਜਦੋਂ ਕਤਲ ਹੋਇਆ ਸੀਗਾ ਉਦੋਂ ਆ ਫੇਲ ਹੋਇਆ, ਚਾਹੇ ਇੰਟੈਲੀਜੈਂਸ ਵਿੰਗ ਫੇਲ ਹੋਇਆ, ਚਾਹੇ ਪੁਲਿਸ ਫੇਲ ਹੋਈ। ਦੂਜੇ ਪਾਸੇ ਉਹਨਾਂ ਨੂੰ ਜਦੋਂ ਫੜਿਆ ਗਿਆ ਉਦੋਂ ਵੀ ਫੇਲ ਹੋਏ। ਜਦੋਂ ਇਹਨਾਂ ਨੇ ਬੱਗੇ ਨੂੰ ਫੜਨ ਵਾਸਤੇ ਇੰਨੀ ਪੁਲਿਸ ਫੋਰਸ ਉੱਥੇ ਭੇਜਤੀ, ਉਸੇ ਤਰ੍ਹਾਂ ਕਈ ਇਦਾਂ ਦੇ ਇਨਸੀਡੈਂਟ ਹੋਏ ਨੇ ਜਿੱਥੇ ਆ ਬਾਰ-ਬਾਰ ਇਹਨਾਂ ਦੇ ਜਿਹੜੇ ਕੁਮਾਰ ਵਿਸ਼ਵਾਸ ਸੀਗੇ, ਜਲਕਾ ਲਾਂਬਾ ਵੀ ਸੀ, ਉਹਨਾਂ ਦੇ ਉੱਪਰ ਕੇਸ ਦਰਜ ਕਰਕੇ ਉਹਨਾਂ ਨੂੰ ਫੜਨ ਵਾਸਤੇ ਪੁਲਿਸ ਭੇਜੀ। ਦੇਖੋ, ਚੇਨ ਆਫ ਗਵਰਨੈਂਸ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਉਹ ਸਹੀ ਨਹੀਂ ਹੈਗੀ, ਤੇ ਨੈਚੁਰਲੀ ਪੁਲਿਸ ਫੋਰਸਿਸ ਜਿਹੜੀਆਂ ਨੇ ਆਪਸ 'ਚ
ਐਕਸਚੇਂਜ ਆਫ ਇਨਫੋਰਮੇਸ਼ਨ ਕਰਦੀਆਂ ਨੇ, ਪਰ ਜਿੱਥੇ ਕਿਸੇ ਪੁਲਿਸ ਦੂਸਰੀ ਸਟੇਟ ਦੀ ਪੁਲਿਸ ਨੂੰ ਲੱਗੇ ਕਿ ਇਨਫੋਰਮੇਸ਼ਨ ਐਕਸਚੇਂਜ ਕਰਨ ਦੇ ਨਾਲ ਉਹ ਡਿਜ਼ਾਇਰਡ ਰਿਜ਼ਲਟ ਨਹੀਂ ਮਿਲਨੇ, ਤੇ ਸ਼ਾਇਦ ਉਹ ਦੇਖੋ ਨਾ, ਉਹ ਦਿਸ ਇਜ਼ ਬਿਟਵੀਨ them, ਉਹਨਾਂ ਦੀ ਛੱਡ ਦੇਣਾ ਚਾਹੀਦਾ। ਲੇਕਿਨ ਪੰਜਾਬ 'ਚ ਇਸ ਵਕਤ ਜਿਹੜੀ ਆਹਾਕਾਰ ਮਚੀ ਹੋਈ ਹੈ ਬਿਕੋਜ਼ ਆਫ ਲਾਅ ਐਂਡ ਆਰਡਰ ਸਿਚੁਏਸ਼ਨ, ਚਾਹੇ ਉਹ ਸੂਰੀ ਜੀ ਨਹੀਂ, ਦਿੱਲੀ ਪੁਲਿਸ ਕੋਆਪਰੇਟ ਕਰਦੀ ਹੈ, ਦਿੱਲੀ ਪੁਲਿਸ ਕੋਆਪਰੇਟ ਕਰਦੀ ਹੈ। ਸੋਈ ਸਾਹਿਬ, ਤੁਹਾਡੀ ਗੱਲਾਂ ਤੁਸੀਂ ਗੱਲ ਕਹਿੰਦੇ ਰੁਕ ਗਏ, ਤੁਸੀਂ ਕਹਿੰਦੇ ਰੁਕ ਗਏ। ਦਿੱਲੀ ਪੁਲਿਸ ਨੇ ਇਹਦਾ ਮਤਲਬ ਕੋਆਪਰੇਟ ਨਹੀਂ ਕੀਤਾ ਨਾ ਇੱਥੇ, ਇਨਫੋਰਮੇਸ਼ਨ ਇਹਨਾਂ ਨੇ ਦੇਤੀ। ਮੇਰਾ ਸਵਾਲ ਲਈਓ, ਹੁਣ ਤੁਸੀਂ ਸਵਾਲ ਲਈਓ, ਤੁਸੀਂ ਕਹਿੰਦੇ ਰੁਕ ਗਏ। ਪੰਜਾਬ ਵਾਲਿਆਂ ਨੇ ਇੱਥੇ ਅਗਰ ਕੋਈ ਕਾਰਾ ਹੋ ਜਾਂਦਾ, ਕਤਲ ਹੋ ਗਿਆ ਸੀਗਾ ਪ੍ਰਦੀਪ ਦਾ, ਤੇ ਇਹਨਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ, ਜੋ ਡਾਟਾ ਸੀਗਾ ਇਹਨਾਂ ਦੇ ਕੋਲ ਇਹਨਾਂ ਨੇ ਦੇ ਦਿੱਤਾ। ਹੁਣ ਜੇ ਉਹਨਾਂ ਦੇ ਨੈਟਵਰਕ ਦੇ ਵਿੱਚ ਹਰਿਆਣੇ ਵਾਲਾ ਮੋਡਿਊਲ ਆਉਂਦਾ, ਉਸ ਦੇ ਬੰਦੇ ਲਿੰਕੇਜ ਆਉਂਦੇ ਆ, ਤੇ ਉਹਨਾਂ ਨੂੰ ਸ਼ੇਅਰ ਕਰਕੇ ਐਟ ਦਾ ਅਰਲੀਐਸਟ ਜਿਹੜਾ ਇੱਥੇ ਨੱਪ ਲੈਣਾ ਚਾਹੀਦਾ ਸੀ, ਬਜਾਏ ਦਿੱਲੀ ਤੋਂ ਆਲ ਦਾ ਵੇ ਦੇ ਟਰੈਵਲ ਟੂ ਪਟਿਆਲਾ, ਫਿਰ ਆ ਕੇ ਫੜ ਕੇ ਜਾਂਦੇ ਆ, ਤੇ ਉਹ ਦਿੱਲੀ 'ਚ ਹੀ ਪ੍ਰੈਸ ਕਾਨਫਰੰਸ ਕਰਦੇ, ਦੇਖੋ ਅਸੀਂ ਫੜਿਆ, ਤੁਹਾਡੇ ਘਰ 'ਚ ਹੋਇਆ, ਅਸੀਂ ਫੜਿਆ। ਇਟ ਇਜ਼ ਨਾਟ ਪੁਲਿਸ ਵਰਸਸ ਪੁਲਿਸ। ਸਾਡੀ ਪੁਲਿਸ ਕਾਬਿਲ ਹੈਗੀ, ਸਾਨੂੰ ਪਤਾ। ਗੌਰਵ ਜੀ, ਆ ਸ਼ਾਇਦ ਤੁਹਾਨੂੰ ਜਾਂ ਮੈਨੂੰ ਆ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀਆਂ ਹੁੰਦੀਆਂ ਇੰਟੈਲੀਜੈਂਸ ਹੋਈਆਂ ਨੇ, ਉਹ ਸਾਡੀ ਨੌਲੇਜ 'ਚ ਨਹੀਂ ਹੋਣੀਆਂ ਹੈਗੀਆਂ, ਨਾ ਹੀ ਸਾਨੂੰ ਨੌਲੇਜ ਹੋਣੀ ਵੀ ਚਾਹੀਦੀ ਹੈ। ਲੇਕਿਨ ਸਾਨੂੰ ਪ੍ਰਾਈਮਾ ਫੇਸਾ ਸਾਨੂੰ ਆ ਨਜ਼ਰ ਆ ਰਹੇ ਨੇ ਕਿ ਗਵਰਨੈਂਸ ਨਹੀਂ ਹੈਗੀ। ਜਦੋਂ ਗਵਰਨੈਂਸ ਹੀ ਨਹੀਂ ਹੈ ਤੇ ਪੁਲਿਸ ਨੂੰ ਇੱਕ ਚੇਨ ਆਫ ਕਮਾਂਡ, ਦੇਖੋ ਕਮਾਂਡ ਕਿਹਨੇ ਦੇਣੀ ਹੈ? ਇੱਕ ਪੋਲੀਟੀਕਲ ਲੀਡਰਸ਼ਿਪ ਨੇ ਕਮਾਂਡ ਦੇਣੀ ਹੈ। ਮੈਨੂੰ ਲੱਗਦਾ ਹੈਗਾ ਕਿ ਉਹ ਕਮਾਂਡ ਜਿਹੜੀ ਹੈ, ਕਮਾਂਡ ਮਿਸਿੰਗ ਹੈਗੀ ਹੈ। ਓਕੇ, ਜਵਾਬ ਲੈ ਲਾਂ ਫਿਰ ਮੈਂ, ਚਲੋ ਮੈਂ ਫਿਰ ਜਵਾਬ ਲੈ ਲਾਂ। ਕਮਾਂਡ ਮਿਸਿੰਗ ਹੈ, ਜਵਾਬ ਲੈ ਲਈਏ। ਸੋਈ ਸਾਹਿਬ ਕੋਈ ਤੁਕ ਨਹੀਂ ਬਣਦੀ ਇਸ ਗੱਲ ਦੀ। ਸੰਗੇੜਾ ਸਾਹਿਬ, ਇਸ ਗੱਲ ਦੀ ਲੀਡਰਸ਼ਿਪ ਦਾ ਸੰਗੇੜਾ ਸਾਹਿਬ ਮੰਨੋ ਜਾਂ ਤੁਸੀਂ ਨਾ ਮੰਨੋ, ਨਹੀਂ, ਉਹ ਪੁਲਿਸ ਇਸ ਤਰ੍ਹਾਂ ਕੰਮ ਨਹੀਂ ਕਰਦੀ। ਸੋਈ ਸਾਹਿਬ, ਪੁਲਿਸ ਇਸ ਤਰ੍ਹਾਂ ਕੰਮ ਨਹੀਂ ਕਰਦੀ ਜਿੱਦਾਂ ਤੁਸੀਂ ਬਣਾ ਰਹੇ ਹੋ। ਪੁਲਿਸ ਡਿਸਪਲਿਨਡ ਫੋਰਸ ਹੈ। ਤੁਹਾਡੇ ਸਾਹਮਣੇ ਲਾਅ ਐਂਡ ਆਰਡਰ ਸਿਚੁਏਸ਼ਨ ਬੁਰੀ ਤਰ੍ਹਾਂ ਤੁਸੀਂ ਬਲੇਮ ਲਾਈ ਚੱਲੋ ਜੋ ਮਰਜ਼ੀ ਪਾਰਟੀ ਦੇ ਵਿਰੋਧੀ ਤੇ, ਤੁਸੀਂ ਮੈਕੜੋਸ਼ਾਲੀ ਕਰੋ, ਸਾਡੇ ਤੇ ਕੋਈ ਗੱਲ ਨਹੀਂ ਹੈ। ਕਿੰਨਾ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੋਗੇ, ਦਿੱਲੀ ਪੁਲਿਸ ਜਾਂ ਪੰਜਾਬ ਪੁਲਿਸ, ਕੋਈ ਵੀ ਪੁਲਿਸ ਇਸ ਤਰ੍ਹਾਂ ਨਹੀਂ ਕਰਦੀ ਜਿੱਦਾਂ ਤੁਸੀਂ ਕਹਿ ਰਹੇ ਹੋ। ਡਿਸਪਲਿਨਡ ਫੋਰਸ ਹੈ ਇਹ। ਉਹ ਇਸ ਬਹਾਨੇ ਨਹੀਂ ਕਰ ਸਕਦੇ ਹਾਈਡ ਇਨਫੋਰਮੇਸ਼ਨ ਵੀ ਉੱਥੇ ਦਾ ਮੁੱਖ ਮੰਤਰੀ ਚੋਣ ਪ੍ਰਚਾਰ ਕਿਉਂ ਕਰਦਾ। ਇਹ ਤੁਹਾਡਾ ਕੰਮ ਆ ਸਾਡੀ ਨਿੰਦਿਆ ਕਰਨਾ, ਮੁੱਖ ਮੰਤਰੀ ਸਾਹਿਬ ਦੀ ਡੈਫੇਮੇਸ਼ਨ ਕਰਨ ਦੀ ਕੋਸ਼ਿਸ਼ ਕਰਨੀ, ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਕਿ ਇੱਥੇ ਹੈ ਹੀ ਨਹੀਂ। ਹਮੇਸ਼ਾ ਹੀ ਇੱਥੇ ਦੇਖੋ ਗੱਲ ਹੁੰਦੇ ਆ, ਜਿਹੜੇ ਆ ਪ੍ਰਚਾਰ ਕਰਨ ਜਾਂਦੇ ਆ। ਨਹੀਂ ਦੇਖੋ ਕੋਈ ਸਾਹਿਬ ਸਾਰੀਆਂ ਪਾਰਟੀਆਂ ਦੇ, ਤੁਸੀਂ ਦੱਸੋ ਮੈਨੂੰ ਡੀਜੀਪੀ ਕੋਲ ਕਿਹੜੇ ਪੁਲਿਸ ਆਫੀਸਰ ਕੋਲ, ਮੈਨੂੰ ਦੱਸੋ ਤੁਸੀਂ ਕਿਹੜੇ ਪੁਲਿਸ ਆਫੀਸਰ ਕੋਲ ਪਾਵਰ ਆ ਜਿਹੜਾ ਉਹ ਪਹਿਲਾਂ ਪਤਾ ਕਰੂਗਾ ਵੀ ਸੀਐਮ ਦਾ ਸ਼ੈਡਿਊਲ ਕੀ ਹੈ। ਜੇ ਸੀਐਮ ਦਾ ਸ਼ੈਡਿਊਲ ਉਹ ਟੂਰ ਤੇ ਆ ਤੇ ਮੈਂ ਆਪੇ ਫੜ ਲੈਣਾ, ਮੈਂ ਪੁਲਿਸ ਨੂੰ ਸੂਚਨਾ ਨਹੀਂ ਦੇਣੀ। ਨੋ, ਬਿਗ ਨੋ, ਇਟ ਡਜ਼ ਨਾਟ ਵਰਕ ਲਾਈਕ ਦਿਸ। ਐਵੇਂ ਨਾ ਗੁੰਮਰਾਹ ਨਾ ਕਰੋ ਤੁਸੀਂ। ਬਾਕੀ ਠੀਕ ਹੈ, ਇਹ ਵੱਡੀ ਰੱਖਿਆ ਮਾਸਟਰਸ ਨੂੰ ਬਚਾਉਣ ਵਾਸਤੇ ਦੇਖੋ ਵੱਡੀ ਗੱਲ ਹੈ। ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ, ਆਪਾਂ ਰਾਜਨੀਤੀ ਨਾ ਕਰੀਏ, ਰੋਟੀਆਂ ਨਾ ਸੇਕੀਏ ਆਪਣੀਆਂ। ਨਹੀਂ, ਆਪਣੀਆਂ ਰੋਟੀਆਂ, ਸਿਆਸੀ ਰੋਟੀਆਂ ਇਸ ਗੱਲ ਤੇ ਨਾ ਸੇਕੀਏ। ਲਾਅ ਐਂਡ ਆਰਡਰ ਦਾ ਮਸਲਾ ਆ, ਲੋਕਾਂ ਦੀ ਜਾਨ ਮਾਲ ਦਾ ਮਸਲਾ ਆ। ਕੋਈ ਸਾਹਿਬ ਇਸੇ ਕਰਕੇ ਤਾਂ ਮਾਮਲਾ ਇੰਨਾ ਗੰਭੀਰ ਸੀਗਾ। ਅੱਜ ਦੂਜੇ ਦਿਨ ਵੀ ਇਸ ਦੇ ਉੱਪਰ ਅਸੀਂ ਚਰਚਾ ਕਰ ਰਹੇ ਹਾਂ। ਐਗਜ਼ੈਕਟਲੀ, ਕਿਉਂਕਿ ਮਾਮਲਾ ਇੰਨਾ ਗੰਭੀਰ ਹੈ, ਚਰਚਾ ਇਸ ਕਰਕੇ ਕਰ ਰਹੇ ਹਾਂ। ਗੌਰਵ ਜੀ ਇਹਨਾਂ ਤੋਂ ਇਹ ਪੁੱਛੋ ਵੀ ਪੁਲਿਸ ਇਦਾਂ ਕਿੱਦਾਂ ਫੈਸਲਾ ਲੈ ਸਕਦੀ ਹੈ ਕਿ ਨਹੀਂ ਲੈ ਸਕਦੀ? ਨਹੀਂ ਲੈ ਸਕਦੀ। ਸੋਈ ਸਾਹਿਬ ਦਿਓ ਜਵਾਬ। ਜਿਹੜਾ ਫੈਸਲਾ ਪੁੱਛਦੇ ਪਏ ਨੇ, ਦੇਖੋ ਪੁਲਿਸ ਇਸ ਵਕਤ ਪੰਜਾਬ ਪੁਲਿਸ ਕਿਹਦੇ ਅੰਡਰ ਹੈ? ਪੰਜਾਬ ਪੁਲਿਸ ਸਰਦਾਰ ਭਗਵੰਤ ਸਿੰਘ ਮਾਨ ਹੋਮ ਮਿਨਿਸਟਰ ਨੇ, ਉਹਨਾਂ ਦੇ ਅੰਡਰ ਕੰਮ ਕਰ ਰਹੀ ਹੈ। ਮੇਰੀ ਗੱਲ ਸੁਣੋ, ਜਦੋਂ ਦਿੱਲੀ ਪੁਲਿਸ ਨੇ ਇਹ ਮੈਨੂੰ ਵੀ ਨਹੀਂ ਪਤਾ ਵੀ ਕਿਉਂ ਨਹੀਂ ਇਨਫੋਰਮੇਸ਼ਨ ਦਿੱਤੀ। ਲੋਸੋਈ ਸਾਹਿਬ, ਤੁਸੀਂ ਵੱਡੇ ਆਗੂ ਹੋ, ਮੈਂ ਮੰਨਦਾ ਆ, ਕੇਂਦਰ ਤੁਹਾਡੀ ਸਰਕਾਰ ਆ, ਮੈਂ ਮੰਨਦਾ ਆ। ਮੈਨੂੰ ਇਹ ਗੱਲ ਦੱਸੋ, ਜਲੰਧਰ ਕੋਲ ਪੁਲਿਸ ਮੁਕਾਬਲਾ ਹੋਇਆ, ਪੰਜਾਬ ਪੁਲਿਸ ਨੇ ਗੰਨੇ ਦੇ ਖੇਤਾਂ 'ਚੋਂ ਜਾ ਕੇ ਰਿਸਕ ਲੈ ਕੇ, ਬੁਲਟ ਪ੍ਰੂਫ ਜੈਕਟਸ ਵੀ ਨਹੀਂ ਸੀਗੀਆਂ ਉਸ ਵੇਲੇ ਪੂਰੀਆਂ, ਤਾਂ ਵੀ ਉਹਨਾਂ ਨੂੰ ਕਾਬੂ ਕੀਤਾ। ਕਿਹਨੇ ਇਨਫੋਰਮੇਸ਼ਨ ਦਿੱਤੀ? ਦਿੱਲੀ ਪੁਲਿਸ ਨੇ। ਕਿਹਨੇ ਕੋਆਪਰੇਟ ਕੀਤਾ? ਦਿੱਲੀ ਪੁਲਿਸ ਨੇ। ਵਾਟ ਇਜ਼ ਰੋਂਗ ਇਨ ਦੈਟ? ਉਹਦੇ 'ਚ ਗਲਤ ਗੱਲ ਕੀ ਆ? ਆਪਾਂ ਨਾ ਕਰੀਏ ਵੀਰ ਇਦਾਂ, ਹੋਰ ਬਹੁਤ ਮੌਕੇ ਆਉਣੇ ਆ ਸਿਆਸਤ ਕਰਨ ਦੇ। ਠੀਕ ਹੈ, ਖੜਿਆਲ ਸਾਹਿਬ ਮਨਾ ਕਰ ਰਹੇ ਆ। ਠੀਕ ਹੈ, ਇਹੀ ਤਾਂ ਗੱਲ ਸੀਗੀ ਜਿਹੜੀ ਆਪਾਂ ਜਾਣਨਾ ਚਾਹ ਰਹੇ ਸੀਗੇ। ਇਹੀ ਤਾਂ ਗੱਲ ਸੀਗੀ। ਪੁਲਿਸ ਨੂੰ ਤੁਸੀਂ ਗਵਰਨ ਹੀ ਨਹੀਂ ਕਰ ਪਾ ਰਹੇ ਪੰਜਾਬ 'ਚ। ਠੀਕ ਹੈ, ਬਿਲਕੁਲ ਗਲਤ ਗੱਲ ਹੈ, ਬਿਲਕੁਲ ਗਲਤ ਗੱਲ ਹੈ। ਇੱਕ ਵਾਰ ਮੈਂ ਖੜਿਆਲ ਸਾਹਿਬ ਦਾ ਪੁਆਇੰਟ ਲੈ ਕੇ ਫਿਰ ਵੇਦ ਭੂਸ਼ਣ ਜੀ ਕੋਲ ਜਾਣਾ ਹੈ। ਐਵੀਡੈਂਸ ਇਕੱਠਾ ਕਰਨਾ ਸ਼ੁਰੂ ਕੀਤਾ ਔਰ ਐਵੀਡੈਂਸ ਦੂਜਿਆਂ ਸੂਬਿਆਂ 'ਚ ਵੀ ਸ਼ੇਅਰ ਕੀਤਾ, 에ਅਰਪੋਰਟ ਤੇ ਸ਼ੇਅਰ ਕੀਤਾ, ਸਾਰਾ ਕੁਝ ਆਇਡੈਂਟੀਫਾਈ ਕਰ ਲਿਆ ਵਿਦ ਇਨ ਨੋ ਟਾਈਮ।
6 ਸ਼ੂਟਰ ਆਇਡੈਂਟੀਫਾਈ ਕਰ ਲੈ, 6 ਜਿਹੜਾ ਸਾਹਿਬ ਮੈਨੂੰ ਲੱਗਦਾ ਹੈ ਕਿ ਤੁਸੀਂ ਪੰਜਾਬ ਪੁਲਿਸ ਦੇ ਐਡਵਾਈਜ਼ਰ ਬਣ ਕੇ ਲੱਗਦੇ ਹੈਗੇ ਹੋ, ਤੁਹਾਨੂੰ ਪੂਰੀ ਇਨਫੋਰਮੇਸ਼ਨ ਹੈ ਕਿੱਥੇ ਕਿੱਥੇ ਕਿਹਦੇ ਇਨਫੋਰਮੇਸ਼ਨ ਹੋਈ ਹੈ। ਨਹੀਂ ਇਦਾਂ ਨਾ ਕਰੋ ਵੀਰ। ਠੀਕ ਹੈ ਖੜਿਆਲ ਸਾਹਿਬ ਜੋ ਆਪਾਂ ਦੇਖੇ ਇੱਕ ਮਿੰਟ ਜਵਾਬ ਲੈ ਕੇ ਆ ਲੰਦੋ, ਕਾਂਗਰਸ ਦਾ ਵਰਜਨ ਲੈ ਕੇ ਮੈਂ ਆ ਰਿਹਾ, ਪਲੀਜ਼ ਲੈਟ ਮੀ ਪਲੀਜ਼। ਖੜਿਆਲ ਸਾਹਿਬ ਜੋ ਆਪਾਂ ਚਰਚਾ ਕਰ ਰਹੇ ਹਾਂ ਤੁਸੀਂ ਗੱਲ ਸਾਰੀ ਸੁਣੀ, ਸਵਾਲ ਜਿਹੜਾ ਖੜਾ ਹੋ ਰਿਹਾ ਮਤਲਬ ਕਿ ਸਤਰਕਤਾ ਦੀ ਗੱਲ ਖੜੀ ਹੋ ਰਹੀ ਹੈ ਕਿ ਆਪਾਂ ਇੰਨੇ ਚੌਕਸ ਹੈਗੇ ਸੀਗੇ ਕਿ ਨਹੀਂ ਹੈਗੇ ਸੀਗੇ, ਤੇ ਲਾਅ ਐਂਡ ਆਰਡਰ ਦਾ ਮਸਲਾ ਕੀ ਖੜਾ ਹੋ ਰਿਹਾ ਜਾਂ ਕੀਤਾ ਜਾ ਰਿਹਾ, ਸਵਾਲ ਇਹ ਤੇ ਆਪਾਂ ਉਹਨੂੰ ਠੀਕ ਕਰਨਾ ਜੀ। ਉਮੀਦ ਕਰਦਾ ਹਾਂ ਕਿ ਮੈਨੂੰ ਕੋਈ ਇੰਟਰਪਟ ਨਹੀਂ ਕਰੂਗਾ, ਸਪੈਸ਼ਲੀ ਸੰਘੇੜਾ ਸਾਹਿਬ, ਕਿਉਂਕਿ ਦਰਸ਼ਕ ਬੜੇ ਸਮਝਦਾਰ ਨੇ, ਬੜੇ ਸਮਾਰਟ ਨੇ, ਉਹਨਾਂ ਨੂੰ ਪਤਾ ਹੈ ਕੌਣ ਝੂਠ ਬੋਲਦਾ, ਕੌਣ ਗਲਤ ਬੋਲਦਾ, ਕੌਣ ਸੱਚ ਬੋਲਦਾ। ਸੋ ਪਹਿਲਾਂ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਨਾ ਗੌਰਵ ਜੀ, ਤੁਸੀਂ ਫੈਕਟਸ ਚੱਕ ਲਓ, ਸਟੈਟਿਸਟਿਕ ਚੱਕ ਲਓ, ਪਿਛਲੇ 7 ਮਹੀਨਿਆਂ ਦੇ ਵਿੱਚ ਪੰਜਾਬ ਦਾ ਲਾਅ ਐਂਡ ਆਰਡਰ ਚਰਮਰਾ ਗਿਆ ਹੈ, ਕੰਪਲੀਟ ਤਰੀਕੇ ਨਾਲ ਬ੍ਰੇਕਡਾਊਨ ਹੋ ਗਿਆ ਹੈ। ਇੰਨੇ ਇਨਸੀਡੈਂਟਸ ਜੋ ਅਨਪ੍ਰੈਸੀਡੈਂਟ ਨੇ, ਪੰਜਾਬ ਨੇ ਕਦੇ ਦੇਖੇ ਨਹੀਂ ਸੀਗੇ, ਉਹ ਇਹ 7 ਮਹੀਨਿਆਂ ਦੇ ਵਿੱਚ ਹੋਏ ਹੈ। ਸਿੱਧੂ ਮੂਸੇਵਾਲੇ ਦਾ ਮਰਡਰ, ਇੰਟਰਨੈਸ਼ਨਲ ਕਬੱਡੀ ਪਲੇਅਰਸ ਦਾ ਕਤਲ, ਆ 5-6 ਦਿਨ ਪਹਿਲਾਂ ਮਿਸਟਰ ਸੂਰੀ ਦਾ ਕਤਲ, ਕੱਲ ਇਹ ਕਤਲ, ਉਹ ਤੋਂ ਪਹਿਲਾਂ ਐਕਸਟੋਰਸ਼ਨ ਰੇਟ ਵੱਧ ਗਿਆ, ਅਬਡਕਸ਼ਨ ਰੇਟ ਵੱਧ ਗਿਆ, ਡਰਗ ਰੇਟ ਵੱਧ ਗਿਆ, ਐਨਸੀਆਰਬੀ ਦੀ ਰਿਪੋਰਟ ਕਰੀ ਐਨਡੀਪੀਐਸ ਰਿਲੇਟਡ ਕ੍ਰਾਈਮ ਵੱਧ ਗਿਆ, ਬੀਵੀਆਈਪੀਜ਼ ਨੂੰ, ਫਾਰਮਰ ਡਿਪਟੀ ਸੀਐਮ ਨੂੰ ਧਮਕੀਆਂ ਆ ਰਹੀਆਂ, ਥ੍ਰੈਟ ਕਾਲਸ ਆ ਰਹੀਆਂ। ਇਹ ਪੰਜਾਬ ਦੇ ਹਾਲਾਤ ਬਣ ਗਏ, ਪੰਜਾਬ ਦਾ ਲਾਅ ਐਂਡ ਆਰਡਰ ਇਹ ਜੋ ਬਣ ਗਿਆ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ, ਕਿਉਂਕਿ ਇਨਐਕਸਪੀਰੀਅੰਸ ਇਨਫੈਕਟਿਵ ਤਾਂ ਇਹੀ ਹੈ। ਦੇਖੋ ਦਿੱਲੀ ਆਮ ਆਦਮੀ ਪਾਰਟੀ, ਦਿੱਲੀ ਦੀ ਸਰਕਾਰ ਨੂੰ ਕੋਈ ਤਜਰਬਾ ਨਹੀਂ ਲਾਅ ਐਂਡ ਆਰਡਰ ਦਾ, ਕਿਉਂਕਿ ਉੱਥੇ ਇਹਨਾਂ ਕੋਲੇ ਪਾਵਰ ਹੀ ਨਹੀਂ ਹੈ, ਪ੍ਰੋਵੀਜ਼ਨ ਇਹ ਸਬਜੈਕਟ ਉਹਨਾਂ ਕੋਲੇ ਹੈ ਹੀ ਨਹੀਂ, ਇਹ ਸੈਂਟਰ ਦੇ ਅੰਡਰ ਆਉਂਦਾ ਦਿੱਲੀ ਦੇ ਵਿੱਚ। ਪੰਜਾਬ ਦੇ ਵਿੱਚ ਨਵੀਂ ਸਰਕਾਰ ਹੈ, ਦੇਅਰਫੋਰ ਇਹਨਾਂ ਨੂੰ ਕੋਆਰਡੀਨੇਟ ਕਰਨਾ ਨਹੀਂ ਆ ਰਿਹਾ। ਜਦੋਂ ਵਿਧਾਨ ਸਭਾ ਸੈਸ਼ਨ ਸੀਗਾ ਸੰਘੇੜਾ ਸਾਹਿਬ, ਉਦੋਂ ਇਹਨੇ ਇਨਸੀਡੈਂਟਸ ਹੋ ਗਏ ਸੀਗੇ, ਗ੍ਰੇਨੇਡ ਲਾਂਚਰ ਫਾਇਰ ਹੋ ਗਿਆ ਸੀਗਾ, ਪਟਿਆਲਾ ਪ੍ਰੋਟੈਸਟ ਹੋ ਗਿਆ ਸੀ, ਕਲੈਸ਼ ਹੋ ਗਿਆ ਸੀਗਾ, ਹੋਰ ਹੋ ਗਿਆ ਸੀ, ਤੁਸੀਂ ਡਿਸਕਸ ਕਰਦੇ, ਪਲਾਨ ਆਫ ਐਕਸ਼ਨ ਫਾਰਮੂਲੇਟ ਕਰਦੇ ਵਿਧਾਨ ਸਭਾ ਦੇ ਵਿੱਚ, ਸਾਡੇ ਤੋਂ ਰਾਏ ਲੈ ਲੈਂਦੇ, ਹੋਰ ਸਰਕਾਰਾਂ ਜਿਹੜੀਆਂ ਪਹਿਲਾਂ ਰਹੀਆਂ ਉਹਨਾਂ ਤੋਂ ਰਾਏ ਲੈ ਲੈਂਦੇ ਪੰਜਾਬ ਦੀ ਖੁਸ਼ਹਾਲੀ ਲਈ, ਪੰਜਾਬ ਦੀ ਚੰਗਿਆਈ ਲਈ। ਲੇਕਿਨ ਆਮ ਆਦਮੀ ਪਾਰਟੀ ਨੇ 1 ਮਿੰਟ ਨਹੀਂ ਦਿੱਤਾ, ਆਪਰੇਸ਼ਨ ਨੋਟਿਸ ਦੀ ਡਿਸਕਸ਼ਨ ਕੀਤੀ, ਲਾਅ ਐਂਡ ਆਰਡਰ ਤੇ ਨਹੀਂ। ਇੱਥੋਂ ਪਤਾ ਲੱਗਦਾ ਹੈ ਆਮ ਆਦਮੀ ਪਾਰਟੀ ਦੀ ਪ੍ਰਾਇੋਰਿਟੀ ਪੰਜਾਬ ਦਾ ਲਾਅ ਐਂਡ ਆਰਡਰ, ਪੰਜਾਬ ਦਾ ਲਾਅ ਐਂਡ ਆਰਡਰ ਤੇ ਖੁਸ਼ਹਾਲੀ ਨਹੀਂ ਹੈ। ਲੇਕਿਨ ਇਹ ਕਹਿੰਦੇ ਵੀ ਦੇਖੋ ਪੋਲੀਟੀਸ਼ੀਅਨਸ ਨੇ ਕੈਂਪੇਨਿੰਗ ਤਾਂ ਕਰਨੀ ਹੁੰਦੀ ਹੈ। ਦੇਖੋ ਸੰਘੇੜਾ ਸਾਹਿਬ, ਜਦੋਂ ਤਾਂ ਹਾਲਾਤ ਚੰਗੇ ਹੋਣ, ਪੰਜਾਬ ਇੱਕ ਬਾਰਡਰ ਸਟੇਟ ਹੈ, ਸੈਂਸਿਟਿਵ ਸਟੇਟ ਹੈ, ਜੇ ਤਾਂ ਹਾਲਾਤ ਬੜੇ ਚੰਗੇ ਹੁੰਦੇ, ਬੜਾ ਸਟੇਬਲ ਚੱਲ ਰਿਹਾ ਹੁੰਦਾ ਕੰਮ, ਤਾਂ ਇਟ ਵੁੱਡ ਹੈਵ ਬੀਨ ਵੈਰੀ ਗੁੱਡ ਜਾਂਦੇ। ਲੇਕਿਨ ਜਦੋਂ ਇਹ ਜੇ ਡਾਇਰ ਹਾਲਾਤ ਨੇ, ਇਹ ਜੇ ਮਾੜੇ ਸਰਕਮਸਟੈਂਸਸ ਚੱਲਦੇ ਆ, ਸੇਫਟੀ ਦਾ ਮਾਹੌਲ ਹੈ, ਇੰਨੇ ਇਨਸੀਡੈਂਟਸ ਹੋ ਰਹੇ ਆ, ਤਾਂ ਕੀ ਭਗਵੰਤ ਮਾਨ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਹੈ ਵੀ ਇੱਥੇ ਪੰਜਾਬ 'ਚ ਰਹਿਣ, ਪੰਜਾਬ ਦੀ ਪੁਲਿਸ ਨਾਲ ਕੋਆਰਡੀਨੇਟ ਕਰਨ, ਸਖਤ ਹਦਾਇਤਾਂ ਦੇਣ? ਮੈਂ ਤੁਹਾਨੂੰ ਇਹ ਗੱਲ ਪੁੱਛਦਾ ਸੰਘੇੜਾ ਸਾਹਿਬ, ਹੋਰ ਕਿੰਨੇ ਇਨਸੀਡੈਂਟ ਲੱਗਣਗੇ, ਹੋਰ ਕਿੰਨੇ ਮਰਡਰਸ ਲੱਗਣਗੇ ਪੰਜਾਬ ਦੀ ਸਰਕਾਰ ਨੂੰ ਸੰਜੀਦਾ ਹੋਣ ਲਈ, ਸੀਰੀਅਸ ਹੋਣ ਲਈ? ਜਵਾਬ ਲੈ ਲਿਆ ਆਪਾਂ। ਲਾਸਟ ਪੁਆਇੰਟ ਹੈ ਜੀ, ਲਾਸਟ ਪੁਆਇੰਟ ਹੈ, ਇਹ ਹੁਣ ਕਹਿ ਰਹੇ ਆ ਵੀ ਅਸੀਂ ਸਖਤ ਹਦਾਇਤ ਦਵਾਂਗੇ। ਸਖਤ ਹਦਾਇਤ ਪਹਿਲਾਂ ਕਿਉਂ ਨਹੀਂ ਦਿੱਤੀ? ਪਹਿਲੀ ਚੀਜ਼, ਕੋਈ ਪਲਾਨ ਆਫ ਐਕਸ਼ਨ ਕਿਉਂ ਨਹੀਂ ਫਾਰਮੂਲੇਟ ਹੋਇਆ? ਨੰਬਰ 3, ਇੰਟੈਲੀਜੈਂਸ ਕਿੱਥੇ ਹੈ? ਗੌਰਜੀ, ਜੇ ਤੁਹਾਡੇ ਕੋਲੇ ਸਿਕਿਉਰਿਟੀ ਹੋਵੇ ਨਾ, ਤਾਂ ਉਹਦਾ ਮਤਲਬ ਹੈ ਵੀ ਤੁਹਾਨੂੰ ਥ੍ਰੈਟ ਪਰਸੈਪਸ਼ਨ ਹੈ, ਤੇ ਜੇ ਤੁਹਾਨੂੰ ਥ੍ਰੈਟ ਪਰਸੈਪਸ਼ਨ ਹੈ ਤੇ ਸਿਕਿਉਰਿਟੀ ਹੈਜ਼ ਬੀਨ ਗਿਵਨ ਟੂ ਯੂ, that means ਕਿ ਇੰਟੈਲੀਜੈਂਸ ਕੰਮ ਕਰ ਰਹੀ ਹੈ, ਲੁੱਕ ਆਫਟਰ ਕਰ ਰਹੀ ਹੈ। ਸੋ ਇੱਥੇ ਇੰਟੈਲੀਜੈਂਸ ਕਿੱਥੇ ਗਈ ਹੈ ਇਨਸੀਡੈਂਟਸ ਦੇ ਵਿੱਚ? ਤੇ ਨਾਲੇ ਇਹ ਜੇ ਇਹਨਾਂ ਨੇ ਜਦੋਂ ਮੈਂ ਲਾਸਟ ਜੀ, ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਨਾ, ਫॉर ਐਗਜ਼ਾਮਪਲ, ਜਿਹਨੇ ਨਾਮ ਪਬਲਿਸ਼ ਕੀਤਾ ਟਵਿੱਟਰ ਤੇ, ਜਿਹਨੇ ਸਿਕਿਉਰਿਟੀ ਡਿਟੇਲ ਲੀਕ ਕੀਤੀ, ਜੇ ਲੋਕਾਂ ਖਿਲਾਫ ਉਦੋਂ ਐਕਸ਼ਨ ਲੈ ਲਿਆ ਹੁੰਦਾ, ਇੱਕ ਸਟ੍ਰਿੰਜੈਂਟ ਪਨਿਸ਼ਮੈਂਟ ਦੇਤੀ ਹੁੰਦੀ, ਉਹਨਾਂ ਨੂੰ ਫੜ ਲਿਆ ਹੁੰਦਾ, ਤਾਂ ਸ਼ਾਇਦ ਅੱਜ ਕਿਸੇ ਦੀ ਵੀ ਇਹ ਹਿੰਮਤ ਨਾ ਹੁੰਦੀ ਕਿ ਦਿਨ ਦਿਹਾੜੇ ਕਿਸੇ ਦਾ ਵੀ ਕਤਲ ਕਰ ਦਿੰਦੇ, ਬਿਕੋਜ਼ ਆਮ ਆਦਮੀ ਪਾਰਟੀ ਕੁਝ ਕੀਤਾ ਤਾਂ ਰੂਲ ਆਫ ਲਾਅ ਤੇ ਫੀਅਰ ਆਫ ਲਾਅ ਖਤਮ। ਸੰਘੇੜਾ ਸਾਹਿਬ, ਗੌਰਵ ਜੀ, ਫਾਰਮੂਲੇਸ਼ਨ ਕਹਿੰਦੇ ਹੈ ਕਿ ਕੀ ਹੈ, ਹਾਰਡ ਸਟੈਪਸ ਜਿਹੜੇ ਹੈਗੇ ਆ ਕਹਿੰਦੇ ਉਹ ਕੀ ਹੈ, ਸਖਤ ਹਦਾਇਤਾਂ ਕਹਿੰਦੇ ਕੀ ਹੈ, ਆਪਾਂ ਕਹਿੰਦੇ ਧਿਆਨ ਨਹੀਂ ਦੇ ਰਹੇ। ਇਹ ਹੁਣ ਕਹਿ ਰਹੇ ਵੀ ਸਖਤ ਹਦਾਇਤਾਂ ਤੇ ਫਲਾਣਾ ਦੇਖੋ ਨਾ ਕੌਣ ਰਹੇ ਨੇ, ਕਾਂਗਰਸ ਪਾਰਟੀ ਦੇ ਸਪੋਕਸਪਰਸਨ ਨੇ, ਐਜ ਏ ਪਰਸਨ ਨਹੀਂ ਮੈਂ ਇਹਨਾਂ 'ਚ ਕੋਈ ਨੁਕਸ ਕੱਢਦਾ, ਬਹੁਤ ਵਧੀਆ ਵਕੀਲ ਨੇ, ਇਸੇ ਕਰਕੇ ਗੱਲਾਂ ਨੂੰ ਟਵਿਸਟ ਕਰੀ ਜਾ ਰਹੇ ਨੇ, ਟਵਿਸਟ ਕਰ ਰਹੇ ਨੇ ਗੱਲਾਂ ਨੂੰ, ਕਹਿੰਦੇ ਸਾਡੀ ਸਲਾਹ ਲੈ ਲੈਂਦੇ। ਤੁਸੀਂ ਤਾਂ ਪੁਆੜੇ ਦੀ ਜੜ ਹੋ, ਇਹ ਬੂਟਾ ਗੈਂਗਸਟਰਵਾਦ ਦਾ ਤੁਸੀਂ ਲਾਇਆ ਤੇ ਇਸ ਨੂੰ ਪਾਲਿਆ, ਦੂਜੇ ਸੂਬਿਆਂ 'ਚੋਂ ਗੈਂਗਸਟਰ ਲਿਆ ਕੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਦੇ ਹੋ ਤੁਸੀਂ। ਇੰਟਰਸਟੇਟ ਗੈਂਗ ਬਣ ਗਏ, ਬਾਹਰ ਤੱਕ ਉਹਨਾਂ ਦੀਆਂ ਰੂਟਸ ਬਣ ਗਈਆਂ। ਉਹ ਜਦੋਂ ਅਸੀਂ ਉਹਨੂੰ ਡਿਸਮੈਂਟਲ ਕਰਨ ਲੱਗੇ ਆ, ਤੁਹਾਡਾ
ਬੂਟਾ ਲਾਇਆ ਹੋਇਆ ਤੁਹਾਡੇ ਇਹ ਨੈਗੇਟਿਵ ਮਹਿਲ ਉਸਾਰੇ ਹੋਏ ਜਦੋਂ ਅਸੀਂ ਡਿਸਮੈਂਟਲ ਕਰ ਰਹੇ ਹਾਂ ਤਾਂ ਉਹਨਾਂ ਦੀਆਂ ਰੂਟਸ ਪਤਾ ਲੱਗ ਰਹੀਆਂ ਕਿੱਥੇ ਕਿੱਥੇ ਤੱਕ ਹੈ ਤੇ ਤੁਸੀਂ ਕਹਿ ਰਹੇ ਆ ਸਾਡੇ ਕੋਲੋਂ ਸਲਾਹ ਲੈ ਲੈਂਦੇ ਜੇ ਤੁਸੀਂ ਤਾਂ ਸੂਬੇ ਦਾ ਹਰ ਪਾਸਿਓਂ ਸਤਿਆਨਾਸ਼ ਕੀਤਾ ਆ ਤੁਸੀਂ ਸਾਡੇ ਤੋਂ ਪਹਿਲੇ ਵਾਲਿਆਂ ਨੇ ਮੈਂ ਤਾਂ ਬਲੇਮ ਗੇਮ 'ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਸੈਂਸੇਸ਼ਨਲ ਮੁੱਦਾ ਆ ਜਾਨ ਗਈ ਆ ਕਿਸੇ ਦੀ ਆਪਾਂ ਉਹਨਾਂ ਨੂੰ ਉਹ ਗੈਂਗਸਟਰਵਾਦ ਨੂੰ ਵੀ ਖਤਮ ਕਰਨਾ ਦੋਸ਼ੀਆਂ ਨੂੰ ਵੀ ਫੜਨਾ ਆ ਤੇ ਤੁਸੀਂ ਇੱਥੇ ਸਿਆਸਤ ਕਰਨ ਲੱਗ ਗਏ ਘੜੀ ਘੜੀ ਜੇ ਭਗਵੰਤ ਮਾਨ ਜਿੱਦਾਂ ਮੁੱਖ ਮੰਤਰੀ ਸਾਹਿਬ ਅਮਰੀਕਾ ਚਲੇ ਗਏ ਹੁੰਦੇ ਆ ਹਾਂਜੀ ਹੀ ਇਜ਼ ਵੈਰੀ ਮੱਚ ਹੀਅਰ ਇਹ ਕੁਛ ਦਿਨਾਂ ਲਈ ਸਾਰੇ ਹੀ ਜਾਂਦੇ ਆ ਤੁਹਾਡੇ ਕੈਪਟਨ ਸਾਹਿਬ 4.5 ਸਾਲ ਲੱਭੇ ਹੀ ਨਹੀਂ ਸੀ ਜਾਂ ਇੱਥੇ ਹੁੰਦੇ ਸੀ ਜਾਂ ਸ਼ਿਮਲੇ 'ਚ ਹੁੰਦੇ ਸੀਗੇ ਜਿਹਦੇ ਨਾਲ ਹੁੰਦੇ ਸੀ ਉਹ ਮੈਂ ਹੁਣ ਕਾਹਨੂੰ ਕਹਿਣਾ ਪਾਰਟੀ ਛੱਡ ਗਏ ਹੁਣ ਸੋਈ ਸਾਹਿਬ ਗੁੱਸਾ ਕਰਨਗੇ ਜੇ ਮੈਂ ਉਹਨਾਂ ਦੇ ਖਿਲਾਫ ਜ਼ਿਆਦਾ ਬੋਲਿਆ ਤਾਂ ਕੁਛ ਯਾਰ ਇਨਸਾਨੀਅਤ ਨੂੰ ਹੱਥ ਮਾਰੋ ਕਈ ਵਾਰੀ ਇਮਾਨਦਾਰ ਸਰਕਾਰ ਬਣੀ ਹੈ ਪਹਿਲੀ ਵਾਰੀ ਇਮਾਨਦਾਰ ਮੁੱਖ ਮੰਤਰੀ ਬਣਿਆ ਉਹਦੇ ਘਰ ਟੈਚੀ ਨਹੀਂ ਜਾਂਦੇ ਉਹਦੇ ਘਰ ਬੈਗ ਨਹੀਂ ਜਾਂਦੇ ਨੋਟਾਂ ਦੇ और महल नहीं नवा उसार रहा काउंटर ले लिए फटाफट में बाकी को जाना मैं वेद भूषण जी को जाना है इस तो बाद बिल्कुल फटाफट सोई साहब में आ रहे हैं सबको ला रहे हैं मैं सबको ला रहे हैं मैं सबको ला रहे हैं क्विकली करना मैं वेद भूषण जी काफी देर तो वेट कर रहे हैं ਤਾਂ ਹੁਣ ਸੰਘੇੜਾ ਸਾਹਿਬ ਮੈਂ ਤੁਹਾਨੂੰ ਸੁਣਿਆ ਮੈਨੂੰ ਵੀ ਸੁਣਿਓ ਪਹਿਲਾਂ ਇਹ ਕਹਿੰਦੇ ਗੈਂਗਸਟਰ ਕਲਚਰ ਨੂੰ ਇਹ ਸਰਕਾਰਾਂ ਪ੍ਰਮੋਟ ਕਰਦੀ ਰਹੀਆਂ ਪਾਰਟੀ ਪ੍ਰਮੋਟ ਕਰਦੀ ਰਹੀਆਂ ਆਮ ਆਦਮੀ ਪਾਰਟੀ ਆਪਦਾ ਫੇਲਿਅਰ ਐਡਮਿਟ ਕਰ ਰਹੀ ਹੈ ਇਹ ਗੱਲ ਕਹਿ ਤਾਂ ਦਿੱਤੀ ਲੇਕਿਨ ਇਹ ਲੋਕਾਂ ਦੇ ਖਿਲਾਫ 7 ਮਹੀਨਿਆਂ ਦੇ ਵਿੱਚ ਐਕਸ਼ਨ ਕਿਉਂ ਨਹੀਂ ਲਿਆ ਜਿਨ੍ਹਾਂ ਨੇ ਗੈਂਗਸਟਰ ਕਲਚਰ ਨੂੰ ਪ੍ਰਮੋਟ ਕੀਤਾ ਹੈ ਜਿਨ੍ਹਾਂ ਨੇ ਮਹਿਮਾਨ ਨਵਾਜ਼ੀ ਕੀਤੀ ਹੈ ਜੋ ਕਹਿ ਰਹੇ ਹੋ ਜੇ ਸੱਚ ਹੈ ਤਾਂ ਐਕਸ਼ਨ ਨਹੀਂ ਲਿਆ ਤੁਹਾਡਾ ਫੇਲਿਅਰ ਹੈ ਜੇ ਝੂਠ ਬੋਲਦੇ ਹੋ ਤਾਂ ਤੁਹਾਡਾ ਫੇਲਿਅਰ ਹੈ ਦੋਵੇਂ ਪਾਸੇ ਫਸਦੇ ਹੋ ਦੂਜੀ ਗੱਲ ਇਹ ਕਹਿੰਦੇ ਕਿ ਦੇਖੋ ਪੰਜਾਬ ਪੁਲਿਸ ਨੂੰ ਸਖਤ ਹਦਾਇਤ ਦਿੱਤੀ ਹੈ ਜੀ ਤੁਹਾਡਾ ਕਿਹੜਾ ਅਸੀਂ ਤਜਰਬਾ ਲੈਣਾ ਸੀਗਾ ਉਹ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਸੰਘੇੜਾ ਸਾਹਿਬ ਕਿ ਐਨਸੀਆਰਬੀ ਦਾ ਡੇਟਾ ਤਾਂ ਝੂਠ ਨਹੀਂ ਬੋਲ ਰਿਹਾ ਤੇ ਮੈਂ ਗੱਲ ਤੁਹਾਨੂੰ ਦੱਸਦਾ ਕੀ ਕਾਰਨ ਹੈ ਪੁਲਿਸ ਐਕਸ਼ਨ ਕਿਉਂ ਨਹੀਂ ਲੈ ਪਾ ਰਹੀ ਬੜੀ ਕੈਪੇਬਲ ਪੁਲਿਸ ਹੈ ਪੰਜਾਬ ਦੀ ਪਹਿਲਾਂ ਲਾਅ ਐਂਡ ਆਰਡਰ ਨੂੰ ਸਟੇਬਲ ਰੱਖਿਆ ਹੈ ਲੇਕਿਨ ਇਟ ਵਰਕਸ ਉਹ ਕੰਮ ਕਰਦੀ ਹੈ ਸਰਕਾਰ ਦੀ ਹਦਾਇਤਾਂ ਦੇ ਹਿਸਾਬ ਨਾਲ ਹੋਮ ਮਿਨਿਸਟਰ ਸਾਹਿਬ ਦੀਆਂ ਹਦਾਇਤਾਂ ਦੇ ਹਿਸਾਬ ਨਾਲ ਕਿਉਂਕਿ ਕੋਆਰਡੀਨੇਸ਼ਨ ਹੀ ਚੰਗੀ पॉलिसी मेकिंग नहीं चंगी ता करके पुलिस एक्ट फॉर्म नहीं कर पा रही ते ता भी है उपयोग नहीं हो रहा पुलिस दा दुरुपयोग खड़ियाल साहब कोऑर्डिनेशन दी तुसी गल कीती तुसी कोऑर्डिनेशन क्विकली क्योंकि वेद भूषण जी काफी देर वेट कर रहे थे एक बार भी नहीं किया उन्होंने जवाब ले लिए एक बार नहीं पहला बोला पहला गौरव जी बोले आ मेरा इतना ही कहना है गौरव जी बोले उन्होंने कुछ देना है मेरा साहब एक ना बोलो नहीं हैगा गौरव जी एक सवाल में प्लीज एक एक करके प्लीज साहब मैं थोड़े टाइम च बोलूंगा जे मेरे टाइम च बोलूंगा संघेड़ा साहब ना बोलो सो देयरफॉर जे पुलिस दा उपयोग होवे ਤਾਂ ਜਿਹੜੇ ਕ੍ਰਿਮੀਨਲਸ ਆ ਫੜੇ ਜਾਣ ਇਹ ਦੁਰਉਪਯੋਗ ਕਰਨ ਤੇ ਜ਼ਿਆਦਾ ਟਾਈਮ ਲਾਉਂਦੇ ਆ ਜ਼ਿਆਦਾ ਫੋਕਸ ਲਾਉਂਦੇ ਆ ਤਾਂ ਕਰਕੇ ਤਾਂ ਐਫਆਈਆਰ ਕੁਆਸ਼ ਓਕੇ ਮੈਨੂੰ ਹੁਣ ਵੇਦ ਭੂਸ਼ਣ ਸਾਹਿਬ ਕੋਲ ਇੱਕ ਵਾਰ ਜਾ ਕੇ ਆ ਲੈਣ ਦਿਓ ਤੁਹਾਡੇ ਜਵਾਬ ਸਾਰੇ ਮੈਂ ਜਿਹੜੇ ਸੰਘੇੜਾ ਸਾਹਿਬ ਤੋਂ ले लूंगा वेद भूषण जी सवाल ये है जिस तरह की बातें आपने सुनी आई होप तक आपको पंजाबी समझ आ गई होगी कोऑर्डिनेशन बिटवीन द पुलिसिंग इंफॉर्मेशन शेयरिंग ये दो की पार्ट्स हैं जो इन्होंने डिस्कस किए कि हमेशा होती है पुलिसिंग में यू हैव बीन द डीसीपी ऑफ दिल्ली पुलिस किस तरह काम करती है जो पंजाब में एक मर्डर हो जाता है दिल्ली से पुलिस आती है उसको पकड़ के ले जाती है जो उसके कातिल होते हैं अगर दिल्ली पुलिस के पास इंफॉर्मेशन थी तो वो पंजाब पुलिस से कोऑर्डिनेट करके उनके साथ कोऑपरेट करके उनको भी कह सकती थी कि यू कैन गेट एंड कैच देम वो खुद दिल्ली से आते हैं पकड़ के जाते हैं फिर दिल्ली में पीसी करते हैं यही सिस्टम है आपका काम करने का गौरव वालिया जी डॉक्टर भी वही है दवाई भी वही है पेशेंट भी वही है या तो बीमारी डायग्नोज नहीं हो पा रही है या दवा असर नहीं कर रही है या दवाई खराब है कहीं ना कहीं तो फारसाइटेडनेस की कमी है जिस वजह से पंजाब पुलिस जिसका एक नाम था केपीएस गिल जिनके लीडरशिप में पंजाब के अंदर खालिस्तान का सफाया किया गया बिल्कुल स्टेट साफ कर दिया गया खालिस्तान का नामो निशान नहीं था ऐसा स्टेट है पंजाब की जो पुलिस है हिंदुस्तान के अंदर जानी जाती है उसका एक रुतबा है परंतु कहीं ना कहीं इसके पीछे कोई ऐसा कारण है कि जिस वजह से पुलिस ओपन हैंडली काम नहीं कर पा रही है आपने देखा 7 महीने के अंदर 2 डीजी बदल दिए गए हिंदुस्तान के प्राइम मिनिस्टर जब जाते हैं उनके कारकेट को किस तरह वहां घंटों तक हेल्ड अप रखा जाता है उसके बाद में कहते हैं जी कुछ नहीं नॉर्मल था जब हाई कोर्ट कहती है तो एसएसपी को हटा दिया जाता है तो जो कहीं ना कहीं सीखने की जरूरत है वहां के सीएम साहब नए हैं पॉलिटिक्स में सीएम बिल्कुल नए हैं उनको जरूरत है यूपी में जाएं वहां एक बुलडोजर बाबा कहलाते हैं
आप जाके देखिए यूपी में लॉ एंड ऑर्डर क्या है, एनसीआरबी का डाटा देखिए। अभी एनसीआरबी का डाटा की बात चल रही थी। आपके लिए डाटा मैनेजमेंट करना है, आपको लॉ एंड ऑर्डर देखना है, तो यूपी पंजाब से शायद 3 गुना बड़ा स्टेट है, वहां से ज्यादा पॉपुलेशन है उसकी, वहां से एक लेसन लिए जाने की जरूरत है। कृपा आप हम पॉलिटिकल नैरेटिव नहीं चाहते, प्लीज। सिस्टम ये है, मैं पॉलिटिकल आप मेरा सवाल ले लें, कृपा सवाल ले लें, आप सवाल ले लें पहले एक बार, आप कृपा सवाल ले लें एक बार, एक सवाल ले लें फिर आप आंसर दे देना। जी मैंने आपसे पूछा था कि दिल्ली पुलिस की फंक्शनिंग कैसे होती है। दिल्ली पुलिस के पास अगर इंफॉर्मेशन आती है फ्रॉम द अदर स्टेट कि हमारे यहां पे एक मर्डर हो जाता है सो एंड सो प्लेस के ऊपर, ये बंदे आइडेंटिफाई किए गए, ये उनके चेहरे हैं, ये उनके नाम है, ये सारी डिटेल्स हैं, अगर दिल्ली पुलिस के नेटवर्क में वो आते हैं, उनको पता चलता है, तो क्या दूसरी स्टेट जहां पे वो हुआ होता उनसे वो कोऑर्डिनेट करके उनसे कोऑपरेट करती है कि नहीं करती है? गौरव जी, इसको डेंट पंजाब पुलिस ने पहुंचाया। अभी ये बग्गा का और अमृता धवन का नाम आ रहा था। मोहाली एक थाना उन्होंने सेलेक्ट कर लिया, वहां पर दिल्ली के तमाम जो लोग थे उनके खिलाफ वहां मुकदमे दर्ज करने शुरू कर दिए। जब हरियाणा हाई कोर्ट, पंजाब कोर्ट ने उनको रिप्रीमेंट किया, दिल्ली पुलिस इसका मतलब बदले की भावना से काम कर रही है, दिल्ली पुलिस बदले की भावना से काम कर रही है, बदले की भावना से नहीं कर रही। तो आपकी बात से तो यही जाहिर हो रहा है, आपकी बात से तो यही जाहिर हो रहा है, क्रिएट किए गए जिस तरह के हालात गौरव जी क्रिएट किए गए, वहां पर बनाए गए जिस तरह के हालात, तो पुलिस की जिम्मेदारी है, दिल्ली पुलिस की जिम्मेदारी है, राजधानी की पुलिस है, कैपिटल की पुलिस है, हिंदुस्तान की प्रीमियर पुलिसिंग मानी जाती है, तो अपनी ड्यूटी से पीछे नहीं हटेगी। इसलिए हो रहा है डिफरेंस, इसलिए हो रहा है क्योंकि उनके जो पिछला एक जवाब ले ले, फिर एक जवाब ले ले, मैं जवाब ले लूं संगेड़ा साहब से, वो अच्छा नहीं रहा, कोई बात नहीं, कंटेंट अच्छा नहीं, एक जवाब ले ले, एक जवाब ले ले, जवाब ले ले, कृपया करके जवाब ले ले। वेद जी प्लीज होल्ड ऑन, वेद जी प्लीज होल्ड ऑन, वेद जी प्लीज होल्ड ऑन, प्लीज होल्ड ऑन, जवाब ले लेके करके क्योंकि समझ पड़ेगी दर्शकों को तभी, प्लीज संगेड़ा साहब। वेद जी प्लीज, जो 14 पुलिस वाले जो सिक्योरिटी में रहते हैं, उसके बाद मुंह साफ ये क्यों हटाई आपने? वेद जी आप अपने टाइम में बोलना, अभी मेरे को जवाब लेने दे, आपने बात कर ली, मेरे को जवाब लेने दे प्लीज। सिक्योरिटी क्यों हटाई? ओके मेरे को बाकी के पास नहीं जाना है। ऑल राइट संगेड़ा साहब मेरे को जवाब लेने दे। जादू का डंडा, ऑल राइट संगेड़ा साहब आप जादू का डंडा ओके वेद जी 450 ठीक है, वेद जी विड्रॉ कर दी। ओके आपने निर्णय लीजिए, आपकी फारसाइटेडनेस थी, आपकी दूरदर्शिता ही तो देखनी है। ऑल राइट संगेड़ा साहब प्लीज, संगेड़ा साहब। डीसीपी साहब का डीसीपी साहब सफेद झूठ बोल रहे हैं, चिकनी कर रहे हैं, राजनीति कर रहे हैं, इंटरमिक्स कर रही है, मिक्स वेजिटेबल बना दिया। सुनिए अब ये आपका पुलिस स्टेशन और आपका पुलिस डिस्ट्रिक्ट नहीं है। सुनिए, दिस इज अ डिबेट ऑन टीवी, सुनने का मजा रखिए। मुझे बुलाया गया, ये बात चैनल पर आप अकेले नहीं बैठे हैं, और मैं भी बैठे हुए चैनल। मेरी बारी है, मुझे ये आपका घर नहीं है, पंजाब नहीं है, दिल्ली से बोल रहा हूं मैं। ये पंजाब नहीं है, दिल्ली है ये। गौरव वेद जी एक एक करके आपने बताया, अब मेरे को काउंटर लेने दे क्योंकि बाकी पैनलिस्ट भी बैठे, दे ऑल आर वेटिंग। ओके जवाब लेने दे, मेरे गुरु नहीं हो सकते, जवाब लेने दे। ओके मुझे आप जैसा गुरु घंटा नहीं चाहिए, मुझे आप जैसा गुरु नहीं चाहिए, मुझे आप जैसा गुरु नहीं चाहिए। जवाब आपने जो चीजें बताई हैं वो सारे जवाब मांगती हैं, आप जवाब ले लें आप। ओके संगेड़ा साहब टू आंसर दिस। ऑल राइट वेद जी आपको शांत रहना प्लीज, क्योंकि बाकी पैनलिस्ट बैठे हैं, हम चर्चा को डिरेल नहीं करना प्लीज। संगेड़ा साहब, आपने कुमार विश्वास जी का नाम बीच में घसीट लिया और आगुओं का नाम बीच में घसीट लिया। इस केस से उसका कुछ लेना देना नहीं है, उस पर अलग डिबेट रखेंगे गौरव साहब। मैं बता दूंगा क्यों मुकदमा दर्ज हुआ था और खारिज क्यों हो गया। ये लॉ एंड ऑर्डर की स्थिति है, ये लोगों की जान जा रही है उसकी स्थिति है, बिल्कुल हम उस पर बात कीजिए। आप दिल्ली पुलिस की बिहाफ से कह रहे हैं कि दिल्ली पुलिस ने इसलिए इंफॉर्मेशन शेयर नहीं की, फोर्स रुक जाओ, जवाब ले लो एक बार। ये दिल्ली नहीं है कि वो अपने लेवल पर ही फैसला ले लेके। संगेड़ा साहब पंजाबी दसो, आप अपने पंजाब के लोगों दे रूबरू इदां ही हुंदे, कृपा पंजाबी च गल करिए। आप ਉਹ ਸਵਾਲ ਸਿਰਫ ਉਹਨਾਂ ਨੇ ਹਿੰਦੀ ਚ ਪੁੱਛਿਆ ਸੀ, ਮੈਂ ਤਾਂ ਕਰਕੇ। हाँ जी गौरव जी, मैं ये दसना चाहना है कि पुलिस को कोई अधिकार नहीं है भी ਉਹ ਕਹਿ ਦੇਣ ਵੀ ਕੁਮਾਰ ਵਿਸ਼ਵਾਸ ਤੇ ਮੁਕੱਦਮਾ ਦਰਜ ਕੀਤਾ ਸੀ, ਇਸ ਕਰਕੇ ਇਸ ਵਾਰੀ ਅਸੀਂ ਪੰਜਾਬ ਪੁਲਿਸ ਨੂੰ ਇਹ ਤਾਂ ਗੱਲ ਬਣੀ ਨਹੀਂ, ਇਹ ਤਾਂ ਗੱਲ ਬਣਦੀ ਨਹੀਂ। ਸੋਈ ਸਾਹਿਬ ਮੇਰੇ ਕੋਲ ਸੋਈ ਸਾਹਿਬ ਦਾ ਜਵਾਬ ਲੈ ਲੈਂਦੋ। ਸੋਈ ਸਾਹਿਬ ਇਦਾਂ ਹੀ ਕੰਮ ਹੁੰਦਾ ਜਾਂ ਫਿਰ ਬੀਜੇਪੀ ਨੇ ਕਿਹਾ ਹੋਇਆ ਦਿੱਲੀ ਪੁਲਿਸ ਨੂੰ ਕਿ ਕੁਝ ਵੀ ਹੋਣਾ ਤਾਂ ਆਪਾਂ ਇਦਾਂ ਕੰਮ ਕਰਾਂਗੇ, ਕੁਝ ਇਸ ਤਰ੍ਹਾਂ ਹੈ ਜਿਵੇਂ ਹੁਣ ਵੇਚੀ ਨੇ ਕਿਹਾ। ਦੇਖੋ ਇਸ ਤਰ੍ਹਾਂ ਹੈ, ਪੁਲਿਸ ਨਹੀਂ ਹੁੰਦੀ ਅਜੇ ਹੀ ਮੈਨੂੰ ਲੱਗਦਾ, ਪੁਲਿਸ ਤਾਂ ਖਾਕੀ ਹੁੰਦੀ ਜੋ ਆਪਾਂ ਨੂੰ ਸਮਝ ਬਿਲਕੁਲ ਜਵਾਬ ਦੇ ਦੋ। ਇਹਨਾਂ ਦੇ ਐਮਐਲਏ ਨੇ ਅੰਮ੍ਰਿਤਸਰ ਤੋਂ, ਇਹਨਾਂ ਦੇ ਐਮਐਲਏ ਨੇ ਅੰਮ੍ਰਿਤਸਰ ਤੋਂ ਕੁੰਵਰ ਵਿਜੇ ਪ੍ਰਤਾਪ ਹੁਣੀ,
ਉਹਨਾਂ ਨੇ ਜਦੋਂ ਸੂਰੀ ਦੀ ਹੱਤਿਆ ਹੋਈ ਹੈ ਉਦੋਂ ਉਹਨਾਂ ਨੇ ਬਿਲਕੁਲ ਕਿਹਾ ਕਿ ਜੀ ਪੰਜਾਬ ਦੇ ਵਿੱਚ ਪੁਲਿਸ ਤੰਤਰ ਫੇਲ ਹੋ ਚੁੱਕਾ ਹੈ, ਇਸ ਕਮਿਸ਼ਨਰ ਨੂੰ ਤੁਸੀਂ ਹਟਾਓ। ਉਦੋਂ ਇਹਨਾਂ ਕੋਲ ਕੀ ਜਵਾਬ ਸੀਗਾ? ਇਸ ਤਰ੍ਹਾਂ ਹੀ ਇਹਨਾਂ ਦੇ ਉਹਨੇ ਲਿਖ ਕੇ ਦਿੱਤਾ, ਟਵੀਟ ਕੀਤਾ ਤੇ ਉਹ ਪੰਜਾਬ ਸਾਰੇ 'ਚ ਰੀਟਵੀਟ ਹੋਏ ਉਹਨਾਂ ਦੇ ਲੀਡਰ ਨੇ। ਜਦੋਂ ਉਹਨਾਂ ਦੇ ਖੁਦ ਦੇ ਲੀਡਰ ਪੁਲਿਸ ਤੰਤਰ ਤੋਂ ਤੇ ਮਿਸ ਗਵਰਨੈਂਸ ਤੋਂ ਪਰੇਸ਼ਾਨ ਨੇ ਤੇ ਸੰਘੇੜਾ ਸਾਹਿਬ ਕੋਲ ਮੋਰਲ ਰਾਈਟ ਬਣਦਾ ਨਹੀਂ ਹੈ ਕਿ ਉਹ ਡਿਫੈਂਡ ਕਰਨ। ਸੰਘੇੜਾ ਸਾਹਿਬ, ਤੁਸੀਂ ਅੱਜ ਫਰਸਟ੍ਰੇਸ਼ਨ 'ਚ ਬੋਲ ਰਹੇ ਹੋ ਤੇ ਤੁਹਾਡੀ ਫਰਸਟ੍ਰੇਸ਼ਨ ਤੁਹਾਡੀ ਲੈਂਗੁਏਜ ਦੇ ਵਿੱਚ, ਤੁਹਾਡੀ ਆਵਾਜ਼ ਦੇ ਵਿੱਚ, ਤੁਹਾਡੇ ਕੰਡਕਟ ਦੇ ਵਿੱਚ ਨਜ਼ਰ ਆ ਰਹੀ ਹੈ। ਆਪਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਿ ਅਸੀਂ ਲਾਅ ਐਂਡ ਆਰਡਰ ਨੂੰ ਕੰਟਰੋਲ ਨਹੀਂ ਕਰ ਸਕੇ ਕਿਉਂਕਿ ਅਸੀਂ ਮਿਸ ਗਵਰਨੈਂਸ ਆ, ਸਾਨੂੰ ਅਜੇ ਐਕਸਪੀਰੀਅੰਸ ਨਹੀਂ ਹੈ ਸਰਕਾਰ ਚਲਾਉਣ ਦਾ। ਜੋ ਡੀਸੀਪੀ ਸਾਹਿਬ ਕਹਿ ਰਹੇ ਸੀਗੇ ਬਿਲਕੁਲ ਸਹੀ ਕਹਿ ਰਹੇ ਸੀਗੇ, ਜੇ ਆਪਣੇ ਆਪ ਨੂੰ ਤਜਰਬਾ ਨਾ ਹੋਵੇ ਤੇ ਜਿਹੜੀਆਂ ਸਟੇਟਾਂ 'ਚ ਬੈਟਰ ਪੁਲਿਸਿੰਗ ਹੋ ਰਹੀ ਹੈ ਉਹ ਤੋਂ ਸਿੱਖ ਲਓ। क्यों सोई साहब जवाब परेशान नहीं होंगे? चलो ठीक है, जवाब ले लिए। फिर मैं बाकी को जाना दीपा जी को, खड़ियाल साहब को मेरा ऐड करा रहे हो। मैं खड़ियाल साहब आ ही रहे हैं, तुसी पूछ लेना, कोई नहीं, जवाब ले लिए, जवाब ले लिए। संगेड़ा साहब अपने आप को सेफ महसूस नहीं ठीक है, समझ संगेड़ा साहब टू आंसर दिस। संगेड़ा साहब वो कहते हैं अगर ਆਪਾਂ ਕਿਸੇ ਤੋਂ ਸਿੱਖ ਲਈਏ ਤਾਂ ਹਰ ਦਿਨ ਠੀਕ ਹੈ, ਕੋਈ ਗੱਲ ਨਹੀਂ। ਸੰਗੇੜਾ ਸਾਹਿਬ ਬੀਜੇਪੀ ਦੇ ਹਿਸਾਬ ਨਾਲ ਤਾਂ ਦਿੱਲੀ ਸਰਕਾਰ ਵੀ ਕਈ ਵਾਰੀ ਕੋਲੈਪਸ ਹੋ ਚੁੱਕੀ ਆ, ਬੜੇ ਘਪਲੇ ਹੋ ਗਏ ਉੱਥੇ, ਲੋਕਾਂ ਨੇ ਤੀਜੀ ਵਾਰ ਮੁੱਖ ਮੰਤਰੀ ਬਣਾਤਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ। ਉਹ ਲੈ ਲਓ ਜਵਾਬ। ਠੀਕ ਹੈ ਸੋਈ ਸਾਹਿਬ, ਬਿਲਕੁਲ ਠੀਕ ਹੈ, ਤੁਸੀਂ ਠੀਕ ਕਿਹਾ। ਉਹਨਾਂ ਨੇ ਕਿਹਾ ਆ, ਤੁਸੀਂ ਕਿਹਾ ਤੁਹਾਡੇ ਲੀਡਰ ਆ, ਅਸੀਂ ਕਦੋਂ ਕਹਿੰਦੇ ਸਾਡੇ ਲੀਡਰ ਨਹੀਂ ਹੈ? ਸਾਡੇ ਲੀਡਰ ਹੀ ਨਹੀਂ, ਸਤਿਕਾਰਯੋਗ ਲੀਡਰ ਨੇ, ਸਤਿਕਾਰਯੋਗ ਐਮਐਲਏ ਨੇ, ਉਹਨਾਂ ਦੇ ਆਪਣੇ ਵਿਚਾਰ ਆ, ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਂਦਾ ਆ। ਮੁੱਖ ਮੰਤਰੀ ਸਾਹਿਬ ਫੈਸਲਾ ਲੈਣਗੇ ਇਹਦੇ ਬਾਰੇ। ਆਫ ਕੋਰਸ ਸਾਡੇ ਇੰਡੀਪੈਂਡੈਂਸ ਹੈ, ਬਿਲਕੁਲ। ਉਹ ਐਕਸ ਆਈਜੀ ਵੀ ਰਹੇ ਨੇ, ਉਹਨਾਂ ਦੀ ਗੱਲ ਤੇ ਥੋੜਾ ਬਹੁਤਾ ਮੰਨ ਲਓ। ਮੈਂ ਸੋਈ ਸਾਹਿਬ ਕਿਉਂ ਵਿੱਚ ਬੋਲਦੇ ਹੋ? ਬਾਕੀਆਂ ਨੇ ਵੀ ਬੋਲਣਾ ਹੈ। 1 बाय 1 करके बोलिए सही साहब, 1 बाय 1 करके बोलिए। ਆਪਾਂ ਮੈਂ ਤੁਹਾਨੂੰ कहता ਕਿ ਉਹਨਾਂ ਨੇ ਜੋ ਕਹਿ ਰਹੇ ਤੁਹਾਡੀ ਗੱਲ ਪਹੁੰਚਾਣੀ ਹੈ, ਏਰੀਆ 'ਚ ਘਟਨਾ ਹੋਈ ਆ, ਉਹਨਾਂ ਨੂੰ ਵੀ ਦੁੱਖ ਲੱਗ ਗਿਆ, ਸਾਨੂੰ ਵੀ ਦੁੱਖ ਲੱਗਦੇ ਤੇ ਮੁੱਖ ਮੰਤਰੀ ਸਾਹਿਬ ਇਹਦੇ ਬਾਰੇ ਫੈਸਲਾ ਕਰਨਗੇ। ਦੀਪਾ ਜੀ ਠੀਕ ਹੈ, ਦੀਪਾ ਜੀ ਦਾ ਪੁਆਇੰਟ ਲੈ ਕੇ ਆਉਂਦਾ, ਉਹਨੂੰ ਕਿਰਪਾ ਕਰਕੇ। ਦੀਪਾ ਜੀ, ਹਾਂ ਗੌਰਵ ਜੀ, ਦੀਪਾ ਜੀ ਦਾ ਪੁਆਇੰਟ ਲੈ ਕੇ ਆਉਂਦਾ। ਸੋਈ ਸਾਹਿਬ ਕੀ ਕਰਦੇ ਕਿਉਂ ਫਰਸਟ੍ਰੇਟਡ ਹੋ ਕੇ 92 ਐਮਐਲਏ ਆ ਗਏ ਨੇ ਲੋਕਾਂ ਨੇ। ਦੇਖੋ ਆਪਾਂ ਡਿਬੇਟ ਕਰ ਰਹੇ ਹਾਂ, ਹੈਲਦੀ ਚਰਚਾ ਕਰੀਏ, ਆਪਾਂ ਹੱਲ ਕੱਢਣਾ, ਆਪਾਂ ਸੋਲੂਸ਼ਨ ਵਾਲੇ ਪਾਸੇ। ਬਿਲਕੁਲ ਪੰਜਾਬ ਆਪਣਾ ਹੈ, ਆਪਾਂ ਇਹ ਦੇਖਣਾ ਹੈ ਕਿ ਹਾਲਾਤ ਕਿਵੇਂ ਠੀਕ ਰਹਿਣ ਪੰਜਾਬ ਦੇ, ਇੱਥੋਂ ਦਾ ਅਮਨ ਅਮਾਨ ਦੀ ਸ਼ਾਂਤੀ ਬਰਕਰਾਰ ਰਵੇ, ਆਪਾਂ ਉਸ ਵਾਲੇ ਪਾਸੇ ਜਾਣਾ, ਆਪਾਂ ਹੈਲਦੀ ਡਿਬੇਟ ਕਰੀਏ। ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੋ ਰਹੀ ਹੈ ਕਿ ਸਾਰੇ ਇਹ ਮੰਨ ਰਹੇ ਪੈਨਲਿਸਟ, ਮੈਂ ਸੰਘੇੜਾ ਜੀ ਵੀ ਨਹੀਂ ਮੰਨਿਆ ਕਿ ਪੰਜਾਬ ਦੇ ਜਾਂ ਪੰਜਾਬ ਦੀ ਪੁਲਿਸ, ਔਰ ਇੱਕ ਠੀਕ ਹੈ ਬੜਾ ਨਾਂ ਰਿਹਾ ਪੰਜਾਬ ਦੀ ਪੁਲਿਸ ਦਾ, ਉਹ ਅੱਜ ਵੀ ਉਹੀ ਪੁਲਿਸ ਹੈ। ਅੱਜ ਕੀ ਵਜ੍ਹਾ ਹੈ ਕਿ ਉਹ ਆਪਣੀ ਡਿਊਟੀ ਉਸ ਤਰ੍ਹਾਂ ਨਹੀਂ ਕਰ ਰਹੇ? यूपी की गल भी हुई है, यूपी तो लॉ एंड आर्डर की पोजीशन बड़ी खराब होंदी सी अज तो 5-7-10 साल पहला। की वजह है कि उत्थे अज डाटा जो भी आ रहा उत्थे लॉ एंड आर्डर कंट्रोल च है, उत्थे फरोतियां बंद है, उत्थे गैंगस्टरां नूं डर है अज सरकार का। कोई तो वजह है, ਇੱਕੋ ਹੀ वजह जो मैं समझदा सारी डिबेट च जो असीं समझदे हां जिम्मेवारी नाल कहने हां कि शायद उत्थे बागडोर एक दे हत्थ च है। पंजाब दे विच हालात अज होर बन रहे हैं, पता नहीं ਜਿਹੜੇ ਆਰਡਰ ਹੁੰਦੇ ਆ ਦਿੱਲੀੋਂ ਹੁੰਦੇ ਆ ਜਾਂ ਦਿੱਲੀੋਂ ਜਿਹੜੇ ਲੋਕ ਇੱਥੇ ਬਿਠਾਏ ਹੋਏ ਆ ਉਹਨਾਂ ਦੇ ਆਰਡਰ ਚੱਲਦੇ ਆ। ਐਸਐਸਪੀ ਦੀਆਂ ਹੋਣੀਆਂ ਟ੍ਰਾਂਸਫਰਾਂ ਹੋਣੀਆਂ, ਡੀਜੀਪੀ ਚੀਫ ਸੈਕਟਰੀ ਲਾਣੇ ਆ, ਜੇ ਦਿੱਲੀੋਂ ਲੱਗਣਗੇ ਤੇ ਮਹਾਰਾਜ ਭਗਵੰਤ ਮਾਨ ਸਾਹਿਬ ਕੀ ਕਰਨਗੇ? ਪਰ ਲੋਕਾਂ ਜ਼ਿੰਮੇਵਾਰੀ ਭਗਵੰਤ ਮਾਨ ਸਾਹਿਬ ਦੀ ਹੈ, ਵੋਟਾਂ ਤੁਹਾਨੂੰ ਪਾਈਆਂ, ਸੀਐਮ ਤੁਹਾਨੂੰ ਪਾਇਆ, ਸੀਐਮ ਚਿਹਰੇ ਤੁਸੀਂ ਸੀ, ਤੁਹਾਨੂੰ ਬਣਾਇਆ, ਜ਼ਿੰਮੇਵਾਰੀ ਭਗਵੰਤ ਮਾਨ ਸਾਹਿਬ ਤੁਹਾਡੀ ਹੈ। ਜੇ ਦਿੱਲੀੋਂ ਆਰਡਰ ਹੁੰਦੇ ਆ ਤੁਹਾਡੀ ਇੱਥੇ ਕੋਈ ਦਾਲ ਨਹੀਂ ਗਲਦੀ ਤਾਂ ਆਪਦੀ ਦਾਲ ਗਲਾਓ। ਪੰਜਾਬ ਤੁਹਾਡੇ ਨਾਲ ਖੜਾ ਹੈ, ਵਿਖਾਓ ਕਿ ਅਸੀਂ ਪੰਜਾਬੀ ਹਾਂ, ਸਾਨੂੰ ਸਾਰਾ ਕੁਝ ਠੀਕ ਕਰਨਾ ਆਉਂਦਾ ਹੈ। ਦਿੱਲੀ ਵਾਲੇ ਤਾਂ ਅੱਜ ਤਮਾਸ਼ਾ ਵੇਖ ਕੇ ਇੱਧਰ ਉੱਧਰ ਹੋ ਜਾਣਗੇ। ਜ਼ਿੰਮੇਵਾਰੀ ਤੁਹਾਨੂੰ ਘੇਰਨਾ ਤੁਹਾਨੂੰ ਹੈ ਪੰਜਾਬ ਦੇ ਲੋਕਾਂ ਨੇ। ਮਤ ਭੁੱਲੋ ਅੱਜ 7 ਮਹੀਨੇ ਹੋਏ ਆ ਸਰਕਾਰ ਨੂੰ, ਬੁਰਾ ਹਾਲ ਹੋ ਰਿਹਾ ਤੁਹਾਡਾ। 3 ਮਹੀਨਿਆਂ 'ਚ ਤੁਸੀਂ ਪਾਰਲੀਮੈਂਟ ਸੰਗਰੂਰ ਹਾਰ ਗਏ, ਔਰ ਆਉਣ ਵਾਲੇ ਟਾਈਮ 'ਚ ਜੇ ਇਸੇ ਤਰ੍ਹਾਂ ਦੇ ਹਾਲਾਤ ਰਹੇ, ਜੇ ਠੀਕ ਨਾ ਹੋਏ, ਹਰ ਫਰੰਟ ਤੇ ਤੁਸੀਂ ਫੇਲ ਹੋਏ, ਪਿੰਡਾਂ 'ਚ ਨਹੀਂ ਵੜਨ ਦੇਣਾ ਤੁਹਾਨੂੰ। ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ, ਰਵਾਇਤੀ ਪਾਰਟੀਆਂ ਸਾਡੇ ਨਾਲ ਵੀ ਮਾੜਾ ਹਾਲ ਹੋਇਆ, ਪਰ ਸਾਡੇ ਨਾਲੋਂ ਵੀ ਵੱਧ ਤੁਹਾਡੇ ਨਾਲ ਮਾੜਾ ਹਾਲ ਹੋਇਆ ਹੋਊਗਾ, ਕਿਉਂਕਿ ਤੁਹਾਨੂੰ ਤੁਸੀਂ ਉਮੀਦਾਂ ਬਹੁਤ ਜਗਾਤੀਆਂ ਸੀ ਆਮ ਲੋਕਾਂ ਦੀਆਂ ਕਿ ਸਾਡੀ ਸਰਕਾਰ ਹੈ, ਸਾਰੀਆਂ ਸਿਕਿਉਰਟੀਆਂ ਤੁਸੀਂ ਔਰ ਤੁਹਾਡੇ ਪਰਿਵਾਰ ਲਈ ਫਿਰਦੇ ਆ। ਬਹੁਤ ਲੋਕਾਂ ਦੀ ਅੱਖ ਹੈ ਜਿਹੜੀ ਇਮਾਨਦਾਰੀ ਸਰਕਾਰ ਦੀ ਗੱਲ ਕਰਦੇ ਹੋ ਸੰਘੇੜਾ ਸਾਹਿਬ, ਇਹ ਕਹੀ ਜਾਓ ਜਿੰਨਾ ਮਰਜ਼ੀ, 2 ਮੰਤਰੀ ਤਾਂ ਤੁਹਾਡੇ ਸਿੱਧੇ ਆ ਗਏ,
2 ਐਮਐਲਏ ਫੇਰ ਆ ਗਏ। ਜਾਂ ਤਾਂ ਡਰਾਮਾ ਕਰਦੇ ਹੋ ਤੁਸੀਂ ਇਲੈਕਸ਼ਨ ਤੋਂ ਪਹਿਲਾਂ, ਪਾਰਲੀਮੈਂਟ ਤੋਂ ਪਹਿਲਾਂ ਤੁਸੀਂ ਡਰਾਮਾ ਕੀਤਾ। ਬੇਈਮਾਨ ਤਾਂ ਤੁਹਾਡੇ 'ਚ ਸਾਰੇ ਜਵਾਬ ਲੈ ਹੀ ਲਈਏ। ਹੈ, ਬਹੁਤ ਹੈ, ਸਮਾਂ ਪਰ ਖਤਮ ਹੋ ਰਿਹਾ ਇਲੈਕਸ਼ਨ ਹੈ। ਤੋਂ ਪਹਿਲਾਂ ਤੁਸੀਂ ਕਰਦੇ ਹੋ। ਹੁਣ ਠੀਕ ਹੈ। ਗੁਜਰਾਤ 'ਚ ਵਿਖਾਓਗੇ ਕਿ ਅਸੀਂ ਕੁਛ ਨਾ ਕੋਈ ਡਰਾਮਾ ਕਰੋਗੇ, 2 ਐਮਐਲਏ ਤੇ ਉਂਗਲ ਚੱਕ ਕੇ। ਡਰਾਮੇਬਾਜ਼ੀ ਨਾ ਕਰੋ, ਹਕੀਕਤ Okay, ਤੇ ਆਓ, ਸਿੰਗੜਾ ਸਾਹਿਬ। ਜ਼ਮੀਨ ਤੇ ਆਓ, ਪੰਜਾਬ ਸੰਭਾਲੋ, ਛੱਡੋ ਦਿੱਲੀ ਵਾਲਿਆਂ ਨੂੰ। ਰਾਈਟ ਪੰਜਾਬ ਵਾਲਿਆਂ ਨੇ ਦੀਪਾ ਜੀ, ਵੋਟਾਂ okay, ਪਾਈਆਂ ਤੁਹਾਨੂੰ। ਦੀਪਾ ਜੀ ਹੁਣ ਜਵਾਬ ਲੈ ਲਿਆ ਆਪਾਂ। ਦੀਪਾ ਸਿੰਗੜਾ ਜੀ ਸਾਹਿਬ। ਤੁਹਾਡਾ ਲੈਕਚਰ ਲੰਬਾ ਹੋ ਗਿਆ, ਬਹੁਤ ਜ਼ਿਆਦਾ ਲੰਬਾ ਮਹਾਰਾਜ ਹੋ ਗਿਆ ਮੈਂ ਤਾਂ ਦੀਪਾ ਜੀ। ਵੇਖੋ 2-2 ਮਿੰਟ ਤੁਸੀਂ- ਲਏ ਆ। ਨਹੀਂ, ਦੇਖੋ ਗੱਲ ਸੁਣੋ। ਅਸੀਂ ਤਾਂ 2-2 ਤੁਸੀਂ ਮਿੰਟ ਬਹੁਤ ਲਏ ਆ, ਡਰਾਮੇ ਤੁਹਾਨੂੰ ਕੀਤੇ ਪੰਜਾਬ ਵੱਧ 'ਚ। ਟਾਈਮ ਦਿੱਤਾ, ਤੁਸੀਂ ਬੋਲੋ ਪੰਜਾਬ ਤੁਸੀਂ, 'ਚ ਦਿਓ ਲੈਕਚਰ। ਇਹਨਾਂ ਨੂੰ ਤਾਂ 5 ਸਾਲ ਮਿਲੇ ਵੈਸੇ ਭਾਜੀ ਪੂਰੇ ਡਰਾਮੇ ਕੀਤੇ, ਪਰਫਾਰਮ ਕਰਨਾ ਹੈ 3 ਬਸ। ਰਹਿ ਗਏ ਤੁਹਾਡੇ ਸਾਰੇ ਹੀ। ਠੀਕ ਹੈ। ਤੁਸੀਂ ਇੰਨੇ ਪੰਜਾਬ 'ਚ ਡਰਾਮੇ ਕੀਤੇ, 3 ਰਹਿ ਗਏ। 3 ਰਹਿ ਗਏ, ਸੁਖਬੀਰ ਬਿਲਕੁਲ ਬਾਦਲ ਰਹਿ ਸਾਹਿਬ ਗਏ। ਨੇ ਅਸੀਂ ਬਹੁਤ ਮਿਹਨਤ ਸਿਰ ਮੱਥੇ ਕੀਤੀ। ਤੇ ਮਹਾਰਾਜ, ਅਸੀਂ ਬਹੁਤ ਤਾਂ ਮੰਨਦੇ ਮਿਹਨਤ ਆ ਕੀਤੀ। ਸਾਡੇ ਕੋਲ ਕਿ ਕਮੀਆਂ, ਹੁਣ ਸਾਡੀਆਂ SGPC ਗਲਤੀਆਂ ਤੇ ਹੋਈਆਂ, ਤੁਹਾਡਾ ਕਬਜ਼ਾ ਸਾਨੂੰ ਲੋਕਾਂ ਨੇ 3 ਦਿੱਤੇ ਆ, ਤੁਹਾਡੇ 3 ਵੀ ਨਹੀਂ ਆਣੇ ਜਿਹੋ ਜਿਹਾ ਹਾਲ ਰਿਹਾ ਤਾਂ। ਇਦਾਂ ਨਾ ਕਰੋ, ਵੀਰ ਬਣ ਕੇ ਗੱਲ ਸੁਣ ਚਲੋ ਐਸਜੀਪੀਸੀ ਤੇ ਤੁਹਾਡਾ ਕਬਜ਼ਾ ਆ, ਤੁਹਾਡੇ ਬੰਦੇ ਕਬਜ਼ਾ? ਸੁਣ ਲਈਏ। ਸੁਣ ਤਾਂ ਲਈਏ ਹੁਣ। 30% ਐਸਜੀਪੀਸੀ ਕਬਜ਼ੇ ਵਾਲੀ ਗੱਲ ਜਿਹੜੇ ਆ ਗਲਤ ਆ। ਉਹ ਵੀ ਟੁੱਟ ਗਏ। ਤੁਹਾਡੇ ਬਾਦਲ ਸਾਹਿਬ ਨੇ ਟਿਕਟਾਂ ਦਿੱਤੀਆਂ ਐਸਜੀਪੀਸੀ ਦੀਆਂ, ਉਹਨਾਂ ਵਿੱਚੋਂ ਉਹ ਵੀ ਖੁਰੀ ਜਾ ਰਹੇ ਆ। ਚਲੋ ਤੁਸੀਂ ਸਕਦੇ ਹੋ ਜਿੱਦਾਂ ਤੁਸੀਂ ਆਪਾਂ ਲਾਅ ਐਂਡ ਆਰਡਰ ਤੇ ਆਈਏ ਪਲੀਜ਼। ਆਪਾਂ ਲਾਅ ਐਂਡ ਆਰਡਰ ਤੇ ਰਹੀਏ। ਆਪਾਂ ਪੰਜਾਬ ਨੂੰ ਅੱਗੇ ਲੈ ਜਾਣਾ। ਦੀਪਾ ਜੀ ਤੁਸੀਂ ਇਹੀ ਕਿਹਾ ਸੀਗਾ ਪੰਜਾਬ ਨੂੰ ਅੱਗੇ ਲੈ ਜਾਣਾ। ਪੰਜਾਬ ਦੀ ਗੱਲ ਕਰ ਲਈਏ। ਹਾਂ ਗੌਰਵ ਜੀ ਮੈਂ ਆ ਗਿਆ ਉੱਥੇ, ਮੈਂ ਗੌਰਵ ਜੀ ਆ ਜਾਓ ਪਲੀਜ਼ ਪੰਜਾਬ ਦੀ ਗੱਲ। ਇਹ ਲੋਕਾਂ 'ਚ ਪ੍ਰਚਾਰ ਕਰਨ ਦੀ ਸਿਆਸਤ ਕਰਕੇ ਉਹ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਫੇਲ ਹੋ ਗਈ ਗਵਰਨਮੈਂਟ, ਫੇਲ ਹੋ ਗਈ ਗਵਰਨਮੈਂਟ, ਫੇਲ ਹੋ ਗਈ। ਇਦਾਂ ਦੀ ਕੋਈ ਗੱਲ ਨਹੀਂ ਹੈ। ਮਸਲੇ ਵੱਡੇ ਆ, ਅਸੀਂ ਹੱਲ ਕਰਨ ਲੱਗੇ ਹੋਏ ਆ। ਔਰ 6 ਮਹੀਨੇ ਹੋਏ ਆ, 7ਵਾਂ ਮਹੀਨਾ ਕੰਪਲੀਟ ਹੋਇਆ ਹੁਣ ਗੌਰਵ ਜੀ। ਅਸੀਂ ਇਹਨੂੰ ਅੰਜਾਮ ਤੱਕ ਪਹੁੰਚਾਵਾਂਗੇ। ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਆ। ਇਹ ਤੁਸੀਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਮੁੰਡਾ ਇੱਥੇ 71 ਚ ਮਾਰਿਆ ਗਿਆ, ਮੈਨੂੰ ਬੜਾ ਦੁੱਖ ਹੋਇਆ। ਉਹਦਾ ਮੁੰਡਾ ਸੋਹਣਾ ਸੁਨੱਖਾ ਮੁੰਡਾ, ਬਟ ਉਹਨਾਂ ਦਾ ਵੀ ਗੈਂਗਸਟਰ ਦੇ ਨਾਲ ਨਾਂ ਜੁੜਦਾ ਸੀਗਾ। ਉਹਨਾਂ ਦੇ ਪੇਰੈਂਟਸ ਨੂੰ ਵੀ ਉਨਾ ਹੀ ਦੁੱਖ ਹੋਇਆ। ਸੋ ਆਪਾਂ ਜਿਹੜੀਆਂ ਚੀਜ਼ਾਂ ਸਿਰਜੀਆਂ ਨਾ ਪਿਛਲੇ ਸਮੇਂ ਵਿੱਚ, ਅਸੀਂ ਤਾਂ ਉਹਨੂੰ ਠੀਕ ਕਰਨ ਤੇ ਲੱਗੇ ਹੋਏ ਆ ਦੀਪਾ ਜੀ। ਤੇ ਤੁਸੀਂ ਤੁਹਾਨੂੰ ਅੰਨ੍ਹੇਵਾਹ ਨੁਕਤਾਚੀਨੀ ਕਰਨੀ ਤੇ ਲੋਕਾਂ 'ਚ ਭਰਮ ਭੁਲੇਖੇ ਪੈਦਾ ਕਰਨ ਦੀ ਬਜਾਏ ਜਿਹੜਾ ਮੁੱਦਾ ਚੁਣਿਆ ਆ ਗੌਰਵ ਜੀ ਨੇ, ਉਹ ਬਹੁਤ ਸੈਂਸੇਸ਼ਨਲ ਮੁੱਦਾ, ਸੈਂਸਿਟਿਵ ਹੈ, ਪੰਜਾਬ ਲਈ ਬਹੁਤ ਜ਼ਿਆਦਾ ਅਹਿਮ ਮੁੱਦਾ ਆ ਕਿ ਆਪਾਂ ਇਸ ਚੀਜ਼ ਨੂੰ ਖਤਮ ਕਿੱਦਾਂ ਕਰਨਾ ਹੈ। ਇਹੀ ਹੈ ਸਰ, ਸਵਾਲ ਹੀ ਹੈ ਕਿ ਸਰ ਖਤਮ ਕਿਵੇਂ ਕਰਨਾ। ਉਸ ਦੇ ਲਈ ਆਪਾਂ ਕੀ ਉਪਰਾਲੇ ਕਰ ਰਹੇ ਹਾਂ, ਕਿਹੜੇ ਹਾਰਡ ਸਟੈਂਡ ਆਪਾਂ ਲੈ ਰਹੇ ਹਾਂ, ਉਸਦਾ ਅਲਟੀਮੇਟਲੀ ਆਪਾਂ ਇੱਕ ਲੋਕਾਂ 'ਚ ਪਰਸੈਪਸ਼ਨ ਕੀ ਕ੍ਰੀਏਟ ਕਰ ਰਹੇ। ਸਵਾਲ ਹੋਇਆ, ਮੈਂ ਖੜਿਆਲ ਸਾਹਿਬ ਕੋ ਸਵਾਲ ਲੈ ਕੇ ਆ ਰਿਹਾ। ਖੜਿਆਲ ਸਾਹਿਬ, ਵਾਲੇ ਸਾਹਿਬ ਪੰਜਾਬ ਦੀ ਜਿਹੜੀ ਛਵੀ ਹੈ ਤੇ ਪੰਜਾਬ ਪੁਲਿਸ ਦੀ ਛਵੀ ਹੈ, ਇਹ ਦੋਵਾਂ ਨੂੰ ਢਾਹ ਲੱਗ ਰਹੀ ਹੈ। ਦੋਵਾਂ ਦੀ ਛਵੀ ਸਫਰ ਕਰ ਰਹੀ ਹੈ ਐਟ ਦੀ ਹੈਂਡਸ ਆਫ ਆਮ ਆਦਮੀ ਪਾਰਟੀਜ਼ ਇਨ ਐਕਸ਼ਨ, ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਕੁਝ ਕਰ ਨਹੀਂ ਪਾ ਰਹੀ ਤੇ ਸਫਰ ਤੇ ਢਾਹ ਲੱਗ ਰਹੀ ਹੈ ਪੰਜਾਬ ਤੇ ਪੰਜਾਬ ਦੀ ਪੁਲਿਸ ਨੂੰ, ਪੰਜਾਬ ਦੇ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਹੈ। ਅਨਸੇਫਟੀ ਦਾ ਮਾਹੌਲ ਹੈ। ਹੁਣ ਗੌਰਵ ਜੀ, ਇੱਥੇ ਕਿਹੜੀ ਇੰਡਸਟਰੀ ਆਊ, ਕਿਹੜੀ ਕੰਪਨੀ ਆਊ, ਕਿਹੜੀਆਂ ਇੱਥੇ ਜੌਬਸ ਮਿਲਣਗੀਆਂ, ਕਿਹੜਾ ਰੋਜ਼ਗਾਰ ਹੋਊਗਾ, ਕਿਹੜਾ ਡਰੱਗਸ ਦਾ ਇਸ਼ੂ ਖਤਮ ਹੋਊਗਾ। ਡਰੱਗਸ ਤਾਂ ਖਤਮ ਹੋਣਗੇ ਜੇ ਲੋਕਾਂ ਕੋਲੇ ਰੋਜ਼ਗਾਰ ਹੋਊਗਾ। ਸੋ ਕੀ ਉਹ ਆਉਣਾ ਚਾਹੁੰਗੀਆਂ ਜਦੋਂ ਇਹ ਹਾਲਾਤ ਬਣ ਗਏ? ਇਹ ਆਮ ਆਦਮੀ ਪਾਰਟੀ ਦਾ ਫੇਲਿਅਰ ਹੈ। ਦੂਜਾ, ਇੱਥੇ ਜਿਹੜਾ ਯੂਥ ਬਾਹਰ ਜਾ ਰਿਹਾ ਸੀਗਾ, ਇਹ ਕਹਿੰਦੇ ਸੀਗੇ ਜੀ ਲਾਅ ਐਂਡ ਆਰਡਰ ਐਸਾ ਬਣਾ ਦਾਂਗੇ ਪੰਜਾਬ ਦਾ ਯੂਥ ਪੰਜਾਬ 'ਚ ਰਹੂਗਾ। ਜਿਹੜੇ ਸਟੈਟਸ ਕਹਿ ਰਹੇ ਹੈ, ਫੈਕਟਸ ਕਹਿ ਰਹੇ ਹੈ, ਇਨਸੀਡੈਂਟਸ ਲੋਕਾਂ ਦੇ ਮੂਹਰੇ ਹੈ, ਮੈਂ ਤੁਹਾਨੂੰ 25 ਗਿਣਾ ਦਿੰਦਾ ਹੈ। ਇਹ ਜੇ ਇਨਸੀਡੈਂਟਸ ਦੇਖ ਕੇ ਯੂਥ ਤਾਂ ਬਾਹਰ ਜ਼ਿਆਦਾ ਜਾਊਗਾ, ਪੰਜਾਬ 'ਚ ਰਹਿ ਕੇ ਜਾਊਗਾ। ਪੰਜਾਬ ਦਾ ਬ੍ਰੇਨ, ਪੰਜਾਬ ਦਾ ਯੂਥ, ਇਹ ਸਾਰਾ ਜੇ ਚਲਾ ਜਾਊਗਾ ਸੰਘੇੜਾ ਸਾਹਿਬ, ਤਾਂ ਆਮ ਆਦਮੀ ਪਾਰਟੀ ਨਹੀਂ ਤਾਂ ਕੱਲ ਨੂੰ ਚਲੇ ਜਾਣਾ ਇੱਥੋਂ। ਪੰਜਾਬ ਨੇ ਬਾਹਰ ਦਾ ਰਸਤਾ ਦਿਖਾ ਦੇਣਾ ਹੈ। ਲੇਕਿਨ ਜਿੰਨੇ ਟਾਈਮ ਲਈ ਤੁਸੀਂ ਹੈਗੇ ਹੋ, ਮੇਕ ਸ਼ੋਰ ਕਰੋ ਇਸ ਇਸ਼ੂ ਨੂੰ ਸੀਰੀਅਸਲੀ ਲਿਆ ਜਾਵੇ, ਜਾਂ ਸਾਨੂੰ ਦੱਸ ਦਿਓ ਵੀ ਹੋਰ ਕਿੰਨੇ ਇਨਸੀਡੈਂਟ ਲੱਗਣਗੇ ਤੇ ਉਹ ਤੋਂ ਬਾਅਦ ਆਮ ਆਦਮੀ ਪਾਰਟੀ ਸੀਰੀਅਸ ਹੋ, ਕਿਉਂਕਿ ਸਟੇਟ ਤੇ ਸਟੇਟ ਚਲਾਉਣ ਦੇ ਵਿੱਚ ਬੜਾ ਫਰਕ ਹੁੰਦਾ ਹੈ। ਤੇ ਦੂਜੀ ਗੱਲ ਦੇਖੋ, ਇਸ ਵਾਲੀ ਸਾਹਿਬ ਪਹਿਲਾਂ ਵੀ ਹੋਇਆ ਸੀ ਜਦੋਂ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਨਾ, ਉਹ ਰੈਜ਼ੀਡੈਂਸੀ ਪੰਜਾਬ ਦੇ ਵਿੱਚ ਕਤਲ ਹੋ ਗਿਆ। ਅਕੋਰਡਿੰਗ ਟੂ ਲਾਅ ਜੁਰਿਸਡਿਕਸ਼ਨ ਵੀ ਪੰਜਾਬ ਦੀ ਬਣਦੀ ਹੈ। ਪੰਜਾਬ ਪੁਲਿਸ ਐਕਟ ਕਰੂਗੀ, ਪੰਜਾਬ ਦੇ ਵਿੱਚ ਕੇਸ ਹੋਊਗਾ। ਲੇਕਿਨ ਦਿੱਲੀ ਪੁਲਿਸ ਨੇ ਉਦੋਂ ਵੀ ਅਰੈਸਟ ਕੀਤੇ ਲੋਕ। ਪੰਜਾਬ ਪੁਲਿਸ ਨੇ ਘੱਟ ਕਰਦੀ ਸੀ, ਦਿੱਲੀ ਪੁਲਿਸ ਕਰਦੀ ਸੀ ਤੇ ਇੱਥੋਂ ਜਾ ਕੇ ਟ੍ਰਾਂਜ਼ਿਟ ਰਿਮਾਂਡ ਤੇ ਲੈ ਕੇ ਆਉਣਾ ਪੈਂਦਾ ਸੀਗਾ। ਕਦੇ ਤਾਂ ਚਲੇ ਜਾਂਦੇ ਸੀ, ਕਦੇ ਨਹੀਂ ਜਾਂਦੇ ਸੀਗੇ। ਉਹ ਕਿਉਂ ਹੈ? ਐਤਕੀ ਫੇਰ ਹੈ ਕਿਉਂ ਹੋ ਰਿਹਾ? ਕਿਉਂਕਿ ਪੰਜਾਬ ਪੁਲਿਸ ਜਿਹੜੀ ਕੇਪੇਬਲ ਫੋਰਸ ਹੈ, ਉਹਨੂੰ ਆਮ ਆਦਮੀ ਪਾਰਟੀ ਡਾਇਰੈਕਸ਼ਨ ਹੀ ਨਹੀਂ ਦੇ ਪਾ ਰਹੀ, ਕੋਆਰਡੀਨੇਟ ਉਹਨਾਂ ਨਾਲ ਨਹੀਂ ਕਰ ਪਾ ਰਹੀ ਹੈ, ਤੇ ਤਾਂ ਕਰਕੇ ਪੁਲਿਸ ਦਾ ਨਾਮ ਖਰਾਬ ਹੋ ਰਿਹਾ ਹੈ। ਓਕੇ, ਮੈਂ ਖੜਿਆਲ ਸਾਹਿਬ ਵਨ ਥਿੰਗ ਆਈ ਵਾਂਟ ਟੂ ਨੋ, ਤੁਸੀਂ ਮੈਂ ਇਹ ਜਿਹੜਾ ਜਾਨਣਾ ਚਾਹ ਰਿਹਾ, ਮੈਂ ਕਿਉਂ ਵੇਦ ਜੀ ਨੂੰ ਨਾਲ ਬਿਠਾਇਆ ਸੀਗਾ। ਵਾਟ ਆਈ ਵਾਂਟਡ ਟੂ ਨੋ ਅਰਲੀਅਰ, ਜੋ ਮੈਂ ਚਾਹ ਰਿਹਾ ਸੀਗਾ ਕਿ ਜਿਸ ਤਰ੍ਹਾਂ ਸੋਈ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਭਰੋਸਾ ਗਵਾ ਲਿਆ, ਉਹਨਾਂ ਨੇ ਵੀ ਕਹਿਤਾ ਬਈ ਭਰੋਸਾ ਗਵਾ ਲਿਆ, ਦੈਟ ਇਜ਼ ਵਨ ਥਿੰਗ,
ਬਟ ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਹੈ ਉਹ ਤਾਂ ਤੁਸੀਂ ਕਰੋ ਨਾ, ਆਪਣਾ ਪਾਰਟ ਮੋਰਲ ਪੁਲਿਸਿੰਗ ਹੈ ਯਾਰ, ਅਕੋਰਡਿੰਗ ਟੂ ਦ ਲਾਅ ਯੂ ਆਰ ਗੋਇੰਗ ਦੇਅਰ। ਉਹ ਤੁਸੀਂ ਮਿਸ ਕਰ ਰਹੇ ਹੋ। ਇਹ ਗੱਲ ਨਹੀਂ ਹੈ ਕਿ ਆਪਰੇਸ਼ਨ ਲੋਟਸ ਹੈ ਤੁਹਾਡੀ ਸਰਕਾਰਾਂ ਨਾਲ ਬੀਜੇਪੀ, ਤੁਸੀਂ ਆਪਸ 'ਚ ਵਿਵਾਦ ਤੁਹਾਡਾ ਚੱਲਦਾ ਰਹਿੰਦਾ। ਪਰ ਅਗਰ ਆਪਾਂ ਇਸ ਤਰੀਕੇ ਦੇ ਨਾਲ ਤੁਹਾਡੇ ਆਪਸ ਦੇ ਵਿੱਚ ਕੜੱਤਨ ਹੈ, ਜਿਵੇਂ ਹੁਣ ਸੋਈ ਸਾਹਿਬ ਨੇ ਵੀ ਕਹਿਤਾ, ਵੇਦ ਜੀ ਨੇ ਵੀ ਕਹਿਤਾ, ਫਿਰ ਇਸ ਤਰੀਕੇ ਦਾ ਸਾਰੇ ਇੰਟਰ ਸਟੇਟ ਰਿਲੇਸ਼ਨ ਸਾਰੇ ਹੈਂਪਰ ਹੋਣਗੇ ਕਿ ਇਸ ਸਟੇਟ ਦੇ ਵਿੱਚ ਸਾਡੀ ਵਿਰੋਧੀ ਧਿਰ ਹੈਗੀ ਹੈ, ਆਪਾਂ ਇਹਨਾਂ ਨੂੰ ਸਪੋਰਟ ਨਹੀਂ ਕਰਨਾ, ਆਪਾਂ ਡਾਇਰੈਕਟ ਜਾ ਕੇ ਇਹਨਾਂ ਨੂੰ ਫੜ ਕੇ ਦਿਖਾ ਦੇਣਾ, ਦੇਖਿਆ ਸੀ ਸਾਡੇ ਤੋਂ ਉੱਪਰ ਹੈ। ਫਿਰ ਅਗਰ ਇਹ ਚੀਜ਼ ਹੈ ਜੋ ਸਿਗਨਲ ਆਂਦਾ, ਫਿਰ ਉਹ ਤਾਂ ਠੀਕ ਨਹੀਂ ਹੈ। ਦੈਟ ਇਜ਼ ਨਾਟ ਅ ਹੈਲਦੀ ਟ੍ਰੈਂਡ ਆਈ ਗੈਸ। ਦੇਖੋ ਡੈਫੀਨੇਟਲੀ ਅਨਹੈਲਦੀ ਹੈ, ਡੈਫੀਨੇਟਲੀ ਇਹਨੂੰ ਬਦਲਣ ਦੀ ਲੋੜ ਹੈ। ਉਹ ਬਦਲਾਵ ਨਹੀਂ ਚਾਹੀਦਾ ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਸੀ, ਅਸਲ ਬਦਲਾਵ ਚਾਹੀਦਾ ਹੈ। ਤੇ ਪੰਜਾਬ ਦੇ ਵਿੱਚ ਹੋਰ ਸਟੇਟਸ ਦੇ ਵਿੱਚ, ਪੰਜਾਬ ਦੀ ਪੁਲਿਸ ਦੇ ਵਿੱਚ ਹੋਰ ਸਟੇਟਸ ਦੀ ਪੁਲਿਸ ਦੇ ਵਿੱਚ ਇੱਕ ਹੈਲਦੀ ਇਕੁਏਸ਼ਨ, ਇੱਕ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਹੈ, ਜੋ ਮਿਸਿੰਗ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਈਗੋ ਵਿੱਚ ਆ ਜਾਂਦੀ ਹੈ। ਦੂਜਾ ਲਾਸਟ ਪੁਆਇੰਟ ਹੈ ਐਕਸਟ੍ਰਾਡਿਸ਼ਨ। ਦੇਖੋ ਐਕਸਟ੍ਰਾਡਿਸ਼ਨ ਨੂੰ ਆਮ ਆਦਮੀ ਪਾਰਟੀ ਨੂੰ ਮੈਂ 25 ਵਾਰੀ ਕਿਹਾ ਵੀ ਐਕਸਟ੍ਰਾਡਿਸ਼ਨ ਲਈ ਤੁਸੀਂ ਰਿਕੁਐਸਟ ਵਾਰ-ਵਾਰ ਭੇਜੋ, ਐਕਸਟ੍ਰਾਡਿਸ਼ਨ ਦੀ ਰਿਕੁਐਸਟ ਨਹੀਂ ਵਾਰ-ਵਾਰ ਭੇਜਦੇ। ਫਿਰ ਦੂਜਾ ਇਹਨਾਂ ਨੇ ਮੈਨੂੰ ਸੰਘੇੜਾ ਸਾਹਿਬ ਇੰਨੀ ਗੱਲ ਦੱਸਣ, ਇਹਦਾ ਕਾਰਨ ਕੀ ਹੈ? ਇੰਨੇ ਇਨਸੀਡੈਂਟਸ ਹੋ ਰਹੇ ਹੈ ਕਿ ਇਹਦਾ ਕਾਰਨ ਹੈ ਵੀ ਲੋਕ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਣ ਲੱਗ ਗਏ, ਕਿਉਂਕਿ ਸਰਕਾਰ ਨੇ ਜੋ ਵੱਡੇ ਵੱਡੇ ਖੁਆਬ ਦਿਖਾਏ ਸੀਗੇ ਉਹਨਾਂ 'ਚ ਤਾਂ ਫੇਲ ਹੋਈ। ਠੀਕ ਹੈ, ਮੇਰੇ ਕੋਲ ਹੁਣ ਲਾਸਟ ਟਾਈਮ ਚੱਲ ਰਿਹਾ ਹਾਂਜੀ ਕੁਇਕਲੀ ਕੰਕਲੂਡ ਕਰ ਰਿਹਾ ਜੀ। ਸੋ देयरफॉर लोग कानून ਨੂੰ ਹੱਥ ਦੇ ਵਿੱਚ ਤਾਂ ਲੈ ਰਹੇ ਕਿਉਂਕਿ ਆਮ ਆਦਮੀ ਪਾਰਟੀ ਨੇ ਵਾਅਦਾ ਜੋ ਕੀਤਾ 24 ਘੰਟੇ 'ਚ ਇਨਸਾਫ ਕਰਾਂਗੇ ਬੇਅਦਬੀ ਮਾਮਲੇ ਦੇ ਵਿੱਚ ਨਹੀਂ ਕਰ ਸਕੀ, ਤਾਂ ਜਾਂ ਫਿਰ ਫੀਅਰ ਆਫ ਲਾਅ ਖਤਮ ਹੋ ਗਿਆ। ਠੀਕ ਹੈ, ਤੁਸੀਂ ਐਕਸ਼ਨ ਹੀ ਨਹੀਂ ਲੈ ਪਾ ਰਹੇ, ਐਕਸ਼ਨ ਨਹੀਂ ਲੈ ਪਾ ਰਹੇ ਸੰਘੇੜਾ ਸਾਹਿਬ, ਕੋਈ ਪਨਿਸ਼ਮੈਂਟ ਨਹੀਂ ਦੇ ਪਾ ਰਹੇ, ਕੋਈ ਸਜ਼ਾ ਨਹੀਂ ਸੰਘੇੜਾ ਸਾਹਿਬ। ਸਾਰਾ ਕੁਝ ਆਪਣੇ ਕੋਲ ਹੀ ਲਾ ਕੇ ਉਹਨੂੰ ਫਿਰ ਸਚਾਈ ਮੰਨ ਕੇ ਫਿਰ ਉਸ ਹਿਸਾਬ ਨਾਲ ਲੈਕਚਰ ਦੇਣਾ ਸ਼ੁਰੂ ਕਰ ਦਿੰਦੇ ਆ ਖਡਿਆਲ ਸਾਹਿਬ। ਇਹ ਜੋ ਸਾਰੇ ਲੈਕਚਰ ਦਿੰਦੇ ਇਹ ਪਹਿਲਾਂ ਤੋਂ ਹੀ ਚੱਲੀ ਆਉਂਦੀ ਆ। ਨਹੀਂ ਸਾਰੇ ਲੈਕਚਰ ਦਿੰਦੇ, ਤੁਹਾਡੇ ਵੇਲੇ ਤੁਸੀਂ ਵਧੀਆ ਬੋਲਦੇ ਹੋ, ਸਾਰੇ ਲੈਕਚਰ ਦਿੰਦੇ ਆ। ਟਾਈਮ ਥੋੜਾ ਰਹਿ ਗਿਆ ਕਰਕੇ ਹੁਣ ਤੁਸੀਂ ਵਿੱਚ ਬੋਲਣ ਲੱਗ ਗਏ। ਤੁਸੀਂ ਨਾ ਵਿੱਚ ਬੋਲਿਆ ਕਰੋ ਦੂਜਿਆਂ ਦੇ ਟਾਈਮ 'ਚ, ਮੈਂ ਤੁਹਾਡੀ ਦਵਾਈ ਆਪ ਖਾਣੀ ਪੈਂਦੀ ਹੈ। ਖਡਿਆਲ ਸਾਹਿਬ ਆਪਾਂ ਲੈ ਲਈ ਪੁਆਇੰਟ, ਤੁਹਾਡੇ ਸਵਾਲ ਹੈ ਕਰ ਰਿਹਾ ਖਡਿਆਲ ਸਾਹਿਬ, ਤੁਹਾਡੀ ਸਪੀਚ ਦੀ ਸਿਫਤ ਕਰ ਰਿਹਾ, ਤੁਸੀਂ ਐਵੇਂ ਸਪੋਕਸਮੈਨ ਬਣ ਕੇ ਆਪਣਾ ਟਾਈਮ ਵੇਸਟ ਕਰ ਰਹੇ ਹੋ। ਤੁਸੀਂ ਲੋਕਾਂ 'ਚ ਜਾਓ, ਬਹੁਤ ਛੇਤੀ ਐਮਐਲਏ ਤੁਹਾਡੀ ਬਹੁਤ ਵਧੀਆ ਤੁਸੀਂ ਬੋਲਦੇ ਹੋ, ਵਕੀਲ ਵੀ ਅੱਛੇ ਹੋਵੋਗੇ ਕਿਉਂਕਿ ਤੁਸੀਂ ਬੋਲਦੇ ਬਹੁਤ ਵਧੀਆ, ਇਧਰ ਉਧਰ ਗੱਲਾਂ ਬਣਾ ਕੇ, ਪਰ ਸੱਚਾਈ ਨਹੀਂ ਹੈ ਇਹਦੇ ਵਿੱਚ। ਤੁਹਾਡੀ ਪਾਰਟੀ ਦੀ ਸਰਕਾਰ ਨੇ ਪੰਜਾਬ ਬੋਲਣ ਦੇ ਨਾਲ ਕੰਮ ਕਰਨ ਦੀ ਗੱਲ ਹੋ ਰਹੀ ਹੈ ਨਾ, ਆਪਾਂ ਕੰਮ ਕੀ ਕਰ ਰਹੇ ਹਾਂ? ਨਹੀਂ ਇਹਨਾਂ ਦੀ ਕੇਜਰੀਵਾਲ ਜੀ ਤੋਂ very quickly I have last few seconds regularly ਸੰਘੇੜਾ ਸਾਹਿਬ ਅੱਗੇ ਨਾਲੋਂ things have improved। ਦੇਖੋ ਅਸੀਂ ਬਿਲਕੁਲ ਸਾਰਾ ਕੁਝ ਇਹਨਾਂ ਦਾ ਜਿਹੜਾ ਆ ਉਹ ਸਾਹਮਣੇ ਲਿਆਤਾ ਆ, ਉਹਨੂੰ ਕੰਟਰੋਲ ਕਰ ਰਹੇ ਆ। ਤੁਹਾਨੂੰ ਦੱਸਿਆ ਤਾਂ ਹੈ ਇੱਕ ਦਿਨ ਦੇ ਵਿੱਚ ਹੀ ਸਾਰੇ ਬੰਦੇ ਜਿਹੜੇ ਆਇਡੈਂਟੀਫਾਈ ਕਰ ਲਏ ਸੀਗੇ। ਜੇ ਪੁਲਿਸ ਨੇ ਫੜ ਲਿਆ, ਪੰਜਾਬ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ, ਉਹ ਪੰਜਾਬ ਪੁਲਿਸ ਦਾ ਸਪੋਕਸਮੈਨ ਜਿਹੜਾ ਆ ਉਹਨਾਂ ਨੇ ਸ਼ੇਅਰ ਕਰਨੀ ਆ ਨਹੀਂ ਕਰਨੀ ਉਹ ਅਲੱਗ ਚੀਜ਼ ਆ। ਸੁਰੱਖਿਆ ਦਾ ਮਾਮਲਾ ਆ ਇਹ, ਉਹਦੇ ਤੇ ਹੀ ਆਪਾਂ ਕਹੀ ਚੱਲੀਏ ਵੀ ਕੁਮਾਰ ਵਿਸ਼ਵਾਸ ਉਹਨਾਂ ਨੂੰ ਤੇ ਮੁਕੱਦਮਾ ਦਰਜ ਕਰਤਾ ਸੀ ਤਾਂ ਜੇ ਆਪਾਂ ਉਸ ਡਿਸਕਸ਼ਨ 'ਚ ਪੈ ਜਾਈਏ ਜਿਹੜੀ हरियाणा पुलिस ने दखल देता नहीं, आप गलत बोल रहे हैं। सियासत कुमार विश्वास का नाम कहीं नहीं आया बीच में सरदार साहब, कुमार विश्वास का नाम नहीं लिया। ओके वेजी, ओके वेजी, ओके एक मिनट जवाब ले लो तो पता चलेगा कि केड़ा हार्ड स्टैंड ले रहे हैं। देखिए सेम ही केस हार्ड स्टैंड केड़ा ले रहे हैं, मैंने एक बार जान लेना तो सेम केस है, उदां दा ही केस सीगा। ਉਹ ਵੀ ਪੰਜਾਬ में खलबली मचाਉਣਾ ਚਾਹੁੰਦੇ ਸੀਗੇ। ਹਾਂਜੀ ठीक है ਸੰਘੇੜਾ ਸਾਹਿਬ ਸਵਾਲ ਇਹ ਆ ਰਿਹਾ ਹੈ, ਸਵਾਲ ਇਹ ਖੜਾ ਹੋ ਰਿਹਾ ਹੈ ਜੋ ਆਪਾਂ ਤਸਵੀਰਾਂ ਵੀ ਦੇਖ ਰਹੇ ਹਾਂ। ਕਿਰਪਾ ਕਰਕੇ ਸਵਾਲ ਲੈ ਲਓ। ਮੈਂ ਸੋਈ ਸਾਹਿਬ ਕੋਲ ਜਾ ਕੇ ਆਣਾ, ਮੇਰਾ ਸਵਾਲ ਲੈ ਲਓ ਕਿਰਪਾ ਕਰਕੇ ਸੰਘੇੜਾ ਸਾਹਿਬ। ਆ ਜਿਹੜੇ ਨੌਜਵਾਨ ਦਿਖਾਈ ਦੇ ਰਹੇ ਆ, ਅੰਡਰ ਏਜ ਵੀ ਹੈਗੇ ਆ, ਬਹੁਤ ਯੰਗ ਹੈਗੇ ਆ, ਦੇ ਆਰ ਹੈਵਿੰਗ ਫ੍ਰੀ ਰਨ। ਮਗਰ ਜਿਸ ਤਰੀਕੇ ਦੇ ਨਾਲ ਇਹ ਰਿਵਾਲਵਰ ਲੈ ਕੇ, ਕੱਟੇ ਲੈ ਕੇ ਹੱਥ ਦੇ ਵਿੱਚ ਓਪਨਲੀ ਫਾਇਰ ਕਰਦੇ ਹੋਏ ਜਾ ਰਹੇ ਆ, ਇਹ ਕੋਈ ਚੰਗਾ ਸਿਨੈਰੀਓ ਦਿਖਾਈ ਨਹੀਂ ਦੇ ਰਿਹਾ। ਤੇ ਆਪਾਂ ਕੀ ਇਹਨਾਂ ਨੂੰ ਨੱਥ ਪਾਉਣ ਦੇ ਵਿੱਚ ਸક્ષਮ ਹੈਗੇ ਆ? ਹਾਂ ਬਿਲਕੁਲ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜੀ ਸਰਕਾਰ ਡਿਟਰਮਿੰਡ ਹੈ ਔਰ ਪੰਜਾਬ ਪੁਲਿਸ ਇਸ ਗੱਲ ਦੇ ਕਾਬਿਲ ਹੈ। ਕਿੱਡੀਆਂ ਵੱਡੀਆਂ ਜਿਹੜੀਆਂ ਮੁਸ਼ਕਲਾਂ ਹੱਲ ਕੀਤੀਆਂ। ਮੈਂ ਇਹੀ ਤਾਂ ਕਹਿੰਦਾ ਜਿਹੜੀ 15-17 ਸਾਲ ਲੱਗੇ ਇਹਨਾਂ ਦੇ ਲਾਸਟ ਫਿਊ ਸੈਕਿੰਡਸ ਠੀਕ ਹੈ, ਸਮਾਂ ਖਤਮ ਹੋ ਗਿਆ। ਠੀਕ ਹੈ, ਪੰਜਾਬ ਪੁਲਿਸ ਸક્ષਮ ਹੈਗੀ ਹੈ, डिटर्मिंड है। सोई साहब दिल्ली पुलिस सहयोग दे रही है कि नहीं दे रही? सोई साहब दिल्ली पुलिस सहयोग दे रही है कि नहीं दे रही? ਮੈਨੂੰ ਜਵਾਬ ਲੈ ਲੈਂਦੋ ਇਹਨਾਂ ਤੋਂ ਪਤਾ ਚੱਲੇ। ਜੀ ਸਹਿਯੋਗ ਟੀਨੂ ਜਿਹੜਾ ਭੱਜ ਗਿਆ ਸੀਗਾ ਪੰਜਾਬ ਪੁਲਿਸ ਦੀ ਕਸਟਡੀ ਚੋਂ, ਜਿਹੜਾ ਸਿੱਧੂ ਸੀਗਾ, ਉਹਦਾ ਖੁਦ ਹੀ ਇੱਕ ਕਿਸਮ ਦਾ ਜਵਾਬ ਹੈਗਾ ਕਿ ਸક્ષਮ ਜਿਹੜੀ ਹੈ, ਮੈਨੂੰ ਲੱਗਦਾ ਸક્ષਮ ਹੋਣੀ ਚਾਹੀਦੀ ਹੈ, ਲੇਕਿਨ ਜਿਹੜੀ ਗਵਰਨੈਂਸ ਹੈ ਉਹ ਜਿਹੜਾ ਉੱਥੇ ਤੱਕ ਪਹੁੰਚ ਵੱਜੀ ਹੋਈ ਹੈ। ਦੀਪਕ ਟੀਨੂ ਨੂੰ ਤੁਸੀਂ ਫੜ ਨਹੀਂ ਸਕੇ, ਭੱਜ ਗਿਆ ਤੁਹਾਡੇ ਹੱਥੋਂ। ਇਸ ਕਰਕੇ ਆ ਜਿਹੜੀ ਪੰਜਾਬ ਪੁਲਿਸ ਨੂੰ ਆਪਣੇ ਗੇਅਰ ਬਦਲਨੇ ਪੈਣੇ ਆ।
ਜਿਹੜੀ ਪਹਿਲਾਂ ਵਰਗੀ ਗੇਅਰ ਪੁਲਿਸ ਬਦਲਨੇ ਸੀਗੀ, ਪੈਣੇ, ਹਾਰਡ ਹੋਣਾ ਪੈਣਾ, ਸਤਰਕ ਹੋਰ ਹੋਣਾ ਪੈਣਾ। ਠੀਕ ਹੈ, ਹਮੇਸ਼ਾ ਸਕੋਪ ਹੁੰਦਾ ਹੋਰ ਵਧੀਆ ਪਰਫਾਰਮ ਕਰਦਾ। ਉਮੀਦ ਇਹ ਕਰਦੇ ਕਿ ਪੰਜਾਬ ਦਾ ਠੀਕ ਹੈ। ਸੋਈ ਸਾਹਿਬ ਸੰਗੜਾ ਸਾਹਿਬ, ਮੇਰੇ ਕੋ ਸਮਾਂ ਖਤਮ ਹੋ ਗਿਆ ਪਰ ਚਰਚਾ ਜੋ ਆਪਾਂ ਕੀਤੀ ਉਹਦੇ ਚੋਂ ਨਿਕਲ ਕੇ ਇਹ ਆਂਦਾ ਕਿ ਸਾਨੂੰ ਸਾਰਿਆਂ ਨੂੰ ਸਤਰਕ ਹੋਣਾ ਪੈਣਾ, ਆਪਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਪੈਣੀ ਹੈ। ਕੁੱਲ ਮਿਲਾ ਕੇ ਲੱਬੋ ਲਬਾਬ ਇਹ ਹੈਗਾ ਕਿ ਦਿੱਲੀ ਪੁਲਿਸ ਹੋਵੇ, ਪੰਜਾਬ ਪੁਲਿਸ ਹੋਵੇ, ਹਰਿਆਣਾ ਪੁਲਿਸ ਹੋਵੇ, ਆਪਸ ਦੇ ਵਿੱਚ ਕੋਆਰਡੀਨੇਸ਼ਨ ਜਿਹੜੀ ਹੈ, ਕੋਆਪਰੇਸ਼ਨ ਹੈ ਉਹ ਹੋਣੀ ਚਾਹੀਦੀ ਹੈ, ਤਾਂ ਹੀ ਇੰਟਰ ਸਟੇਟ ਰਿਲੇਸ਼ਨਸ ਤੇ ਸ਼ੇਅਰਿੰਗ ਹੈ ਜਿਹੜੀ ਉਹ ਕੰਮ ਕਰੇਗੀ। ਪੁਲਿਸ ਭਾਵੇਂ ਦਿੱਲੀ ਦੀ ਫੜੇ, ਪੰਜਾਬ ਦੀ ਫੜੇ, ਗੱਲ ਉਹ ਨਹੀਂ ਹੈ। ਮਕਸਦ ਇਹ ਹੈ ਕਿ ਆਹ ਕਤਲੋਗਾਰਤ ਜਿਹੜੀ ਹੈਗੀ ਹੈ, ਸੜਕਾਂ ਦੇ ਉੱਪਰ ਜਿਹੜੇ ਕਤਲ ਹੋ ਰਹੇ ਆ, ਇਸ ਨੂੰ ਰੋਕਣਾ ਹੈਗਾ। ਪੰਜਾਬ ਦੇ ਹਿੱਤ ਦੇ ਵਿੱਚ ਇਹੀ ਹੈਗਾ ਤੇ ਪੰਜਾਬ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਇਹ ਸਰਕਾਰਾਂ ਨੇ ਸੋਚਣਾ ਹੈਗਾ। ਸੋ ਸਵਾਲ ਪੰਜਾਬ ਦਾ ਅੱਜ ਇਹ ਖੜਾ ਹੋ ਰਿਹਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਜੇ ਸਵਾਲ ਖੜਾ ਹੋ ਰਿਹਾ ਹੈ, ਆਪਣੀ ਪੁਲਿਸ ਯਾਨੀ ਪੰਜਾਬ ਪੁਲਿਸ ਕੀ ਕਰ ਰਹੀ ਹੈ। ਪੰਜਾਬ ਪੁਲਿਸ ਇਸ ਕਰਕੇ ਸਵਾਲ ਖੜਾ ਹੋ ਰਿਹਾ ਹੈ ਕਿਉਂਕਿ ਦਿੱਲੀ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਦੀ ਹੈ। ਦਿੱਲੀ ਪੁਲਿਸ ਦੇ ਵੱਲੋਂ ਕਿਹਾ ਜਾਂਦਾ ਕਿ 3 ਮੋਡਿਊਲ ਦਿਖਾਈ ਦਿੱਤੇ, ਯਾਨੀ 3 ਵੱਖਰੇ ਮੋਡਿਊਲਸ ਨੇ। ਤਿੰਨੋਂ ਵੱਖਰੇ ਮੋਡਿਊਲਸ ਜਿਹੜੇ ਆ ਉਹਨਾਂ ਦੀ ਲਿੰਕੇਜ ਜਿਹੜੀ ਹੈਗੀ ਹੈ ਗੋਲਡੀ ਬਰਾੜ ਦੇ ਨਾਲ ਦਿਖਾਈ ਦਿੰਦੀ ਹੈ। ਗੋਲਡੀ ਬਰਾੜ ਜਿਹੜਾ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਮਾਸਟਰਮਾਈਂਡ ਹੈ, ਫੋਰਨ ਦੇ ਵਿੱਚ ਬੈਠਾ ਹੋਇਆ, ਉਸ ਦੀ ਲਿੰਕੇਜ ਦਿੱਲੀ ਪੁਲਿਸ ਦੱਸਦੀ ਹੈ। ਸਮਝਣਾ ਜਿਹੜਾ ਹੈਗਾ ਬਹੁਤ ਲਾਜ਼ਮੀ ਹੈ ਕਿ ਆਖਿਰ ਹੋ ਕੀ ਰਿਹਾ। ਖਾਸ ਤੌਰ ਤੇ ਮਹਿਮਾਨ ਜੁੜ ਗਏ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਜਗਤਾਰ ਸਿੰਘੜਾ ਸਾਹਿਬ ਆਮ ਆਦਮੀ ਪਾਰਟੀ ਤੋਂ, ਰਜਿੰਦਰ ਦੀਪਾ ਜੀ ਸ਼੍ਰੋਮਣੀ ਅਕਾਲੀ ਦਲ ਤੋਂ, ਕਮਲਦੀਪ ਸਿੰਘ ਸੋਈ ਸਾਹਿਬ ਭਾਰਤੀ ਜਨਤਾ ਪਾਰਟੀ ਤੋਂ, ਵੇਦ ਭੂਸ਼ਣ ਸਾਹਿਬ ਐਕਸ ਡੀਸੀਪੀ ਦਿੱਲੀ ਤੋਂ। ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਸੋ ਸਵਾਲ ਸਿੰਘੜਾ ਸਾਹਿਬ ਤੁਹਾਡੇ ਤੋਂ ਹੀ ਅੱਜ ਪਹਿਲਾ ਕਿ ਪੰਜਾਬ ਦੇ ਵਿੱਚ ਕਾਰਾ ਹੁੰਦਾ ਯਾਨੀ ਇਹ ਕਤਲ ਹੁੰਦਾ ਤੇ ਇਸ ਕਤਲ ਤੋਂ ਬਾਅਦ ਦੱਸਿਆ ਜਾਂਦਾ ਕਿ 6 ਸ਼ੂਟਰ ਸੀਗੇ ਜੋ ਦਿਖਾਈ ਦਿੱਤੇ, ਜੋ ਫਾਇਰ ਕਰ ਰਹੇ ਸੀਗੇ, ਸੀਸੀਟੀਵੀ 'ਚ ਇਮੇजेस ਕੈਦ ਹੁੰਦੀਆਂ ਤੇ ਉਸ ਤੋਂ ਬਾਅਦ ਜਦੋਂ ਹੁਣ ਉਹਨਾਂ ਨੂੰ ਪਕੜਿਆ ਜਾਂਦਾ ਇੱਕ ਦਿਨ ਬਾਅਦ ਯਾਨੀ ਕੁਝ ਘੰਟਿਆਂ ਬਾਅਦ ਜੋ ਪਕੜਿਆ ਜਾਂਦਾ ਹੈ ਤਾਂ ਦਿੱਲੀ ਤੋਂ ਪੁਲਿਸ ਆਂਦੀ ਹੈ ਪੰਜਾਬ 'ਚ ਤੇ ਉਹਨਾਂ ਨੂੰ ਫੜ ਕੇ ਲੈ ਜਾਂਦੀ ਹੈ ਤੇ ਦਿੱਲੀ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਦੀ ਹੈ। ਕੀ ਸਮਝੀਏ ਆਪਣੀ ਪੁਲਿਸ ਕਿੱਥੇ ਹੈ? ਇਹਦੇ ਚ ਆਪਣੀ ਪੁਲਿਸ ਕਿੱਥੇ ਆ? ਪੁਲਿਸ ਜਾਂਚ ਵਿੱਚ ਜੁਟੀ ਹੋਈ ਸੀਗੀ, ਇਮੀਡੀਏਟਲੀ ਸਾਈਟ ਤੇ ਪਹੁੰਚ ਗਏ ਆ ਤੇ ਜੋ ਕੁਝ ਲੜਿੰਦਾ ਸੀਗਾ ਉਹ ਕਰਨਾ ਸੀਗਾ। ਪੁਲਿਸ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੀ ਹੈ ਜੀ। ਜੇ ਉਹ ਹਰਿਆਣੇ ਤੋਂ ਸੀਗੇ, ਪੁਲਿਸ ਨੇ ਆਇਡੈਂਟੀਫਾਈ ਤੇ ਕਰ ਲਿਆ ਸੀ ਪਹਿਲੇ ਹੀ ਅਰੈਸਟ ਕਰਨ ਤੋਂ, ਔਰ ਸਾਰੇ ਹੀ ਜਿਹੜੇ ਸੀਗੇ ਆਪਣਾ ਹਮਲਾਵਰ ਜਿੰਨੇ ਵੀ ਸੀਗੇ ਸਾਰਿਆਂ ਦੀ ਆਇਡੈਂਟੀਫਿਕੇਸ਼ਨ ਹੋ ਗਈ ਸੀਗੀ ਪਹਿਲਾਂ। ਹੁਣ ਉਹਦੇ ਵਿੱਚ ਫੋਟੋਆਂ ਤੋਂ ਜਾਂ ਇਨਫੋਰਮੇਸ਼ਨ ਸ਼ੇਅਰਿੰਗ ਤੋਂ ਜੇ ਕੋਈ ਵਿਅਕਤੀ ਪਹਿਲਾਂ ਵੀ ਕਿਸੇ ਹੋਰ ਜਿਹੜਾ ਦੋਸ਼ੀ ਸੀਗਾ ਉਹਨਾਂ ਹੋਰ ਕਿਸੇ ਕੇਸ ਵੀ ਲੜੀ, ਦਿੱਲੀ ਪੁਲਿਸ ਨੇ ਡਾਇਰੈਕਟ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ। ਆਈ ਡੋਂਟ ਥਿੰਕ देयर इज एनीथिंग ਰੋਂਗ। ਰਾਈਟ ਸਿੰਘੜਾ ਸਾਹਿਬ, ਠੀਕ ਹੈ। ਇਦਾਂ ਹੋਇਆ ਬਾਹਰਲੇ ਸੂਬਿਆਂ 'ਚ ਵੀ ਪੰਜਾਬ ਪੁਲਿਸ ਦੀ ਨਿਸ਼ਾਨਦੇਹੀ ਤੇ ਕਰੋੜਾਂ ਰੁਪਏ ਦੀ ਹੈਰੋਇਨ ਫੜੀ ਗਈ ਆ, ਡਰੱਗਸ ਫੜੀਆਂ ਗਈਆਂ ਆ। ਨਹੀਂ ਸਿੰਘੜਾ ਸਾਹਿਬ ਤੁਹਾਡੀ ਗੱਲ ਠੀਕ ਹੈ, ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਜਾਣਾ, ਤੁਹਾਡੀ ਗੱਲ ਨੂੰ ਹੀ ਕੰਟੀਨਿਊ ਕਰਦਾ। ਮੈਂ ਆਈ ਟੇਕ ਅ ਪੁਆਇੰਟ ਫਾਰਵਰਡ। ਸਵਾਲ ਇਹ ਹੈ, ਖੜਿਆਲ ਸਾਹਿਬ ਵੀ ਜੁੜ ਗਏ ਨੇ, ਬਹੁਤ ਬਹੁਤ ਸਵਾਗਤ ਹੈ ਖੜਿਆਲ ਸਾਹਿਬ। ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਹੈ, ਬਿਲਕੁਲ ਠੀਕ ਹੈ, ਤੁਸੀਂ ਵਾਜਿਬ ਕਿਹਾ ਹੁੰਦੀ ਹੈ, ਠੀਕ ਹੈ, ਤੁਸੀਂ ਵੀ ਕੀਤੀ ਹੋਣੀ। 6 ਸ਼ੂਟਰ ਆਇਡੈਂਟੀਫਾਈ ਹੋਏ, ਉਹਨਾਂ ਦੇ ਨਾਮ, ਉਹਨਾਂ ਦੇ ਚਿਹਰੇ ਤੁਸੀਂ ਬਾਕੀ ਸੂਬਿਆਂ ਦੀ ਪੁਲਿਸ ਨੂੰ ਪੂਰਾ ਜਿਹੜਾ ਆਪਣਾ ਨੈਟਵਰਕ ਹੈਗਾ ਪੁਲਿਸਿੰਗ ਦਾ ਉਹਨਾਂ ਦੇ ਵਿੱਚ ਦੇ ਦਿੱਤਾ। ਜੇ ਉਹ ਪੰਜਾਬ ਦੇ ਵਿੱਚ ਹੀ ਲੋਕੇਟ ਹੋਏ ਸੀਗੇ ਤਾਂ ਇਹ ਆਪਣੀ ਪੁਲਿਸ ਵੀ ਜਾ ਕੇ ਫੜ ਸਕਦੀ ਸੀਗੀ, ਦਿੱਲੀ ਪੁਲਿਸ ਦੱਸ ਸਕਦੀ ਸੀ ਕਿ ਤੁਸੀਂ ਫੜ ਲਓ ਉੱਥੇ ਹੈਗੇ ਆ। ਰਾਦਰ ਦਿੱਲੀ ਪੁਲਿਸ ਨੇ ਕਸ਼ਟ ਬਹੁਤ ਕੀਤਾ, ਦਿੱਲੀ ਤੋਂ ਟਰੈਵਲ ਕੀਤਾ, ਪੰਜਾਬ 'ਚ ਆਏ, ਉਹਨਾਂ ਦੇ ਘਰ ਗਈ, ਆਪ ਹੀ ਜਾ ਕੇ ਫਿਰ ਉਹਨਾਂ ਨੂੰ ਪਕੜਿਆ। ਇਹ ਦੇਖੋ ਇਹ ਏਜੰਸੀਆਂ ਦਾ ਮਾਮਲਾ ਆ, ਮੈਨੂੰ ਨਹੀਂ ਪਤਾ ਹੁਣ ਵੀ ਇਹਦੇ ਬਾਰੇ ਮੈਂ ਨਹੀਂ ਦਖਲ ਦੇ ਸਕਦਾ ਜਾਂ ਨਾ ਹੀ ਮੈਂ ਇਹਦੇ ਬਾਰੇ ਕੋਈ ਟਿੱਪਣੀ ਕਰ ਸਕਦਾ ਹਾਲ ਦੀ ਘੜੀ, ਕਿਉਂਕਿ ਇਹ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਆ। ਕੋਈ ਉਹਦਾ ਅੰਦਰ ਜਿਹੜੀ ਇਨਫੋਰਮੇਸ਼ਨ ਏਜੰਸੀਜ਼ ਹੈਗੀਆਂ, ਦੂਸਰੀਆਂ ਸੂਈਆ ਏਜੰਸੀਆਂ ਹੈਗੀਆਂ ਆ, ਉਹਨਾਂ ਨੇ ਦੇਖਣਾ ਹੈ ਤਾਂ ਕੀ ਕਰਨਾ, ਕੀ ਦੋਨਾਂ ਸੂਬਿਆਂ ਦੀ ਸਰਕਾਰ ਨੇ ਦੇਖਣਾ ਜਾਂ ਦਿੱਲੀ ਪੁਲਿਸ ਜਿਹੜੀ ਕੇਂਦਰ ਥੱਲੇ ਆ ਉਹਨਾਂ ਨੇ ਦੇਖਣਾ ਆ। ਠੀਕ ਹੈ, ਤੇ ਇਹ ਹੁਣ ਮੈਨੂੰ ਨਹੀਂ ਪਤਾ ਵੀ ਹੋਰ ਕਿਹੜੀ ਏਜੰਸੀ ਦੀ ਇਨਫੋਰਮੇਸ਼ਨ ਸੀਗੀ, ਕੀ ਇਸ ਚੀਜ਼ ਦੇ ਰੀਜ਼ਨ ਹੈ। ਤੇ ਆਈ ਡੋਂਟ ਫਾਈਂਡ ਐਨੀਥਿੰਗ ਰੋਂਗ ਜੇ ਉਹਨਾਂ ਨੇ ਨਹੀਂ ਵੀ ਦੱਸਿਆ। ਗੱਲ ਤਾਂ ਆਪਣਾ ਪਰਪਸ ਉਹ ਜਿਹੜਾ ਹਮਲਾ ਹੋਇਆ ਆ ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰਨਾ ਤੇ ਇਸ ਸਾਰੇ ਗੈਂਗਸਟਰਵਾਦ ਤੇ ਇਹ ਕਤਲੋਗਾਰਤ ਤੇ ਇਹਨਾਂ ਚੀਜ਼ਾਂ ਤੇ ਕਾਬੂ ਪਾਉਣ ਦਾ ਬੇਸਿਕਲੀ ਤਾਂ ਮਾਮਲਾ ਹੈਗਾ। ਠੀਕ ਹੈ, ਵੇਦ ਭੂਸ਼ਣ ਜੀ ਨੂੰ ਕੁਝ ਨਹੀਂ ਕਹਿ ਸਕਦਾ ਕੋਈ ਪੁਲਿਸ ਦੀ ਨੁਕਤਾਚੀਨੀ ਨਹੀਂ, ਕੋਈ ਕਿਸੇ ਏਜੰਸੀ ਦੀ ਨੁਕਤਾਚੀਨੀ ਨਹੀਂ, ਨਹੀਂ ਕਿਸੇ ਦੀ ਨੁਕਤਾਚੀਨੀ ਨਹੀਂ, ਵੱਧ ਰਹੇ ਆ ਨੁਕਤਾਚੀਨੀ ਨਹੀਂ। ਜਿਹੜੇ ਸਵਾਲ ਹੈ ਆਪਾਂ ਸਵਾਲਾਂ ਦੇ ਜਵਾਬ ਦੇ ਲਈ ਸਾਰੇ ਬੈਠੇ ਆ, ਆਪਾਂ ਚਰਚਾ ਕਰ ਰਹੇ ਹਾਂ ਕਿ ਹੈਲਦੀ ਡਿਸਕਸ਼ਨ ਕਰ ਰਹੇ ਹਾਂ। ਜਿਹੜੇ ਸਵਾਲ ਨੇ ਉਹ ਅਨਆਨਸਰਡ ਨਹੀਂ ਰਹਿਣੇ ਚਾਹੀਦੇ, ਉਹਨਾਂ ਦਾ ਆਨਸਰ ਆਣਾ ਚਾਹੀਦਾ। ਤੁਸੀਂ ਦੇ ਰਹੇ ਹੋ, ਬਹੁਤ ਚੰਗੀ ਗੱਲ ਹੈ। ਵੇਦ ਭੂਸ਼ਣ ਸਾਹਿਬ ਨਾਲ ਆਪਣੇ ਨੇ ਐਕਸ ਡੀਸੀਪੀ ਨੇ ਦਿੱਲੀ ਪੁਲਿਸ ਦੇ, ਇਹਨਾਂ ਤੋਂ ਵੀ ਮੈਂ ਪੁੱਛ ਲਾਂਗਾ। ਇਸ ਤੋਂ ਪਹਿਲਾਂ ਪੋਲੀਟੀਕਲ ਤੁਹਾਡੇ ਜਿਹੜੇ ਕਾਊਂਟਰ ਪਾਰਟਸ ਨੇ ਉਹਨਾਂ ਤੋਂ ਇੱਕ ਵਾਰ ਸਵਾਲ ਲੈ ਲਾਂ। ਦੀਪਾ ਜੀ ਦੇਖੋ, ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਪੰਜਾਬ ਪੁਲਿਸ ਪੂਰੀ ਫੇਲ ਹੋਈ ਹੈ। ਇਹ
ਜਿੰਨੇ ਵੀ ਐਡੇ ਇਸ ਲੈਵਲ ਦੀ ਵਾਰਦਾਤਾਂ ਹੋਈਆਂ ਹਮੇਸ਼ਾ ਹੀ ਪੰਜਾਬ ਪੁਲਿਸ ਜਿਹੜੀ ਮੌਜੂਦਾ ਸੀਐਮ ਸਾਹਿਬ ਜਿੰਦੇ ਜਾਂ ਹੋਮ ਮਿਨਿਸਟਰ ਵੀ ਹੈ ਉਹ ਫੇਲ ਹੋਈ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਵੀ ਜਿੰਨਾ ਉਹ ਕ੍ਰੈਕ ਕੀਤਾ ਉਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਹੀ ਕ੍ਰੈਕ ਕੀਤਾ। ਜਿਹੜੇ ਉਹ 3 ਪਹਿਲਾਂ ਜਿਹੜੇ ਕਾਤਲ ਸੀ ਉਹ ਫੜੇ ਗਏ, ਉਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਫੜੇ ਗਏ। ਉਸ ਤੋਂ ਬਾਅਦ ਜਿਹੜਾ ਕੰਮ ਚੱਲਿਆ ਉਹ ਜਾ ਕੇ ਪੰਜਾਬ ਪੁਲਿਸ ਦੇ ਕੁਝ ਥੋੜੇ ਬਹੁਤ ਉਹਦੇ 'ਚ ਕੀਤਾ। ਇਹ ਹੁਣ ਦੂਸਰਾ ਮਾਮਲਾ ਸਿੱਧਾ ਇਹੋ ਜਿਹਾ ਆ ਗਿਆ ਕਿ ਇੱਕ ਦਿਨ ਦੇ ਵਿੱਚ ਦਿੱਲੀ ਪੁਲਿਸ ਪੰਜਾਬ ਦੇ ਵਿੱਚ ਆਂਦੀ ਹੈ, ਉਹਨਾਂ ਨੂੰ ਫੜਦੀ ਹੈ ਔਰ ਇਹਨਾਂ ਨੂੰ ਬਾਅਦ 'ਚ ਪਤਾ ਲੱਗਦਾ ਕਿ ਆ ਕੁਝ ਹੋ ਗਿਆ। ਬਿਲਕੁਲ ਇਹਦੇ 'ਚ ਕੋਈ ਦੋ ਰਾਇਆ ਨਹੀਂ ਕਿ ਪੂਰੀ ਕੰਪਲੀਟ ਫੇਲਰ ਹੈ ਸਾਡੀ ਪੰਜਾਬ ਪੁਲਿਸ ਦਾ। ਲਾਅ ਐਂਡ ਆਰਡਰ ਪੂਰਾ ਫੇਲ ਹੈ ਇਸ ਵੇਲੇ, ਕੁਝ ਵੀ ਇੰਟੈਲੀਜੈਂਸ ਤਾਂ ਬਿਲਕੁਲ ਹੀ ਫੇਲਿਅਰ ਹੈ। ਇਹਦੇ 'ਚ ਦੇਖੋ ਮੰਨਣਾ ਪੈਣਾ, ਮੰਨੀਏ ਨਾ ਮੰਨੀਏ, ਇਹ ਨਹੀਂ ਕਿ ਅਸੀਂ ਵਿਰੋਧੀ ਧਿਰਾਂ ਅਸੀਂ ਚਾਹਾਂਗੇ ਸਾਡੀ ਜਿੱਥੇ ਸਪੋਰਟ ਚਾਹੀਦੀ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਹੋ ਗਿਆ ਔਰ ਜਿਨ੍ਹਾਂ ਨੇ 1980 ਵੇਲੇ ਦਾ ਬਹੁਤਾ ਵਕਤ ਨਹੀਂ ਹੋਇਆ ਉਹ ਵਕਤ ਵੇਖਿਆ। ਅੱਜ ਉਸੇ ਤਰ੍ਹਾਂ ਦੀ ਯਾਦਾਂ ਸਤਾਨ ਲੱਗ ਪਈਆਂ ਕਿ ਸ਼ਾਇਦ ਇਹੋ ਜਿਹੇ ਹਾਲਾਤ ਉਦੋਂ ਹੋਏ ਸੀ ਔਰ ਉਸ ਤੋਂ ਬਾਅਦ ਵਿਗੜਦੇ ਕਿੰਨੇ ਸਾਲ ਲੰਬਾ ਪੰਜਾਬ ਨੇ ਸੰਤਾਪ ਹੋ ਗਿਆ। ਹਜੇ ਤੱਕ ਵੀ ਉਹਦੇ ਨਿਸ਼ਾਨ ਬਾਕੀ ਹੈ। ਤੋ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਇਹ ਸਰਕਾਰ ਨੂੰ ਚਾਹੀਦਾ, ਆਮ ਆਦਮੀ ਪਾਰਟੀ ਨੂੰ, ਫਿਰਦੇ ਗੁਜਰਾਤ ਜਾਓ ਗੁਜਰਾਤ, ਪਰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਹੈ। ਪਹਿਲੀ ਡਿਊਟੀ ਤੁਹਾਡੀ ਪੰਜਾਬ ਦੀ ਹੈ। ਬਹੁਤ ਗੱਲਾਂ ਕਰਦੇ ਆ, ਸਾਡਾ ਕੰਮ ਬੋਲਦਾ, ਇੰਨੇ ਇਸ਼ਤਿਹਾਰ ਲਾ ਰਹੇ ਹੋ, ਇੰਨੇ ਬੋਰਡ ਲਾ ਰਹੇ ਹੋ, ਕੰਮ ਤਾਂ ਪੰਜਾਬ ਦੇ ਲੋਕ ਵੇਖੀ ਜਾਂਦੇ ਆ। ਜਿਹੜਾ ਕੰਮ ਬੋਲਦਾ, ਜਿਹੜਾ ਤੁਹਾਡਾ ਪ੍ਰਾਈਮ ਡਿਊਟੀ ਹੈ ਉਹਨੂੰ ਛੱਡੀ ਫਿਰਦੇ ਹੋ, ਦੂਜੇ ਪਾਸੇ ਫਿਰਦੇ ਹੋ। ਠੀਕ ਹੈ ਸੰਘੇੜਾ ਸਾਹਿਬ ਟੂ ਰਿਸਪੌਂਡ। ਸੰਘੇੜਾ ਸਾਹਿਬ ਇੱਕ ਸਾਰੇ ਦੇ ਸਵਾਲ ਦੇ ਜਵਾਬ ਤੁਹਾਡੇ ਕੋਲ ਮੈਂ ਦੀਪਾ ਜੀ ਦੀ ਮੈਂ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ। ਜਿੱਥੇ ਵੀ ਇਲੈਕਸ਼ਨ ਹੈ ਉੱਥੇ ਸਾਰੇ ਹੀ ਸਿਆਸੀ ਆਗੂ ਜਾਂਦੇ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ 'ਚ ਜਿਹੜਾ ਕੋਈ ਕੰਮ ਸਫਰ ਕਰ ਰਿਹਾ ਜਾਂ ਕਿਸ ਤਰ੍ਹਾਂ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦੀ ਸ਼ਨਾਖਤ ਕਰਨੀ ਤੇ ਉਹਨਾਂ ਨੂੰ ਅਰੈਸਟ ਕਰਨਾ ਤੇ ਉਹਨਾਂ ਨੂੰ ਸਜ਼ਾਵਾਂ ਦਿਵਾਉਣੀਆਂ ਤੇ ਓਵਰਆਲ ਜਿਹੜਾ ਗੈਂਗਸਟਰਵਾਦ ਪਿਛਲੇ 20 ਸਾਲ ਦੇ ਵਿੱਚ 15 ਸਾਲ ਦੇ ਵਿੱਚ ਜਿਹਨੇ ਜੜ੍ਹਾਂ ਜਮਾਈਆਂ ਆਪਣੀਆਂ ਵਿਦੇਸ਼ਾਂ ਤੱਕ ਤੇ ਸਾਰੇ ਅੰਤਰੀ ਰਾਜਾਂ ਤੱਕ ਉਹਨਾਂ ਤੇ ਕਾਬੂ ਕਰਨਾ, ਉਹਦੇ ਵਿੱਚ ਸਫੀਸ਼ੀਐਂਟ ਪ੍ਰੋਗਰੈਸ ਹੋਈ ਹੈ। 6 ਹੀ ਦੋਸ਼ੀਆਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ, ਉਹਨਾਂ ਚੋਂ 3 ਫੜੇ ਜਾ ਚੁੱਕੇ ਆ। ਆਪਾਂ ਇਹਨੂੰ ਟਵਿਸਟ ਕਰਕੇ ਪੁਲਿਸ ਵਰਸਸ ਪੁਲਿਸ ਕਰੀਏ। ਪਹਿਲੀ ਗੱਲ ਤਾਂ ਮੈਂ ਦੀਪਾ ਜੀ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਆ, ਇਹਨਾਂ ਨੂੰ ਪਤਾ ਹੀ ਹੋਣਾ ਚਾਹੀਦਾ ਆ ਕਿ ਜਿਹੜੇ ਇਹ ਸਾਰੇ ਸੀ ਨਾ ਵਿੱਚੋਂ ਔਰ ਯੂਪੀ ਦੇ ਵੀ ਆ, ਇਹ ਜਿਹੜਾ ਗੈਂਗਸਟਰਸ ਦੇ ਜਿਹੜਾ ਮੋਡਿਊਲ ਬਣਿਆ ਹੋਇਆ ਇਹਦੇ ਵਿੱਚ ਜਿਹੜੇ ਬਣੇ ਹੋਏ ਆ ਇਹਨਾਂ ਦੇ ਮੈਂਬਰ ਹਰਿਆਣਾ ਤੋਂ ਵੀ ਆ, ਯੂਪੀ ਤੋਂ ਵੀ ਆ, ਨਾਰਥ ਇੰਡੀਆ ਚੋਂ ਵੱਖ-ਵੱਖ ਥਾਵਾਂ ਨੂੰ ਬਿਲੋਂਗ ਕਰਦੇ ਆ, ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰਿੰਗ ਕਰਦੇ ਆ ਔਰ ਫੋਰਨ 'ਚ ਬੈਠੇ ਬੰਦੇ ਇਹਨਾਂ ਨੂੰ ਮੈਨੇਜ ਕਰ ਰਹੇ ਆ। ਇਹ ਵੀ ਆਪਣੇ ਸਾਹਮਣੇ ਬਾਰ-ਬਾਰ ਦੂਜੀਆਂ ਵਾਰਦਾਤਾਂ ਵਿੱਚ ਵੀ ਆਇਆ ਔਰ ਪੁਲਿਸ ਵੀ ਇਨਫੋਰਮੇਸ਼ਨ ਸ਼ੇਅਰ ਕਰਦੀ ਆ, ਇੰਟੈਲੀਜੈਂਸ ਏਜੰਸੀਜ਼ ਵੀ ਇਨਫੋਰਮੇਸ਼ਨ ਸ਼ੇਅਰ ਕਰਦੀਆਂ। NIA ਪੰਜਾਬ ਜਾ ਕੇ ਛਾਪਾ ਮਾਰਦੀ ਹੈ, ਕੇਂਦਰੀ ਏਜੰਸੀ ਮਾਰ ਸਕਦੀ ਹੈ। ਸੋ ਆਪਾਂ ਇਹਨੂੰ ਦੇਖੀਏ ਸੰਘੇੜਾ ਸਾਹਿਬ ਮਸਲਾ ਕਿੱਥੋਂ ਤੱਕ। ਸੰਘੇੜਾ ਸਾਹਿਬ ਮਸਲਾ ਇਹ ਹੈ ਕਿ ਬਾਕੀ ਛਾਪਾ ਇਹ ਮਾਰਦੀਆਂ ਸੈਂਟਰਲ ਏਜੰਸੀਜ਼, ਪਰ ਇੱਥੇ ਦਿੱਲੀ ਪੁਲਿਸ ਜਿਹੜੀ ਹੈ ਕਿ ਉਹ ਸੈਂਟਰਲ ਨਹੀਂ ਨਾ ਹੈਗੀ, ਸੈਂਟਰ ਦੇ ਅਧੀਨ ਜ਼ਰੂਰ ਹੈ ਪਰ ਉਹ ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਦਿੱਲੀ ਦੀ ਹੈ, ਉਹ ਮਾਰਦੀ ਹੈ ਛਾਪੇ ਤੇ ਬੰਦੇ ਫੜ ਲੈਂਦੀ, ਤਾਂ ਕਰਕੇ ਸਵਾਲ ਚੁੱਕਿਆ ਫੋਕਸ ਰੱਖੀਏ। ਜਿਹੜੀ ਚੀਜ਼ ਜ਼ਿਆਦਾ ਗੰਭੀਰ ਆ ਆਪਾਂ ਉਹ ਤੇ ਫੋਕਸ ਰੱਖੀਏ। ਉਸੇ ਤੇ ਹੈ ਕਿਉਂਕਿ ਇਹਨਾਂ ਨੇ ਸਵਾਲ ਚੁੱਕੇ ਤਾਂ ਤੁਹਾਡੇ ਤੋਂ ਮੈਂ ਪੂਰਾ ਆਨਸਰ ਲੈ ਰਿਹਾ, ਪੂਰਾ ਟਾਈਮ ਦੇ ਰਿਹਾ। ਤੁਹਾਡੀ ਗੱਲ ਠੀਕ ਹੈ ਸੋਈ ਸਾਹਿਬ। ਮੈਂ ਗੌਰਵ ਜੀ ਮੈਂ ਉਹ ਨਹੀਂ ਕਹਿ ਰਿਹਾ, ਮੈਂ ਕਹਿੰਦਾ ਉਸ ਪਾਸੇ ਨਾ ਜਾਈਏ ਕਿੱਦਾਂ ਫੜੇ ਜਾ ਰਹੇ ਆ। ਫੋਕਸ ਤਾਂ ਇਹ ਹੈ ਨਾ ਕਿ ਇਹ ਚੀਜ਼ ਦੀ ਰੋਕਥਾਮ ਹੋਵੇ। ਬਿਲਕੁਲ ਫੋਕਸ ਇਹੀ ਹੈ, ਤੁਸੀਂ ਬਿਲਕੁਲ ਵਾਜਿਬ ਕਿਹਾ, ਫੋਕਸ ਇਹੀ ਹੈ, ਰੋਕਣਾ ਹੈ ਆਪਣੇ ਪੰਜਾਬ ਨੂੰ, ਆਪਾਂ ਅੱਗੇ ਲੈ ਕੇ ਜਾਣਾ। ਸਵਾਲ ਸਿਰਫ ਇੰਨਾ ਹੀ ਹੈ। ਸੋਈ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਵੇਦ ਭੂਸ਼ਣ ਜੀ ਕੋਲ ਜਾਵਾਂ, ਖੜਿਆਲ ਸਾਹਿਬ ਚਲੋ ਆ ਗਏ, ਇੱਕ ਵਾਰ ਲੈ ਕੇ ਸਾਰੇ ਫਿਰ ਜਾਊਂਗਾ ਉਹਨਾਂ ਕੋਲੋਂ। ਦਿੱਲੀ ਪੁਲਿਸ ਦੇ ਬਾਰੇ ਜਿਵੇਂ ਹੁਣੇ ਸੰਘੇੜਾ ਸਾਹਿਬ ਨੇ ਕਿਹਾ ਕਿ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਹੈ, ਠੀਕ ਹੈ ਹੁੰਦੀ ਹੈ। ਦਿੱਲੀ ਪੁਲਿਸ ਨੇ ਇਨਫੋਰਮੇਸ਼ਨ ਫਿਰ ਸ਼ੇਅਰ ਕੀਤੀ ਨਹੀਂ ਜਾਂ ਕਰਦੀ ਨਹੀਂ ਜਾਂ ਆਪਣੇ ਕੰਮ ਤੇ ਹੀ ਯਕੀਨ ਕਰਦੀ ਹੈ ਕਿ ਸ਼ੇਅਰ ਕਰਤੀ ਕਿਤੇ ਭੱਜ ਨਾ ਜਾਣ ਜਾਂ ਪੁਰਾਣਾ ਐਕਸਪੀਰੀਅੰਸ ਜਿਹੜਾ ਸੀਗਾ ਉਹ ਖੱਟਾ ਸੀਗਾ ਤੇ ਅਸੀਂ ਇਸ ਕਰਕੇ ਆਪ ਹੀ ਜਾ ਕੇ ਫੜ ਲਈਏ। ਗੌਰਵ ਜੀ ਜਦੋਂ ਕਿਸੇ ਘਰ ਦਾ ਮੁਖੀ ਘਰ 'ਚ ਨਹੀਂ ਨਾ ਹੁੰਦਾ ਤੇ ਉਹ ਘਰ ਜਿਹੜਾ ਨਾ ਉਥਲ ਪੁਥਲ ਮਚੀ ਹੁੰਦੀ ਹੈ ਤੇ ਖਰਾਬ ਹੋਇਆ ਹੁੰਦਾ। ਹੁਣ ਸਾਡੇ ਮੁਖੀ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਉਹ ਹੋਮ ਮਿਨਿਸਟਰ ਵੀ ਨੇ ਤੇ ਜਦੋਂ ਹੋਮ ਮਿਨਿਸਟਰ ਸਾਹਿਬ ਘਰ ਹੈ ਨਹੀਂ ਤੇ ਜਿਹੜੀ ਗਵਰਨੈਂਸ ਹੈ ਉਹਦੀ ਲੈਕਿੰਗ ਤੇ ਨਜ਼ਰ ਆਣੀ ਹੀ ਚਾਹੀਦੀ ਸੀਗੀ ਤੇ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਗੁਜਰਾਤ ਜਾਂ ਹਿਮਾਚਲ ਤੋਂ ਮੌਕਾ ਨਹੀਂ ਮਿਲ ਰਿਹਾ ਕਿ ਪੰਜਾਬ ਵੱਲ ਨੂੰ ਧਿਆਨ ਦੇਣ। ਇਸ ਕਰਕੇ ਦੂਸਰੇ ਪਾਸੇ ਦੇਖੋ ਪੰਜਾਬ ਪੁਲਿਸ ਬਹੁਤ ਕਾਮਯਾਬ ਤੇ ਵਧੀਆ ਪੁਲਿਸ ਫੋਰਸ ਮੰਨੀ ਜਾਂਦੀ ਹੈ
ਤੇ ਅਜੇ ਵੀ ਹੈਗੀ ਹੈ। ਮੈਨੂੰ ਲੱਗਦਾ ਹੈ ਕਿ ਕੈਪੇਬਲ ਪੁਲਿਸ ਫੋਰਸ ਹੈ, ਲੇਕਿਨ ਜਿਹੜੀ ਚੇਨ ਆਫ ਗਵਰਨੈਂਸ ਹੈ ਨਾ ਜੀ, ਉਹ ਕਿਤੇ ਨਾ ਕਿਤੇ ਦੋ ਤਿੰਨ ਇਨਸੀਡੈਂਟਸ ਇਦਾਂ ਦੇ ਹੋਏ ਨੇ ਜਿੱਥੋਂ ਲੱਗਦਾ ਹੈ ਕਿ ਉਹ ਹੈ ਨਹੀਂ। ਇੱਕ ਸਿੱਧੂ ਮੂਸੇਵਾਲੇ ਹੁਣਾਂ ਦਾ ਜਦੋਂ ਕਤਲ ਹੋਇਆ ਸੀਗਾ ਉਦੋਂ ਆ ਫੇਲ ਹੋਇਆ, ਚਾਹੇ ਇੰਟੈਲੀਜੈਂਸ ਵਿੰਗ ਫੇਲ ਹੋਇਆ, ਚਾਹੇ ਪੁਲਿਸ ਫੇਲ ਹੋਈ। ਦੂਜੇ ਪਾਸੇ ਉਹਨਾਂ ਨੂੰ ਜਦੋਂ ਫੜਿਆ ਗਿਆ ਉਦੋਂ ਵੀ ਫੇਲ ਹੋਏ। ਜਦੋਂ ਇਹਨਾਂ ਨੇ ਬੱਗੇ ਨੂੰ ਫੜਨ ਵਾਸਤੇ ਇੰਨੀ ਪੁਲਿਸ ਫੋਰਸ ਉੱਤੇ ਭੇਜਤੀ, ਉਸੇ ਤਰ੍ਹਾਂ ਕਈ ਇਦਾਂ ਦੇ ਇਨਸੀਡੈਂਟ ਹੋਏ ਨੇ ਜਿੱਥੇ ਆ ਬਾਰ-ਬਾਰ ਇਹਨਾਂ ਦੇ ਜਿਹੜੇ ਕੁਮਾਰ ਵਿਸ਼ਵਾਸ ਸੀਗੇ, ਜਲਕਾ ਲਾਂਬਾ ਵੀ ਸੀ, ਉਹਨਾਂ ਦੇ ਉੱਪਰ ਕੇਸ ਦਰਜ ਕਰਕੇ ਉਹਨਾਂ ਨੂੰ ਫੜਨ ਵਾਸਤੇ ਪੁਲਿਸ ਭੇਜੀ। ਦੇਖੋ ਚੇਨ ਆਫ ਗਵਰਨੈਂਸ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਉਹ ਸਹੀ ਨਹੀਂ ਹੈਗੀ, ਤੇ ਨੈਚੁਰਲੀ ਪੁਲਿਸ ਫੋਰਸਿਸ ਜਿਹੜੀਆਂ ਨੇ ਆਪਸ 'ਚ ਐਕਸਚੇਂਜ ਆਫ ਇਨਫੋਰਮੇਸ਼ਨ ਕਰਦੀਆਂ ਨੇ, ਪਰ ਜਿੱਥੇ ਕਿਸੇ ਪੁਲਿਸ ਦੂਸਰੀ ਸਟੇਟ ਦੀ ਪੁਲਿਸ ਨੂੰ ਲੱਗੇ ਕਿ ਇਨਫੋਰਮੇਸ਼ਨ ਐਕਸਚੇਂਜ ਕਰਨ ਦੇ ਨਾਲ ਉਹ ਡਿਜ਼ਾਇਰਡ ਰਿਜ਼ਲਟ ਨਹੀਂ ਮਿਲਣੇ, ਤੇ ਸ਼ਾਇਦ ਉਹ ਦੇਖੋ ਨਾ ਉਹ ਦਿਸ ਇਜ਼ ਬਿਟਵੀਨ them, ਉਹਨਾਂ ਦੀ ਛੱਡ ਦੇਣਾ ਚਾਹੀਦਾ ਹੈ। ਲੇਕਿਨ ਪੰਜਾਬ 'ਚ ਇਸ ਵਕਤ ਜਿਹੜੀ ਆਹਾਕਾਰ ਮਚੀ ਹੋਈ ਹੈ ਬਿਕੋਜ਼ ਆਫ ਲਾਅ ਐਂਡ ਆਰਡਰ ਸਿਚੁਏਸ਼ਨ, ਚਾਹੇ ਉਹ ਸੂਰੀ ਜੀ ਨਹੀਂ ਦਿੱਲੀ ਪੁਲਿਸ ਕੋਆਪਰੇਟ ਕਰਦੀ ਹੈ, ਦਿੱਲੀ ਪੁਲਿਸ ਕੋਆਪਰੇਟ ਕਰਦੀ ਹੈ। ਸੋਈ ਸਾਹਿਬ ਤੁਹਾਡੀ ਗੱਲਾਂ ਤੁਸੀਂ ਗੱਲ ਕਹਿੰਦੇ ਰੁਕ ਗਏ, ਤੁਸੀਂ ਕਹਿੰਦੇ ਰੁਕ ਗਏ। ਦਿੱਲੀ ਪੁਲਿਸ ਨੇ ਇਹਦਾ ਮਤਲਬ ਕੋਆਪਰੇਟ ਨਹੀਂ ਕੀਤਾ ਨਾ, ਇੱਥੇ ਇਨਫੋਰਮੇਸ਼ਨ ਇਹਨਾਂ ਨੇ ਦੇਤੀ। ਮੇਰਾ ਸਵਾਲ ਲਈਓ, ਹੁਣ ਤੁਸੀਂ ਸਵਾਲ ਲਈਓ, ਤੁਸੀਂ ਕਹਿੰਦੇ ਰੁਕ ਗਏ। ਪੰਜਾਬ ਵਾਲਿਆਂ ਨੇ ਇੱਥੇ ਅਗਰ ਕੋਈ ਕਾਰਾ ਹੋ ਜਾਂਦਾ, ਕਤਲ ਹੋ ਗਿਆ ਸੀਗਾ ਪ੍ਰਦੀਪ ਦਾ, ਤੇ ਇਹਨਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ, ਜੋ ਡਾਟਾ ਸੀਗਾ ਇਹਨਾਂ ਦੇ ਕੋਲ ਇਹਨਾਂ ਨੇ ਦੇ ਦਿੱਤਾ। ਹੁਣ ਜੇ ਉਹਨਾਂ ਦੇ ਨੈਟਵਰਕ ਦੇ ਵਿੱਚ ਹਰਿਆਣੇ ਵਾਲਾ ਮੋਡਿਊਲ ਆਉਂਦਾ, ਉਸ ਦੇ ਬੰਦੇ ਲਿੰਕੇਜ 'ਚ ਆਉਂਦੇ ਆ, ਤਾਂ ਉਹਨਾਂ ਨੂੰ ਸ਼ੇਅਰ ਕਰਕੇ ਐਟ ਦਾ ਅਰਲੀਐਸਟ ਜਿਹੜਾ ਇੱਥੇ ਨੱਪ ਲੈਣਾ ਚਾਹੀਦਾ ਸੀ, ਬਜਾਏ ਦਿੱਲੀ ਤੋਂ ਆਲ ਦਾ ਵੇ ਦੇ ਟਰੈਵਲ ਟੂ ਪਟਿਆਲਾ, ਫਿਰ ਆ ਕੇ ਫੜ ਕੇ ਜਾਂਦੇ ਆ। ਤੇ ਉਹ ਦਿੱਲੀ 'ਚ ਹੀ ਪ੍ਰੈਸ ਕਾਨਫਰੰਸ ਕਰਦੇ, ਦੇਖੋ ਅਸੀਂ ਫੜਿਆ, ਤੁਹਾਡੇ ਘਰ 'ਚ ਹੋਇਆ ਅਸੀਂ ਫੜਿਆ। ਇਟ ਇਜ਼ ਨਾਟ ਪੁਲਿਸ ਵਰਸਸ ਪੁਲਿਸ। ਸਾਡੀ ਪੁਲਿਸ ਕਾਬਿਲ ਹੈਗੀ, ਸਾਨੂੰ ਪਤਾ। ਗੌਰਵ ਜੀ ਆ ਸ਼ਾਇਦ ਤੁਹਾਨੂੰ ਜਾਂ ਮੈਨੂੰ ਆ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀਆਂ ਹੁੰਦੀਆਂ ਇੰਟੈਲੀਜੈਂਸ ਹੋਈਆਂ ਨੇ, ਉਹ ਸਾਡੀ ਨੌਲੇਜ 'ਚ ਨਹੀਂ ਹੋਣੀਆਂ ਹੈਗੀਆਂ, ਨਾ ਹੀ ਸਾਨੂੰ ਨੌਲੇਜ ਹੋਣੀ ਵੀ ਚਾਹੀਦੀ ਹੈ। ਲੇਕਿਨ ਸਾਨੂੰ ਪ੍ਰਾਈਮਾ ਫੇਸਾ ਸਾਨੂੰ ਆ ਨਜ਼ਰ ਆ ਰਹੇ ਨੇ ਕਿ ਗਵਰਨੈਂਸ ਨਹੀਂ ਹੈਗੀ। ਜਦੋਂ ਗਵਰਨੈਂਸ ਹੀ ਨਹੀਂ ਹੈ ਤੇ ਪੁਲਿਸ ਨੂੰ ਇੱਕ ਚੇਨ ਆਫ ਕਮਾਂਡ, ਦੇਖੋ ਕਮਾਂਡ ਕਿਹਨੇ ਦੇਣੀ ਹੈ? ਇੱਕ ਪੋਲੀਟੀਕਲ ਲੀਡਰਸ਼ਿਪ ਨੇ ਕਮਾਂਡ ਦੇਣੀ ਹੈ। ਮੈਨੂੰ ਲੱਗਦਾ ਹੈਗਾ ਕਿ ਉਹ ਕਮਾਂਡ ਜਿਹੜੀ ਹੈ, ਕਮਾਂਡ ਮਿਸਿੰਗ ਹੈਗੀ ਹੈ। ਓਕੇ, ਜਵਾਬ ਲੈ ਲਾਂ ਫਿਰ ਮੈਂ, ਚਲੋ ਮੈਂ ਫਿਰ ਜਵਾਬ ਲੈ ਲਾਂ। ਕਮਾਂਡ ਮਿਸਿੰਗ ਹੈ, ਜਵਾਬ ਲੈ ਲਈਏ। ਸੋਈ ਸਾਹਿਬ ਕੋਈ ਤੁਕ ਨਹੀਂ ਬਣਦੀ ਇਸ ਗੱਲ ਦੀ। ਸੰਗੇੜਾ ਸਾਹਿਬ, ਇਸ ਗੱਲ ਦੀ ਲੀਡਰਸ਼ਿਪ ਦਾ ਸੰਗੇੜਾ ਸਾਹਿਬ ਮੰਨੋ ਜਾਂ ਤੁਸੀਂ ਨਾ ਮੰਨੋ, ਨਹੀਂ, ਉਹ ਪੁਲਿਸ ਇਸ ਤਰ੍ਹਾਂ ਕੰਮ ਨਹੀਂ ਕਰਦੀ। ਸੋਈ ਸਾਹਿਬ, ਪੁਲਿਸ ਇਸ ਤਰ੍ਹਾਂ ਕੰਮ ਨਹੀਂ ਕਰਦੀ ਜਿੱਦਾਂ ਤੁਸੀਂ ਬਣਾ ਰਹੇ ਹੋ। ਪੁਲਿਸ ਡਿਸਪਲਿਨ ਫੋਰਸ ਹੈ। ਤੁਹਾਡੇ ਸਾਹਮਣੇ ਲਾਅ ਐਂਡ ਆਰਡਰ ਸਿਚੁਏਸ਼ਨ ਬੁਰੀ ਤਰ੍ਹਾਂ ਤੁਸੀਂ ਬਲੇਮ ਲਾਈ ਚੱਲੋ ਜੋ ਮਰਜ਼ੀ ਪਾਰਟੀ ਦੇ ਵਿਰੋਧੀ ਤੇ, ਤੁਸੀਂ ਮੈਕੜਸ਼ਾਲੀ ਕਰੋ, ਸਾਡੇ ਤੇ ਕੋਈ ਗੱਲ ਨਹੀਂ ਹੈ। ਦਿੱਲੀ ਪੁਲਿਸ ਜਾਂ ਪੰਜਾਬ ਪੁਲਿਸ, ਕੋਈ ਵੀ ਪੁਲਿਸ ਇਸ ਤਰ੍ਹਾਂ ਨਹੀਂ ਕਰਦੀ ਜਿੱਦਾਂ ਤੁਸੀਂ ਕਹਿ ਰਹੇ ਹੋ। ਡਿਸਪਲਿਨਡ ਫੋਰਸ ਹੈ ਉਹ ਇਸ ਬਹਾਨੇ ਨਹੀਂ ਕਰ ਸਕਦੇ ਹਾਈਡ ਇਨਫੋਰਮੇਸ਼ਨ ਵੀ ਉੱਥੇ ਦਾ ਮੁੱਖ ਮੰਤਰੀ ਚੋਣ ਪ੍ਰਚਾਰ ਕਿਉਂ ਕਰਦਾ। ਇਹ ਤੁਹਾਡਾ ਕੰਮ ਹੈ ਸਾਡੀ ਨਿੰਦਿਆ ਕਰਨਾ, ਮੁੱਖ ਮੰਤਰੀ ਸਾਹਿਬ ਦੀ ਡੈਫੇਮੇਸ਼ਨ ਕਰਨ ਦੀ ਕੋਸ਼ਿਸ਼ ਕਰਨੀ, ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਕਿ ਇੱਥੇ ਹੈ ਹੀ ਨਹੀਂ। ਹਮੇਸ਼ਾ ਹੀ ਇੱਥੇ ਦੇਖੋ ਗੱਲ ਹੁੰਦੇ ਆ, ਜਿਹੜੇ ਆ ਪ੍ਰਚਾਰ ਕਰਨ ਜਾਂਦੇ ਆ। ਨਹੀਂ ਦੇਖੋ ਕੋਈ ਸਾਹਿਬ ਸਾਰੀਆਂ ਪਾਰਟੀਆਂ ਦੇ, ਤੁਸੀਂ ਦੱਸੋ ਮੈਨੂੰ ਡੀਜੀਪੀ ਕੋਲ ਕਿਹੜੇ ਪੁਲਿਸ ਆਫੀਸਰ ਕੋਲ, ਮੈਨੂੰ ਦੱਸੋ ਤੁਸੀਂ ਕਿਹੜੇ ਪੁਲਿਸ ਆਫੀਸਰ ਕੋਲ ਪਾਵਰ ਆ ਜਿਹੜਾ ਉਹ ਪਹਿਲਾਂ ਪਤਾ ਕਰੂਗਾ ਵੀ ਸੀਐਮ ਦਾ ਸ਼ੈਡਿਊਲ ਕੀ ਹੈ। ਜੇ ਸੀਐਮ ਦਾ ਸ਼ੈਡਿਊਲ ਉਹ ਟੂਰ ਤੇ ਆ ਤੇ ਮੈਂ ਆਪੇ ਫੜ ਲੈਣਾ, ਮੈਂ ਪੁਲਿਸ ਨੂੰ ਸੂਚਨਾ ਨਹੀਂ ਦੇਣੀ। ਨੋ, ਬਿਗ ਨੋ, ਇਟ ਡਜ਼ ਨਾਟ ਵਰਕ ਲਾਈਕ ਦਿਸ। ਐਵੇਂ ਨਾ ਗੁੰਮਰਾਹ ਨਾ ਕਰੋ ਤੁਸੀਂ। ਬਾਕੀ ਠੀਕ ਹੈ, ਇਹ ਵੱਡੀ ਰੱਖਿਆ ਮਾਸਟਰਸ ਨੂੰ ਬਚਾਉਣ ਵਾਸਤੇ ਦੇਖੋ ਵੱਡੀ ਗੱਲ ਹੈ। ਲਾਅ ਐਂਡ ਆਰਡਰ ਨੂੰ ਆਪਾਂ ਮੇਨਟੇਨ ਕਰਨਾ, ਆਪਾਂ ਰਾਜਨੀਤੀ ਨਾ ਕਰੀਏ, ਰੋਟੀਆਂ ਨਾ ਸੇਕੀਏ ਆਪਣੀਆਂ। ਨਹੀਂ, ਆਪਣੀਆਂ ਰੋਟੀਆਂ, ਸਿਆਸੀ ਰੋਟੀਆਂ ਇਸ ਗੱਲ ਤੇ ਨਾ ਸੇਕੀਏ। ਲਾਅ ਐਂਡ ਆਰਡਰ ਦਾ ਮਸਲਾ ਆ, ਲੋਕਾਂ ਦੀ ਜਾਨ ਮਾਲ ਦਾ ਮਸਲਾ ਆ। ਕੋਈ ਸਾਹਿਬ ਇਸੇ ਕਰਕੇ ਤਾਂ ਮਾਮਲਾ ਇੰਨਾ ਗੰਭੀਰ ਸੀਗਾ। ਅੱਜ ਦੂਜੇ ਦਿਨ ਵੀ ਇਸ ਦੇ ਉੱਪਰ ਅਸੀਂ ਚਰਚਾ ਕਰ ਰਹੇ ਹਾਂ। ਐਗਜ਼ੈਕਟਲੀ, ਕਿਉਂਕਿ ਮਾਮਲਾ ਇੰਨਾ ਗੰਭੀਰ ਹੈ, ਚਰਚਾ ਇਸ ਕਰਕੇ ਕਰ ਰਹੇ ਹਾਂ। ਗੌਰਵ ਜੀ ਇਹਨਾਂ ਤੋਂ ਇਹ ਪੁੱਛੋ ਵੀ ਪੁਲਿਸ ਇਦਾਂ ਕਿੱਦਾਂ ਫੈਸਲਾ ਲੈ ਸਕਦੀ ਹੈ ਕਿ ਨਹੀਂ ਲੈ ਸਕਦੀ? ਨਹੀਂ ਲੈ ਸਕਦੀ। ਸੋਈ ਸਾਹਿਬ ਦਿਓ ਜਵਾਬ, ਸੋਈ ਸਾਹਿਬ ਦਿਓ ਜਵਾਬ। ਜਿਹੜਾ ਫੈਸਲਾ ਪੁੱਛਦੇ ਪਏ ਨੇ, ਦੇਖੋ ਪੁਲਿਸ ਇਸ ਵਕਤ ਪੰਜਾਬ ਪੁਲਿਸ ਕਿਹਦੇ ਅੰਡਰ ਹੈ? ਪੰਜਾਬ ਪੁਲਿਸ ਸਰਦਾਰ ਭਗਵੰਤ ਸਿੰਘ ਮਾਨ ਹੋਮ ਮਿਨਿਸਟਰ ਨੇ, ਉਹਨਾਂ ਦੇ ਅੰਡਰ ਕੰਮ ਕਰ ਰਹੀ ਹੈ। ਮੇਰੀ ਗੱਲ ਸੁਣੋ, ਜਦੋਂ ਦਿੱਲੀ ਪੁਲਿਸ ਨੇ ਇਹ ਮੈਨੂੰ ਵੀ ਨਹੀਂ ਪਤਾ ਵੀ ਕਿਉਂ ਨਹੀਂ ਇਨਫੋਰਮੇਸ਼ਨ ਦਿੱਤੀ। ਲੋ ਸੋਈ ਸਾਹਿਬ,
ਤੁਸੀਂ ਵੱਡੇ ਆਗੂ ਹੋ, ਮੈਂ ਮੰਨਦਾ ਆ, ਕੇਂਦਰ ਤੁਹਾਡੀ ਸਰਕਾਰ ਆ, ਮੈਂ ਮੰਨਦਾ ਆ। ਮੈਨੂੰ ਇਹ ਗੱਲ ਦੱਸੋ, ਜਲੰਧਰ ਕੋਲ ਪੁਲਿਸ ਮੁਕਾਬਲਾ ਹੋਇਆ, ਪੰਜਾਬ ਪੁਲਿਸ ਨੇ ਗੰਨੇ ਦੇ ਖੇਤਾਂ 'ਚੋਂ ਜਾ ਕੇ ਰਿਸਕ ਲੈ ਕੇ, ਬੁਲਟ ਪ੍ਰੂਫ ਜੈਕਟਸ ਵੀ ਨਹੀਂ ਸੀਗੀਆਂ ਉਸ ਵੇਲੇ ਪੂਰੀਆਂ, ਤਾਂ ਵੀ ਉਹਨਾਂ ਨੂੰ ਕਾਬੂ ਕੀਤਾ। ਕਿਹਨੇ ਇਨਫੋਰਮੇਸ਼ਨ ਦਿੱਤੀ? ਦਿੱਲੀ ਪੁਲਿਸ ਨੇ। ਕਿਹਨੇ ਕੋਆਪਰੇਟ ਕੀਤਾ? ਦਿੱਲੀ ਪੁਲਿਸ ਨੇ। ਵਾਟ ਇਜ਼ ਰੋਂਗ ਇਨ ਦੈਟ? ਉਹਦੇ 'ਚ ਗਲਤ ਗੱਲ ਕੀ ਆ? ਆਪਾਂ ਨਾ ਕਰੀਏ ਵੀਰ ਇਦਾਂ, ਹੋਰ ਬਹੁਤ ਮੌਕੇ ਆਉਣੇ ਆ ਸਿਆਸਤ ਕਰਨ ਦੇ। ਠੀਕ ਹੈ, ਖੜਿਆਲ ਸਾਹਿਬ ਮਨਾ ਕਰ ਰਹੇ ਆ। ਸਿਆਸਤ ਠੀਕ ਨਾ ਹੈ, ਕਰੀਏ। ਇਹੀ ਤਾਂ ਗੱਲ ਸੀਗੀ ਜਿਹੜੀ ਆਪਾਂ ਜਾਣਨਾ ਚਾਹ ਰਹੇ ਸੀਗੇ। ਇਹੀ ਤਾਂ ਗੱਲ ਸੀਗੀ। ਪੁਲਿਸ ਨੂੰ ਤੁਸੀਂ ਗਵਰਨ ਹੀ ਨਹੀਂ ਕਰ ਪਾ ਰਹੇ ਪੰਜਾਬ 'ਚ। ਠੀਕ ਹੈ, ਬਿਲਕੁਲ ਗਲਤ ਗੱਲ ਹੈ, ਬਿਲਕੁਲ ਗਲਤ ਗੱਲ ਹੈ। ਇੱਕ ਵਾਰ ਮੈਂ ਖੜਿਆਲ ਸਾਹਿਬ ਦਾ ਪੁਆਇੰਟ ਲੈ ਕੇ ਫਿਰ ਵੇਦ ਭੂਸ਼ਣ ਜੀ ਕੋਲ ਜਾਣਾ ਹੈ। ਐਵੀਡੈਂਸ ਇਕੱਠਾ ਕਰਨਾ ਸ਼ੁਰੂ ਕੀਤਾ ਔਰ ਐਵੀਡੈਂਸ ਦੂਜਿਆਂ ਸੂਬਿਆਂ 'ਚ ਵੀ ਸ਼ੇਅਰ ਕੀਤਾ, 에ਅਰਪੋਰਟਸ ਤੇ ਸ਼ੇਅਰ ਕੀਤਾ, ਸਾਰਾ ਕੁਝ ਆਇਡੈਂਟੀਫਾਈ ਕਰ ਲਿਆ ਵਿਦ ਇਨ ਨੋ ਟਾਈਮ। 6 ਸ਼ੂਟਰ ਆਇਡੈਂਟੀਫਾਈ ਕਰ ਲਿਆ, 6 ਮੈਨੂੰ ਲੱਗਦਾ ਹੈ ਕਿ ਤੁਸੀਂ ਪੰਜਾਬ ਪੁਲਿਸ ਦੇ ਐਡਵਾਈਜ਼ਰ ਬਣ ਕੇ ਲੱਗਦੇ ਹੈਗੇ ਹੋ। ਤੁਹਾਨੂੰ ਪੂਰੀ ਇਨਫੋਰਮੇਸ਼ਨ ਹੈ ਕਿੱਥੇ ਕਿਹਦੇ ਇਨਫੋਰਮੇਸ਼ਨ ਹੋਈ ਹੈ। ਨਹੀਂ ਇਦਾਂ ਨਾ ਕਰੋ ਵੀਰ। ਠੀਕ ਹੈ ਖੜਿਆਲ ਸਾਹਿਬ, ਜੋ ਆਪਾਂ ਦੇਖਿਆ ਇੱਕ ਮਿੰਟ ਜਵਾਬ ਲੈ ਕੇ ਆ ਲੰਦੋ। ਕਾਂਗਰਸ ਦਾ ਵਰਜਨ ਲੈ ਕੇ ਮੈਂ ਆ ਰਿਹਾ, ਪਲੀਜ਼ ਲੈਟ ਮੀ ਪਲੀਜ਼। ਖੜਿਆਲ ਸਾਹਿਬ ਜੋ ਆਪਾਂ ਚਰਚਾ ਕਰ ਰਹੇ ਹਾਂ, ਤੁਸੀਂ ਗੱਲ ਸਾਰੀ ਸੁਣੀ। ਸਵਾਲ ਜਿਹੜਾ ਖੜਾ ਹੋ ਰਿਹਾ ਮਤਲਬ ਕਿ ਸਤਰਕਤਾ ਦੀ ਗੱਲ ਖੜੀ ਹੋ ਰਹੀ ਹੈ ਕਿ ਆਪਾਂ ਇੰਨੇ ਚੌਕਸ ਹੈਗੇ ਸੀਗੇ ਕਿ ਨਹੀਂ ਹੈਗੇ ਸੀਗੇ, ਤੇ ਲਾਅ ਐਂਡ ਆਰਡਰ ਦਾ ਮਸਲਾ ਕੀ ਖੜਾ ਹੋ ਰਿਹਾ ਜਾਂ ਕੀਤਾ ਜਾ ਰਿਹਾ, ਸਵਾਲ ਇਹ ਤੇ ਆਪਾਂ ਉਹਨੂੰ ਠੀਕ ਕਰਨਾ ਜੀ। ਉਮੀਦ ਕਰਦਾ ਹਾਂ ਕਿ ਮੈਨੂੰ ਕੋਈ ਇੰਟਰਪਟ ਨਹੀਂ ਕਰੂਗਾ, ਸਪੈਸ਼ਲੀ ਸੰਘੇੜਾ ਸਾਹਿਬ, ਕਿਉਂਕਿ ਦਰਸ਼ਕ ਬੜੇ ਸਮਝਦਾਰ ਨੇ, ਬੜੇ ਸਮਾਰਟ ਨੇ, ਉਹਨਾਂ ਨੂੰ ਪਤਾ ਕੌਣ ਝੂਠ ਬੋਲਦਾ, ਕੌਣ ਗਲਤ ਬੋਲਦਾ, ਕੌਣ ਸੱਚ ਬੋਲਦਾ। ਸੋ ਪਹਿਲਾਂ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਨਾ ਗੌਰਵ ਜੀ, ਤੁਸੀਂ ਫੈਕਟਸ ਚੱਕ ਲਓ, ਸਟੈਟਿਸਟਿਕ ਚੱਕ ਲਓ, ਪਿਛਲੇ 7 ਮਹੀਨਿਆਂ ਦੇ ਵਿੱਚ ਪੰਜਾਬ ਦਾ ਲਾਅ ਐਂਡ ਆਰਡਰ ਚਰਮਰਾ ਗਿਆ ਹੈ, ਕੰਪਲੀਟ ਤਰੀਕੇ ਨਾਲ ਬ੍ਰੇਕਡਾਊਨ ਹੋ ਗਿਆ ਹੈ। ਇੰਨੇ ਇਨਸੀਡੈਂਟਸ ਜੋ ਅਨਪ੍ਰੈਸੀਡੈਂਟ ਨੇ, ਪੰਜਾਬ ਨੇ ਕਦੇ ਦੇਖੇ ਨਹੀਂ ਸੀਗੇ, ਉਹ ਇਹ 7 ਮਹੀਨਿਆਂ ਦੇ ਵਿੱਚ ਹੋਏ ਹੈ। ਸਿੱਧੂ ਮੂਸੇਵਾਲੇ ਦਾ ਮਰਡਰ, ਇੰਟਰਨੈਸ਼ਨਲ ਕਬੱਡੀ ਪਲੇਅਰਸ ਦਾ ਕਤਲ, ਆ 5-6 ਦਿਨ ਪਹਿਲਾਂ ਮਿਸਟਰ ਸੂਰੀ ਦਾ ਕਤਲ, ਕੱਲ ਇਹ ਕਤਲ, ਉਹ ਤੋਂ ਪਹਿਲਾਂ ਐਕਸਟੋਰਸ਼ਨ ਰੇਟ ਵੱਧ ਗਿਆ, ਅਬਡਕਸ਼ਨ ਰੇਟ ਵੱਧ ਗਿਆ, ਡਰੱਗ ਰੇਟ ਵੱਧ ਗਿਆ, ਐਨਸੀਆਰਬੀ ਦੀ ਰਿਪੋਰਟ ਕਰੀ ਐਨਡੀਪੀਐਸ ਰਿਲੇਟਡ ਕ੍ਰਾਈਮ ਵੱਧ ਗਿਆ, ਬੀਵੀਆਈਪੀਜ਼ ਨੂੰ, ਫਾਰਮਰ ਡਿਪਟੀ ਸੀਐਮਸ ਨੂੰ ਧਮਕੀਆਂ ਆ ਰਹੀਆਂ, ਥ੍ਰੈਟ ਕਾਲਸ ਆ ਰਹੀਆਂ। ਇਹ ਪੰਜਾਬ ਦੇ ਹਾਲਾਤ ਬਣ ਗਏ, ਪੰਜਾਬ ਦਾ ਲਾਅ ਐਂਡ ਆਰਡਰ ਇਹ ਜਦ ਬਣ ਗਏ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ, ਕਿਉਂਕਿ ਇਨਐਕਸਪੀਰੀਅੰਸ ਇਨਇਫੈਕਟਿਵ ਤਾਂ ਹੀ ਹੈ। ਦੇਖੋ ਦਿੱਲੀ ਆਮ ਆਦਮੀ ਪਾਰਟੀ, ਦਿੱਲੀ ਦੀ ਸਰਕਾਰ ਨੂੰ ਕੋਈ ਤਜਰਬਾ ਨਹੀਂ ਲਾਅ ਐਂਡ ਆਰਡਰ ਦਾ, ਕਿਉਂਕਿ ਉੱਥੇ ਇਹਨਾਂ ਕੋਲੇ ਪਾਵਰ ਹੀ ਨਹੀਂ ਹੈ, ਪ੍ਰੋਵੀਜ਼ਨ ਇਹ ਸਬਜੈਕਟ ਉਹਨਾਂ ਕੋਲੇ ਹੈ ਹੀ ਨਹੀਂ। ਇਹ ਸੈਂਟਰ ਦੇ ਅੰਡਰ ਆਉਂਦਾ ਦਿੱਲੀ ਦੇ ਵਿੱਚ। ਪੰਜਾਬ ਦੇ ਵਿੱਚ ਨਵੀਂ ਸਰਕਾਰ ਹੈ, ਦੇਅਰਫੋਰ ਇਹਨਾਂ ਨੂੰ ਕੋਆਰਡੀਨੇਟ ਕਰਨਾ ਨਹੀਂ ਆ ਰਿਹਾ। ਜਦੋਂ ਵਿਧਾਨ ਸਭਾ ਸੈਸ਼ਨ ਸੀਗਾ ਸੰਘੇੜਾ ਸਾਹਿਬ, ਉਦੋਂ ਇਹਨੇ ਇਨਸੀਡੈਂਟਸ ਹੋ ਗਏ ਸੀਗੇ, ਗ੍ਰੇਨੇਡ ਲਾਂਚਰ ਫਾਇਰ ਹੋ ਗਿਆ ਸੀਗਾ, ਪਟਿਆਲਾ ਪ੍ਰੋਟੈਸਟ ਹੋ ਗਿਆ ਸੀ, ਕਲੈਸ਼ ਹੋ ਗਿਆ ਸੀਗਾ, ਹੋਰ ਹੋ ਗਿਆ ਸੀ। ਤੁਸੀਂ ਡਿਸਕਸ ਕਰਦੇ, ਪਲਾਨ ਆਫ ਐਕਸ਼ਨ ਫਾਰਮੂਲੇਟ ਕਰਦੇ ਵਿਧਾਨ ਸਭਾ ਦੇ ਵਿੱਚ, ਸਾਡੇ ਤੋਂ ਰਾਏ ਲੈ ਲੈਂਦੇ, ਹੋਰ ਸਰਕਾਰਾਂ ਜਿਹੜੀਆਂ ਪਹਿਲਾਂ ਰਹੀਆਂ ਉਹਨਾਂ ਤੋਂ ਰਾਏ ਲੈ ਲੈਂਦੇ ਪੰਜਾਬ ਦੀ ਖੁਸ਼ਹਾਲੀ ਲਈ, ਪੰਜਾਬ ਦੀ ਚੰਗਿਆਈ ਲਈ। ਲੇਕਿਨ ਆਮ ਆਦਮੀ ਪਾਰਟੀ ਨੇ 1 ਮਿੰਟ ਨਹੀਂ ਦਿੱਤਾ। ਆਪਰੇਸ਼ਨ ਨੋਟਿਸ ਦੀ ਡਿਸਕਸ਼ਨ ਕੀਤੀ, ਲਾਅ ਐਂਡ ਆਰਡਰ ਤੇ ਨਹੀਂ। ਕਿੱਥੋਂ ਪਤਾ ਲੱਗਦਾ ਹੈ ਆਮ ਆਦਮੀ ਪਾਰਟੀ ਦੀ ਪ੍ਰਾਇੋਰਟੀ ਪੰਜਾਬ ਦਾ ਲਾਅ ਐਂਡ ਆਰਡਰ, ਪੰਜਾਬ ਦਾ ਲਾਅ ਐਂਡ ਆਰਡਰ ਤੇ ਖੁਸ਼ਹਾਲੀ ਨਹੀਂ ਹੈ। ਲੇਕਿਨ ਇਹ ਕਹਿੰਦੇ ਵੀ ਦੇਖੋ ਪੋਲੀਟੀਸ਼ੀਅਨਸ ਨੇ ਕੈਂਪੇਨਿੰਗ ਤਾਂ ਕਰਨੀ ਹੁੰਦੀ ਹੈ। ਦੇਖੋ ਸੰਘੇੜਾ ਸਾਹਿਬ, ਜਦੋਂ ਤਾਂ ਹਾਲਾਤ ਚੰਗੇ ਹੋਣ, ਪੰਜਾਬ ਇੱਕ ਬਾਰਡਰ ਸਟੇਟ ਹੈ, ਸੈਂਸਿਟਿਵ ਸਟੇਟ ਹੈ, ਜੇ ਤਾਂ ਹਾਲਾਤ ਬੜੇ ਚੰਗੇ ਹੁੰਦੇ, ਬੜਾ ਸਟੇਬਲ ਚੱਲ ਰਿਹਾ ਹੁੰਦਾ ਕੰਮ, ਤਾਂ ਇਟ ਵੁੱਡ ਹੈਵ ਬੀਨ ਵੈਰੀ ਗੁੱਡ ਜਾਂਦੇ। ਲੇਕਿਨ ਜਦੋਂ ਇਹ ਜੇ ਡਾਇਰ ਹਾਲਾਤ ਨੇ, ਇਹ ਜੇ ਮਾੜੇ ਸਰਕਮਸਟੈਂਸਸ ਚੱਲਦੇ ਆ, ਅਨਸੇਫਟੀ ਦਾ ਮਾਹੌਲ ਹੈ, ਇੰਨੇ ਇਨਸੀਡੈਂਟਸ ਹੋ ਰਹੇ ਆ, ਤਾਂ ਕੀ ਭਗਵੰਤ ਮਾਨ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਹੈ ਵੀ ਇੱਥੇ ਪੰਜਾਬ 'ਚ ਰਹਿਣ, ਪੰਜਾਬ ਦੀ ਪੁਲਿਸ ਨਾਲ ਕੋਆਰਡੀਨੇਟ ਕਰਨ, ਸਖਤ ਹਦਾਇਤਾਂ ਦੇਣ? ਮੈਂ ਤੁਹਾਨੂੰ ਇਹ ਗੱਲ ਪੁੱਛਦਾ ਸੰਘੇੜਾ ਸਾਹਿਬ, ਹੋਰ ਕਿੰਨੇ ਇਨਸੀਡੈਂਟ ਲੱਗਣਗੇ, ਹੋਰ ਕਿੰਨੇ ਮਰਡਰਸ ਲੱਗਣਗੇ ਪੰਜਾਬ ਦੀ ਸਰਕਾਰ ਨੂੰ ਸੰਜੀਦਾ ਹੋਣ ਲਈ, ਸੀਰੀਅਸ ਹੋਣ ਲਈ? ਜਵਾਬ ਲੈ ਲਿਆ ਆਪਾਂ। ਲਾਸਟ ਪੁਆਇੰਟ ਹੈ ਜੀ, ਲਾਸਟ ਪੁਆਇੰਟ ਹੈ। ਇਹ ਹੁਣ ਕਹਿ ਰਹੇ ਆ ਵੀ ਅਸੀਂ ਸਖਤ ਹਦਾਇਤ ਦਵਾਂਗੇ। ਸਖਤ ਹਦਾਇਤ ਪਹਿਲਾਂ ਕਿਉਂ ਨਹੀਂ ਦਿੱਤੀ? ਪਹਿਲੀ ਚੀਜ਼, ਕੋਈ ਪਲਾਨ ਆਫ ਐਕਸ਼ਨ ਕਿਉਂ ਨਹੀਂ ਫਾਰਮੂਲੇਟ ਹੋਇਆ? ਨੰਬਰ 3, ਇੰਟੈਲੀਜੈਂਸ ਕਿੱਥੇ ਹੈ? ਗੌਰਜੀ, ਜੇ ਤੁਹਾਡੇ ਕੋਲੇ ਸਿਕਿਉਰਿਟੀ ਹੋਵੇ ਨਾ, ਉਹਦਾ ਮਤਲਬ ਹੈ ਵੀ ਤੁਹਾਨੂੰ ਥ੍ਰੈਟ ਪਰਸੈਪਸ਼ਨ ਹੈ, ਤੇ ਜੇ ਤੁਹਾਨੂੰ ਥ੍ਰੈਟ ਪਰਸੈਪਸ਼ਨ ਹੈ ਤੇ ਸਿਕਿਉਰਿਟੀ ਹੈਜ਼ ਬੀਨ ਗਿਵਨ ਟੂ ਯੂ, that means ਕਿ ਇੰਟੈਲੀਜੈਂਸ ਕੰਮ ਕਰ ਰਹੀ ਹੈ, ਲੁੱਕ ਆਫਟਰ ਕਰ ਰਹੀ ਹੈ। ਸੋ ਇੱਥੇ ਇੰਟੈਲੀਜੈਂਸ ਕਿੱਥੇ ਗਈ ਹੈ ਇਨਸੀਡੈਂਟਸ ਦੇ ਵਿੱਚ? ਤੇ ਨਾਲੇ ਇਹ ਜੇ ਇਹਨਾਂ ਨੇ ਜਦੋਂ ਮੈਂ ਲਾਸਟ ਜੀ, ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਨਾ, ਫॉर एग्जांपल, ਜਿਹਨੇ ਨਾਮ ਪਬਲਿਸ਼ ਕੀਤਾ ਟਵਿੱਟਰ ਤੇ, ਜਿਹਨੇ ਸਿਕਿਉਰਿਟੀ ਡਿਟੇਲ ਲੀਕ ਕੀਤੀ, ਜੇ ਲੋਕਾਂ ਖਿਲਾਫ ਉਦੋਂ ਐਕਸ਼ਨ ਲੈ ਲਿਆ ਹੁੰਦਾ, ਇੱਕ ਸਟ੍ਰਿੰਜੈਂਟ ਪਨਿਸ਼ਮੈਂਟ ਦੇਤੀ ਹੁੰਦੀ, ਉਹਨਾਂ ਨੂੰ ਫੜ ਲਿਆ ਹੁੰਦਾ, ਤਾਂ ਸ਼ਾਇਦ ਅੱਜ ਕਿਸੇ ਦੀ ਵੀ ਇਹ ਹਿੰਮਤ ਨਾ ਹੁੰਦੀ ਕਿ ਦਿਨ ਦਿਹਾੜੇ ਕਿਸੇ ਦਾ ਵੀ ਕਤਲ ਕਰ ਦਿੰਦੇ, ਬਿਕੋਜ਼ ਆਮ ਆਦਮੀ ਪਾਰਟੀ ਨੇ ਕੁਝ ਕੀਤਾ ਤਾਂ ਰੂਲ ਆਫ ਲਾਅ ਤੇ ਫੇਅਰ ਆਫ ਲਾਅ ਖਤਮ। ਸੰਘੇੜਾ ਸਾਹਿਬ,
ਗੌਰਵ ਜੀ ਫਾਰਮੂਲੇਸ਼ਨ ਗੌਰਵ ਕਹਿੰਦੇ ਹੈ ਜੀ, ਕਿ ਹੈ ਹਾਰਡ ਸਟੈਪਸ ਜਿਹੜੇ ਹੈਗੇ ਆ ਕਹਿੰਦੇ ਉਹ ਕੀ ਹੈ, ਸਖਤ ਹਦਾਇਤਾਂ ਕਹਿੰਦੇ ਕੀ ਹੈ, ਆਪਾਂ ਕਹਿੰਦੇ ਧਿਆਨ ਨਹੀਂ ਦੇ ਰਹੇ। ਇਹ ਹੁਣ ਕਹਿ ਰਹੇ ਵੀ ਸਖਤ ਹਦਾਇਤਾਂ ਹਾਂ ਤੇ ਫਲਾਣਾ ਦੇਖੋ ਨਾ ਕੌਣ ਰਹੇ ਨੇ, ਕਾਂਗਰਸ ਪਾਰਟੀ ਦੇ ਸਪੋਕਸਪਰਸਨ ਨੇ, ਐਜ ਏ ਪਰਸਨ ਨਹੀਂ ਮੈਂ ਇਹਨਾਂ 'ਚ ਕੋਈ ਨੁਕਸ ਕੱਢਦਾ, ਬਹੁਤ ਵਧੀਆ ਵਕੀਲ ਨੇ, ਇਸੇ ਕਰਕੇ ਗੱਲਾਂ ਨੂੰ ਟਵਿਸਟ ਕਰੀ ਜਾ ਰਹੇ ਨੇ, ਟਵਿਸਟ ਕਰ ਰਹੇ ਨੇ ਗੱਲਾਂ ਨੂੰ, ਕਹਿੰਦੇ ਸਾਡੀ ਸਲਾਹ ਲੈ ਲੈਂਦੇ। ਤੁਸੀਂ ਤਾਂ ਪੁਆੜੇ ਦੀ ਜੜ ਹੋ, ਇਹ ਬੂਟਾ ਗੈਂਗਸਟਰਵਾਦ ਦਾ ਤੁਸੀਂ ਲਾਇਆ ਤੇ ਇਸ ਨੂੰ ਪਾਲਿਆ, ਦੂਜੇ ਸੂਬਿਆਂ ਚੋਂ ਗੈਂਗਸਟਰ ਲਿਆ ਕੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਦੇ ਹੋ ਤੁਸੀਂ, ਇੰਟਰਸਟੇਟ ਗੈਂਗ ਬਣ ਗਏ, ਬਾਹਰ ਤੱਕ ਉਹਨਾਂ ਦੀਆਂ ਰੂਟਸ ਬਣ ਗਈਆਂ। ਉਹ ਜਦੋਂ ਅਸੀਂ ਉਹਨੂੰ ਡਿਸਮੈਂਟਲ ਕਰਨ ਲੱਗੇ ਆ, ਤੁਹਾਡਾ ਬੂਟਾ ਲਾਇਆ ਹੋਇਆ, ਤੁਹਾਡੇ ਇਹ ਨੈਗੇਟਿਵ ਮਹਿਲ ਉਸਾਰੇ ਹੋਏ, ਜਦੋਂ ਅਸੀਂ ਡਿਸਮੈਂਟਲ ਕਰ ਰਹੇ ਆ ਤਾਂ ਉਹਨਾਂ ਦੀਆਂ ਰੂਟਸ ਪਤਾ ਲੱਗ ਰਹੀਆਂ ਕਿੱਥੇ ਕਿੱਥੇ ਤੱਕ, ਤੇ ਤੁਸੀਂ ਕਹਿ ਰਹੇ ਆ ਸਾਡੇ ਕੋਲੋਂ ਸਲਾਹ ਲੈ ਲੈਂਦੇ। ਜੇ ਤੁਸੀਂ ਤਾਂ ਸੂਬੇ ਦਾ ਹਰ ਪਾਸਿਓਂ ਸਤਿਆਨਾਸ਼ ਕੀਤਾ ਆ, ਤੁਹਾਡੇ ਤੋਂ ਪਹਿਲੇ ਵਾਲਿਆਂ ਨੇ। ਮੈਂ ਤਾਂ ਬਲੇਮ ਗੇਮ 'ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਸੈਂਸੇਸ਼ਨਲ ਮੁੱਦਾ ਆ, ਜਾਨ ਗਈ ਆ ਕਿਸੇ ਦੀ, ਆਪਾਂ ਉਹਨਾਂ ਨੂੰ ਉਹ ਗੈਂਗਸਟਰਵਾਦ ਨੂੰ ਵੀ ਖਤਮ ਕਰਨਾ, ਦੋਸ਼ੀਆਂ ਨੂੰ ਵੀ ਫੜਨਾ ਆ, ਤੇ ਤੁਸੀਂ ਇੱਥੇ ਸਿਆਸਤ ਕਰਨ ਲੱਗ ਗਏ ਘੜੀ ਘੜੀ। ਜੇ ਭਗਵੰਤ ਮਾਨ ਜਿੱਦਾਂ ਮੁੱਖ ਮੰਤਰੀ ਸਾਹਿਬ ਅਮਰੀਕਾ ਚਲੇ ਗਏ ਹੁੰਦੇ ਆ, ਹਾਂਜੀ ਹੀ ਇਜ਼ ਵੈਰੀ ਮਚ ਹੀਅਰ, ਇਹ ਕੁਛ ਦਿਨਾਂ ਲਈ ਸਾਰੇ ਹੀ ਜਾਂਦੇ ਆ। ਤੁਹਾਡੇ ਕੈਪਟਨ ਸਾਹਿਬ 4.5 ਸਾਲ ਲੱਭੇ ਹੀ ਨਹੀਂ ਸੀ, ਜਾਂ ਇੱਥੇ ਹੁੰਦੇ ਸੀ ਜਾਂ ਸ਼ਿਮਲੇ 'ਚ ਹੁੰਦੇ ਸੀਗੇ, ਜਿਹਦੇ ਨਾਲ ਹੁੰਦੇ ਸੀ ਉਹ ਮੈਂ ਹੁਣ ਕਾਹਨੂੰ ਕਹਿਣਾ ਪਾਰਟੀ ਛੱਡ ਗਏ। ਹੁਣ ਸੋਈ ਸਾਹਿਬ ਗੁੱਸਾ ਕਰਨਗੇ ਜੇ ਮੈਂ ਉਹਨਾਂ ਦੇ ਖਿਲਾਫ ਜ਼ਿਆਦਾ ਬੋਲਿਆ ਤਾਂ। ਕੁਛ ਯਾਰ ਇਨਸਾਨੀਅਤ ਨੂੰ ਹੱਥ ਮਾਰੋ। ਪਹਿਲੀ ਵਾਰੀ ਇਮਾਨਦਾਰ ਸਰਕਾਰ ਬਣੀ ਹੈ, ਪਹਿਲੀ ਵਾਰੀ ਇਮਾਨਦਾਰ ਮੁੱਖ ਮੰਤਰੀ ਬਣਿਆ, ਉਹਦੇ ਘਰ ਟੈਚੀ ਨਹੀਂ ਜਾਂਦੇ, ਉਹਦੇ ਘਰ ਬੈਗ ਨਹੀਂ ਜਾਂਦੇ ਨੋਟਾਂ ਦੇ, ਉਹ ਮਹਿਲ ਨਹੀਂ ਨਵਾਂ ਉਸਾਰ ਰਿਹਾ। काउंटर ले लिए फटाफट, मैं बाकी कल जाना, मैं वेद भूषण जी को जाना है इस तो बाद फटाफट। सोई साहब मैं आ रहे हैं, सबको ला रहे हैं, मैं सबको ला रहे हैं, मैं सबको ला रहे हैं, क्विकली करना। मैं वेद भूषण जी काफी देर तो वेट कर रहे हैं। ਤਾਂ ਹੁਣ ਸੰਘੇੜਾ ਸਾਹਿਬ ਮੈਂ ਤੁਹਾਨੂੰ ਸੁਣਿਆ, ਮੈਨੂੰ ਵੀ ਸੁਣਿਓ। ਪਹਿਲਾਂ ਇਹ ਕਹਿੰਦੇ ਗੈਂਗਸਟਰ ਕਲਚਰ ਨੂੰ ਇਹ ਸਰਕਾਰਾਂ ਪ੍ਰਮੋਟ ਕਰਦੀ ਰਹੀਆਂ, ਪਾਰਟੀ ਪ੍ਰਮੋਟ ਕਰਦੀ ਰਹੀਆਂ। ਆਮ ਆਦਮੀ ਪਾਰਟੀ ਆਪਦਾ ਫੇਲਿਅਰ ਐਡਮਿਟ ਕਰ ਰਹੀ ਹੈ, ਇਹ ਗੱਲ ਕਹਿ ਤਾਂ ਦਿੱਤੀ, ਲੇਕਿਨ ਇਹ ਲੋਕਾਂ ਦੇ ਖਿਲਾਫ 7 ਮਹੀਨਿਆਂ ਦੇ ਵਿੱਚ ਐਕਸ਼ਨ ਕਿਉਂ ਨਹੀਂ ਲਿਆ? ਜਿਨ੍ਹਾਂ ਨੇ ਗੈਂਗਸਟਰ ਕਲਚਰ ਨੂੰ ਪ੍ਰਮੋਟ ਕੀਤਾ ਹੈ, ਜਿਨ੍ਹਾਂ ਨੇ ਮਹਿਮਾਨ ਨਵਾਜ਼ੀ ਕੀਤੀ ਹੈ, ਜੋ ਕਹਿ ਰਹੇ ਹੋ ਜੇ ਸੱਚ ਹੈ ਤਾਂ ਐਕਸ਼ਨ ਨਹੀਂ ਲਿਆ, ਤੁਹਾਡਾ ਫੇਲਿਅਰ ਹੈ। ਜੇ ਝੂਠ ਬੋਲਦੇ ਹੋ ਤਾਂ ਤੁਹਾਡਾ ਫੇਲਿਅਰ ਹੈ, ਦੋਵੇਂ ਪਾਸੇ ਮੱਸਦੇ ਹੋ। ਦੂਜੀ ਗੱਲ ਇਹ ਕਹਿੰਦੇ ਕਿ ਦੇਖੋ ਪੰਜਾਬ ਪੁਲਿਸ ਨੂੰ ਸਖਤ ਹਦਾਇਤ ਦਿੱਤੀ ਹੈ ਜੀ, ਤੁਹਾਡਾ ਕਿਹੜਾ ਅਸੀਂ ਤਜਰਬਾ ਲੈਣਾ ਸੀਗਾ। ਉਹ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਸੰਘੇੜਾ ਸਾਹਿਬ ਕਿ ਐਨਸੀਆਰਬੀ ਦਾ ਡੇਟਾ ਤਾਂ ਝੂਠ ਨਹੀਂ ਬੋਲ ਰਿਹਾ, ਤੇ ਮੈਂ ਗੱਲ ਤੁਹਾਨੂੰ ਦੱਸਦਾ ਕੀ ਕਾਰਨ ਹੈ ਪੁਲਿਸ ਐਕਸ਼ਨ ਕਿਉਂ ਨਹੀਂ ਲੈ ਪਾ ਰਹੀ। ਬੜੀ ਕੈਪੇਬਲ ਪੁਲਿਸ ਹੈ ਪੰਜਾਬ ਦੀ, ਪਹਿਲਾਂ ਲਾਅ ਐਂਡ ਆਰਡਰ ਨੂੰ ਸਟੇਬਲ ਰੱਖਿਆ ਹੈ, ਲੇਕਿਨ ਇਟ ਵਰਕਸ, ਉਹ ਕੰਮ ਕਰਦੀ ਹੈ ਸਰਕਾਰ ਦੀ ਹਦਾਇਤਾਂ ਦੇ ਹਿਸਾਬ ਨਾਲ, ਹੋਮ ਮਿਨਿਸਟਰ ਸਾਹਿਬ ਦੀਆਂ ਹਦਾਇਤਾਂ ਦੇ ਹਿਸਾਬ ਨਾਲ, ਕਿਉਂਕਿ ਕੋਆਰਡੀਨੇਸ਼ਨ ਹੀ ਚੰਗੀ, ਪॉलिसी मेकिंग नहीं चंगी, ता करके पुलिस एक्ट फॉलो नहीं कर पा रही, ते ता भी है उपयोग नहीं हो रहा पुलिस दा, दुरुपयोग। खड़ियाल साहब कोऑर्डिनेशन दी तुसी गल कीती, तुसी कोऑर्डिनेशन क्विकली क्योंकि वेद भूषण जी काफी देर वेट कर रहे थे, एक बार भी नहीं गया उन्होंने जवाब ले लिए एक बार नहीं, पहला बोलया, पहला गौरव जी बोले आ, मेरा इतना ही कहना है गौरव जी बोले उन्होंने कुछ देना है, संघेड़ा साहब विच ना बोलो नहीं हैगा। गौरव जी एक सवाल में प्लीज एक एक करके प्लीज साहब मैं थोड़े टाइम च बोलूंगा, जे मेरे टाइम च बोलोगे संघेड़ा साहब ना बोलो। सो देयरफॉर जे पुलिस दा उपयोग होवे ਤਾਂ ਜਿਹੜੇ ਕ੍ਰਿਮੀਨਲਸ ਆ ਫੜੇ ਜਾਣ, ਇਹ ਦੁਰਉਪਯੋਗ ਕਰਨ ਤੇ ਜ਼ਿਆਦਾ ਟਾਈਮ ਲਾਉਂਦੇ ਆ, ਜ਼ਿਆਦਾ ਫੋਕਸ ਲਾਉਂਦੇ ਆ, ਤਾਂ ਕਰਕੇ ਤਾਂ ਐਫਆਈਆਰ ਕੁਆਸ਼ ਹੋ ਓਕੇ ਮੈਨੂੰ ਹੁਣ ਵੇਦ ਭੂਸ਼ਣ ਸਾਹਿਬ ਕੋਲ ਇੱਕ ਵਾਰ ਜਾ ਕੇ ਆ ਲੈਣ ਦਿਓ, ਤੁਹਾਡੇ ਜਵਾਬ ਸਾਰੇ ਮੈਂ ਜਿਹੜੇ ਸੰਘੇੜਾ ਸਾਹਿਬ ਤੋਂ ले लूंगा। वेद भूषण जी सवाल ये है, जिस तरह की बातें आपने सुनी, आई होप तक आपको पंजाबी समझ आ गई होगी। कोऑर्डिनेशन बिटवीन द पुलिसिंग, इंफॉर्मेशन शेयरिंग, ये दो की पार्ट्स हैं जो इन्होंने डिस्कस किए कि हमेशा होती है पुलिसिंग में। यू हैव बीन द डीसीपी ऑफ दिल्ली पुलिस। दिल्ली पुलिस किस तरह काम करती है? जो पंजाब में एक मर्डर हो जाता है, दिल्ली से पुलिस आती है, उसको पकड़ के ले जाती है जो उसके कातिल होते हैं। अगर दिल्ली पुलिस के पास इंफॉर्मेशन थी तो वो पंजाब पुलिस से कोऑर्डिनेट करके उनके साथ कोऑपरेट करके उनको भी कह सकती थी कि यू कैन गेट एंड कैच देम। वो खुद दिल्ली से आते हैं, पकड़ के जाते हैं, फिर दिल्ली में पीसी करते हैं। यही सिस्टम है आपका काम करने का? गौरव वालिया जी, डॉक्टर भी वही है, दवाई भी वही है, पेशेंट भी वही है। या तो बीमारी डायग्नोज नहीं हो पा रही है, या दवा असर नहीं कर रही है, या दवाई खराब है। कहीं ना कहीं तो फारसाइटेडनेस की कमी है, जिस वजह से पंजाब पुलिस, जिसका एक नाम था केपीएस गिल, जिनके लीडरशिप में पंजाब के अंदर खालिस्तान का सफाया किया गया, बिल्कुल स्टेट
साफ कर दिया गया, खालिस्तान का नामो निशान नहीं था। ऐसा स्टेट है पंजाब की, जो पुलिस है हिंदुस्तान के अंदर जानी जाती है, उसका एक रुतबा है। परंतु कहीं ना कहीं इसके पीछे कोई ऐसा कारण है कि जिस वजह से पुलिस ओपन हैंडली काम नहीं कर पा रही है। आपने देखा 7 महीने के अंदर 2 डीजी बदल दिए गए। हिंदुस्तान के प्राइम मिनिस्टर जब जाते हैं, उनके कारकेट को किस तरह वहां घंटों तक हेल्ड अप रखा जाता है, उसके बाद में कहते हैं जी कुछ नहीं, नॉर्मल था। जब हाई कोर्ट कहती है तो एसएसपी को हटा दिया जाता है। तो जो कहीं ना कहीं सीखने की जरूरत है। वहां के सीएम साहब नए हैं पॉलिटिक्स में, सीएम बिल्कुल नए हैं, उनको जरूरत है यूपी में जाएं, वहां एक बुलडोजर बाबा कहलाते हैं। आप जाके देखिए यूपी में लॉ एंड ऑर्डर क्या है, एनसीआरबी का डाटा देखिए। अभी एनसीआरबी का डाटा की बात चल रही थी। आपके लिए डाटा मैनेजमेंट करना है, आपको लॉ एंड ऑर्डर देखना है, तो यूपी पंजाब से शायद 3 गुना बड़ा स्टेट है, वहां से ज्यादा पॉपुलेशन है उसकी, वहां से एक लेसन लिए जाने की जरूरत है। कृपा हम पॉलिटिकल नैरेटिव नहीं चाहते, प्लीज। सिस्टम ये है, मैं पॉलिटिकल आप मेरा सवाल ले लें, कृपा सवाल ले लें, आप सवाल ले लें पहले एक बार, आप कृपा सवाल ले लें एक बार, एक सवाल ले लें, फिर आप आंसर दे देना। जो मैंने आपसे पूछा था कि दिल्ली पुलिस की फंक्शनिंग कैसे होती है। दिल्ली पुलिस के पास अगर इंफॉर्मेशन आती है फ्रॉम द अदर स्टेट कि हमारे यहां पे एक मर्डर हो जाता है सो एंड सो प्लेस के ऊपर, ये बंदे आइडेंटिफाई किए गए, ये उनके चेहरे हैं, ये उनके नाम है, ये सारी डिटेल्स हैं। अगर दिल्ली पुलिस के नेटवर्क में वो आते हैं, उनको पता चलता है, तो क्या दूसरी स्टेट जहां पे वो हुआ होता उनसे वो कोऑर्डिनेट करके उनसे कोऑपरेट करती है कि नहीं करती है? गौरव जी, इसको डेंट पंजाब पुलिस ने पहुंचाया। अभी ये बग्गा का और अमृता धवन का नाम आ रहा था। मोहाली एक थाना उन्होंने सेलेक्ट कर लिया, वहां पर दिल्ली के तमाम जो लोग थे उनके खिलाफ वहां मुकदमे दर्ज करने शुरू कर दिए। जब हरियाणा हाई कोर्ट, पंजाब कोर्ट ने उनको रिप्रीमेंट किया, दिल्ली पुलिस इसका मतलब बदले की भावना से काम कर रही है। दिल्ली पुलिस बदले की भावना से काम कर रही है, बदले की भावना से नहीं कर रही। तो आपकी बात से तो यही जाहिर हो रहा है, आपकी बात से तो यही जाहिर हो रहा है, क्रिएट किए गए जिस तरह के हालात गौरव जी क्रिएट किए गए, वहां पर बनाए गए जिस तरह के हालात, तो पुलिस की जिम्मेदारी है, दिल्ली पुलिस की जिम्मेदारी है, राजधानी की पुलिस है, कैपिटल की पुलिस है, हिंदुस्तान की प्रीमियर पुलिसिंग मानी जाती है, तो अपनी ड्यूटी से पीछे नहीं हटेगी। इसलिए हो रहा है डिफरेंस, इसलिए हो रहा है क्योंकि उनके जो पिछला एक जवाब ले ले, फिर एक जवाब ले ले, मैं जवाब ले लूं संगेड़ा साहब से, वो अच्छा नहीं रहा, कोई बात नहीं, कंटेक्ट अच्छा नहीं रहा। एक जवाब ले ले, एक जवाब ले ले, जवाब ले ले, जवाब ले ले, कृपा करके जवाब ले ले। वेद जी प्लीज होल्ड ऑन, वेद जी प्लीज होल्ड ऑन, वेद जी प्लीज होल्ड ऑन, प्लीज होल्ड ऑन, जवाब ले लेके करके क्योंकि समझ पड़ेगी दर्शकों को तभी, प्लीज संगेड़ा साहब। वेद जी प्लीज। जो 14 पुलिस वाले जो सिक्योरिटी में रहते हैं, उसके बाद मुंह साहब ये क्यों हटाई आपने? वेद जी आप अपने टाइम में बोलना, अभी मेरे को जवाब लेने दे, आपने बात कर ली, मेरे को जवाब लेने दे प्लीज। सिक्योरिटी क्यों हटाई? ओके मेरे को बाकी के पास नहीं जाना है। ऑल राइट संगेड़ा साहब मेरे को जवाब लेने दे। जादू का डंडा ले, ऑल राइट संगेड़ा साहब आप जादू का डंडा ओके वेद जी 450 ठीक है, वेद जी विड्रॉ कर दी। ओके आपने निर्णय लीजिए, आपकी फारसाइड थी, आपकी दूरदर्शिता ही तो देखनी है। ऑल राइट संगेड़ा साहब प्लीज, संगेड़ा साहब। डीसीपी साहब का डीसीपी साहब सफेद झूठ बोल रहे हैं, चिकनी कर रहे हैं, राजनीति कर रहे हैं, इंटरमिक्स कर रही है, मिक्स वेजिटेबल बना दिया। सुनिए अब ये आपका पुलिस स्टेशन और आपका पुलिस डिस्ट्रिक्ट नहीं है। सुनिए, दिस इज अ डिबेट ऑन टीवी, सुनने का मजा रखिए। मुझे बुलाया गया, ये बात चैनल पर आप अकेले नहीं बैठे हैं, ऑनलाइन भी बैठे हुए चैनल। मेरी बारी है, मुझे ये आपका घर नहीं है, पंजाब नहीं है, दिल्ली से बोल रहा हूं मैं। ये पंजाब नहीं है, दिल्ली है ये। वेद जी एक एक करके आपने बताया, अब मेरे को काउंटर लेने दे क्योंकि बाकी पैनलिस्ट भी बैठे हैं, दे ऑल आर वेटिंग। ओके जवाब लेने दे, गुरु नहीं हो सकते, जवाब लेने दे। ओके मुझे आप जैसा गुरु घंटा नहीं चाहिए, मुझे आप जैसा गुरु नहीं चाहिए, मुझे आप जैसा गुरु नहीं चाहिए। जवाब आपने जो चीजें बताई हैं वो सारे जवाब मांगती हैं, आप जवाब ले लें आप। ओके संगेड़ा साहब टू आंसर दिस। ऑल राइट वेद जी आपको शांत रहना प्लीज, क्योंकि बाकी पैनलिस्ट बैठे हैं, हम चर्चा को डिरेल नहीं करना प्लीज। संगेड़ा साहब, आपने कुमार विश्वास जी का नाम बीच में घसीट लिया और आगुओं का नाम बीच में घसीट लिया। इस केस से उसका कुछ लेना देना नहीं है, उस पर अलग डिबेट रखेंगे गौरव साहब। मैं बता दूंगा क्यों मुकदमा दर्ज हुआ था और खारिज क्यों हो गया। ये लॉ एंड ऑर्डर की स्थिति है, ये लोगों की जान जा रही है उसकी स्थिति है, बिल्कुल हम उस पर बात कीजिए। आप दिल्ली पुलिस की बिहाफ से कह रहे हैं कि दिल्ली पुलिस ने इसलिए इन्फॉर्मेशन शेयर नहीं की, फोर्स रुक जाओ, जवाब ले लो एक बार। ये दिल्ली नहीं है,
कि वो अपने लेवल पर ही फैसला ले लेंगे। ਸਿੰਘੜਾ ਸਾਹਿਬ ਪੰਜਾਬੀ 'ਚ ਦੱਸੋ, ਆਪਾਂ ਆਪਣੇ ਪੰਜਾਬ ਦੇ ਲੋਕਾਂ ਦੇ ਰੂਬਰੂ ਇਦਾਂ ਹੀ ਹੁੰਦੇ ਆ, ਕਿਰਪਾ ਪੰਜਾਬੀ 'ਚ ਗੱਲ ਕਰੀਏ। ਆਪਾਂ ਉਹ ਸਵਾਲ ਸਿਰਫ ਉਹਨਾਂ ਨੇ ਹਿੰਦੀ 'ਚ ਪੁੱਛਿਆ ਸੀ, ਮੈਂ ਤਾਂ ਕਰਕੇ। ਹਾਂਜੀ ਗੌਰਵ ਜੀ, ਮੈਂ ਇਹ ਦੱਸਣਾ ਚਾਹੁੰਦਾ ਆ ਕਿ ਪੁਲਿਸ ਕੋਲ ਕੋਈ ਅਧਿਕਾਰ ਨਹੀਂ ਹੈ ਵੀ ਉਹ ਕਹਿ ਦੇਣ ਵੀ ਕੁਮਾਰ ਵਿਸ਼ਵਾਸ ਤੇ ਮੁਕੱਦਮਾ ਦਰਜ ਕੀਤਾ ਸੀ, ਇਸ ਕਰਕੇ ਇਸ ਵਾਰੀ ਅਸੀਂ ਪੰਜਾਬ ਪੁਲਿਸ ਨੂੰ ਇਹ ਤਾਂ ਗੱਲ ਬਣੀ ਨਹੀਂ, ਇਹ ਤਾਂ ਗੱਲ ਬਣਦੀ ਨਹੀਂ। ਸੋਈ ਸਾਹਿਬ, ਮੇਰੇ ਕੋਲ ਸੋਈ ਸਾਹਿਬ ਦਾ ਜਵਾਬ ਲੈ ਲੈਂਦੋ। ਸੋਈ ਸਾਹਿਬ, ਇਦਾਂ ਹੀ ਕੰਮ ਹੁੰਦਾ ਜਾਂ ਫਿਰ ਬੀਜੇਪੀ ਨੇ ਕਿਹਾ ਹੋਇਆ ਦਿੱਲੀ ਪੁਲਿਸ ਨੂੰ ਕਿ ਕੁਝ ਵੀ ਹੋਣਾ ਤਾਂ ਆਪਾਂ ਇਦਾਂ ਕੰਮ ਕਰਾਂਗੇ, ਕੁਝ ਇਸ ਤਰ੍ਹਾਂ ਹੈ ਜਿਵੇਂ ਹੁਣ ਵੇਖੀ ਨੇ ਕਿਹਾ? ਦੇਖੋ ਇਸ ਤਰ੍ਹਾਂ ਹੈ, ਪੁਲਿਸ ਨਹੀਂ ਹੁੰਦੀ ਅਜੇ ਹੀ, ਮੈਨੂੰ ਲੱਗਦਾ ਪੁਲਿਸ ਤਾਂ ਖਾਕੀ ਹੁੰਦੀ ਜੋ ਆਪਾਂ ਨੂੰ ਬਿਲਕੁਲ ਜਵਾਬ ਦੇ ਦੋ। ਇਹਨਾਂ ਦੇ ਐਮਐਲਏ ਨੇ ਅੰਮ੍ਰਿਤਸਰ ਤੋਂ, ਇਹਨਾਂ ਦੇ ਐਮਐਲਏ ਨੇ ਅੰਮ੍ਰਿਤਸਰ ਤੋਂ ਕੁੰਵਰ ਵਿਜੇ ਪ੍ਰਤਾਪ ਹੁਣੀ, ਉਹਨਾਂ ਨੇ ਜਦੋਂ ਸੂਰੀ ਦੀ ਹੱਤਿਆ ਹੋਈ ਹੈ ਉਦੋਂ ਉਹਨਾਂ ਨੇ ਬਿਲਕੁਲ ਕਿਹਾ ਕਿ ਜੀ ਪੰਜਾਬ ਦੇ ਵਿੱਚ ਪੁਲਿਸ ਤੰਤਰ ਫੇਲ ਹੋ ਚੁੱਕਾ ਹੈ, ਇਸ ਕਮਿਸ਼ਨਰ ਨੂੰ ਤੁਸੀਂ ਹਟਾਓ। ਉਦੋਂ ਇਹਨਾਂ ਕੋਲ ਕੀ ਜਵਾਬ ਸੀਗਾ? ਇਸ ਤਰ੍ਹਾਂ ਹੀ ਇਹਨਾਂ ਦੇ ਉਹਨੇ ਲਿਖ ਕੇ ਦਿੱਤਾ, ਟਵੀਟ ਕੀਤਾ ਤੇ ਉਹ ਪੰਜਾਬ ਸਾਰੇ 'ਚ ਰੀਟਵੀਟ ਹੋਏ। ਉਹਨਾਂ ਦੇ ਲੀਡਰ ਨੇ, ਜਦੋਂ ਉਹਨਾਂ ਦੇ ਖੁਦ ਦੇ ਲੀਡਰ ਪੁਲਿਸ ਤੰਤਰ ਤੋਂ ਤੇ ਮਿਸ ਗਵਰਨੈਂਸ ਤੋਂ ਪਰੇਸ਼ਾਨ ਨੇ ਤੇ ਸੰਘੇੜਾ ਸਾਹਿਬ ਕੋਲ ਮੋਰਲ ਰਾਈਟ ਬਣਦਾ ਨਹੀਂ ਹੈ ਕਿ ਉਹ ਡਿਫੈਂਡ ਕਰਨ। ਸੰਘੇੜਾ ਸਾਹਿਬ, ਤੁਸੀਂ ਅੱਜ ਫਰਸਟ੍ਰੇਸ਼ਨ 'ਚ ਬੋਲ ਰਹੇ ਹੋ ਤੇ ਤੁਹਾਡੀ ਫਰਸਟ੍ਰੇਸ਼ਨ ਤੁਹਾਡੀ ਲੈਂਗੁਏਜ ਦੇ ਵਿੱਚ, ਤੁਹਾਡੀ ਇਹ ਆਵਾਜ਼ ਦੇ ਵਿੱਚ, ਤੁਹਾਡੇ ਕੰਡਕਟ ਦੇ ਵਿੱਚ ਨਜ਼ਰ ਆ ਰਹੀ ਹੈ। ਆਪਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਿ ਅਸੀਂ ਲਾਅ ਐਂਡ ਆਰਡਰ ਨੂੰ ਕੰਟਰੋਲ ਨਹੀਂ ਕਰ ਸਕੇ ਕਿਉਂਕਿ ਅਸੀਂ ਮਿਸ ਗਵਰਨੈਂਸ ਆ, ਸਾਨੂੰ ਅਜੇ ਐਕਸਪੀਰੀਅੰਸ ਨਹੀਂ ਹੈ ਸਰਕਾਰ ਚਲਾਉਣ ਦਾ। ਜੋ ਡੀਸੀਪੀ ਸਾਹਿਬ ਕਹਿ ਰਹੇ ਸੀਗੇ ਬਿਲਕੁਲ ਸਹੀ ਕਹਿ ਰਹੇ ਸੀਗੇ, ਜੇ ਆਪਣੇ ਆਪ ਨੂੰ ਤਜਰਬਾ ਨਾ ਹੋਵੇ ਤੇ ਜਿਹੜੀਆਂ ਸਟੇਟਾਂ 'ਚ ਬੈਟਰ ਪੁਲਿਸਿੰਗ ਹੋ ਰਹੀ ਹੈ ਉਹ ਤੋਂ ਸਿੱਖ ਲਓ। ਕਿਉਂ ਅਸੀਂ ਪਰੇਸ਼ਾਨ ਨਹੀਂ ਹੁੰਦੇ? ਚਲੋ ਠੀਕ ਹੈ, ਜਵਾਬ ਲੈ ਲਈਏ, ਫਿਰ ਮੈਂ ਬਾਕੀ ਕੋਲ ਜਾਣਾ। ਦੀਪਾ ਜੀ ਕੋਲ ਖੜਿਆਲ ਸਾਹਿਬ ਤੋਂ ਮੇਰਾ ਐਡ ਕਰਾ ਲਿਓ। ਮੈਂ ਖੜਿਆਲ ਸਾਹਿਬ ਆ ਹੀ ਰਿਹਾ, ਤੁਸੀਂ ਪੁੱਛ ਲੈਣਾ, ਕੋਈ ਨਹੀਂ, ਜਵਾਬ ਲੈ ਲਈਏ, ਜਵਾਬ ਲੈ ਲਈਏ। ਸੰਘੇੜਾ ਸਾਹਿਬ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਠੀਕ ਹੈ, ਸਮਝ ਸੰਘੇੜਾ ਸਾਹਿਬ ਤੋਂ ਆਨਸਰ ਦਿਸ। ਸੰਘੇੜਾ ਸਾਹਿਬ ਉਹ ਕਹਿੰਦੇ ਅਗਰ ਆਪਾਂ ਕਿਸੇ ਤੋਂ ਸਿੱਖ ਲਈਏ ਤਾਂ ਹੱਦ ਨਹੀਂ, ਕੋਈ ਗੱਲ ਨਹੀਂ। ਸੰਘੇੜਾ ਸਾਹਿਬ ਬੀਜੇਪੀ ਦੇ ਹਿਸਾਬ ਨਾਲ ਤਾਂ ਦਿੱਲੀ ਸਰਕਾਰ ਵੀ ਕਈ ਵਾਰੀ ਕੋਲੈਪਸ ਹੋ ਚੁੱਕੀ ਆ, ਬੜੇ ਘਪਲੇ ਹੋ ਗਏ ਉੱਥੇ, ਲੋਕਾਂ ਨੇ ਤੀਜੀ ਵਾਰ ਮੁੱਖ ਮੰਤਰੀ ਬਣਾਤਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ। ਹਾਂ, ਉਹ ਲੈ ਲਓ ਜਵਾਬ। ਠੀਕ ਹੈ ਸੋਈ ਸਾਹਿਬ, ਬਿਲਕੁਲ ਠੀਕ ਹੈ, ਤੁਸੀਂ ਠੀਕ ਕਿਹਾ। ਉਹਨਾਂ ਨੇ ਕਿਹਾ ਆ, ਤੁਸੀਂ ਕਿਹਾ ਤੁਹਾਡੇ ਲੀਡਰ ਆ, ਅਸੀਂ ਕਦੋਂ ਕਹਿੰਦੇ ਸਾਡੇ ਲੀਡਰ ਨਹੀਂ ਹੈ? ਸਾਡੇ ਲੀਡਰ ਹੀ ਨਹੀਂ, ਸਤਿਕਾਰਯੋਗ ਲੀਡਰ ਨੇ, ਸਤਿਕਾਰਯੋਗ ਐਮਐਲਏ ਨੇ, ਉਹਨਾਂ ਦੇ ਆਪਣੇ ਵਿਚਾਰ ਆ, ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਂਦਾ ਆ। ਮੁੱਖ ਮੰਤਰੀ ਸਾਹਿਬ ਫੈਸਲਾ ਲੈਣਗੇ ਇਹਦੇ ਬਾਰੇ। ਸਾਡੇ ਇੰਡੀਪੈਂਡੈਂਸ ਹੈ ਬਿਲਕੁਲ। ਉਹ ਐਕਸ ਆਈਜੀ ਵੀ ਰਹੇ ਨੇ, ਉਹਨਾਂ ਦੀ ਗੱਲ ਤੇ ਥੋੜਾ ਬਹੁਤਾ ਮੰਨ ਲਓ। ਸੋਈ ਸਾਹਿਬ ਕਿਉਂ ਵਿੱਚ ਬੋਲਦੇ ਹੋ? ਬਾਕੀਆਂ ਨੇ ਵੀ ਬੋਲਣਾ। ਵਨ ਬਾਈ ਵਨ ਕਰਕੇ ਬੋਲੀਏ ਸੋਈ ਸਾਹਿਬ, ਵਨ ਬਾਈ ਵਨ ਕਰਕੇ ਬੋਲੀਏ। ਆਪਾਂ ਮੈਂ ਤੁਹਾਨੂੰ ਕਹਿੰਦਾ ਵੀ ਉਹਨਾਂ ਨੇ ਜੋ ਕਹਿ ਰਹੇ ਤੁਹਾਡੀ ਗੱਲ ਉਹਨਾਂ ਦੇ ਏਰੀਆ 'ਚ ਘਟਨਾ ਹੋਈ ਆ, ਉਹਨਾਂ ਨੂੰ ਵੀ ਦੁੱਖ ਲੱਗ ਗਿਆ, ਸਾਨੂੰ ਵੀ ਦੁੱਖ ਲੱਗਦੇ ਤੇ ਮੁੱਖ ਮੰਤਰੀ ਸਾਹਿਬ ਇਹਦੇ ਬਾਰੇ ਫੈਸਲਾ ਕਰਨਗੇ। ਦੀਪਾ ਜੀ ਦੀਪਾ ਜੀ ਦਾ ਪੁਆਇੰਟ ਲੈ ਕੇ ਆਉਂਦਾ ਉਹਨੂੰ ਕਿਰਪਾ ਕਰਕੇ। ਦੀਪਾ ਜੀ, ਹਾਂ ਗੌਰਵ ਜੀ, ਦੀਪਾ ਜੀ ਦਾ ਪੁਆਇੰਟ ਲੈ ਕੇ ਆਉਂਦਾ। ਸੋਈ ਸਾਹਿਬ ਕੀ ਕਰਦੇ ਕਿਉਂ ਫਰਸਟ੍ਰੇਟਡ ਹੋਵੇ? 92 ਐਮਐਲਏ ਆ ਗਏ ਨਾ ਲੋਕਾਂ ਨੇ। ਦੇਖੋ ਆਪਾਂ ਡਿਬੇਟ ਕਰ ਰਹੇ ਹਾਂ, ਹੈਲਦੀ ਚਰਚਾ ਕਰੀਏ, ਆਪਾਂ ਹੱਲ ਕੱਢਣਾ, ਆਪਾਂ ਸੋਲੂਸ਼ਨ ਵਾਲੇ ਪਾਸੇ। ਬਿਲਕੁਲ ਪੰਜਾਬ ਆਪਣਾ ਹੈ, ਆਪਾਂ ਇਹ ਦੇਖਣਾ ਹੈ ਕਿ ਹਾਲਾਤ ਕਿਵੇਂ ਠੀਕ ਰਹਿਣ ਪੰਜਾਬ ਦੇ, ਇੱਥੋਂ ਦਾ ਅਮਨ ਅਮਾਨ ਦੀ ਸ਼ਾਂਤੀ ਬਰਕਰਾਰ ਰਵੇ, ਆਪਾਂ ਉਸ ਵਾਲੇ ਪਾਸੇ ਜਾਣਾ, ਆਪਾਂ ਹੈਲਦੀ ਡਿਬੇਟ ਕਰੀਏ। ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੋ ਰਹੀ ਹੈ ਕਿ ਸਾਰੇ ਇਹ ਮੰਨ ਰਹੇ ਪੈਨਲਿਸਟ, ਉਹ ਮੈਂ ਸੰਘੇੜਾ ਜੀ ਵੀ ਨਹੀਂ ਮੰਨਿਆ ਕਿ ਪੰਜਾਬ ਦੇ ਜਾਂ ਪੰਜਾਬ ਦੀ ਪੁਲਿਸ, ਔਰ ਇੱਕ ਠੀਕ ਹੈ ਬੜਾ ਨਾਂ ਰਿਹਾ ਪੰਜਾਬ ਦੀ ਪੁਲਿਸ ਦਾ, ਉਹ ਅੱਜ ਵੀ ਉਹੀ ਪੁਲਿਸ ਹੈ। ਅੱਜ ਕੀ ਵਜ੍ਹਾ ਹੈ ਕਿ ਉਹ ਆਪਣੀ ਡਿਊਟੀ ਉਸ ਤਰ੍ਹਾਂ ਨਹੀਂ ਕਰ ਰਹੇ? यूपी ਦੀ ਗੱਲ ਵੀ ਹੋਈ ਹੈ, यूपी ਤਾਂ ਲਾਅ ਐਂਡ ਆਰਡਰ ਦੀ ਪੋਜੀਸ਼ਨ ਬੜੀ ਖਰਾਬ ਹੁੰਦੀ ਸੀ ਅੱਜ ਤੋਂ 5-7-10 ਸਾਲ ਪਹਿਲਾਂ। ਕੀ ਵਜ੍ਹਾ ਹੈ ਕਿ ਉੱਥੇ ਅੱਜ ਡਾਟਾ ਜੋ ਵੀ ਆ ਰਿਹਾ ਉੱਥੇ ਲਾਅ ਐਂਡ ਆਰਡਰ ਕੰਟਰੋਲ 'ਚ ਹੈ, ਉੱਥੇ ਫਰੋਤੀਆਂ ਬੰਦ ਹੈ, ਉੱਥੇ ਗੈਂਗਸਟਰਾਂ ਨੂੰ ਡਰ ਹੈ ਅੱਜ ਸਰਕਾਰ ਦਾ। ਕੋਈ ਤਾਂ ਵਜ੍ਹਾ ਹੈ, ਇੱਕੋ ਹੀ ਵਜ੍ਹਾ ਜੋ ਮੈਂ ਸਮਝਦਾ ਸਾਰੀ ਡਿਬੇਟ 'ਚ, ਜੋ ਅਸੀਂ ਸਮਝਦੇ ਹਾਂ ਜ਼ਿੰਮੇਵਾਰੀ ਨਾਲ ਕਹਿੰਦੇ ਹਾਂ ਕਿ ਸ਼ਾਇਦ ਉੱਥੇ ਬਾਗਡੋਰ ਇੱਕ ਦੇ ਹੱਥ 'ਚ ਹੈ। ਪੰਜਾਬ ਦੇ ਵਿੱਚ ਹਾਲਾਤ ਅੱਜ ਹੋਰ ਬਣ ਰਹੇ ਹੈ। ਪਤਾ ਨਹੀਂ ਜਿਹੜੇ ਆਰਡਰ ਹੁੰਦੇ ਆ ਦਿੱਲੀੋਂ ਹੁੰਦੇ ਆ ਜਾਂ ਦਿੱਲੀੋਂ ਜਿਹੜੇ ਲੋਕ ਇੱਥੇ ਬਿਠਾਏ ਹੋਏ ਆ ਉਹਨਾਂ ਦੇ ਆਰਡਰ ਚੱਲਦੇ ਆ। ਐਸਐਸਪੀ ਦੀਆਂ ਹੋਣੀਆਂ ਟ੍ਰਾਂਸਫਰਾਂ ਹੋਣੀਆਂ, ਡੀਜੀਪੀ ਚੀਫ ਸੈਕਟਰੀ ਲਾਣੇ ਆ, ਜੇ ਦਿੱਲੀੋਂ ਲੱਗਣਗੇ ਤੇ ਮਹਾਰਾਜ ਭਗਵੰਤ ਮਾਨ ਸਾਹਿਬ ਕੀ ਕਰਨਗੇ? ਪਰ ਲੋਕਾਂ ਜ਼ਿੰਮੇਵਾਰੀ ਭਗਵੰਤ ਮਾਨ ਸਾਹਿਬ ਦੀ ਹੈ, ਵੋਟਾਂ ਤੁਹਾਨੂੰ ਪਾਈਆਂ, ਸੀਐਮ ਤੁਹਾਨੂੰ ਪਾਇਆ, ਸੀਐਮ ਚਿਹਰੇ ਤੁਸੀਂ ਸੀ, ਤੁਹਾਨੂੰ ਬਣਾਇਆ, ਜ਼ਿੰਮੇਵਾਰੀ ਭਗਵੰਤ ਮਾਨ ਸਾਹਿਬ ਤੁਹਾਡੀ ਹੈ। ਜੇ ਦਿੱਲੀੋਂ ਆਰਡਰ ਹੁੰਦੇ ਆ, ਤੁਹਾਡੀ ਇੱਥੇ ਕੋਈ ਦਾਲ ਨਹੀਂ ਗਲਦੀ ਤਾਂ ਆਪਦੀ ਦਾਲ ਗਲਾਓ। ਪੰਜਾਬ ਤੁਹਾਡੇ ਨਾਲ ਖੜਾ ਹੈ,
ਵਿਖਾਓ ਕਿ ਅਸੀਂ ਪੰਜਾਬੀ ਆ, ਸਾਨੂੰ ਸਾਰਾ ਕੁਝ ਠੀਕ ਕਰਨਾ ਆਉਂਦਾ ਹੈ। ਦਿੱਲੀ ਵਾਲੇ ਤਾਂ ਅੱਜ ਤਮਾਸ਼ਾ ਵੇਖ ਕੇ ਇੱਧਰ ਉੱਧਰ ਹੋ ਜਾਣਗੇ। ਜ਼ਿੰਮੇਵਾਰੀ ਤੁਹਾਨੂੰ ਘੇਰਨਾ ਤੁਹਾਨੂੰ ਹੈ ਪੰਜਾਬ ਦੇ ਲੋਕਾਂ ਨੇ। ਮਤ ਭੁੱਲੋ, ਅੱਜ 7 ਮਹੀਨੇ ਹੋਏ ਆ ਸਰਕਾਰ ਨੂੰ, ਬੁਰਾ ਹਾਲ ਹੋ ਰਿਹਾ ਤੁਹਾਡਾ। 3 ਮਹੀਨਿਆਂ 'ਚ ਤੁਸੀਂ ਪਾਰਲੀਮੈਂਟ ਸੰਗਰੂਰ ਹਾਰ ਗਏ, ਔਰ ਆਉਣ ਵਾਲੇ ਟਾਈਮ 'ਚ ਜੇ ਇਸੇ ਤਰ੍ਹਾਂ ਦੇ ਹਾਲਾਤ ਰਹੇ, ਜੇ ਠੀਕ ਨਾ ਹੋਏ, ਹਰ ਫਰੰਟ ਤੇ ਤੁਸੀਂ ਫੇਲ ਹੋਏ, ਪਿੰਡਾਂ 'ਚ ਨਹੀਂ ਵੜਨ ਦੇਣਾ ਤੁਹਾਨੂੰ। ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ, ਰਵਾਇਤੀ ਪਾਰਟੀਆਂ ਸਾਡੇ ਨਾਲ ਵੀ ਮਾੜਾ ਹਾਲ ਹੋਇਆ, ਪਰ ਸਾਡੇ ਨਾਲੋਂ ਵੀ ਵੱਧ ਤੁਹਾਡੇ ਨਾਲ ਮਾੜਾ ਹਾਲ ਹੋਇਆ ਹੋਊਗਾ, ਕਿਉਂਕਿ ਤੁਹਾਨੂੰ ਤੁਸੀਂ ਉਮੀਦਾਂ ਬਹੁਤ ਜਗਾਤੀਆਂ ਸੀ ਆਮ ਲੋਕਾਂ ਦੀਆਂ ਕਿ ਸਾਡੀ ਸਰਕਾਰ ਹੈ, ਸਾਰੀਆਂ ਸਿਕਿਉਰਟੀਆਂ ਤੁਸੀਂ ਔਰ ਤੁਹਾਡੇ ਪਰਿਵਾਰ ਲਈ ਫਿਰਦੇ ਹੈ। ਬਹੁਤ ਲੋਕਾਂ ਦੀ ਅੱਖ ਹੈ ਜਿਹੜੀ ਇਮਾਨਦਾਰੀ ਸਰਕਾਰ ਦੀ ਗੱਲ ਕਰਦੇ ਹੋ ਸਿੰਘ ਰੇੜਾ ਸਾਹਿਬ, ਇਹ ਕਹੀ ਜਾਓ ਜਿੰਨਾ ਮਰਜ਼ੀ। 2 ਮੰਤਰੀ ਤਾਂ ਤੁਹਾਡੇ ਸਿੱਧੇ ਆ ਗਏ, 2 MLA ਫੇਰ ਆ ਗਏ। ਜਾਂ ਤਾਂ ਡਰਾਮਾ ਕਰਦੇ ਹੋ ਤੁਸੀਂ ਇਲੈਕਸ਼ਨ ਤੋਂ ਪਹਿਲਾਂ, ਪਾਰਲੀਮੈਂਟ ਤੋਂ ਪਹਿਲਾਂ ਤੁਸੀਂ ਡਰਾਮਾ ਕੀਤਾ। ਬੇਈਮਾਨ ਤਾਂ ਤੁਹਾਡੇ 'ਚ ਸਾਰੇ ਹੀ ਹੈ, ਬਹੁਤ ਹੈ, ਪਰ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਕਰਦੇ ਹੋ। ਹੁਣ ਗੁਜਰਾਤ 'ਚ ਵਿਖਾਓਗੇ ਕਿ ਅਸੀਂ ਕੁਛ ਨਾ ਕੁਛ ਡਰਾਮਾ ਕਰੋਗੇ, 2 MLA ਤੇ ਉਂਗਲ ਚੱਕ ਕੇ। ਡਰਾਮੇਬਾਜ਼ੀ ਨਾ ਕਰੋ, ਹਕੀਕਤ ਤੇ ਆਓ, ਜ਼ਮੀਨ ਤੇ ਆਓ, ਪੰਜਾਬ ਸੰਭਾਲੋ, ਛੱਡੋ ਦਿੱਲੀ ਵਾਲਿਆਂ ਨੂੰ। ਪੰਜਾਬ ਵਾਲਿਆਂ ਨੇ ਵੋਟਾਂ ਪਾਈਆਂ ਤੁਹਾਨੂੰ। ਦੀਪਾ ਜੀ ਜਵਾਬ ਲੈ ਲਿਆ ਆਪਾਂ। ਦੀਪਾ ਜੀ ਤੁਹਾਡਾ ਲੈਕਚਰ ਲੰਬਾ ਹੋ ਗਿਆ, ਬਹੁਤ ਜ਼ਿਆਦਾ ਮਹਾਰਾਜ। ਮੈਂ ਤਾਂ ਵੇਖੋ 2-2 ਮਿੰਟ ਲਏ ਆ। ਚਲੋ ਗੱਲ ਸੁਣੋ, ਅਸੀਂ ਤਾਂ 2-2 ਮਿੰਟ ਲਏ ਆ, ਤੁਹਾਨੂੰ ਵੱਧ ਟਾਈਮ ਦਿੱਤਾ। ਬੋਲੋ ਤੁਸੀਂ, ਦਿਓ ਲੈਕਚਰ। ਇਹਨਾਂ ਨੂੰ ਤਾਂ 5 ਸਾਲ ਮਿਲੇ ਵੈਸੇ ਪੂਰੇ, ਡਰਾਮੇ ਕੀਤੇ, ਪਰਫਾਰਮ ਕਰਨਾ ਹੈ ਬਸ। 3 ਰਹਿ ਗਏ ਤੁਹਾਡੇ ਸਾਰੇ ਹੀ, ਠੀਕ ਹੈ। ਤੁਸੀਂ ਇੰਨੇ ਪੰਜਾਬ 'ਚ ਡਰਾਮੇ ਕੀਤੇ, 3 ਰਹਿ ਗਏ। 3 ਰਹਿ ਗਏ, ਬਿਲਕੁਲ ਰਹਿ ਗਏ। ਅਸੀਂ ਸਿਰ ਮੱਥੇ ਤੇ ਮਹਾਰਾਜ, ਅਸੀਂ ਤਾਂ ਮੰਨਦੇ ਆ ਸਾਡੇ ਕੋਲ ਕਮੀਆਂ, ਸਾਡੀਆਂ ਗਲਤੀਆਂ ਹੋਈਆਂ, ਸਾਨੂੰ ਲੋਕਾਂ ਨੇ 3 ਦਿੱਤੇ ਆ, ਤੁਹਾਡੇ 3 ਵੀ ਨਹੀਂ ਆਣੇ ਜੇ ਇਹੋ ਜਿਹਾ ਹਾਲ ਰਿਹਾ ਤਾਂ। ਇਦਾਂ ਨਾ ਕਰੋ, ਵੀਰ ਬਣ ਕੇ ਗੱਲ ਸੁਣੋ। ਚਲੋ, SGPC ਤੇ ਤੁਹਾਡਾ ਕਬਜ਼ਾ ਆ, ਤੁਹਾਡੇ ਬੰਦੇ ਸੁਣ ਲਈਏ, ਸੁਣ ਤਾਂ ਲਈਏ। 30% SGPC ਵਾਲੀ ਗੱਲ ਜਿਹੜੇ ਆ ਉਹ ਵੀ ਟੁੱਟ ਗਏ। ਤੁਹਾਡੇ ਬਾਦਲ ਸਾਹਿਬ ਨੇ ਟਿਕਟਾਂ ਦਿੱਤੀਆਂ SGPC ਦੀਆਂ, ਉਹਨਾਂ ਵਿੱਚੋਂ ਉਹ ਵੀ ਖੁਰੀ ਜਾ ਰਹੇ। ਚਲੋ ਤੁਸੀਂ ਸਕਦੇ ਹੋ ਜਿੱਦਾਂ ਤੁਸੀਂ। ਆਪਾਂ ਲਾਅ ਐਂਡ ਆਰਡਰ ਤੇ ਆਈਏ ਪਲੀਜ਼, ਆਪਾਂ ਲਾਅ ਐਂਡ ਆਰਡਰ ਤੇ ਰਹੀਏ। ਆਪਾਂ ਪੰਜਾਬ ਨੂੰ ਅੱਗੇ ਲੈ ਜਾਣਾ। ਦੀਪਾ ਜੀ ਤੁਸੀਂ ਇਹੀ ਕਿਹਾ ਸੀਗਾ ਪੰਜਾਬ ਨੂੰ ਅੱਗੇ ਲੈ ਜਾਣਾ, ਪੰਜਾਬ ਦੀ ਗੱਲ ਕਰ ਲਈਏ। ਹਾਂ ਗੌਰਵ ਜੀ, ਮੈਂ ਆ ਗਿਆ ਉੱਥੇ। ਮੈਂ ਗੌਰਵ ਜੀ ਆ ਜਾਓ ਪਲੀਜ਼ ਪੰਜਾਬ ਦੀ ਗੱਲ। ਇਹ ਲੋਕਾਂ 'ਚ ਪ੍ਰਚਾਰ ਕਰਨ ਦੀ ਸਿਆਸਤ ਕਰਕੇ ਉਹ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਫੇਲ ਹੋ ਗਈ ਗਵਰਨਮੈਂਟ, ਫੇਲ ਹੋ ਗਈ ਗਵਰਨਮੈਂਟ, ਫੇਲ ਹੋ ਗਈ। ਇਦਾਂ ਦੀ ਕੋਈ ਗੱਲ ਨਹੀਂ ਹੈ। ਮਸਲੇ ਵੱਡੇ ਆ, ਅਸੀਂ ਹੱਲ ਕਰਨ ਲੱਗੇ ਹੋਏ ਆ, ਔਰ 6 ਮਹੀਨੇ ਹੋਏ ਆ, 7ਵਾਂ ਮਹੀਨਾ ਕੰਪਲੀਟ ਹੋਇਆ ਹੁਣ ਗੌਰਵ ਜੀ। ਅਸੀਂ ਇਹਨੂੰ ਅੰਜਾਮ ਤੱਕ ਪਹੁੰਚਾਵਾਂਗੇ। ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਆ। ਇਹ ਤੁਸੀਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਮੁੰਡਾ ਇੱਥੇ 71 'ਚ ਮਾਰਿਆ ਗਿਆ, ਮੈਨੂੰ ਬੜਾ ਦੁੱਖ ਹੋਇਆ। ਉਹਦਾ ਮੁੰਡਾ ਸੋਹਣਾ ਸੁਨੱਖਾ ਮੁੰਡਾ, ਬਟ ਉਹਨਾਂ ਦਾ ਵੀ ਗੈਂਗਸਟਰ ਦੇ ਨਾਲ ਨਾਂ ਜੁੜਦਾ ਸੀਗਾ। ਉਹਨਾਂ ਦੇ ਪੇਰੈਂਟਸ ਨੂੰ ਵੀ ਉਨਾ ਹੀ ਦੁੱਖ ਹੋਇਆ। ਸੋ ਆਪਾਂ ਜਿਹੜੀਆਂ ਚੀਜ਼ਾਂ ਸਿਰਜੀਆਂ ਨਾ ਪਿਛਲੇ ਸਮੇਂ ਵਿੱਚ, ਅਸੀਂ ਤਾਂ ਉਹਨੂੰ ਠੀਕ ਕਰਨ ਤੇ ਲੱਗੇ ਹੋਏ ਆ ਦੀਪਾ ਜੀ। ਤੇ ਤੁਸੀਂ ਤੁਹਾਨੂੰ ਅੰਨ੍ਹੇਵਾਹ ਨੁਕਤਾਚੀਨੀ ਕਰਨੀ ਤੇ ਲੋਕਾਂ 'ਚ ਭਰਮ ਭੁਲੇਖੇ ਪੈਦਾ ਕਰਨ ਦੀ ਬਜਾਏ ਜਿਹੜਾ ਮੁੱਦਾ ਚੁਣਿਆ ਆ ਗੌਰਵ ਜੀ ਨੇ, ਉਹ ਬਹੁਤ ਸੈਂਸੇਸ਼ਨਲ ਮੁੱਦਾ, ਸੈਂਸਿਟਿਵ ਹੈ, ਪੰਜਾਬ ਲਈ ਬਹੁਤ ਜ਼ਿਆਦਾ ਅਹਿਮ ਮੁੱਦਾ ਆ ਕਿ ਆਪਾਂ ਇਸ ਚੀਜ਼ ਨੂੰ ਖਤਮ ਕਿੱਦਾਂ ਕਰਨਾ ਹੈ। ਇਹੀ ਹੈ ਸਰ, ਸਵਾਲ ਹੀ ਇੱਕ ਹੈ ਸਰ, ਖਤਮ ਕਿਵੇਂ ਕਰਨਾ। ਉਸ ਦੇ ਲਈ ਆਪਾਂ ਕੀ ਉਪਰਾਲੇ ਕਰ ਰਹੇ ਹਾਂ, ਕਿਹੜੇ ਹਾਰਡ ਸਟੈਂਡ ਆਪਾਂ ਲੈ ਰਹੇ ਹਾਂ, ਉਸਦਾ ਅਲਟੀਮੇਟਲੀ ਆਪਾਂ ਇੱਕ ਲੋਕਾਂ 'ਚ ਪਰਸੈਪਸ਼ਨ ਕੀ ਕ੍ਰੀਏਟ ਕਰ ਰਹੇ। ਸਵਾਲ ਉਹ ਹੈ। ਮੈਂ ਖੜਿਆਲ ਸਾਹਿਬ ਕੋਲ ਸਵਾਲ ਲੈ ਕੇ ਆ ਰਿਹਾ। ਖੜਿਆਲ ਸਾਹਿਬ, ਵਾਲੇ ਸਾਹਿਬ, ਪੰਜਾਬ ਦੀ ਜਿਹੜੀ ਛਵੀ ਹੈ ਤੇ ਪੰਜਾਬ ਪੁਲਿਸ ਦੀ ਛਵੀ ਹੈ, ਇਹ ਦੋਵਾਂ ਨੂੰ ਢਾਹ ਲੱਗ ਰਹੀ ਹੈ, ਦੋਵਾਂ ਦੀ ਛਵੀ ਸਫਰ ਕਰ ਰਹੀ ਹੈ ਐਟ ਦੀ ਹੈਂਡਸ ਆਫ ਆਮ ਆਦਮੀ ਪਾਰਟੀਜ਼ ਇਨ ਐਕਸ਼ਨ। ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਕੁਝ ਕਰ ਨਹੀਂ ਪਾ ਰਹੀ ਤੇ ਸਫਰ ਤੇ ਢਾਹ ਲੱਗ ਰਹੀ ਹੈ ਪੰਜਾਬ ਤੇ ਪੰਜਾਬ ਦੀ ਪੁਲਿਸ ਨੂੰ, ਪੰਜਾਬ ਦੇ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਹੈ। ਅਨਸੇਫਟੀ ਦਾ ਮਾਹੌਲ ਹੈ। ਹੁਣ ਗੌਰਵ ਜੀ, ਇੱਥੇ ਕਿਹੜੀ ਇੰਡਸਟਰੀ ਆਊ, ਕਿਹੜੀ ਕੰਪਨੀ ਆਊ, ਕਿਹੜੀਆਂ ਇੱਥੇ ਜੌਬਸ ਮਿਲਣਗੀਆਂ, ਕਿਹੜਾ ਰੋਜ਼ਗਾਰ ਹੋਊਗਾ, ਕਿਹੜਾ ਡਰੱਗਸ ਦਾ ਇਸ਼ੂ ਖਤਮ ਹੋਊਗਾ। ਡਰੱਗਸ ਤਾਂ ਖਤਮ ਹੋਣਗੇ ਜੇ ਲੋਕਾਂ ਕੋਲੇ ਰੋਜ਼ਗਾਰ ਹੋਊਗਾ। ਸੋ ਕੀ ਉਹ ਆਉਣਾ ਚਾਹੁਣਗੀਆਂ ਜਦੋਂ ਇਹ ਹਾਲਾਤ ਬਣ ਗਏ? ਇਹ ਆਮ ਆਦਮੀ ਪਾਰਟੀ ਦਾ ਫੇਲਿਅਰ ਹੈ। ਦੂਜਾ, ਇੱਥੇ ਜਿਹੜਾ ਯੂਥ ਬਾਹਰ ਜਾ ਰਿਹਾ ਸੀਗਾ, ਇਹ ਕਹਿੰਦੇ ਸੀਗੇ ਜੀ ਲਾਅ ਐਂਡ ਆਰਡਰ ਐਸਾ ਬਣਾ ਦਾਂਗੇ ਪੰਜਾਬ ਦਾ ਯੂਥ ਪੰਜਾਬ 'ਚ ਰਹੂਗਾ। ਜਿਹੜੇ ਸਟੈਟਸ ਕਹਿ ਰਹੇ ਹੈ, ਫੈਕਟਸ ਕਹਿ ਰਹੇ ਹੈ, ਇਨਸੀਡੈਂਟਸ ਲੋਕਾਂ ਦੇ ਮੂਹਰੇ ਹੈ। ਮੈਂ ਤੁਹਾਨੂੰ 25 ਗਿਣਾ ਦਿੰਦਾ ਹੈ। ਇਹ ਜੇ ਇਨਸੀਡੈਂਟਸ ਦੇਖ ਕੇ ਯੂਥ ਤਾਂ ਬਾਹਰ ਜ਼ਿਆਦਾ ਜਾਊਗਾ, ਪੰਜਾਬ 'ਚ ਰਹਿ ਕੀ ਜਾਊਗਾ? ਪੰਜਾਬ ਦਾ ਬ੍ਰੇਨ, ਪੰਜਾਬ ਦਾ ਯੂਥ, ਇਹ ਸਾਰਾ ਜੇ ਚਲਾ ਜਾਊਗਾ ਸੰਘੇੜਾ ਸਾਹਿਬ, ਤਾਂ ਆਮ ਆਦਮੀ ਪਾਰਟੀ ਨਹੀਂ ਤਾਂ ਕੱਲ ਨੂੰ ਚਲੇ ਜਾਣਾ ਇੱਥੋਂ, ਪੰਜਾਬ ਨੇ ਬਾਹਰ ਦਾ ਰਸਤਾ ਦਿਖਾ ਦੇਣਾ ਹੈ। ਲੇਕਿਨ ਜਿੰਨੇ ਟਾਈਮ ਲਈ ਤੁਸੀਂ ਹੈਗੇ ਹੋ, ਮੇਕ ਸ਼ੋਰ ਕਰੋ ਇਸ ਇਸ਼ੂ ਨੂੰ ਸੀਰੀਅਸਲੀ ਲਿਆ ਜਾਵੇ, ਜਾਂ ਸਾਨੂੰ ਦੱਸ ਦਿਓ ਵੀ ਹੋਰ ਕਿੰਨੇ ਇਨਸੀਡੈਂਟ ਲੱਗਣਗੇ ਤੇ ਉਹ ਤੋਂ ਬਾਅਦ ਆਮ ਆਦਮੀ ਪਾਰਟੀ ਸੀਰੀਅਸ ਹੋ। ਕਿਉਂਕਿ ਸਟੇਟ ਤੇ ਸਟੇਟ ਚਲਾਉਣ ਦੇ ਵਿੱਚ ਬੜਾ ਫਰਕ ਹੁੰਦਾ ਹੈ। ਤੇ ਦੂਜੀ ਗੱਲ ਦੇਖੋ, ਇਸ ਵਾਲੀ ਸਾਹਿਬ ਪਹਿਲਾਂ ਵੀ ਹੋਇਆ ਸੀ ਜਦੋਂ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਨਾ, ਉਹ ਰੈਜ਼ੀਡੈਂਸੀ ਪੰਜਾਬ ਦੇ ਵਿੱਚ ਕਤਲ ਹੋ ਗਿਆ। ਅਕੋਰਡਿੰਗ ਟੂ ਲਾਅ ਜੁਰਿਸਡਿਕਸ਼ਨ ਵੀ ਪੰਜਾਬ ਦੀ ਬਣਦੀ ਹੈ।
ਪੰਜਾਬ ਪੁਲਿਸ ਐਕਟ ਕਰੂਗੀ, ਪੰਜਾਬ ਦੇ ਵਿੱਚ ਕੇਸ ਹੋਊਗਾ। ਲੇਕਿਨ ਦਿੱਲੀ ਪੁਲਿਸ ਨੇ ਉਦੋਂ ਵੀ ਅਰੈਸਟ ਕੀਤੇ ਲੋਕ, ਪੰਜਾਬ ਪੁਲਿਸ ਨੇ ਘੱਟ ਕਰਦੀ ਸੀ, ਦਿੱਲੀ ਪੁਲਿਸ ਕਰਦੀ ਸੀ ਤੇ ਇੱਥੋਂ ਜਾ ਕੇ ਟ੍ਰਾਂਜ਼ਿਟ ਰਿਮਾਂਡ ਤੇ ਲੈ ਕੇ ਆਉਣਾ ਪੈਂਦਾ ਸੀਗਾ। ਕਦੇ ਤਾਂ ਚਲੇ ਜਾਂਦੇ ਸੀ, ਕਦੇ ਨਹੀਂ ਜਾਂਦੇ ਸੀਗੇ। ਉਹ ਕਿਉਂ ਹੈ? ਐਤਕੀ ਫੇਰ ਹੈ ਕਿਉਂ ਹੋ ਰਿਹਾ? ਕਿਉਂਕਿ ਪੰਜਾਬ ਪੁਲਿਸ ਜਿਹੜੀ ਕੇਪੇਬਲ ਫੋਰਸ ਹੈ, ਉਹਨੂੰ ਆਮ ਆਦਮੀ ਪਾਰਟੀ ਡਾਇਰੈਕਸ਼ਨ ਹੀ ਨਹੀਂ ਦੇ ਪਾ ਰਹੀ, ਕੋਆਰਡੀਨੇਟ ਉਹਨਾਂ ਨਾਲ ਨਹੀਂ ਕਰ ਪਾ ਰਹੀ ਹੈ, ਤੇ ਤਾਂ ਕਰਕੇ ਪੁਲਿਸ ਦਾ ਨਾਮ ਖਰਾਬ ਹੋ ਰਿਹਾ ਹੈ। ਓਕੇ, ਮੈਂ ਖੜਿਆਲ ਸਾਹਿਬ one thing I want to know, ਤੁਸੀਂ ਮੈਂ ਇਹ ਜਿਹੜਾ ਜਾਨਣਾ ਚਾਹ ਰਿਹਾ, ਮੈਂ ਕਿਉਂ ਵੇਦ ਜੀ ਨੂੰ ਨਾਲ ਬਿਠਾਇਆ ਸੀਗਾ। what I wanted to know earlier, ਜੋ ਮੈਂ ਚਾਹ ਰਿਹਾ ਸੀਗਾ ਕਿ ਜਿਸ ਤਰ੍ਹਾਂ ਸੋਈ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਭਰੋਸਾ ਗਵਾ ਲਿਆ, ਉਹਨਾਂ ਨੇ ਵੀ ਕਹਿਤਾ ਬਈ ਭਰੋਸਾ ਗਵਾ ਲਿਆ, that is one thing, ਬਟ ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਹੈ ਉਹ ਤਾਂ ਤੁਸੀਂ ਕਰੋ ਨਾ, ਆਪਣਾ ਪਾਰਟ ਮੋਰਲ ਪੁਲਿਸਿੰਗ ਹੈ ਯਾਰ, ਅਕੋਰਡਿੰਗ ਟੂ ਦ ਲਾਅ ਯੂ ਆਰ ਗੋਇੰਗ ਦੇਅਰ। ਉਹ ਤੁਸੀਂ ਮਿਸ ਕਰ ਰਹੇ ਹੋ। ਇਹ ਗੱਲ ਨਹੀਂ ਹੈ ਕਿ ਆਪਰੇਸ਼ਨ ਲੋਟਸ ਹੈ ਤੁਹਾਡੀ ਸਰਕਾਰਾਂ ਨਾਲ ਬੀਜੇਪੀ, ਤੁਸੀਂ ਆਪਸ 'ਚ ਵਿਵਾਦ ਤੁਹਾਡਾ ਚੱਲਦਾ ਰਹਿੰਦਾ, ਪਰ ਅਗਰ ਆਪਾਂ ਇਸ ਤਰੀਕੇ ਦੇ ਨਾਲ ਤੁਹਾਡੇ ਆਪਸ ਦੇ ਵਿੱਚ ਕੜੱਤਨ ਹੈ, ਜਿਵੇਂ ਹੁਣ ਸੋਈ ਸਾਹਿਬ ਨੇ ਵੀ ਕਹਿਤਾ, ਵੇਦ ਜੀ ਨੇ ਵੀ ਕਹਿਤਾ, ਫਿਰ ਇਸ ਤਰੀਕੇ ਦਾ ਸਾਰੇ ਇੰਟਰ ਸਟੇਟ ਰਿਲੇਸ਼ਨ ਸਾਰੇ ਹੈਂਪਰ ਹੋਣਗੇ ਕਿ ਇਸ ਸਟੇਟ ਦੇ ਵਿੱਚ ਸਾਡੀ ਵਿਰੋਧੀ ਧਿਰ ਹੈਗੀ ਹੈ, ਆਪਾਂ ਇਹਨਾਂ ਨੂੰ ਸਪੋਰਟ ਨਹੀਂ ਕਰਨਾ, ਆਪਾਂ ਡਾਇਰੈਕਟ ਜਾ ਕੇ ਇਹਨਾਂ ਨੂੰ ਫੜ ਕੇ ਦਿਖਾ ਦੇਣਾ, ਦੇਖਿਆ ਸਾਡੇ ਤੋਂ ਉੱਪਰ ਹੈ। ਤਾਂ ਅਗਰ ਇਹ ਚੀਜ਼ ਹੈ ਜੋ ਸਿਗਨਲ ਆਂਦਾ, ਫਿਰ ਉਹ ਤਾਂ ਠੀਕ ਨਹੀਂ ਹੈ। ਦੈਟ ਇਜ਼ ਨਾਟ ਅ ਹੈਲਦੀ ਟ੍ਰੈਂਡ ਆਈ ਗੈਸ। ਦੇਖੋ ਡੈਫੀਨੇਟਲੀ ਅਨਹੈਲਦੀ ਹੈ, ਡੈਫੀਨੇਟਲੀ ਇਹਨੂੰ ਬਦਲਣ ਦੀ ਲੋੜ ਹੈ। ਉਹ ਬਦਲਾਵ ਨਹੀਂ ਚਾਹੀਦਾ ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਸੀ, ਅਸਲ ਬਦਲਾਵ ਚਾਹੀਦਾ ਹੈ। ਤੇ ਪੰਜਾਬ ਦੇ ਵਿੱਚ ਹੋਰ ਸਟੇਟਸ ਦੇ ਵਿੱਚ, ਪੰਜਾਬ ਦੀ ਪੁਲਿਸ ਦੇ ਵਿੱਚ ਹੋਰ ਸਟੇਟਸ ਦੀ ਪੁਲਿਸ ਦੇ ਵਿੱਚ ਇੱਕ ਹੈਲਦੀ ਇਕੁਏਸ਼ਨ, ਇੱਕ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਹੈ, ਜੋ ਮਿਸਿੰਗ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਈਗੋ ਵਿੱਚ ਆ ਜਾਂਦੀ ਹੈ। ਦੂਜਾ ਲਾਸਟ ਪੁਆਇੰਟ ਹੈ ਐਕਸਟ੍ਰਾਡੀਸ਼ਨ। ਦੇਖੋ ਐਕਸਟ੍ਰਾਡੀਸ਼ਨ ਨੂੰ ਆਮ ਆਦਮੀ ਪਾਰਟੀ ਨੂੰ ਮੈਂ 25 ਵਾਰੀ ਕਿਹਾ ਵੀ ਐਕਸਟ੍ਰਾਡੀਸ਼ਨ ਲਈ ਤੁਸੀਂ ਰਿਕੁਐਸਟ ਵਾਰ-ਵਾਰ ਭੇਜੋ, ਐਕਸਟ੍ਰਾਡੀਸ਼ਨ ਦੀ ਰਿਕੁਐਸਟ ਨਹੀਂ ਵਾਰ-ਵਾਰ ਭੇਜਦੇ। ਫਿਰ ਦੂਜਾ, ਇਹਨਾਂ ਨੇ ਮੈਨੂੰ ਸੰਘੇੜਾ ਸਾਹਿਬ ਇੰਨੀ ਗੱਲ ਦੱਸਣ, ਇਹਦਾ ਕਾਰਨ ਕੀ ਹੈ? ਇਹਨੇ ਇਨਸੀਡੈਂਟਸ ਹੋ ਰਹੇ ਹੈ ਕਿ ਇਹਦਾ ਕਾਰਨ ਹੈ ਵੀ ਲੋਕ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਣ ਲੱਗੇ, ਕਿਉਂਕਿ ਸਰਕਾਰ ਨੇ ਜੋ ਵੱਡੇ ਵੱਡੇ ਖੁਆਬ ਦਿਖਾਏ ਸੀਗੇ ਉਹਨਾਂ 'ਚ ਤਾਂ ਫੇਲ ਹੋਈ। ਠੀਕ ਹੈ, ਮੇਰੇ ਕੋਲ ਹੁਣ ਲਾਸਟ ਟਾਈਮ ਚੱਲ ਰਿਹਾ ਹਾਂਜੀ, ਕੁਇਕਲੀ ਕੰਕਲੂਡ ਕਰ ਰਿਹਾ ਜੀ। ਸੋ ਦੇਅਰਫੋਰ ਲੋਕ ਕਾਨੂੰਨ ਨੂੰ ਹੱਥ ਦੇ ਵਿੱਚ ਤਾਂ ਲੈ ਰਹੇ ਕਿਉਂਕਿ ਆਮ ਆਦਮੀ ਪਾਰਟੀ ਨੇ ਵਾਅਦਾ ਜੋ ਕੀਤਾ 24 ਘੰਟੇ 'ਚ ਇਨਸਾਫ ਕਰਾਂਗੇ ਬੇਅਦਬੀ ਮਾਮਲੇ ਦੇ ਵਿੱਚ ਨਹੀਂ ਕਰ ਸਕੀ, ਤਾਂ ਜਾਂ ਫਿਰ ਫੀਅਰ ਆਫ ਲਾਅ ਖਤਮ ਹੋ ਗਿਆ, ਠੀਕ ਹੈ, ਤੁਸੀਂ ਐਕਸ਼ਨ ਹੀ ਨਹੀਂ ਲੈ ਪਾ ਰਹੇ, ਸੰਘੇੜਾ ਸਾਹਿਬ ਕੋਈ ਪਨਿਸ਼ਮੈਂਟ ਨਹੀਂ ਦੇ ਪਾ ਰਹੇ, ਕੋਈ ਸਜ਼ਾ ਨਹੀਂ ਸੰਘੇੜਾ ਸਾਹਿਬ ਸਾਰਾ ਕੁਝ ਆਪਣੇ ਕੋਲੋਂ ਹੀ ਲਾ ਕੇ ਉਹਨੂੰ ਫਿਰ ਸਚਾਈ ਮੰਨ ਕੇ ਫਿਰ ਉਸ ਹਿਸਾਬ ਨਾਲ ਲੈਕਚਰ ਦੇਣਾ ਸ਼ੁਰੂ ਕਰ ਦਿੰਦੇ ਆ ਖਡਿਆਲ ਸਾਹਿਬ। ਇਹ ਜੋ ਸਾਰੇ ਲੈਕਚਰ ਦਿੰਦੇ ਇਹ ਪਹਿਲਾਂ ਤੋਂ ਹੀ ਚੱਲੀ ਆਉਂਦੀ ਆ। ਨਹੀਂ, ਸਾਰੇ ਲੈਕਚਰ ਦਿੰਦੇ, ਤੁਹਾਡੇ ਵੇਲੇ ਤੁਸੀਂ ਵਧੀਆ ਬੋਲਦੇ ਹੋ, ਸਾਰੇ ਲੈਕਚਰ ਦਿੰਦੇ ਆ। ਟਾਈਮ ਥੋੜਾ ਰਹਿ ਗਿਆ ਕਰਕੇ ਹੁਣ ਤੁਸੀਂ ਵਿੱਚ ਬੋਲਣ ਲੱਗ ਗਏ। ਤੁਸੀਂ ਨਾ ਵਿੱਚ ਬੋਲਿਆ ਕਰੋ ਦੂਜਿਆਂ ਦੇ ਟਾਈਮ 'ਚ, ਮੈਂ ਨਹੀਂ ਤੁਹਾਡੀ ਦਵਾਈ ਆਪ ਖਾਣੀ ਪੈਂਦੀ ਹੈ। ਖਡਿਆਲ ਸਾਹਿਬ ਆਪਾਂ ਲੈ ਲਈ ਪੁਆਇੰਟ, ਤੁਹਾਡੇ ਸਵਾਲ ਕਰ ਰਹੇ ਹਾਂ ਖਡਿਆਲ ਸਾਹਿਬ, ਤੁਹਾਡੀ ਸਪੀਚ ਦੀ ਸਿਫਤ ਕਰ ਰਹੇ ਹਾਂ, ਤੁਸੀਂ ਐਵੇਂ ਸਪੋਕਸਮੈਨ ਬਣ ਕੇ ਆਪਣਾ ਟਾਈਮ ਵੇਸਟ ਕਰ ਰਹੇ ਹੋ। ਤੁਸੀਂ ਲੋਕਾਂ 'ਚ ਜਾਓ, ਬਹੁਤ ਛੇਤੀ ਐਮਐਲਏ ਤੁਹਾਡੀ ਬਹੁਤ ਵਧੀਆ ਤੁਸੀਂ ਬੋਲਦੇ ਹੋ, ਵਕੀਲ ਵੀ ਅੱਛੇ ਹੋਵੋਗੇ ਕਿਉਂਕਿ ਤੁਸੀਂ ਬੋਲਦੇ ਬਹੁਤ ਵਧੀਆ, ਇਧਰ ਉਧਰ ਗੱਲਾਂ ਬਣਾ ਕੇ, ਪਰ ਸੱਚਾਈ ਨਹੀਂ ਹੈ ਇਹਦੇ ਵਿੱਚ। ਤੁਹਾਡੀ ਪਾਰਟੀ ਦੀ ਸਰਕਾਰ ਨੇ ਪੰਜਾਬ ਬੋਲਣ ਦੇ ਨਾਲ ਕੰਮ ਕਰਨ ਦੀ ਗੱਲ ਹੋ ਰਹੀ ਹੈ ਨਾ, ਆਪਾਂ ਕੰਮ ਕੀ ਕਰ ਰਹੇ ਹਾਂ? ਨਹੀਂ, ਇਹਨਾਂ ਦੀ ਕੇਜਰੀਵਾਲ ਜੀ ਤੁਸੀਂ very quickly I have last few seconds regularly ਸੰਘੇੜਾ ਸਾਹਿਬ ਅੱਗੇ ਨਾਲੋਂ things have improved। ਦੇਖੋ ਅਸੀਂ ਸਾਰਾ ਕੁਝ ਇਹਨਾਂ ਦਾ ਜਿਹੜਾ ਆ ਉਹ ਸਾਹਮਣੇ ਲਿਆਤਾ ਆ, ਉਹਨੂੰ ਕੰਟਰੋਲ ਕਰ ਰਹੇ ਆ। ਤੁਹਾਨੂੰ ਦੱਸਿਆ ਤਾਂ ਹੈ ਇੱਕ ਦਿਨ ਦੇ ਵਿੱਚ ਹੀ ਸਾਰੇ ਬੰਦੇ ਜਿਹੜੇ ਆਇਡੈਂਟੀਫਾਈ ਕਰ ਲਏ ਸੀਗੇ। ਜੇ ਪੁਲਿਸ ਨੇ ਫੜ ਲਿਆ, ਪੰਜਾਬ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ, ਉਹ ਪੰਜਾਬ ਪੁਲਿਸ ਦਾ ਸਪੋਕਸਮੈਨ ਜਿਹੜਾ ਆ ਉਹਨਾਂ ਨੇ ਸ਼ੇਅਰ ਕਰਨੀ ਆ ਨਹੀਂ ਕਰਨੀ ਉਹ ਅਲੱਗ ਚੀਜ਼ਾਂ। ਸੁਰੱਖਿਆ ਦਾ ਮਾਮਲਾ ਹੈ, ਉਹਦੇ ਤੇ ਹੀ ਆਪਾਂ ਕਹੀ ਚੱਲੀਏ ਵੀ ਕੁਮਾਰ ਵਿਸ਼ਵਾਸ ਉਹਨਾਂ ਨੂੰ ਤੇ ਮੁਕੱਦਮਾ ਦਰਜ ਕਰਤਾ ਸੀ, ਤਾਂ ਜੇ ਆਪਾਂ ਉਸ ਡਿਸਕਸ਼ਨ 'ਚ ਪੈ ਜਾਈਏ ਜਿਹੜੀ हरियाणा पुलिस ने दखल देता नहीं, आप गलत बोल रहे हैं। सियासत कुमार विश्वास का नाम कहीं नहीं आया बीच में सरदार साहब, कुमार विश्वास का नाम नहीं लिया। ओके वेजी, ओके वेजी, ओके एक मिनट जवाब ले लो तो पता चलेगा कि किहड़ा हार्ड स्टैंड ले रहे हैं। देखिए सेम ही केस, हार्ड स्टैंड किहड़ा ले रहे हैं, ਮੈਨੂੰ ਇੱਕ ਵਾਰੀ ਜਾਣ ਲੈਣ ਦਿਓ। सेम केस है, ਉਦਾਂ ਦਾ ਹੀ ਕੇਸ ਸੀਗਾ ਉਹ ਵੀ, ਪੰਜਾਬ में ਖਲਬਲੀ ਮਚਾਉਣਾ ਚਾਹੁੰਦੇ ਸੀਗੇ। ਹਾਂਜੀ, ਠੀਕ ਹੈ ਸੰਘੇੜਾ ਸਾਹਿਬ ਸਵਾਲ ਇਹ ਆ ਰਿਹਾ ਹੈ, ਸਵਾਲ ਇਹ ਖੜਾ ਹੋ ਰਿਹਾ ਹੈ ਜੋ ਆਪਾਂ ਤਸਵੀਰਾਂ ਵੀ ਦੇਖ ਰਹੇ ਹਾਂ। ਕਿਰਪਾ ਕਰਕੇ ਸਵਾਲ ਲੈ ਲਓ। ਮੈਂ ਸੋਈ ਸਾਹਿਬ ਕੋਲ ਜਾ ਕੇ ਆਣਾ, ਮੇਰਾ ਸਵਾਲ ਲੈ ਲਓ ਕਿਰਪਾ ਕਰਕੇ। ਸੰਘੇੜਾ ਸਾਹਿਬ, ਆ ਜਿਹੜੇ ਨੌਜਵਾਨ ਦਿਖਾਈ ਦੇ ਰਹੇ ਆ, ਅੰਡਰ ਏਜ ਵੀ ਹੈਗੇ ਆ, ਬਹੁਤ ਯੰਗ ਹੈਗੇ ਆ, ਦੇ ਆਰ ਹੈਵਿੰਗ ਫ੍ਰੀ ਰਨ। ਮਗਰ ਜਿਸ ਤਰੀਕੇ ਦੇ ਨਾਲ ਇਹ ਰਿਵਾਲਵਰ ਲੈ ਕੇ, ਕੱਟੇ ਲੈ ਕੇ ਹੱਥ ਦੇ ਵਿੱਚ ਓਪਨਲੀ ਫਾਇਰ ਕਰਦੇ ਹੋਏ ਜਾ ਰਹੇ ਆ, ਇਹ ਕੋਈ ਚੰਗਾ ਸਿਨੈਰੀਓ ਦਿਖਾਈ ਨਹੀਂ ਦੇ ਰਿਹਾ। ਤੇ ਆਪਾਂ ਕੀ ਇਹਨਾਂ ਨੂੰ ਨੱਥ ਪਾਉਣ ਦੇ ਵਿੱਚ ਸક્ષਮ ਹੈਗੇ ਆ? हाँ हाँ बिल्कुल बिल्कुल,
ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜੀ ਸਰਕਾਰ ਡਿਟਰਮਿੰਡ ਹੈ ਔਰ ਪੰਜਾਬ ਪੁਲਿਸ ਇਸ ਗੱਲ ਦੇ ਕਾਬਿਲ ਹੈ, ਕਿੱਡੀਆਂ ਵੱਡੀਆਂ ਜਿਹੜੀਆਂ ਮੁਸ਼ਕਲਾਂ ਹੱਲ ਕੀਤੀਆਂ। ਮੈਂ ਇਹੀ ਤਾਂ ਕਹਿੰਦਾ ਜਿਹੜੀ 15-17 ਸਾਲ ओके सोई साहब लास्ट फ्यू सेकंड्स ठीक है, तो समय खत्म हो गया। ठीक है, पंजाब पुलिस सक्षम हैगी है, डिटर्मिंड है। सोई साहब दिल्ली पुलिस सहयोग दे रही है कि नहीं दे रही? सोई साहब दिल्ली पुलिस सहयोग दे रही है कि नहीं दे रही? ਮੈਨੂੰ ਜਵਾਬ ਲੈ ਲੈਂਦੋ ਇਹਨਾਂ ਤੋਂ ਪਤਾ ਚੱਲੇ। ਗੌਰਵ ਜੀ ਸਹਿਯੋਗ ਟੀਨੂ ਜਿਹੜਾ ਭੱਜ ਗਿਆ ਸੀਗਾ ਪੰਜਾਬ ਪੁਲਿਸ ਦੀ ਕਸਟਡੀ ਚੋਂ, ਜਿਹੜਾ ਸਿੱਧੂ ਸੀਗਾ, ਉਹਦਾ ਉਹ ਖੁਦ ਹੀ ਇੱਕ ਕਿਸਮ ਦਾ ਜਵਾਬ ਹੈਗਾ ਕਿ ਸક્ષਮ ਜਿਹੜੀ ਹੈ, ਮੈਨੂੰ ਲੱਗਦਾ ਸક્ષਮ ਹੋਣੀ ਚਾਹੀਦੀ ਹੈ, ਲੇਕਿਨ ਜਿਹੜੀ ਗਵਰਨੈਂਸ ਹੈ ਉਹ ਜਿਹੜਾ ਉੱਥੇ ਤੱਕ ਪਹੁੰਚ ਵੱਜੀ ਹੋਈ ਹੈ। ਦੀਪਕ ਟੀਨੂ ਨੂੰ ਤੁਸੀਂ ਫੜ ਨਹੀਂ ਸਕੇ, ਭੱਜ ਗਿਆ ਤੁਹਾਡੇ ਹੱਥੋਂ। ਇਸ ਕਰਕੇ ਆ ਜਿਹੜੀ ਪੰਜਾਬ ਪੁਲਿਸ ਨੂੰ ਆਪਣੇ ਗੀਅਰ ਬਦਲਨੇ ਪੈਣੇ ਆ, ਜਿਹੜੀ ਪਹਿਲਾਂ ਵਰਗੀ ਗੇਅਰ ਬਦਲਨੇ ਪੈਣੇ, ਹਾਰਡ ਹੋਣਾ ਪੈਣਾ, ਸਤਰਕ ਹੋਣਾ ਪੈਣਾ। ਠੀਕ ਹੈ, ਹਮੇਸ਼ਾ ਸਕੋਪ ਹੁੰਦਾ ਹੋਰ ਵਧੀਆ ਪਰਫਾਰਮ ਕਰੇਗਾ। ਉਮੀਦ ਇਹ ਕਰਦੇ ਹਾਂ ਕਿ ਪੰਜਾਬ ਦਾ ਠੀਕ ਹੈ। सोई साहब संगड़ा साहब मेरे को समा खत्म हो गया पर ਚਰਚਾ ਜੋ ਆਪਾਂ ਕੀਤੀ ਉਹਦੇ ਚੋਂ ਨਿਕਲ ਕੇ ਇਹ ਆਂਦਾ ਹੈ ਕਿ ਸਾਨੂੰ ਸਾਰਿਆਂ ਨੂੰ ਸਤਰਕ ਹੋਣਾ ਪੈਣਾ, ਆਪਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਪੈਣੀ ਹੈ। ਕੁੱਲ ਮਿਲਾ ਕੇ ਲੱਬੋ ਲਬਾਬ ਇਹ ਹੈਗਾ ਕਿ ਦਿੱਲੀ ਪੁਲਿਸ ਹੋਵੇ, ਪੰਜਾਬ ਪੁਲਿਸ ਹੋਵੇ, ਹਰਿਆਣਾ ਪੁਲਿਸ ਹੋਵੇ, ਆਪਸ ਦੇ ਵਿੱਚ ਕੋਆਰਡੀਨੇਸ਼ਨ ਜਿਹੜੀ ਹੈ, ਕੋਆਪਰੇਸ਼ਨ ਹੈ, ਉਹ ਹੋਣੀ ਚਾਹੀਦੀ ਹੈ। ਤਾਂ ਹੀ ਇੰਟਰ ਸਟੇਟ ਰਿਲੇਸ਼ਨਸ ਤੇ ਸ਼ੇਅਰਿੰਗ ਹੈ ਜਿਹੜੀ ਉਹ ਕੰਮ ਕਰੇਗੀ। ਪੁਲਿਸ ਭਾਵੇਂ ਦਿੱਲੀ ਦੀ ਫੜੇ, ਪੰਜਾਬ ਦੀ ਫੜੇ, ਗੱਲ ਉਹ ਨਹੀਂ ਹੈ। ਮਕਸਦ ਇਹ ਹੈ ਕਿ ਆਹ ਕਤਲੋ ਗਾਰਤ ਜਿਹੜੀ ਹੈਗੀ ਹੈ ਸੜਕਾਂ ਦੇ ਉੱਪਰ ਜਾਂ ਜਿਹੜੇ ਕਤਲ ਹੋ ਰਹੇ ਆ, ਇਸ ਨੂੰ ਰੋਕਣਾ ਹੈਗਾ। ਪੰਜਾਬ ਦੇ ਹਿੱਤ ਦੇ ਵਿੱਚ ਇਹੀ ਹੈਗਾ ਤੇ ਪੰਜਾਬ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਇਹ ਸਰਕਾਰਾਂ ਨੇ ਸੋਚਣਾ ਹੈਗਾ। ਸੋ ਸਵਾਲ ਪੰਜਾਬ ਦਾ ਅੱਜ ਇਹ ਖੜਾ ਹੋ ਰਿਹਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਜੇ ਸਵਾਲ ਖੜਾ ਹੋ ਰਿਹਾ ਹੈ, ਆਪਣੀ ਪੁਲਿਸ ਯਾਨੀ ਪੰਜਾਬ ਪੁਲਿਸ ਕੀ ਕਰ ਰਹੀ ਹੈ? ਪੰਜਾਬ ਪੁਲਿਸ ਇਸ ਕਰਕੇ ਸਵਾਲ ਖੜਾ ਹੋ ਰਿਹਾ ਹੈ ਕਿਉਂਕਿ ਦਿੱਲੀ ਪੁਲਿਸ ਅੱਜ ਪ੍ਰੈਸ ਕਾਨਫਰੰਸ ਕਰਦੀ ਹੈ। ਦਿੱਲੀ ਪੁਲਿਸ ਦੇ ਵੱਲੋਂ ਕਿਹਾ ਜਾਂਦਾ ਕਿ 3 ਮੋਡਿਊਲ ਦਿਖਾਈ ਦਿੱਤੇ, ਯਾਨੀ 3 ਵੱਖਰੇ ਮੋਡਿਊਲਸ ਨੇ। ਤਿੰਨੋਂ ਵੱਖਰੇ ਮੋਡਿਊਲਸ ਜਿਹੜੇ ਆ ਉਹਨਾਂ ਦੀ ਲਿੰਕੇਜ ਜਿਹੜੀ ਹੈਗੀ ਹੈ ਗੋਲਡੀ ਬਰਾੜ ਦੇ ਨਾਲ ਦਿਖਾਈ ਦਿੰਦੀ ਹੈ। ਗੋਲਡੀ ਬਰਾੜ ਜਿਹੜਾ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਮਾਸਟਰਮਾਈਂਡ ਹੈ, ਫੋਰਨ ਦੇ ਵਿੱਚ ਬੈਠਾ ਹੋਇਆ, ਉਸ ਦੀ ਲਿੰਕੇਜ ਦਿੱਲੀ ਪੁਲਿਸ ਦੱਸਦੀ ਹੈ। ਸਮਝਣਾ ਜਿਹੜਾ ਹੈਗਾ ਬਹੁਤ ਲਾਜ਼ਮੀ ਹੈ ਕਿ ਆਖਿਰ ਹੋ ਕੀ ਰਿਹਾ। ਖਾਸ ਤੌਰ ਤੇ ਮਹਿਮਾਨ ਜੁੜ ਗਏ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਜਗਤਾਰ ਸਿੰਘੜਾ ਸਾਹਿਬ ਆਮ ਆਦਮੀ ਪਾਰਟੀ ਤੋਂ, ਰਜਿੰਦਰ ਦੀਪਾ ਜੀ ਸ਼੍ਰੋਮਣੀ ਅਕਾਲੀ ਦਲ ਤੋਂ, ਕਮਲਦੀਪ ਸਿੰਘ ਸੋਈ ਸਾਹਿਬ ਭਾਰਤੀ ਜਨਤਾ ਪਾਰਟੀ ਤੋਂ, ਵੇਦ ਭੂਸ਼ਣ ਸਾਹਿਬ ਐਕਸ ਡੀਸੀਪੀ ਦਿੱਲੀ ਤੋਂ। ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਸੋ ਸਵਾਲ ਸਿੰਘੜਾ ਸਾਹਿਬ ਤੁਹਾਡੇ ਤੋਂ ਹੀ ਅੱਜ ਪਹਿਲਾ ਕਿ ਪੰਜਾਬ ਦੇ ਵਿੱਚ ਕਾਰਾ ਹੁੰਦਾ ਯਾਨੀ ਇਹ ਕਤਲ ਹੁੰਦਾ ਤੇ ਇਸ ਕਤਲ ਤੋਂ ਬਾਅਦ ਦੱਸਿਆ ਜਾਂਦਾ ਕਿ 6 ਸ਼ੂਟਰ ਸੀਗੇ ਜੋ ਦਿਖਾਈ ਦਿੱਤੇ, ਜੋ ਫਾਇਰ ਕਰ ਰਹੇ ਸੀਗੇ, ਸੀਸੀਟੀਵੀ 'ਚ ਇਮੇजेस ਕੈਦ ਹੁੰਦੀਆਂ ਤੇ ਉਸ ਤੋਂ ਬਾਅਦ ਜਦੋਂ ਹੁਣ ਉਹਨਾਂ ਨੂੰ ਪਕੜਿਆ ਜਾਂਦਾ ਇੱਕ ਦਿਨ ਬਾਅਦ ਯਾਨੀ ਕੁਝ ਘੰਟਿਆਂ ਬਾਅਦ ਜੋ ਪਕੜਿਆ ਜਾਂਦਾ ਹੈ ਤਾਂ ਦਿੱਲੀ ਤੋਂ ਪੁਲਿਸ ਆਂਦੀ ਹੈ ਪੰਜਾਬ 'ਚ ਤੇ ਉਹਨਾਂ ਨੂੰ ਫੜ ਕੇ ਲੈ ਜਾਂਦੀ ਹੈ ਤੇ ਦਿੱਲੀ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਦੀ ਹੈ। ਕੀ ਸਮਝੀਏ ਆਪਣੀ ਪੁਲਿਸ ਕਿੱਥੇ ਹੈ? ਇਹਦੇ 'ਚ ਆਪਣੀ ਪੁਲਿਸ ਕਿੱਥੇ ਆ? ਪੁਲਿਸ ਜਾਂਚ ਵਿੱਚ ਜੁਟੀ ਹੋਈ ਸੀਗੀ, ਇਮੀਡੀਏਟਲੀ ਸਾਈਟ ਤੇ ਪਹੁੰਚ ਗਏ ਆ ਤੇ ਜੋ ਕੁਝ ਲੜਿੰਦਾ ਸੀਗਾ ਉਹ ਕਰਨਾ ਸੀਗਾ। ਪੁਲਿਸ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੀ ਹੈ ਜੀ। ਜੇ ਉਹ ਹਰਿਆਣੇ ਤੋਂ ਸੀਗੇ, ਪੁਲਿਸ ਨੇ ਆਇਡੈਂਟੀਫਾਈ ਤੇ ਕਰ ਲਿਆ ਸੀ ਪਹਿਲੇ ਅਰੈਸਟ ਕਰਨ ਤੋਂ, ਔਰ ਸਾਰੇ ਹੀ ਜਿਹੜੇ ਸੀਗੇ ਆਪਣਾ ਹਮਲਾਵਰ ਜਿੰਨੇ ਵੀ ਸੀਗੇ ਸਾਰਿਆਂ ਦੀ ਆਇਡੈਂਟੀਫਿਕੇਸ਼ਨ ਹੋ ਗਈ ਸੀਗੀ ਪਹਿਲਾਂ। ਹੁਣ ਉਹਦੇ ਵਿੱਚ ਫੋਟੋਆਂ ਤੋਂ ਜਾਂ ਇਨਫੋਰਮੇਸ਼ਨ ਸ਼ੇਅਰਿੰਗ ਤੋਂ ਜੇ ਕੋਈ ਵਿਅਕਤੀ ਪਹਿਲਾਂ ਵੀ ਕਿਸੇ ਹੋਰ ਜਿਹੜਾ ਦੋਸ਼ੀ ਸੀਗਾ ਉਹਨਾਂ ਹੋਰ ਕਿਸੇ ਕੇਸ ਵੀ ਲੜੀ, ਦਿੱਲੀ ਪੁਲਿਸ ਨੇ ਡਾਇਰੈਕਟ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ। ਆਈ ਡੋਂਟ ਥਿੰਕ देयर इज एनीथिंग रॉन्ग। ਰਾਈਟ ਸਿੰਘੜਾ ਸਾਹਿਬ, ਠੀਕ ਹੈ। ਇਦਾਂ ਹੋਇਆ ਬਾਹਰਲੇ ਸੂਬਿਆਂ 'ਚ ਵੀ ਪੰਜਾਬ ਪੁਲਿਸ ਦੀ ਨਿਸ਼ਾਨਦੇਹੀ ਤੇ ਕਰੋੜਾਂ ਰੁਪਏ ਦੀ ਹੈਰੋਇਨ ਫੜੀ ਗਈ ਆ, ਡਰੱਗਸ ਫੜੀਆਂ ਗਈਆਂ ਆ। ਨਹੀਂ ਸਿੰਘੜਾ ਸਾਹਿਬ ਤੁਹਾਡੀ ਗੱਲ ਠੀਕ ਹੈ, ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਜਾਣਾ, ਤੁਹਾਡੀ ਗੱਲ ਨੂੰ ਹੀ ਕੰਟੀਨਿਊ ਕਰਦਾ ਮੈਂ। ਆਈਲ ਟੇਕ ਅ ਪੁਆਇੰਟ ਫਾਰਵਰਡ। ਸਵਾਲ ਇਹ ਹੈ, ਖੜਿਆਲ ਸਾਹਿਬ ਵੀ ਜੁੜ ਗਏ ਨੇ, ਬਹੁਤ ਬਹੁਤ ਸਵਾਗਤ ਹੈ ਖੜਿਆਲ ਸਾਹਿਬ। ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਹੈ, ਬਿਲਕੁਲ ਠੀਕ ਹੈ, ਤੁਸੀਂ ਵਾਜਿਬ ਕਿਹਾ ਹੁੰਦੀ ਹੈ, ਠੀਕ ਹੈ, ਤੁਸੀਂ ਵੀ ਕੀਤੀ ਹੋਣੀ। 6 ਸ਼ੂਟਰ ਆਇਡੈਂਟੀਫਾਈ ਹੋਏ, ਉਹਨਾਂ ਦੇ ਨਾਮ, ਉਹਨਾਂ ਦੇ ਚਿਹਰੇ ਤੁਸੀਂ ਬਾਕੀ ਸੂਬਿਆਂ ਦੀ ਪੁਲਿਸ ਨੂੰ ਪੂਰਾ ਜਿਹੜਾ ਆਪਣਾ ਨੈਟਵਰਕ ਹੈਗਾ ਪੁਲਿਸਿੰਗ ਦਾ ਉਹਨਾਂ ਦੇ ਵਿੱਚ ਦੇ ਦਿੱਤਾ। ਜੇ ਉਹ ਪੰਜਾਬ ਦੇ ਵਿੱਚ ਹੀ ਲੋਕੇਟ ਹੋਏ ਸੀਗੇ ਤਾਂ ਇਹ ਆਪਣੀ ਪੁਲਿਸ ਵੀ ਜਾ ਕੇ ਫੜ ਸਕਦੀ ਸੀਗੀ, ਦਿੱਲੀ ਪੁਲਿਸ ਦੱਸ ਸਕਦੀ ਸੀ ਕਿ ਤੁਸੀਂ ਫੜ ਲਓ, ਉੱਥੇ ਹੈਗੇ ਆ। ਰਾਦਰ ਦਿੱਲੀ ਪੁਲਿਸ ਨੇ ਕਸ਼ਟ ਬਹੁਤ ਕੀਤਾ, ਦਿੱਲੀ ਤੋਂ ਟਰੈਵਲ ਕੀਤਾ, ਪੰਜਾਬ 'ਚ ਆਏ, ਉਹਨਾਂ ਦੇ ਘਰ ਗਈ, ਆਪ ਹੀ ਜਾ ਕੇ ਫਿਰ ਉਹਨਾਂ ਨੂੰ ਪਕੜਿਆ। ਇਹ ਦੇਖੋ ਇਹ ਏਜੰਸੀਆਂ ਦਾ ਮਾਮਲਾ ਆ, ਮੈਨੂੰ ਨਹੀਂ ਪਤਾ ਹੁਣ ਵੀ ਇਹਦੇ ਬਾਰੇ ਮੈਂ ਨਹੀਂ ਦਖਲ ਦੇ ਸਕਦਾ ਜਾਂ ਨਾ ਹੀ ਮੈਂ ਇਹਦੇ ਬਾਰੇ ਕੋਈ ਟਿੱਪਣੀ ਕਰ ਸਕਦਾ ਹਾਲ ਦੀ ਘੜੀ, ਕਿਉਂਕਿ ਇਹ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਆ। ਕੋਈ ਉਹਦਾ
ਅੰਦਰ ਜਿਹੜੀ ਇਨਫੋਰਮੇਸ਼ਨ ਏਜੰਸੀਜ਼ ਹੈਗੀਆਂ, ਦੂਸਰੀਆਂ ਸੂਈਆ ਏਜੰਸੀਆਂ ਹੈਗੀਆਂ ਆ, ਉਹਨਾਂ ਨੇ ਦੇਖਣਾ ਹੈ ਤਾਂ ਵੀ ਕੀ ਕਰਨਾ, ਕੀ ਦੋਨਾਂ ਸੂਬਿਆਂ ਦੀ ਸਰਕਾਰ ਨੇ ਦੇਖਣਾ, ਜਾਂ ਦਿੱਲੀ ਪੁਲਿਸ ਜਿਹੜੀ ਕੇਂਦਰ ਥੱਲੇ ਆ ਉਹਨਾਂ ਨੇ ਦੇਖਣਾ ਆ। ਠੀਕ ਹੈ, ਤੇ ਇਹ ਹੁਣ ਮੈਨੂੰ ਨਹੀਂ ਪਤਾ ਵੀ ਹੋਰ ਕਿਹੜੀ ਏਜੰਸੀ ਦੀ ਇਨਫੋਰਮੇਸ਼ਨ ਸੀਗੀ, ਕੀ ਇਸ ਚੀਜ਼ ਦੇ ਰੀਜ਼ਨ ਹੈ। ਤੇ ਆਈ ਡੋਂਟ ਫਾਈਂਡ ਐਨੀਥਿੰਗ ਰੋਂਗ ਜੇ ਉਹਨਾਂ ਨੇ ਨਹੀਂ ਵੀ ਦੱਸਿਆ। ਗੱਲ ਤਾਂ ਆਪਣਾ ਪਰਪਸ ਉਹ ਜਿਹੜਾ ਹਮਲਾ ਹੋਇਆ ਆ ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰਨਾ ਤੇ ਇਸ ਸਾਰੇ ਗੈਂਗਸਟਰਵਾਦ ਤੇ ਇਹ ਕਤਲੋਗਾਰਤ ਤੇ ਇਹਨਾਂ ਚੀਜ਼ਾਂ ਤੇ ਕਾਬੂ ਪਾਉਣ ਦਾ ਬੇਸਿਕਲੀ ਤਾਂ ਮਾਮਲਾ ਹੈਗਾ। ਠੀਕ ਹੈ, ਵੇਦ ਭੂਸ਼ਣ ਜੀ ਨੂੰ ਕੁਝ ਨਹੀਂ ਕਹਿ ਸਕਦਾ ਕੋਈ, ਪੁਲਿਸ ਦੀ ਨੁਕਤਾਚੀਨੀ ਨਹੀਂ, ਕੋਈ ਕਿਸੇ ਏਜੰਸੀ ਦੀ ਨੁਕਤਾਚੀਨੀ ਨਹੀਂ, ਨਹੀਂ ਕਿਸੇ ਦੀ ਨੁਕਤਾਚੀਨੀ ਨਹੀਂ, ਵੱਧ ਰਹੇ ਆ ਨੁਕਤਾਚੀਨੀ ਨਹੀਂ। ਜਿਹੜੇ ਸਵਾਲ ਹੈ ਆਪਾਂ ਸਵਾਲਾਂ ਦੇ ਜਵਾਬ ਦੇ ਲਈ ਸਾਰੇ ਬੈਠੇ ਆ, ਆਪਾਂ ਚਰਚਾ ਕਰ ਰਹੇ ਹਾਂ, ਕਿ ਹੈਲਦੀ ਡਿਸਕਸ਼ਨ ਕਰ ਰਹੇ ਹਾਂ। ਜਿਹੜੇ ਸਵਾਲ ਨੇ ਉਹ ਅਨਆਨਸਰਡ ਨਹੀਂ ਰਹਿਣੇ ਚਾਹੀਦੇ, ਉਹਨਾਂ ਦਾ ਆਨਸਰ ਆਣਾ ਚਾਹੀਦਾ। ਤੁਸੀਂ ਦੇ ਰਹੇ ਹੋ, ਬਹੁਤ ਚੰਗੀ ਗੱਲ ਹੈ। ਵੇਦ ਭੂਸ਼ਣ ਸਾਹਿਬ ਨਾਲ ਆਪਣੇ ਨੇ, ਐਕਸ ਡੀਸੀਪੀ ਨੇ ਦਿੱਲੀ ਪੁਲਿਸ ਦੇ, ਇਹਨਾਂ ਤੋਂ ਵੀ ਮੈਂ ਪੁੱਛ ਲਾਂਗਾ। ਇਸ ਤੋਂ ਪਹਿਲਾਂ ਪੋਲੀਟੀਕਲ ਤੁਹਾਡੇ ਜਿਹੜੇ ਕਾਊਂਟਰ ਪਾਰਟਸ ਨੇ ਉਹਨਾਂ ਤੋਂ ਇੱਕ ਵਾਰ ਸਵਾਲ ਲੈ ਲਾਂ। ਦੀਪਾ ਜੀ ਦੇਖੋ, ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਪੰਜਾਬ ਪੁਲਿਸ ਪੂਰੀ ਫੇਲ ਹੋਈ ਹੈ। ਇਹ ਜਿੰਨੇ ਵੀ ਐਡੇ ਇਸ ਲੈਵਲ ਦੀ ਵਾਰਦਾਤਾਂ ਹੋਈਆਂ, ਹਮੇਸ਼ਾ ਹੀ ਪੰਜਾਬ ਪੁਲਿਸ ਜਿਹੜੀ ਮੌਜੂਦਾ ਸੀਐਮ ਸਾਹਿਬ ਜਿੰਦੇ ਜਾਂ ਹੋਮ ਮਿਨਿਸਟਰ ਵੀ ਹੈ ਉਹ ਫੇਲ ਹੋਈ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਵੀ ਜਿੰਨਾ ਉਹ ਕ੍ਰੈਕ ਕੀਤਾ ਉਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਹੀ ਕ੍ਰੈਕ ਕੀਤਾ। ਜਿਹੜੇ ਉਹ 3 ਪਹਿਲਾਂ ਜਿਹੜੇ ਕਾਤਲ ਸੀ ਉਹ ਫੜੇ ਗਏ, ਉਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਫੜੇ ਗਏ। ਉਸ ਤੋਂ ਬਾਅਦ ਜਿਹੜਾ ਕੰਮ ਚੱਲਿਆ ਉਹ ਜਾ ਕੇ ਪੰਜਾਬ ਪੁਲਿਸ ਦੇ ਕੁਝ ਥੋੜੇ ਬਹੁਤ ਉਹਦੇ 'ਚ ਕੀਤਾ। ਇਹ ਹੁਣ ਦੂਸਰਾ ਮਾਮਲਾ ਸਿੱਧਾ ਇਹੋ ਜਿਹਾ ਆ ਗਿਆ ਕਿ ਇੱਕ ਦਿਨ ਦੇ ਵਿੱਚ ਦਿੱਲੀ ਪੁਲਿਸ ਪੰਜਾਬ ਦੇ ਵਿੱਚ ਆਂਦੀ ਹੈ, ਉਹਨਾਂ ਨੂੰ ਫੜਦੀ ਹੈ, ਔਰ ਇਹਨਾਂ ਨੂੰ ਬਾਅਦ 'ਚ ਪਤਾ ਲੱਗਦਾ ਕਿ ਆ ਕੁਝ ਹੋ ਗਿਆ। ਬਿਲਕੁਲ ਇਹਦੇ 'ਚ ਕੋਈ ਦੋ ਰਾਇਆ ਨਹੀਂ ਕਿ ਪੂਰੀ ਕੰਪਲੀਟ ਫੇਲਰ ਹੈ ਸਾਡੀ ਪੰਜਾਬ ਪੁਲਿਸ ਦਾ। ਲਾਅ ਐਂਡ ਆਰਡਰ ਪੂਰਾ ਫੇਲ ਹੈ ਇਸ ਵੇਲੇ। ਕੁਝ ਵੀ ਇੰਟੈਲੀਜੈਂਸ ਤਾਂ ਬਿਲਕੁਲ ਹੀ ਫੇਲਿਅਰ ਹੈ। ਇਹਦੇ 'ਚ ਦੇਖੋ ਮੰਨਣਾ ਪੈਣਾ, ਮੰਨੀਏ ਨਾ ਮੰਨੀਏ, ਇਹ ਨਹੀਂ ਕਿ ਅਸੀਂ ਵਿਰੋਧੀ ਧਿਰਾਂ, ਅਸੀਂ ਚਾਹਾਂਗੇ ਸਾਡੀ ਜਿੱਥੇ ਸਪੋਰਟ ਚਾਹੀਦੀ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਹੋ ਗਿਆ। ਔਰ ਜਿਨ੍ਹਾਂ ਨੇ 1980 ਵੇਲੇ ਦਾ ਬਹੁਤਾ ਵਕਤ ਨਹੀਂ ਹੋਇਆ ਉਹ ਵਕਤ ਵੇਖਿਆ, ਅੱਜ ਉਸੇ ਤਰ੍ਹਾਂ ਦੀ ਯਾਦਾਂ ਸਤਾਨ ਲੱਗ ਪਈਆਂ ਕਿ ਸ਼ਾਇਦ ਇਹੋ ਜਿਹੇ ਹਾਲਾਤ ਉਦੋਂ ਹੋਏ ਸੀ। ਔਰ ਉਸ ਤੋਂ ਬਾਅਦ ਵਿਗੜਦੇ ਕਿੰਨੇ ਸਾਲ ਲੰਬਾ ਪੰਜਾਬ ਨੇ ਸੰਤਾਪ ਹੋ ਗਿਆ, ਹਜੇ ਤੱਕ ਵੀ ਉਹਦੇ ਨਿਸ਼ਾਨ ਬਾਕੀ ਹੈ। ਤੋ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਇਹ ਸਰਕਾਰ ਨੂੰ ਚਾਹੀਦਾ, ਆਮ ਆਦਮੀ ਪਾਰਟੀ ਨੂੰ, ਫਿਰਦੇ ਗੁਜਰਾਤ ਜਾਓ ਗੁਜਰਾਤ, ਪਰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਹੈ। ਪਹਿਲੀ ਡਿਊਟੀ ਤੁਹਾਡੀ ਪੰਜਾਬ ਦੀ ਹੈ। ਬਹੁਤ ਗੱਲਾਂ ਕਰਦੇ ਆ, ਸਾਡਾ ਕੰਮ ਬੋਲਦਾ, ਐਨੇ ਇਸ਼ਤਿਹਾਰ ਲਾ ਰਹੇ ਹੋ, ਐਨੇ ਬੋਰਡ ਲਾ ਰਹੇ ਹੋ, ਕੰਮ ਤਾਂ ਪੰਜਾਬ ਦੇ ਲੋਕ ਵੇਖੀ ਜਾਂਦੇ ਆ। ਜਿਹੜਾ ਕੰਮ ਬੋਲਦਾ, ਜਿਹੜਾ ਤੁਹਾਡਾ ਪ੍ਰਾਈਮ ਡਿਊਟੀ ਹੈ, ਉਹਨੂੰ ਛੱਡੀ ਫਿਰਦੇ ਹੋ, ਦੂਜੇ ਪਾਸੇ ਫਿਰਦੇ ਹੋ। ਠੀਕ ਹੈ, ਸੰਘੇੜਾ ਸਾਹਿਬ ਟੂ ਰਿਸਪੌਂਡ। ਸੰਘੇੜਾ ਸਾਹਿਬ ਇੱਕ ਇੱਕ ਸਾਰੇ ਦੇ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਲੈਣਾ। ਦੀਪਾ ਜੀ ਦੀ ਮੈਂ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ। ਜਿੱਥੇ ਵੀ ਇਲੈਕਸ਼ਨ ਹੈ ਉੱਥੇ ਸਾਰੇ ਹੀ ਸਿਆਸੀ ਆਗੂ ਜਾਂਦੇ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ 'ਚ ਜਿਹੜਾ ਕੋਈ ਕੰਮ ਸਫਰ ਕਰ ਰਿਹਾ ਜਾਂ ਕਿਸ ਤਰ੍ਹਾਂ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦੀ ਸ਼ਨਾਖਤ ਕਰਨੀ ਤੇ ਉਹਨਾਂ ਨੂੰ ਅਰੈਸਟ ਕਰਨਾ ਤੇ ਉਹਨਾਂ ਨੂੰ ਸਜ਼ਾਵਾਂ ਦਿਵਾਉਣੀਆਂ ਤੇ ਓਵਰਆਲ ਜਿਹੜਾ ਗੈਂਗਸਟਰਵਾਦ ਪਿਛਲੇ 20 ਸਾਲ ਦੇ ਵਿੱਚ, 15 ਸਾਲ ਦੇ ਵਿੱਚ ਜਿਹਨੇ ਜੜ੍ਹਾਂ ਜਮਾਈਆਂ ਆਪਣੀਆਂ ਵਿਦੇਸ਼ਾਂ ਤੱਕ ਤੇ ਸਾਰੇ ਅੰਤਰੀ ਰਾਜਾਂ ਤੱਕ, ਉਹਨਾਂ ਤੇ ਕਾਬੂ ਕਰਨਾ, ਉਹਦੇ ਵਿੱਚ ਸਫੀਸ਼ੀਐਂਟ ਪ੍ਰੋਗਰੈਸ ਹੋਈ ਹੈ। 6 ਹੀ ਦੋਸ਼ੀਆਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ, ਉਹਨਾਂ ਚੋਂ 3 ਫੜੇ ਜਾ ਚੁੱਕੇ ਆ। ਆਪਾਂ ਇਹਨੂੰ ਟਵਿਸਟ ਕਰਕੇ ਪੁਲਿਸ ਵਰਸਸ ਪੁਲਿਸ ਕਰੀਏ। ਪਹਿਲੀ ਗੱਲ ਤਾਂ ਮੈਂ ਦੀਪਾ ਜੀ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਆ, ਇਹਨਾਂ ਨੂੰ ਪਤਾ ਹੀ ਹੋਣਾ ਚਾਹੀਦਾ ਆ ਕਿ ਜਿਹੜੇ ਇਹ ਸਾਰੇ ਸੀ ਨਾ ਵਿੱਚੋਂ, ਔਰ ਯੂਪੀ ਦੇ ਵੀ ਆ, ਇਹ ਜਿਹੜਾ ਗੈਂਗਸਟਰ ਦੇ ਜਿਹੜਾ ਮੋਡਿਊਲ ਬਣਿਆ ਹੋਇਆ, ਇਹਦੇ ਵਿੱਚ ਜਿਹੜੇ ਬਣੇ ਹੋਏ ਆ ਇਹਨਾਂ ਦੇ ਮੈਂਬਰ ਹਰਿਆਣਾ ਤੋਂ ਵੀ ਆ, ਯੂਪੀ ਤੋਂ ਵੀ ਆ, ਨਾਰਥ ਇੰਡੀਆ ਚੋਂ ਵੱਖ-ਵੱਖ ਥਾਵਾਂ ਨੂੰ ਬਿਲੋਂਗ ਕਰਦੇ ਆ, ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰਿੰਗ ਕਰਦੇ ਆ, ਔਰ ਫੋਰਨ 'ਚ ਬੈਠੇ ਬੰਦੇ ਇਹਨਾਂ ਨੂੰ ਮੈਨੇਜ ਕਰ ਰਹੇ ਆ। ਇਹ ਵੀ ਆਪਣੇ ਸਾਹਮਣੇ ਬਾਰ-ਬਾਰ ਦੂਜੀਆਂ ਵਾਰਦਾਤਾਂ ਵਿੱਚ ਵੀ ਆਇਆ। ਔਰ ਪੁਲਿਸ ਵੀ ਇਨਫੋਰਮੇਸ਼ਨ ਸ਼ੇਅਰ ਕਰਦੀ ਆ, ਇੰਟੈਲੀਜੈਂਸ ਏਜੰਸੀਜ਼ ਵੀ ਇਨਫੋਰਮੇਸ਼ਨ ਸ਼ੇਅਰ ਕਰਦੀਆਂ। ਐਨਆਈਏ ਪੰਜਾਬ ਜਾ ਕੇ ਛਾਪਾ ਮਾਰਦੀ ਹੈ, ਕੇਂਦਰੀ ਏਜੰਸੀ ਆ ਮਾਰ ਸਕਦੀ ਹੈ। ਸੋ ਆਪਾਂ ਇਹਨੂੰ ਦੇਖੀਏ ਸੰਘੇੜਾ ਸਾਹਿਬ, ਮਸਲਾ ਕਿੱਥੋਂ ਤੱਕ। ਸੰਘੇੜਾ ਸਾਹਿਬ, ਮਸਲਾ ਇਹ ਹੈ ਕਿ ਬਾਕੀ ਛਾਪਾ ਇਹ ਮਾਰਦੀਆਂ ਸੈਂਟਰਲ ਏਜੰਸੀਜ਼, ਪਰ ਇੱਥੇ ਦਿੱਲੀ ਪੁਲਿਸ ਜਿਹੜੀ ਹੈ ਕਿ ਉਹ ਸੈਂਟਰਲ ਨਹੀਂ ਨਾ ਹੈਗੀ, ਸੈਂਟਰ ਦੇ ਅਧੀਨ ਜ਼ਰੂਰ ਹੈ, ਪਰ ਉਹ ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਦਿੱਲੀ ਦੀ ਹੈ, ਉਹ ਮਾਰਦੀ ਹੈ ਛਾਪੇ ਤੇ ਬੰਦੇ ਫੜ ਲੈਂਦੀ, ਤਾਂ ਕਰਕੇ ਸਵਾਲ ਚੁੱਕਿਆ ਸੀ। ਫੋਕਸ ਰੱਖੀਏ, ਜਿਹੜੀ ਚੀਜ਼ ਜ਼ਿਆਦਾ ਗੰਭੀਰ ਆ ਆਪਾਂ ਉਹ ਤੇ ਫੋਕਸ ਰੱਖੀਏ। ਉਸੇ ਤੇ ਹੈ ਕਿਉਂਕਿ ਇਹਨਾਂ ਨੇ ਸਵਾਲ ਚੁੱਕੇ, ਤਾਂ ਤੁਹਾਡੇ ਤੋਂ ਮੈਂ ਪੂਰਾ ਆਨਸਰ ਲੈ ਰਿਹਾ, ਪੂਰਾ ਟਾਈਮ ਦੇ ਰਿਹਾ। ਤੁਹਾਡੀ ਗੱਲ ਠੀਕ ਹੈ ਸੋਈ ਸਾਹਿਬ। ਮੈਂ ਗੌਰਵ ਜੀ, ਮੈਂ ਉਹ ਨਹੀਂ ਕਹਿ ਰਿਹਾ, ਮੈਂ ਕਹਿੰਦਾ ਉਸ ਪਾਸੇ ਨਾ ਜਾਈਏ, ਕਿੱਦਾਂ ਫੜੇ ਜਾ ਰਹੇ ਆ। ਫੋਕਸ ਤਾਂ ਇਹ ਹੈ ਨਾ ਕਿ ਇਹ ਚੀਜ਼ ਦੀ ਰੋਕਥਾਮ ਹੋਵੇ। ਬਿਲਕੁਲ ਫੋਕਸ ਇਹੀ ਹੈ, ਤੁਸੀਂ ਬਿਲਕੁਲ ਵਾਜਿਬ ਕਿਹਾ, ਫੋਕਸ ਇਹੀ ਹੈ, ਰੋਕਣਾ ਹੈ ਆਪਣੇ ਪੰਜਾਬ ਨੂੰ, ਆਪਾਂ ਅੱਗੇ ਲੈ ਕੇ ਜਾਣਾ। ਸਵਾਲ ਸਿਰਫ ਇੰਨਾ ਹੀ ਹੈ।
ਸੋਈ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਵੇਦ ਭੂਸ਼ਣ ਜੀ ਕੋਲ ਜਾਵਾਂ, ਖੜਿਆਲ ਸਾਹਿਬ ਚਲੋ ਆ ਗਏ, ਇੱਕ ਵਾਰ ਲੈ ਕੇ ਸਾਰੇ ਫਿਰ ਜਾਊਂਗਾ ਉਹਨਾਂ ਕੋਲੋਂ। ਦਿੱਲੀ ਪੁਲਿਸ ਦੇ ਬਾਰੇ ਜਿਵੇਂ ਹੁਣੇ ਸੰਘੇੜਾ ਸਾਹਿਬ ਨੇ ਕਿਹਾ ਕਿ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਹੈ, ਠੀਕ ਹੈ ਹੁੰਦੀ ਹੈ। ਦਿੱਲੀ ਪੁਲਿਸ ਨੇ ਇਨਫੋਰਮੇਸ਼ਨ ਫਿਰ ਸ਼ੇਅਰ ਕੀਤੀ ਨਹੀਂ ਜਾਂ ਕਰਦੀ ਨਹੀਂ, ਜਾਂ ਆਪਣੇ ਕੰਮ ਤੇ ਹੀ ਯਕੀਨ ਕਰਦੀ ਹੈ ਕਿ ਸ਼ੇਅਰ ਕਰਤੀ ਕਿਤੇ ਭੱਜ ਨਾ ਜਾਣ, ਜਾਂ ਪੁਰਾਣਾ ਐਕਸਪੀਰੀਅੰਸ ਜਿਹੜਾ ਸੀਗਾ ਉਹ ਖੱਟਾ ਸੀਗਾ ਤੇ ਅਸੀਂ ਇਸ ਕਰਕੇ ਆਪ ਹੀ ਜਾ ਕੇ ਫੜ ਲਈਏ। ਗੌਰਵ ਜੀ, ਜਦੋਂ ਕਿਸੇ ਘਰ ਦਾ ਮੁਖੀ ਘਰ 'ਚ ਨਹੀਂ ਨਾ ਹੁੰਦਾ ਤੇ ਉਹ ਘਰ ਜਿਹੜਾ ਨਾ ਉਥਲ ਪੁਥਲ ਮਚੀ ਹੁੰਦੀ ਹੈ ਤੇ ਖਰਾਬ ਹੋਇਆ ਹੁੰਦਾ ਹੈ। ਹੁਣ ਸਾਡੇ ਮੁਖੀ ਜਿਹੜੇ ਨੇ, ਮੁੱਖ ਮੰਤਰੀ ਸਾਹਿਬ, ਉਹ ਹੋਮ ਮਿਨਿਸਟਰ ਵੀ ਨੇ, ਤੇ ਜਦੋਂ ਹੋਮ ਮਿਨਿਸਟਰ ਸਾਹਿਬ ਘਰ ਹੈ ਨਹੀਂ ਤੇ ਜਿਹੜੀ ਗਵਰਨੈਂਸ ਹੈ ਉਹਦੀ ਲੈਕਿੰਗ ਤੇ ਨਜ਼ਰ ਆਣੀ ਹੀ ਚਾਹੀਦੀ ਸੀਗੀ ਤੇ ਨਜ਼ਰ ਆ ਰਹੀ ਹੈ, ਕਿਉਂਕਿ ਉਹਨਾਂ ਨੂੰ ਗੁਜਰਾਤ ਜਾਂ ਹਿਮਾਚਲ ਤੋਂ ਮੌਕਾ ਨਹੀਂ ਮਿਲ ਰਿਹਾ ਕਿ ਪੰਜਾਬ ਵੱਲ ਨੂੰ ਧਿਆਨ ਦੇਣ। ਇਸ ਕਰਕੇ ਦੂਸਰੇ ਪਾਸੇ ਦੇਖੋ, ਪੰਜਾਬ ਪੁਲਿਸ ਬਹੁਤ ਕਾਮਯਾਬ ਤੇ ਵਧੀਆ ਪੁਲਿਸ ਫੋਰਸ ਮੰਨੀ ਜਾਂਦੀ ਹੈ ਤੇ ਅਜੇ ਵੀ ਹੈਗੀ ਹੈ। ਮੈਨੂੰ ਲੱਗਦਾ ਹੈ ਕਿ ਕੈਪੇਬਲ ਪੁਲਿਸ ਫੋਰਸ ਹੈ, ਲੇਕਿਨ ਜਿਹੜੀ ਚੇਨ ਆਫ ਗਵਰਨੈਂਸ ਹੈ ਨਾ ਜੀ, ਉਹ ਕਿਤੇ ਨਾ ਕਿਤੇ 2-3 ਇਨਸੀਡੈਂਟਸ ਇਦਾਂ ਦੇ ਹੋਏ ਨੇ ਜਿੱਥੋਂ ਲੱਗਦਾ ਹੈ ਕਿ ਉਹ ਹੈ ਨਹੀਂ। ਇੱਕ ਸਿੱਧੂ ਮੂਸੇਵਾਲੇ ਉਹਨਾਂ ਦਾ ਜਦੋਂ ਕਤਲ ਹੋਇਆ ਸੀਗਾ ਉਦੋਂ ਆ ਫੇਲ ਹੋਇਆ, ਚਾਹੇ ਇੰਟੈਲੀਜੈਂਸ ਵਿੰਗ ਫੇਲ ਹੋਇਆ, ਚਾਹੇ ਪੁਲਿਸ ਫੇਲ ਹੋਈ। ਦੂਜੇ ਪਾਸੇ ਉਹਨਾਂ ਨੂੰ ਜਦੋਂ ਫੜਿਆ ਗਿਆ ਉਦੋਂ ਵੀ ਫੇਲ ਹੋਏ। ਜਦੋਂ ਇਹਨਾਂ ਨੇ ਬੱਗੇ ਨੂੰ ਫੜਨ ਵਾਸਤੇ ਇੰਨੀ ਪੁਲਿਸ ਫੋਰਸ ਉੱਥੇ ਭੇਜਤੀ, ਉਸੇ ਤਰ੍ਹਾਂ ਕਈ ਇਦਾਂ ਦੇ ਇਨਸੀਡੈਂਟ ਹੋਏ ਨੇ ਜਿੱਥੇ ਆ ਬਾਰ-ਬਾਰ ਇਹਨਾਂ ਦੇ ਜਿਹੜੇ ਕੁਮਾਰ ਵਿਸ਼ਵਾਸ ਸੀਗੇ, ਜਲਕਾ ਲਾਂਬਾ ਵੀ ਸੀ, ਉਹਨਾਂ ਦੇ ਉੱਪਰ ਕੇਸ ਦਰਜ ਕਰਕੇ ਉਹਨਾਂ ਨੂੰ ਫੜਨ ਵਾਸਤੇ ਪੁਲਿਸ ਭੇਜ। ਦੇਖੋ, ਚੇਨ ਆਫ ਗਵਰਨੈਂਸ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਉਹ ਸਹੀ ਨਹੀਂ ਹੈਗੀ ਤੇ ਨੈਚੁਰਲੀ ਪੁਲਿਸ ਫੋਰਸਿਸ ਜਿਹੜੀਆਂ ਨੇ ਆਪਸ 'ਚ ਐਕਸਚੇਂਜ ਆਫ ਇਨਫੋਰਮੇਸ਼ਨ ਕਰਦੀਆਂ ਨੇ, ਪਰ ਜਿੱਥੇ ਕਿਸੇ ਪੁਲਿਸ ਦੂਸਰੀ ਸਟੇਟ ਦੀ ਪੁਲਿਸ ਨੂੰ ਲੱਗੇ ਕਿ ਇਨਫੋਰਮੇਸ਼ਨ ਐਕਸਚੇਂਜ ਕਰਨ ਦੇ ਨਾਲ ਉਹ ਡਿਜ਼ਾਇਰਡ ਰਿਜ਼ਲਟ ਨਹੀਂ ਮਿਲਨੇ ਤੇ ਸ਼ਾਇਦ ਉਹ ਦੇਖੋ ਨਾ, ਉਹ ਦਿਸ ਇਜ਼ ਬਿਟਵੀਨ them, ਉਹਨਾਂ ਦੀ ਛੱਡ ਦੇਣਾ ਚਾਹੀਦਾ। ਲੇਕਿਨ ਪੰਜਾਬ 'ਚ ਇਸ ਵਕਤ ਜਿਹੜੀ ਆਹਾਕਾਰ ਮਚੀ ਹੋਈ ਹੈ ਬਿਕੋਜ਼ ਆਫ ਲਾਅ ਐਂਡ ਆਰਡਰ ਸਿਚੁਏਸ਼ਨ, ਚਾਹੇ ਉਹ ਸੂਰੀ ਜੀ ਨਹੀਂ, ਦਿੱਲੀ ਪੁਲਿਸ ਕੋਆਪਰੇਟ ਕਰਦੀ ਹੈ, ਦਿੱਲੀ ਪੁਲਿਸ ਕੋਆਪਰੇਟ ਕਰਦੀ ਹੈ। ਸੋਈ ਸਾਹਿਬ, ਤੁਹਾਡੀ ਗੱਲਾਂ ਤੁਸੀਂ ਗੱਲ ਕਹਿੰਦੇ ਰੁਕ ਗਏ, ਤੁਸੀਂ ਕਹਿੰਦੇ ਰੁਕ ਗਏ। ਦਿੱਲੀ ਪੁਲਿਸ ਨੇ ਇਹਦਾ ਮਤਲਬ ਕੋਆਪਰੇਟ ਨਹੀਂ ਕੀਤਾ ਨਾ ਇੱਥੇ, ਇਨਫੋਰਮੇਸ਼ਨ ਇਹਨਾਂ ਨੇ ਦੇਤੀ। ਮੇਰਾ ਸਵਾਲ ਲਈਓ, ਹੁਣ ਤੁਸੀਂ ਸਵਾਲ ਲਈਓ, ਤੁਸੀਂ ਕਹਿੰਦੇ ਰੁਕ ਗਏ। ਪੰਜਾਬ ਵਾਲਿਆਂ ਨੇ ਇੱਥੇ ਅਗਰ ਕੋਈ ਕਾਰਾ ਹੋ ਜਾਂਦਾ, ਕਤਲ ਹੋ ਗਿਆ ਸੀਗਾ ਪ੍ਰਦੀਪ ਦਾ, ਤੇ ਇਹਨਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ, ਜੋ ਡਾਟਾ ਸੀਗਾ ਇਹਨਾਂ ਦੇ ਕੋਲ ਇਹਨਾਂ ਨੇ ਦੇ ਦਿੱਤਾ। ਹੁਣ ਜੇ ਉਹਨਾਂ ਦੇ ਨੈਟਵਰਕ ਦੇ ਵਿੱਚ ਹਰਿਆਣੇ ਵਾਲਾ ਮੋਡਿਊਲ ਆਉਂਦਾ, ਉਸ ਦੇ ਬੰਦੇ ਲਿੰਕੇਜ 'ਚ ਆਉਂਦੇ ਆ, ਤੇ ਉਹਨਾਂ ਨੂੰ ਸ਼ੇਅਰ ਕਰਕੇ ਐਟ ਦਾ ਅਰਲੀਐਸਟ ਜਿਹੜਾ ਇੱਥੇ ਨੱਪ ਲੈਣਾ ਚਾਹੀਦਾ ਸੀ, ਬਜਾਏ ਦਿੱਲੀ ਤੋਂ ਆਲ ਦਾ ਵੇ ਦੇ ਟਰੈਵਲ ਟੂ ਪਟਿਆਲਾ, ਫਿਰ ਆ ਕੇ ਫੜ ਕੇ ਜਾਂਦੇ ਆ ਤੇ ਉਹ ਦਿੱਲੀ 'ਚ ਪ੍ਰੈਸ ਕਾਨਫਰੰਸ ਕਰਦੇ, ਦੇਖੋ ਅਸੀਂ ਫੜਿਆ, ਤੁਹਾਡੇ ਘਰ 'ਚ ਹੋਇਆ, ਅਸੀਂ ਫੜਿਆ। ਇਟ ਇਜ਼ ਨਾਟ ਪੁਲਿਸ ਵਰਸਸ ਪੁਲਿਸ। ਸਾਡੀ ਪੁਲਿਸ ਕਾਬਿਲ ਹੈਗੀ, ਸਾਨੂੰ ਪਤਾ। ਗੌਰਵ ਜੀ, ਸ਼ਾਇਦ ਤੁਹਾਨੂੰ ਜਾਂ ਮੈਨੂੰ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀਆਂ ਹੁੰਦੀਆਂ ਇੰਟੈਲੀਜੈਂਸ ਹੋਈਆਂ ਨੇ, ਉਹ ਸਾਡੀ ਨੌਲੇਜ 'ਚ ਨਹੀਂ ਹੋਈਆਂ ਹੈਗੀਆਂ, ਨਾ ਹੀ ਸਾਨੂੰ ਨੌਲੇਜ ਹੋਣੀ ਵੀ ਚਾਹੀਦੀ ਹੈ। ਲੇਕਿਨ ਸਾਨੂੰ ਪ੍ਰਾਈਮਾ ਫੇਸਾ ਸਾਨੂੰ ਨਜ਼ਰ ਆ ਰਿਹਾ ਨੇ ਕਿ ਗਵਰਨੈਂਸ ਨਹੀਂ ਹੈਗੀ। ਜਦੋਂ ਗਵਰਨੈਂਸ ਹੀ ਨਹੀਂ ਹੈ ਤੇ ਪੁਲਿਸ ਨੂੰ ਇੱਕ ਚੇਨ ਆਫ ਕਮਾਂਡ, ਦੇਖੋ ਕਮਾਂਡ ਕਿਹਨੇ ਦੇਣੀ ਹੈ? ਇੱਕ ਪੋਲੀਟੀਕਲ ਲੀਡਰਸ਼ਿਪ ਨੇ ਕਮਾਂਡ ਦੇਣੀ ਹੈ। ਮੈਨੂੰ ਲੱਗਦਾ ਹੈਗਾ ਕਿ ਉਹ ਕਮਾਂਡ ਜਿਹੜੀ ਹੈ, ਕਮਾਂਡ ਮਿਸਿੰਗ ਹੈਗੀ ਹੈ। ਓਕੇ, ਜਵਾਬ ਲੈ ਲਾਂ ਫਿਰ ਮੈਂ, ਚਲੋ ਮੈਂ ਫਿਰ ਜਵਾਬ ਲੈ ਲਾਂ। ਕਮਾਂਡ ਮਿਸਿੰਗ ਹੈ, ਜਵਾਬ ਲੈ ਲਈਏ। ਸੋਈ ਸਾਹਿਬ ਕੋਈ ਤੁਕ ਨਹੀਂ ਬਣਦੀ ਇਸ ਗੱਲ ਦੀ। ਸੰਘੇੜਾ ਸਾਹਿਬ, ਇਸ ਗੱਲ ਦੀ ਲੀਡਰਸ਼ਿਪ ਦਾ ਸੰਘੇੜਾ ਸਾਹਿਬ ਮੰਨੋ ਜਾਂ ਤੁਸੀਂ ਨਾ ਮੰਨੋ, ਨਹੀਂ, ਉਹ ਪੁਲਿਸ ਇਸ ਤਰ੍ਹਾਂ ਕੰਮ ਨਹੀਂ ਕਰਦੀ। ਸੋਈ ਸਾਹਿਬ, ਪੁਲਿਸ ਇਸ ਤਰ੍ਹਾਂ ਕੰਮ ਨਹੀਂ ਕਰਦੀ ਜਿੱਦਾਂ ਤੁਸੀਂ ਬਣਾ ਰਹੇ ਹੋ। ਪੁਲਿਸ ਡਿਸਪਲਿਨਡ ਫੋਰਸ ਹੈ। ਤੁਹਾਡੇ ਸਾਹਮਣੇ ਲਾਅ ਐਂਡ ਆਰਡਰ ਸਿਚੁਏਸ਼ਨ ਬੁਰੀ ਤਰ੍ਹਾਂ ਤੁਸੀਂ ਬਲੇਮ ਲਾਈ ਚੱਲੋ ਜੋ ਮਰਜ਼ੀ ਪਾਰਟੀ ਵਿਰੋਧੀ ਤੇ, ਤੁਸੀਂ ਮੈਕੜੋਸ਼ਾਲੀ ਕਰੋ, ਸਾਡੇ ਤੇ ਕੋਈ ਗੱਲ ਨਹੀਂ ਹੈ। ਕਿੰਨਾ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੋਗੇ, ਦਿੱਲੀ ਪੁਲਿਸ ਜਾਂ ਪੰਜਾਬ ਪੁਲਿਸ, ਕੋਈ ਵੀ ਪੁਲਿਸ ਇਸ ਤਰ੍ਹਾਂ ਨਹੀਂ ਕਰਦੀ ਜਿੱਦਾਂ ਤੁਸੀਂ ਕਹਿ ਰਹੇ ਹੋ। ਡਿਸਪਲਿਨਡ ਫੋਰਸ ਹੈ ਇਹ। ਉਹ ਇਸ ਬਹਾਨੇ ਨਹੀਂ ਕਰ ਸਕਦੇ ਹਾਈਡ ਇਨਫੋਰਮੇਸ਼ਨ ਵੀ ਉੱਥੇ ਦਾ ਮੁੱਖ ਮੰਤਰੀ ਚੋਣ ਪ੍ਰਚਾਰ ਕਿਉਂ ਕਰਦਾ। ਇਹ ਤੁਹਾਡਾ ਕੰਮ ਹੈ ਸਾਡੀ ਨਿੰਦਿਆ ਕਰਨਾ, ਮੁੱਖ ਮੰਤਰੀ ਸਾਹਿਬ ਦੀ ਡੈਫੇਮੇਸ਼ਨ ਕਰਨ ਦੀ ਕੋਸ਼ਿਸ਼ ਕਰਨੀ, ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਕਿ ਇੱਥੇ ਹੈ ਹੀ ਨਹੀਂ। ਹਮੇਸ਼ਾ ਹੀ ਇੱਥੇ ਦੇਖੋ ਗੱਲ ਹੁੰਦੇ ਆ, ਜਿਹੜੇ ਆ ਪ੍ਰਚਾਰ ਕਰਨ ਜਾਂਦੇ ਆ। ਨਹੀਂ ਦੇਖੋ ਕੋਈ ਸਾਹਿਬ ਸਾਰੀਆਂ ਪਾਰਟੀਆਂ ਦੇ, ਤੁਸੀਂ ਦੱਸੋ ਮੈਨੂੰ ਡੀਜੀਪੀ ਕੋਲ ਕਿਹੜੇ ਪੁਲਿਸ ਆਫੀਸਰ ਕੋਲ, ਮੈਨੂੰ ਦੱਸੋ ਤੁਸੀਂ ਕਿਹੜੇ ਪੁਲਿਸ ਆਫੀਸਰ ਕੋਲ ਪਾਵਰ ਆ ਜਿਹੜਾ ਉਹ ਪਹਿਲਾਂ ਪਤਾ ਕਰੂਗਾ ਵੀ ਸੀਐਮ ਦਾ ਸ਼ੈਡਿਊਲ ਕੀ ਹੈ। ਜੇ ਸੀਐਮ ਦਾ ਸ਼ੈਡਿਊਲ ਉਹ ਟੂਰ ਤੇ ਆ ਤੇ ਮੈਂ ਆਪੇ ਫੜ ਲੈਣਾ, ਮੈਂ ਪੁਲਿਸ ਨੂੰ ਸੂਚਨਾ ਨਹੀਂ ਦੇਣੀ। ਨੋ, ਬਿਗ ਨੋ, ਇਟ ਡਜ਼ ਨਾਟ ਵਰਕ ਲਾਈਕ ਦਿਸ। ਐਵੇਂ ਨਾ ਗੁੰਮਰਾਹ ਨਾ ਕਰੋ ਤੁਸੀਂ।
ਬਾਕੀ ਠੀਕ ਹੈ, ਇਹ ਵੱਡੀ ਰੱਖਿਆ ਪੋਲੀਟੀਕਲ ਮਾਸਟਰਸ ਨੂੰ ਬਚਾਉਣ ਵਾਸਤੇ ਦੇਖੋ ਵੱਡੀ ਗੱਲ ਹੈ ਲਾਅ ਐਂਡ ਆਰਡਰ ਨੂੰ ਆਪਾਂ ਮੇਨਟੇਨ ਕਰਨਾ। ਆਪਾਂ ਪਹਿਲਾਂ ਕਿਹਾ ਪੰਜਾਬ ਰਾਜਨੀਤੀ ਨਾ ਕਰੀਏ, ਰੋਟੀਆਂ ਨਾ ਸੇਕੀਏ ਆਪਣੀਆਂ, ਨਹੀਂ ਆਪਣੀਆਂ ਰੋਟੀਆਂ, ਸਿਆਸੀ ਰੋਟੀਆਂ ਇਸ ਗੱਲ ਤੇ ਨਾ ਸੇਕੀਏ। ਲਾਅ ਐਂਡ ਆਰਡਰ ਦਾ ਮਸਲਾ ਆ, ਲੋਕਾਂ ਦੀ ਜਾਨ ਮਾਲ ਦਾ ਮਸਲਾ ਆ। ਕੋਈ ਸਾਹਿਬ ਇਸੇ ਕਰਕੇ ਤਾਂ ਮਾਮਲਾ ਇੰਨਾ ਗੰਭੀਰ ਸੀਗਾ, ਅੱਜ ਦੂਜੇ ਦਿਨ ਵੀ ਇਸ ਦੇ ਉੱਪਰ ਅਸੀਂ ਚਰਚਾ ਕਰ ਰਹੇ ਹਾਂ। ਐਗਜ਼ੈਕਟਲੀ ਕਿਉਂਕਿ ਮਾਮਲਾ ਇੰਨਾ ਗੰਭੀਰ ਹੈ, ਚਰਚਾ ਇਸ ਕਰਕੇ ਕਰ ਰਹੇ ਹਾਂ। ਗੌਰਵ ਜੀ ਇਹਨਾਂ ਤੋਂ ਇਹ ਪੁੱਛੋ, ਗੌਰਵ ਜੀ ਇਹਨਾਂ ਤੋਂ ਇਹ ਪੁੱਛੋ ਵੀ ਪੁਲਿਸ ਇਦਾਂ ਕਿੱਦਾਂ ਫੈਸਲਾ ਲੈ ਸਕਦੀ ਹੈ ਕਿ ਨਹੀਂ ਲੈ ਸਕਦੀ? ਨਹੀਂ ਲੈ ਸਕਦੀ। ਸੋਈ ਸਾਹਿਬ ਦਿਓ ਜਵਾਬ, ਸੋਈ ਸਾਹਿਬ ਦਿਓ ਜਵਾਬ। ਜਿਹੜਾ ਫੈਸਲਾ ਪੁੱਛਦੇ ਪਏ ਨੇ, ਦੇਖੋ ਪੁਲਿਸ ਇਸ ਵਕਤ ਪੰਜਾਬ ਪੁਲਿਸ ਕਿਹਦੇ ਅੰਡਰ ਹੈ? ਪੰਜਾਬ ਪੁਲਿਸ ਸਰਦਾਰ ਭਗਵੰਤ ਸਿੰਘ ਮਾਨ ਹੋਮ ਮਿਨਿਸਟਰ ਨੇ, ਉਹਨਾਂ ਦੇ ਅੰਡਰ ਕੰਮ ਕਰ ਰਹੀ ਹੈ। ਮੇਰੀ ਗੱਲ ਸੁਣੋ, ਜਦੋਂ ਦਿੱਲੀ ਪੁਲਿਸ ਨੇ ਇਹ ਮੈਨੂੰ ਵੀ ਨਹੀਂ ਪਤਾ ਵੀ ਕਿਉਂ ਨਹੀਂ ਇਨਫੋਰਮੇਸ਼ਨ ਦਿੱਤੀ। ਲੋਸੋਈ ਸਾਹਿਬ ਤੁਸੀਂ ਵੱਡੇ ਆਗੂ ਹੋ, ਮੈਂ ਮੰਨਦਾ ਆ, ਕੇਂਦਰ ਤੁਹਾਡੀ ਸਰਕਾਰ ਆ, ਮੈਂ ਮੰਨਦਾ ਆ। ਮੈਨੂੰ ਇਹ ਗੱਲ ਦੱਸੋ, ਜਲੰਧਰ ਕੋਲ ਪੁਲਿਸ ਮੁਕਾਬਲਾ ਹੋਇਆ, ਪੰਜਾਬ ਪੁਲਿਸ ਨੇ ਗੰਨੇ ਦੇ ਖੇਤਾਂ 'ਚੋਂ ਜਾ ਕੇ ਰਿਸਕ ਲੈ ਕੇ, ਬੁਲਟ ਪ੍ਰੂਫ ਜੈਕਟਸ ਵੀ ਨਹੀਂ ਸੀਗੀਆਂ ਉਸ ਵੇਲੇ ਪੂਰੀਆਂ, ਤਾਂ ਵੀ ਉਹਨਾਂ ਨੂੰ ਕਾਬੂ ਕੀਤਾ। ਕਿਹਨੇ ਇਨਫੋਰਮੇਸ਼ਨ ਦਿੱਤੀ? ਦਿੱਲੀ ਪੁਲਿਸ ਨੇ। ਕਿਹਨੇ ਕੋਆਪਰੇਟ ਕੀਤਾ? ਦਿੱਲੀ ਪੁਲਿਸ ਨੇ। ਵਾਟ ਇਜ਼ ਰੋਂਗ ਇਨ ਦੈਟ? ਉਹਦੇ 'ਚ ਗਲਤ ਗੱਲ ਕੀ ਆ? ਆਪਾਂ ਨਾ ਕਰੀਏ ਵੀਰ ਇਦਾਂ, ਹੋਰ ਬਹੁਤ ਮੌਕੇ ਆਉਣੇ ਆ ਸਿਆਸਤ ਕਰਨ ਦੇ। ਠੀਕ ਹੈ, ਖੜਿਆਲ ਸਾਹਿਬ ਮਨਾ ਕਰ ਰਹੇ ਆ। ਠੀਕ ਹੈ, ਇਹੀ ਤਾਂ ਗੱਲ ਸੀਗੀ ਜਿਹੜੀ ਆਪਾਂ ਜਾਣਨਾ ਚਾਹ ਰਹੇ ਸੀਗੇ। ਇਹੀ ਤਾਂ ਗੱਲ ਸੀਗੀ। ਪੁਲਿਸ ਨੂੰ ਤੁਸੀਂ ਗਵਰਨ ਹੀ ਨਹੀਂ ਕਰ ਪਾ ਰਹੇ ਪੰਜਾਬ 'ਚ। ਠੀਕ ਹੈ, ਬਿਲਕੁਲ ਗਲਤ ਗੱਲ ਹੈ, ਬਿਲਕੁਲ ਗਲਤ ਗੱਲ ਹੈ। ਇੱਕ ਵਾਰ ਮੈਂ ਖੜਿਆਲ ਸਾਹਿਬ ਦਾ ਪੁਆਇੰਟ ਲੈ ਕੇ ਫਿਰ ਵੇਦ ਭੂਸ਼ਣ ਜੀ ਕੋਲ ਜਾਣਾ ਹੈ। ਐਵੀਡੈਂਸ ਇਕੱਠਾ ਕਰਨਾ ਸ਼ੁਰੂ ਕੀਤਾ ਔਰ ਐਵੀਡੈਂਸ ਦੂਜਿਆਂ ਸੂਬਿਆਂ 'ਚ ਵੀ ਸ਼ੇਅਰ ਕੀਤਾ, 에ਅਰਪੋਰਟਸ ਤੇ ਸ਼ੇਅਰ ਕੀਤਾ, ਸਾਰਾ ਕੁਝ ਆਇਡੈਂਟੀਫਾਈ ਕਰ ਲਿਆ ਵਿਦ ਇਨ ਨੋ ਟਾਈਮ। 6 ਸ਼ੂਟਰ ਆਇਡੈਂਟੀਫਾਈ ਕਰ ਲਿਆ, 6 ਮੈਨੂੰ ਲੱਗਦਾ ਹੈ ਕਿ ਤੁਸੀਂ ਪੰਜਾਬ ਪੁਲਿਸ ਦੇ ਐਡਵਾਈਜ਼ਰ ਬਣ ਕੇ ਲੱਗਦੇ ਹੈਗੇ ਹੋ। ਤੁਹਾਨੂੰ ਪੂਰੀ ਇਨਫੋਰਮੇਸ਼ਨ ਹੈ ਕਿੱਥੇ ਕਿਹਦੇ ਇਨਫੋਰਮੇਸ਼ਨ ਹੋਈ ਹੈ। ਨਹੀਂ ਇਦਾਂ ਨਾ ਕਰੋ ਵੀਰ। ਠੀਕ ਹੈ ਖੜਿਆਲ ਸਾਹਿਬ ਜੋ ਆਪਾਂ ਦੇਖੇ ਮੈਨੂੰ ਜਵਾਬ ਲੈ ਕੇ ਆ ਲੈਂਦੋ। ਕਾਂਗਰਸ ਦਾ ਵਰਜਨ ਲੈ ਕੇ ਮੈਂ ਆ ਰਿਹਾ, ਪਲੀਜ਼ ਲੈਟ ਮੀ ਪਲੀਜ਼। ਖੜਿਆਲ ਸਾਹਿਬ ਜੋ ਆਪਾਂ ਚਰਚਾ ਕਰ ਰਹੇ ਹਾਂ, ਤੁਸੀਂ ਗੱਲ ਸਾਰੀ ਸੁਣੀ। ਸਵਾਲ ਜਿਹੜਾ ਖੜਾ ਹੋ ਰਿਹਾ ਮਤਲਬ ਕਿ ਸਤਰਕਤਾ ਦੀ ਗੱਲ ਖੜੀ ਹੋ ਰਹੀ ਹੈ ਕਿ ਆਪਾਂ ਇੰਨੇ ਚੌਕਸ ਹੈਗੇ ਸੀਗੇ ਕਿ ਨਹੀਂ ਹੈਗੇ ਸੀਗੇ, ਤੇ ਲਾਅ ਐਂਡ ਆਰਡਰ ਦਾ ਮਸਲਾ ਕੀ ਖੜਾ ਹੋ ਰਿਹਾ ਜਾਂ ਕੀਤਾ ਜਾ ਰਿਹਾ, ਸਵਾਲ ਇਹ ਤੇ ਆਪਾਂ ਉਹਨੂੰ ਠੀਕ ਕਰਨਾ ਜੀ। ਉਮੀਦ ਕਰਦਾ ਹਾਂ ਕਿ ਮੈਨੂੰ ਕੋਈ ਇੰਟਰਪਟ ਨਹੀਂ ਕਰੂਗਾ, ਸਪੈਸ਼ਲੀ ਸੰਡੇੜਾ ਸਾਹਿਬ, ਕਿਉਂਕਿ ਦਰਸ਼ਕ ਬੜੇ ਸਮਝਦਾਰ ਨੇ, ਬੜੇ ਸਮਾਰਟ ਨੇ, ਉਹਨਾਂ ਨੂੰ ਪਤਾ ਕੌਣ ਝੂਠ ਬੋਲਦਾ, ਕੌਣ ਗਲਤ ਬੋਲਦਾ, ਕੌਣ ਸੱਚ ਬੋਲਦਾ। ਸੋ ਪਹਿਲਾਂ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਨਾ ਗੌਰਵ ਜੀ, ਤੁਸੀਂ ਫੈਕਟਸ ਚੱਕ ਲਓ, ਸਟੈਟਿਸਟਿਕ ਚੱਕ ਲਓ, ਪਿਛਲੇ 7 ਮਹੀਨਿਆਂ ਦੇ ਵਿੱਚ ਪੰਜਾਬ ਦਾ ਲਾਅ ਐਂਡ ਆਰਡਰ ਚਰਮਰਾ ਗਿਆ ਹੈ, ਕੰਪਲੀਟ ਤਰੀਕੇ ਨਾਲ ਬ੍ਰੇਕਡਾਊਨ ਹੋ ਗਿਆ ਹੈ। ਇੰਨੇ ਇਨਸੀਡੈਂਟਸ ਜੋ ਅਨਪ੍ਰੈਸੀਡੈਂਟ ਨੇ, ਪੰਜਾਬ ਨੇ ਕਦੇ ਦੇਖੇ ਨਹੀਂ ਸੀਗੇ, ਉਹ ਇਹ 7 ਮਹੀਨਿਆਂ ਦੇ ਵਿੱਚ ਹੋਏ ਹੈ। ਸਿੱਧੂ ਮੂਸੇਵਾਲੇ ਦਾ ਮਰਡਰ, ਇੰਟਰਨੈਸ਼ਨਲ ਕਬੱਡੀ ਪਲੇਅਰਸ ਦਾ ਕਤਲ, ਆ 5-6 ਦਿਨ ਪਹਿਲਾਂ ਮਿਸਟਰ ਸੂਰੀ ਦਾ ਕਤਲ, ਕੱਲ ਇਹ ਕਤਲ, ਉਹ ਤੋਂ ਪਹਿਲਾਂ ਐਕਸਟੋਰਸ਼ਨ ਰੇਟ ਵੱਧ ਗਿਆ, ਅਬਡਕਸ਼ਨ ਰੇਟ ਵੱਧ ਗਿਆ, ਡਰਗ ਰੇਟ ਵੱਧ ਗਿਆ, ਐਨਸੀਆਰਬੀ ਦੀ ਰਿਪੋਰਟ ਕਰੀ ਐਨਡੀਪੀਐਸ ਰਿਲੇਟਡ ਕ੍ਰਾਈਮ ਵੱਧ ਗਿਆ, ਬੀਵੀਆਈਪੀਜ਼ ਨੂੰ, ਫਾਰਮਰ ਡਿਪਟੀ ਸੀਐਮਸ ਨੂੰ ਧਮਕੀਆਂ ਆ ਰਹੀਆਂ, ਥ੍ਰੈਟ ਕਾਲਸ ਆ ਰਹੀਆਂ। ਇਹ ਪੰਜਾਬ ਦੇ ਹਾਲਾਤ ਬਣ ਗਏ, ਪੰਜਾਬ ਦਾ ਲਾਅ ਐਂਡ ਆਰਡਰ ਇਹ ਜਦ ਬਣ ਗਏ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ, ਕਿਉਂਕਿ ਇਨਐਕਸਪੀਰੀਅੰਸ ਇਨਫੈਕਟਿਵ ਤਾਂ ਹੀ ਹੈ। ਦੇਖੋ ਦਿੱਲੀ ਆਮ ਆਦਮੀ ਪਾਰਟੀ, ਦਿੱਲੀ ਦੀ ਸਰਕਾਰ ਨੂੰ ਕੋਈ ਤਜਰਬਾ ਨਹੀਂ ਲਾਅ ਐਂਡ ਆਰਡਰ ਦਾ, ਕਿਉਂਕਿ ਉੱਥੇ ਇਹਨਾਂ ਕੋਲੇ ਪਾਵਰ ਹੀ ਨਹੀਂ ਹੈ, ਪ੍ਰੋਵੀਜ਼ਨ ਇਹ ਸਬਜੈਕਟ ਉਹਨਾਂ ਕੋਲੇ ਹੈ ਹੀ ਨਹੀਂ। ਇਹ ਸੈਂਟਰ ਦੇ ਅੰਡਰ ਆਉਂਦਾ ਦਿੱਲੀ ਦੇ ਵਿੱਚ। ਪੰਜਾਬ ਦੇ ਵਿੱਚ ਨਵੀਂ ਸਰਕਾਰ ਹੈ, ਦੇਅਰਫੋਰ ਇਹਨਾਂ ਨੂੰ ਕੋਆਰਡੀਨੇਟ ਕਰਨਾ ਨਹੀਂ ਆ ਰਿਹਾ। ਜਦੋਂ ਵਿਧਾਨ ਸਭਾ ਸੈਸ਼ਨ ਸੀਗਾ ਸੰਘੇੜਾ ਸਾਹਿਬ, ਉਦੋਂ ਇਹਨੇ ਇਨਸੀਡੈਂਟਸ ਹੋ ਗਏ ਸੀਗੇ, ਗ੍ਰੇਨੇਡ ਲਾਂਚਰ ਫਾਇਰ ਹੋ ਗਿਆ ਸੀਗਾ, ਪਟਿਆਲਾ ਪ੍ਰੋਟੈਸਟ ਹੋ ਗਿਆ ਸੀ, ਕਲੈਸ਼ ਹੋ ਗਿਆ ਸੀਗਾ, ਹੋਰ ਹੋ ਗਿਆ ਸੀ। ਤੁਸੀਂ ਡਿਸਕਸ ਕਰਦੇ, ਪਲਾਨ ਆਫ ਐਕਸ਼ਨ ਫਾਰਮੂਲੇਟ ਕਰਦੇ ਵਿਧਾਨ ਸਭਾ ਦੇ ਵਿੱਚ, ਸਾਡੇ ਤੋਂ ਰਾਏ ਲੈ ਲੈਂਦੇ, ਹੋਰ ਸਰਕਾਰਾਂ ਜਿਹੜੀਆਂ ਪਹਿਲਾਂ ਰਹੀਆਂ ਉਹਨਾਂ ਤੋਂ ਰਾਏ ਲੈ ਲੈਂਦੇ ਪੰਜਾਬ ਦੀ ਖੁਸ਼ਹਾਲੀ ਲਈ, ਪੰਜਾਬ ਦੀ ਚੰਗਿਆਈ ਲਈ। ਲੇਕਿਨ ਆਮ ਆਦਮੀ ਪਾਰਟੀ ਨੇ 1 ਮਿੰਟ ਵੀ ਨਹੀਂ ਦਿੱਤਾ। ਆਪਰੇਸ਼ਨ ਨੋਟਿਸ ਦੀ ਡਿਸਕਸ਼ਨ ਕੀਤੀ, ਲਾਅ ਐਂਡ ਆਰਡਰ ਤੇ ਨਹੀਂ। ਇੱਥੋਂ ਪਤਾ ਲੱਗਦਾ ਆਮ ਆਦਮੀ ਪਾਰਟੀ ਦੀ ਪ੍ਰਾਇੋਰਿਟੀ ਪੰਜਾਬ ਦਾ ਲਾਅ ਐਂਡ ਆਰਡਰ, ਪੰਜਾਬ ਦਾ ਲਾਅ ਐਂਡ ਆਰਡਰ ਤੇ ਖੁਸ਼ਹਾਲੀ ਨਹੀਂ ਹੈ। ਲੇਕਿਨ ਇਹ ਕਹਿੰਦੇ ਵੀ ਦੇਖੋ ਪੋਲੀਟੀਸ਼ੀਅਨਸ ਨੇ ਕੈਂਪੇਨਿੰਗ ਤਾਂ ਕਰਨੀ ਹੁੰਦੀ ਹੈ। ਦੇਖੋ ਸੰਘੇੜਾ ਸਾਹਿਬ, ਜਦੋਂ ਤਾਂ ਹਾਲਾਤ ਚੰਗੇ ਹੋਣ, ਪੰਜਾਬ ਇੱਕ ਬਾਰਡਰ ਸਟੇਟ ਹੈ, ਸੈਂਸਿਟਿਵ ਸਟੇਟ ਹੈ, ਜੇ ਤਾਂ ਹਾਲਾਤ ਬੜੇ ਚੰਗੇ ਹੁੰਦੇ, ਬੜਾ ਸਟੇਬਲ ਚੱਲ ਰਿਹਾ ਹੁੰਦਾ ਕੰਮ, ਤਾਂ ਇਟ ਵੁੱਡ ਹੈਵ ਬੀਨ ਵੈਰੀ ਗੁੱਡ ਜਾਂਦੇ। ਲੇਕਿਨ ਜਦੋਂ ਇਹ ਜੇ ਡਾਇਰ ਹਾਲਾਤ ਨੇ, ਇਹ ਜੇ ਮਾੜੇ ਸਰਕਮਸਟੈਂਸਸ ਚੱਲਦੇ ਆ, ਅਨਸੇਫਟੀ ਦਾ ਮਾਹੌਲ ਹੈ, ਇੰਨੇ ਇਨਸੀਡੈਂਟਸ ਹੋ ਰਹੇ ਆ, ਤਾਂ ਕੀ ਭਗਵੰਤ ਮਾਨ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਹੈ ਵੀ ਇੱਥੇ ਪੰਜਾਬ 'ਚ ਰਹਿਣ, ਪੰਜਾਬ ਦੀ ਪੁਲਿਸ ਨਾਲ ਕੋਆਰਡੀਨੇਟ ਕਰਨ, ਸਖਤ ਹਦਾਇਤਾਂ ਦੇਣ? ਮੈਂ ਤੁਹਾਨੂੰ ਇਹ ਗੱਲ ਪੁੱਛਦਾ ਸੰਘੇੜਾ ਸਾਹਿਬ, ਹੋਰ ਕਿੰਨੇ ਇਨਸੀਡੈਂਟ ਲੱਗਣਗੇ, ਹੋਰ ਕਿੰਨੇ ਮਰਡਰਸ ਲੱਗਣਗੇ ਪੰਜਾਬ ਦੀ ਸਰਕਾਰ ਨੂੰ ਸੰਜੀਦਾ ਹੋਣ ਲਈ,
ਸੀਰੀਅਸ ਹੋਣ ਲਈ ਜਵਾਬ ਲੈ ਲਿਆ ਆਪਾਂ। ਕਹਿ ਰਹੇ ਹੋ ਮੈਂ ਲਾਸਟ ਪੁਆਇੰਟ ਹੈ ਜੀ, ਲਾਸਟ ਪੁਆਇੰਟ ਹੈ, ਇਹ ਹੁਣ ਕਹਿ ਰਹੇ ਆ ਵੀ ਅਸੀਂ ਸਖਤ ਹਦਾਇਤ ਦਵਾਂਗੇ। ਸਖਤ ਹਦਾਇਤ ਪਹਿਲਾਂ ਕਿਉਂ ਨਹੀਂ ਦਿੱਤੀ? ਪਹਿਲੀ ਚੀਜ਼, ਕੋਈ ਪਲਾਨ ਆਫ ਐਕਸ਼ਨ ਕਿਉਂ ਨਹੀਂ ਫਾਰਮੂਲੇਟ ਹੋਇਆ? ਨੰਬਰ 3, ਇੰਟੈਲੀਜੈਂਸ ਕਿੱਥੇ ਹੈ? ਗੌਰ ਜੀ, ਜੇ ਤੁਹਾਡੇ ਕੋਲੇ ਸਿਕਿਉਰਿਟੀ ਹੋਵੇ ਨਾ ਤਾਂ ਉਹਦਾ ਮਤਲਬ ਹੈ ਵੀ ਤੁਹਾਨੂੰ ਥ੍ਰੈਟ ਪਰਸੈਪਸ਼ਨ ਹੈ, ਤੇ ਜੇ ਤੁਹਾਨੂੰ ਥ੍ਰੈਟ ਪਰਸੈਪਸ਼ਨ ਹੈ ਤੇ ਸਿਕਿਉਰਿਟੀ ਹੈਜ਼ ਬੀਨ ਗਿਵਨ ਟੂ ਯੂ, that means ਕਿ ਇੰਟੈਲੀਜੈਂਸ ਕੰਮ ਕਰ ਰਹੀ ਹੈ, ਲੁੱਕ ਆਫਟਰ ਕਰ ਰਹੀ ਹੈ। ਸੋ ਇੱਥੇ ਇੰਟੈਲੀਜੈਂਸ ਕਿੱਥੇ ਗਈ ਹੈ ਇਨਸੀਡੈਂਟਸ ਦੇ ਵਿੱਚ? ਤੇ ਨਾਲੇ ਇਹ ਜੇ ਇਹਨਾਂ ਨੇ ਜਦੋਂ ਮੈਂ ਲਾਸਟ ਜੀ, ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਨਾ, ਫॉर एग्जांपल ਜਿਹਨੇ ਨਾਮ ਪਬਲਿਸ਼ ਕੀਤਾ ਟਵਿੱਟਰ ਤੇ, ਜਿਹਨੇ ਸਿਕਿਉਰਿਟੀ ਡਿਟੇਲ ਲੀਕ ਕੀਤੀ, ਜੇ ਲੋਕਾਂ ਖਿਲਾਫ ਉਦੋਂ ਐਕਸ਼ਨ ਲੈ ਲਿਆ ਹੁੰਦਾ, ਇੱਕ ਸਟ੍ਰਿੰਜੈਂਟ ਪਨਿਸ਼ਮੈਂਟ ਦੇਤੀ ਹੁੰਦੀ, ਉਹਨਾਂ ਨੂੰ ਫੜ ਲਿਆ ਹੁੰਦਾ, ਤਾਂ ਸ਼ਾਇਦ ਅੱਜ ਕਿਸੇ ਦੀ ਵੀ ਇਹ ਹਿੰਮਤ ਨਾ ਹੁੰਦੀ ਕਿ ਦਿਨ ਦਿਹਾੜੇ ਕਿਸੇ ਦਾ ਵੀ ਕਤਲ ਕਰ ਦਿੰਦੇ, ਬਿਕੋਜ਼ ਆਮ ਆਦਮੀ ਸਿੰਗੜਾ ਸਾਹਿਬ ਕੁਝ ਕੀਤਾ ਤਾਂ ਰੂਲ ਆਫ ਲਾਅ ਤੇ ਫੀਅਰ ਆਫ ਲਾਅ ਖਤਮ। ਸਿੰਗੜਾ ਸਾਹਿਬ ਗੌਰਵ ਜੀ, ਫਾਰਮੂਲੇਸ਼ਨ ਕਹਿੰਦੇ ਹੈ ਕਿ ਕੀ ਹੈ, ਹਾਰਡ ਸਟੈਪਸ ਜਿਹੜੇ ਹੈਗੇ ਆ ਕਹਿੰਦੇ ਉਹ ਕੀ ਹੈ, ਸਖਤ ਹਦਾਇਤਾਂ ਕਹਿੰਦੇ ਕੀ ਹੈ, ਆਪਾਂ ਕਹਿੰਦੇ ਧਿਆਨ ਨਹੀਂ ਦੇ ਰਹੇ। ਇਹ ਹੁਣ ਕਹਿ ਰਹੇ ਵੀ ਸਖਤ ਹਦਾਇਤਾਂ ਹਾਂ ਤੇ ਫਲਾਣਾ ਦੇਖੋ ਨਾ ਕੌਣ ਰਹੇ ਨੇ, ਕਾਂਗਰਸ ਪਾਰਟੀ ਦੇ ਸਪੋਕਸਪਰਸਨ ਨੇ, ਐਜ ਏ ਪਰਸਨ ਨਹੀਂ ਮੈਨੇਜ ਕੋਈ ਨੁਕਸ ਕਰਦਾ, ਬਹੁਤ ਵਧੀਆ ਵਕੀਲ ਨੇ, ਇਸੇ ਕਰਕੇ ਗੱਲਾਂ ਨੂੰ ਟਵਿਸਟ ਕਰੀ ਜਾ ਰਹੇ ਨੇ, ਟਵਿਸਟ ਕਰ ਰਹੇ ਨੇ ਗੱਲਾਂ ਨੂੰ, ਕਹਿੰਦੇ ਸਾਡੀ ਸਲਾਹ ਲੈ ਲੈਂਦੇ। ਤੁਸੀਂ ਤਾਂ ਪੁਆੜੇ ਦੀ ਜੜ ਹੋ, ਇਹ ਬੂਟਾ ਗੈਂਗਸਟਰਵਾਦ ਦਾ ਤੁਸੀਂ ਲਾਇਆ ਤੇ ਇਸ ਨੂੰ ਪਾਲਿਆ, ਦੂਜੇ ਸੂਬਿਆਂ ਚੋਂ ਗੈਂਗਸਟਰ ਲਿਆ ਕੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਦੇ ਹੋ ਤੁਸੀਂ, ਇੰਟਰਸਟੇਟ ਗੈਂਗ ਬਣ ਗਏ, ਬਾਹਰ ਤੱਕ ਉਹਨਾਂ ਦੀਆਂ ਰੂਟਸ ਬਣ ਗਈਆਂ। ਉਹ ਜਦੋਂ ਅਸੀਂ ਉਹਨੂੰ ਡਿਸਮੈਂਟਲ ਕਰਨ ਲੱਗੇ ਆ, ਤੁਹਾਡਾ ਬੂਟਾ ਲਾਇਆ ਹੋਇਆ, ਤੁਹਾਡੇ ਇਹ ਨੈਗੇਟਿਵ ਮਹਿਲ ਉਸਾਰੇ ਹੋਏ, ਜਦੋਂ ਅਸੀਂ ਡਿਸਮੈਂਟਲ ਕਰ ਰਹੇ ਆ ਤਾਂ ਉਹਨਾਂ ਦੀਆਂ ਰੂਟਸ ਪਤਾ ਲੱਗ ਰਹੀਆਂ ਕਿੱਥੇ ਕਿੱਥੇ ਤੱਕ, ਤੇ ਤੁਸੀਂ ਕਹਿ ਰਹੇ ਆ ਸਾਡੇ ਕੋਲੋਂ ਸਲਾਹ ਲੈ ਲੈਂਦੇ। ਜੇ ਤੁਸੀਂ ਤਾਂ ਸੂਬੇ ਦਾ ਹਰ ਪਾਸਿਓਂ ਸਤਿਆਨਾਸ਼ ਕੀਤਾ ਆ, ਤੁਹਾਡੇ ਤੋਂ ਪਹਿਲੇ ਵਾਲਿਆਂ ਨੇ। ਮੈਂ ਤਾਂ ਬਲੇਮ ਗੇਮ ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਸੈਂਸੇਸ਼ਨਲ ਮੁੱਦਾ ਆ, ਜਾਨ ਗਈ ਆ ਕਿਸੇ ਦੀ, ਆਪਾਂ ਉਹਨਾਂ ਨੂੰ ਉਹ ਗੈਂਗਸਟਰਵਾਦ ਨੂੰ ਵੀ ਖਤਮ ਕਰਨਾ, ਦੋਸ਼ੀਆਂ ਨੂੰ ਵੀ ਫੜਨਾ ਆ, ਤੇ ਤੁਸੀਂ ਇੱਥੇ ਸਿਆਸਤ ਕਰਨ ਲੱਗ ਗਏ। ਘੜੀ ਘੜੀ ਜੇ ਭਗਵੰਤ ਮਾਨ ਜਿੱਦਾਂ ਮੁੱਖ ਮੰਤਰੀ ਸਾਹਿਬ ਅਮਰੀਕਾ ਚਲੇ ਗਏ ਹੁੰਦੇ ਆ, ਹਾਂਜੀ, ਹੀ ਇਜ਼ ਵੈਰੀ ਮੱਚ ਹੀਅਰ। ਇਹ ਕੁਛ ਦਿਨਾਂ ਲਈ ਸਾਰੇ ਹੀ ਜਾਂਦੇ ਆ। ਤੁਹਾਡੇ ਕੈਪਟਨ ਸਾਹਿਬ 4.5 ਸਾਲ ਲੱਭੇ ਹੀ ਨਹੀਂ ਸੀ, ਜਾਂ ਇੱਥੇ ਹੁੰਦੇ ਸੀ ਜਾਂ ਸ਼ਿਮਲੇ ਚ ਹੁੰਦੇ ਸੀਗੇ, ਜਿਹਦੇ ਨਾਲ ਹੁੰਦੇ ਸੀ ਉਹ ਮੈਂ ਹੁਣ ਕਾਹਨੂੰ ਕਹਿਣਾ ਪਾਰਟੀ ਛੱਡ ਗਏ। ਹੁਣ ਸੋਈ ਸਾਹਿਬ ਗੁੱਸਾ ਕਰਨਗੇ ਜੇ ਮੈਂ ਉਹਨਾਂ ਦੇ ਖਿਲਾਫ ਜ਼ਿਆਦਾ ਬੋਲਿਆ ਤਾਂ। ਕੁਛ ਯਾਰ ਇਨਸਾਨੀਅਤ ਨੂੰ ਹੱਥ ਮਾਰੋ। ਪਹਿਲੀ ਵਾਰੀ ਇਮਾਨਦਾਰ ਸਰਕਾਰ ਬਣੀ ਹੈ, ਪਹਿਲੀ ਵਾਰੀ ਇਮਾਨਦਾਰ ਮੁੱਖ ਮੰਤਰੀ ਬਣਿਆ, ਉਹਦੇ ਘਰ ਟੈਚੀ ਨਹੀਂ ਜਾਂਦੇ, ਉਹਦੇ ਘਰ ਬੈਗ ਨਹੀਂ ਜਾਂਦੇ ਨੋਟਾਂ ਦੇ, ਉਹ ਮਹਿਲ ਨਹੀਂ ਨਵਾਂ ਉਸਾਰ ਰਿਹਾ। काउंटर ले लिए फटाफट, मैं बाकी को जाना, मैं वेद भूषण जी को जाना है इस तो बाद फटाफट। सोई साहब में आ रहे हैं, सबको ला रहे हैं, मैं सबको ला रहे हैं, मैं सबको ला रहे हैं, क्विकली करना। मैं वेद भूषण जी काफी देर तो वेट कर रहे हैं। ਤਾਂ ਹੁਣ ਸੰਘੇੜਾ ਸਾਹਿਬ ਮੈਂ ਤੁਹਾਨੂੰ ਸੁਣਿਆ, ਮੈਨੂੰ ਵੀ ਸੁਣਿਓ। ਪਹਿਲਾਂ ਇਹ ਕਹਿੰਦੇ ਗੈਂਗਸਟਰ ਕਲਚਰ ਨੂੰ ਇਹ ਸਰਕਾਰਾਂ ਪ੍ਰਮੋਟ ਕਰਦੀ ਰਹੀਆਂ, ਪਾਰਟੀ ਪ੍ਰਮੋਟ ਕਰਦੀ ਰਹੀਆਂ। ਆਮ ਆਦਮੀ ਪਾਰਟੀ ਆਪਦਾ ਫੇਲਿਅਰ ਐਡਮਿਟ ਕਰ ਰਹੀ ਹੈ, ਇਹ ਗੱਲ ਕਹਿ ਤਾਂ ਦਿੱਤੀ, ਲੇਕਿਨ ਇਹ ਲੋਕਾਂ ਦੇ ਖਿਲਾਫ 7 ਮਹੀਨਿਆਂ ਦੇ ਵਿੱਚ ਐਕਸ਼ਨ ਕਿਉਂ ਨਹੀਂ ਲਿਆ? ਜਿਨ੍ਹਾਂ ਨੇ ਗੈਂਗਸਟਰ ਕਲਚਰ ਨੂੰ ਪ੍ਰਮੋਟ ਕੀਤਾ ਹੈ, ਜਿਨ੍ਹਾਂ ਨੇ ਮਹਿਮਾਨ ਨਵਾਜ਼ੀ ਕੀਤੀ ਹੈ, ਜੋ ਕਹਿ ਰਹੇ ਹੋ ਜੇ ਸੱਚ ਹੈ ਤਾਂ ਐਕਸ਼ਨ ਨਹੀਂ ਲਿਆ, ਤੁਹਾਡਾ ਫੇਲਿਅਰ ਹੈ। ਜੇ ਝੂਠ ਬੋਲ ਰਹੇ ਹੋ ਤਾਂ ਤੁਹਾਡਾ ਫੇਲਿਅਰ ਹੈ, ਦੋਵੇਂ ਪਾਸੇ ਫਸਦੇ ਹੋ। ਦੂਜੀ ਗੱਲ ਇਹ ਕਹਿੰਦੇ ਕਿ ਦੇਖੋ ਪੰਜਾਬ ਪੁਲਿਸ ਨੂੰ ਸਖਤ ਹਦਾਇਤ ਦਿੱਤੀ ਹੈ ਜੀ, ਤੁਹਾਡਾ ਕਿਹੜਾ ਸੀ ਤਜਰਬਾ ਲੈਣਾ ਸੀਗਾ? ਉਹ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਸੰਘੇੜਾ ਸਾਹਿਬ ਕਿ ਐਨਸੀਆਰਬੀ ਦਾ ਡੇਟਾ ਤਾਂ ਝੂਠ ਨਹੀਂ ਬੋਲ ਰਿਹਾ, ਤੇ ਮੈਂ ਗੱਲ ਤੁਹਾਨੂੰ ਦੱਸਦਾ ਕੀ ਕਾਰਨ ਹੈ ਪੁਲਿਸ ਐਕਸ਼ਨ ਕਿਉਂ ਨਹੀਂ ਲੈ ਪਾ ਰਹੀ। ਬੜੀ ਕੈਪੇਬਲ ਪੁਲਿਸ ਹੈ ਪੰਜਾਬ ਦੀ, ਪਹਿਲਾਂ ਲਾਅ ਐਂਡ ਆਰਡਰ ਨੂੰ ਸਟੇਬਲ ਰੱਖਿਆ ਹੈ, ਲੇਕਿਨ ਇਟ ਵਰਕਸ, ਉਹ ਕੰਮ ਕਰਦੀ ਹੈ ਸਰਕਾਰ ਦੀ ਹਦਾਇਤਾਂ ਦੇ ਹਿਸਾਬ ਨਾਲ, ਹੋਮ ਮਿਨਿਸਟਰ ਸਾਹਿਬ ਦੀਆਂ ਹਦਾਇਤਾਂ ਦੇ ਹਿਸਾਬ ਨਾਲ, ਕਿਉਂਕਿ ਕੋਆਰਡੀਨੇਸ਼ਨ ਹੀ ਚੰਗੀ, पॉलिसी मेकिंग नहीं चंगी, ता करके पुलिस एक्ट को नहीं कर पा रही, ते ता भी है उपयोग नहीं हो रहा पुलिस ਦਾ, ਦੁਰਉਪਯੋਗ। ਖੜਿਆਲ ਸਾਹਿਬ ਕੋਆਰਡੀਨੇਸ਼ਨ ਦੀ ਤੁਸੀਂ ਗੱਲ ਕੀਤੀ, ਤੁਸੀਂ ਕੋਆਰਡੀਨੇਸ਼ਨ ਕੁਇਕਲੀ ਕਿਉਂਕਿ ਵੇਦ ਭੂਸ਼ਣ ਜੀ ਕਾਫੀ ਦੇਰ ਵੇਟ ਕਰ ਰਹੇ ਨੇ, ਇੱਕ ਵਾਰ ਵੀ ਨਹੀਂ ਗਿਆ ਉਹਨਾਂ ਕੋਲ। ਜਵਾਬ ਲੈ ਲਈਏ ਇੱਕ ਵਾਰ। ਨਹੀਂ ਪਹਿਲਾਂ ਬੋਲਿਆ, ਪਹਿਲਾਂ ਗੌਰਵ ਜੀ ਬੋਲੇ ਆ, ਮੇਰਾ ਇੰਨਾ ਹੀ ਕਹਿਣਾ ਹੈ। ਗੌਰਵ ਜੀ ਬੋਲੇ, ਉਹਨਾਂ ਨੇ ਕੁਝ ਦੇਣਾ ਆ, ਜਿਹੜਾ ਸਾਹਿਬ ਵਿੱਚ ਨਾ ਬੋਲੋ ਨਹੀਂ ਹੈਗਾ। ਪਲੀਜ਼ ਇੱਕ ਇੱਕ ਕਰਕੇ ਪਲੀਜ਼ ਸਾਹਿਬ ਮੈਂ ਤੁਹਾਡੇ ਟਾਈਮ 'ਚ ਬੋਲੂੰਗਾ, ਜੇ ਮੇਰੇ ਟਾਈਮ 'ਚ ਬੋਲੋਗੇ ਸੰਘੇੜਾ ਸਾਹਿਬ ਨਾ ਬੋਲੋ। ਸੋ ਦੇਅਰਫੋਰ ਜੇ ਪੁਲਿਸ ਦਾ ਉਪਯੋਗ ਹੋਵੇ ਤਾਂ ਜਿਹੜੇ ਕ੍ਰਿਮੀਨਲਸ ਆ ਫੜੇ ਜਾਣ। ਇਹ ਦੁਰਉਪਯੋਗ ਕਰਨ ਤੇ ਜ਼ਿਆਦਾ ਟਾਈਮ ਲਾਉਂਦੇ ਆ, ਜ਼ਿਆਦਾ ਫੋਕਸ ਲਾਉਂਦੇ ਆ, ਤਾਂ ਕਰਕੇ ਤਾਂ ਐਫਆਈਆਰ ਕੁਆਸ਼ ਹੋ ਓਕੇ ਮੈਨੂੰ ਹੁਣ ਵੇਦ ਭੂਸ਼ਣ ਸਾਹਿਬ ਕੋਲ ਇੱਕ ਵਾਰ ਜਾ ਕੇ ਆ ਲੈਣ ਦਿਓ, ਤੁਹਾਡੇ ਜਵਾਬ ਸਾਰੇ ਮੈਂ ਜਿਹੜੇ ਸੰਘੇੜਾ ਸਾਹਿਬ ਤੋਂ ले लूंगा। वेद भूषण जी सवाल ये है, जिस तरह की बातें आपने सुनी, आई होप तक आपको पंजाबी समझ आ गई होगी। कोऑर्डिनेशन बिटवीन द पुलिसिंग
इंफॉर्मेशन शेयरिंग, ये दो की पार्ट्स हैं जो इन्होंने डिस्कस किए कि हमेशा होती है पुलिसिंग में। यू हैव बीन द डीसीपी ऑफ दिल्ली पुलिस। दिल्ली पुलिस किस तरह काम करती है? जो पंजाब में एक मर्डर हो जाता है, दिल्ली से पुलिस आती है, उसको पकड़ के ले जाती है जो उसके कातिल होते हैं। अगर दिल्ली पुलिस के पास इंफॉर्मेशन थी तो वो पंजाब पुलिस से कोऑर्डिनेट करके, उनके साथ कोऑपरेट करके उनको भी कह सकती थी कि यू कैन गेट एंड कैच देम। वो खुद दिल्ली से आते हैं, पकड़ के जाते हैं, फिर दिल्ली में पीसी करते हैं। यही सिस्टम है आपका काम करने का? गौरव वालिया जी, डॉक्टर भी वही है, दवाई भी वही है, पेशेंट भी वही है। या तो बीमारी डायग्नोज नहीं हो पा रही है, या दवा असर नहीं कर रही है, या दवाई खराब है। कहीं ना कहीं तो फारसाइटेडनेस की कमी है, जिस वजह से पंजाब पुलिस, जिसका एक नाम था केपीएस गिल के, जिनके लीडरशिप में पंजाब के अंदर खालिस्तान का सफाया किया गया, बिल्कुल स्टेट साफ कर दिया गया, खालिस्तान का नामो निशान नहीं था। ऐसा स्टेट है पंजाब की, जो पुलिस है हिंदुस्तान के अंदर जानी जाती है, उसका एक रुतबा है। परंतु कहीं ना कहीं इसके पीछे कोई ऐसा कारण है कि जिस वजह से पुलिस ओपन हैंडली काम नहीं कर पा रही है। आपने देखा 7 महीने के अंदर 2 डीजी बदल दिए गए। हिंदुस्तान के प्राइम मिनिस्टर जब जाते हैं, उनके कारकट को किस तरह वहां घंटों तक हेल्ड अप रखा जाता है, उसके बाद में कहते हैं जी कुछ नहीं, नॉर्मल था। जब हाई कोर्ट कहती है तो एसएसपी को हटा दिया जाता है। तो जो कहीं ना कहीं सीखने की जरूरत है। वहां के सीएम साहब नए हैं पॉलिटिक्स में, सीएम बिल्कुल नए हैं, उनको जरूरत है यूपी में जाएं, वहां एक बुलडोजर बाबा कहलाते हैं। आप जाके देखिए यूपी में लॉ एंड ऑर्डर क्या है, एनसीआरबी का डाटा देखिए। अभी एनसीआरबी का डाटा की बात चल रही थी। आपके लिए डाटा मैनेजमेंट करना है, आपको लॉ एंड ऑर्डर देखना है, तो यूपी पंजाब से शायद 3 गुना बड़ा स्टेट है, वहां से ज्यादा पॉपुलेशन है उसकी, वहां से एक लेसन लिए जाने की जरूरत है। कृपा आप हम पॉलिटिकल नैरेटिव नहीं चाहते, प्लीज। सिस्टम ये है, मैं पॉलिटिकल आप मेरा सवाल ले लें, कृपा सवाल ले लें, आप सवाल ले लें पहले एक बार, आप कृपा सवाल ले लें एक बार, एक सवाल ले लें, फिर आप आंसर दे देना। जो मैंने आपसे पूछा था कि दिल्ली पुलिस की फंक्शनिंग कैसे होती है। दिल्ली पुलिस के पास अगर इंफॉर्मेशन आती है फ्रॉम द अदर स्टेट कि हमारे यहां पे एक मर्डर हो जाता है सो एंड सो प्लेस के ऊपर, ये बंदे आइडेंटिफाई किए गए, ये उनके चेहरे हैं, ये उनके नाम है, ये सारी डिटेल्स हैं। अगर दिल्ली पुलिस के नेटवर्क में वो आते हैं, उनको पता चलता है, तो क्या दूसरी स्टेट जहां पे वो हुआ होता उनसे वो कोऑर्डिनेट करके उनसे कोऑपरेट करती है कि नहीं करती है? गौरव जी, इसको डेंट पंजाब पुलिस ने पहुंचाया। अभी ये बग्गा का और अमृता धवन का नाम आ रहा था। मोहाली एक थाना उन्होंने सेलेक्ट कर लिया, वहां पर दिल्ली के तमाम जो लोग थे उनके खिलाफ वहां मुकदमे दर्ज करने शुरू कर दिए। जब हरियाणा हाई कोर्ट, पंजाब कोर्ट ने उनको रिप्रीमेंट किया, दिल्ली पुलिस इसका मतलब बदले की भावना से काम कर रही है। दिल्ली पुलिस बदले की भावना से काम कर रही है, बदले की भावना से नहीं कर रही। तो आपकी बात से तो यही जाहिर हो रहा है, आपकी बात से तो यही जाहिर हो रहा है। क्रिएट किए गए जिस तरह के हालात गौरव जी क्रिएट किए गए, वहां पर बनाए गए जिस तरह के हालात, तो पुलिस की जिम्मेदारी है, दिल्ली पुलिस की जिम्मेदारी है, राजधानी की पुलिस है, कैपिटल की पुलिस है, हिंदुस्तान की प्रीमियर पुलिसिंग मानी जाती है, तो अपनी ड्यूटी से पीछे नहीं हटेगी। इसलिए हो रहा है डिफेंस, इसलिए हो रहा है क्योंकि उनके जो पिछला एक जवाब ले ले, फिर एक जवाब ले ले, एक मैं जवाब ले लूं संगेड़ा साहब से, वो अच्छा नहीं रहा, कोई बात नहीं, कंटेंट अच्छा नहीं रहा। एक जवाब ले ले, एक जवाब ले ले, जवाब ले ले, जवाब ले ले, कृपया करके जवाब ले ले। वेद जी प्लीज होल्ड ऑन, वेद जी प्लीज होल्ड ऑन, वेद जी प्लीज होल्ड ऑन, प्लीज होल्ड ऑन, जवाब ले लेके करके क्योंकि समझ पड़ेगी दर्शकों को तभी, प्लीज संगेड़ा साहब। वेद जी प्लीज। जो 14 पुलिस वाले जो सिक्योरिटी में रहते हैं, उसके बाद मुंह से मुंह साहब ये क्यों उठाई आपने? वेद जी आप अपने टाइम में बोलना, अभी मेरे को जवाब लेने दे, आपने बात कर ली, मेरे को जवाब लेने दे प्लीज। सिक्योरिटी क्यों उठाई? ओके मेरे को बाकी के पास नहीं जाना है। ऑल राइट संगेड़ा साहब मेरे को जवाब लेने दे। जादू का डंडा ले, ऑल राइट संगेड़ा साहब आप जादू का डंडा ओके वेद जी 450 ठीक है, वेद जी विड्रॉ कर दी। ओके आपने निर्णय लीजिए, आपकी फारसाइटेडनेस थी, आपकी दूरदर्शिता ही तो देखनी है। ऑल राइट संगेड़ा साहब प्लीज।